ਸ਼ੇਰੇ ਪੰਜਾਬ 600 AM ਤੇ ਨਿੱਘਾ ਹਾਰਦਿਕ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ ਸ਼ੋਅ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। 10:14 ਹੋਏ ਨੇ। 23 ਅਗਸਤ ਦਾ ਦਿਨ ਹੈ, ਬਰਾ 2022 ਦਾ ਮੰਗਲਵਾਰ ਹੈ। 7 ਭਾਦੋਂ ਨਾਨਕ ਸੰਮਤ 554। ਨਿੱਘਾ ਹਾਰਦਿਕ ਸਵਾਗਤ ਹੈ। ਚੱਲਾਂਗੇ ਪੰਜਾਬ ਨੂੰ। ਦੇਸ਼ ਪੰਜਾਬ ਦੇ ਝਰੋਖੇ ਚੋਂ ਸਰਦਾਰ ਨਵਕਿਰਨ ਸਿੰਘ ਪੱਤੀ ਗੱਲਬਾਤ ਕਰਨਗੇ। ਉਸ ਤੋਂ ਬਾਅਦ ਅਗਲੇ ਘੰਟੇ ਦੇ ਵਿੱਚ ਸਿੱਖ ਸੰਘਰਸ਼ ਦੇ ਪਾਂਧੀ ਉਹਦੀ ਅਗਲੀ ਕੜੀ ਦੇ ਵਿੱਚ ਸਰਦਾਰ ਹਰਦੀਪ ਸਿੰਘ ਡਿਬਡਵਾ ਸ਼ਾਮਲ ਹੋਣਗੇ। 1987 ਤੋਂ ਅਗਲਾ ਸਮਾਂ 1999 ਦੀਆਂ ਚੋਣਾਂ, MP ਬਣਨਾ, ਸਰਦਾਰ ਸਿਮਰਨਜੀਤ ਸਿੰਘ ਮਾਨ ਅਤੇ ਧਿਆਨ ਸਿੰਘ ਮੰਡ ਅਤੇ ਬੀਬੀ ਬੁਲਾਰਾ ਅਤੇ ਬਹੁਤ 12-13 ਇਕੱਠੇ ਹੀ। ਅਤੇ ਉਸ ਤੋਂ ਬਾਅਦ ਦਾ ਸਮਾਂ ਉੱਥੇ ਤੱਕ ਚੱਲਾਂਗੇ। ਅੱਜ ਆਖਰੀ ਘੰਟੇ ਦੇ ਵਿੱਚ ਉੱਘੇ ਗੀਤਕਾਰ ਅਲਬੇਲਾ ਬਰਾੜ ਜੀ ਸ਼ਾਮਲ ਹੋਣਗੇ। ਅਲਬੇਲਾ ਬਰਾੜ ਉਹਨਾਂ ਨੇ 200 ਦੇ ਕਰੀਬ ਗੀਤ ਲਿਖੇ ਨੇ, ਜਿਹੜੇ ਵੱਡੇ ਗਾਇਕਾਂ ਨੇ ਗਾਏ ਨੇ। ਉਹਨਾਂ ਦਾ ਸਫ਼ਰ, ਉਹਨਾਂ ਦੀ ਜ਼ਿੰਦਗੀ ਦੇ ਆਲੇ ਦੁਆਲੇ ਗੱਲਾਂ ਜਿਹੜੀਆਂ ਚੱਲਣਗੀਆਂ। ਅਲਬੇਲਾ ਬਰਾੜ ਜੀ ਸ਼ਾਮਲ ਹੋਣਗੇ 12:10 ਤੋਂ ਲੈ ਕੇ 1 ਵਜੇ ਤੱਕ। ਕੱਲ੍ਹ ਨੂੰ ਬੁੱਧਵਾਰ ਦੇ ਵਿੱਚ ਪਹਿਲੇ ਘੰਟੇ ਦੇ ਵਿੱਚ ਜਿਹੜਾ ਡਾਕਟਰਾਂ ਦੇ ਜਿਹੜੀ ਮੁਸ਼ਕਲ ਹਰ ਰੋਜ਼ ਆ ਰਹੀ ਆ, ਉਹਦੇ ਸਲਿਊਸ਼ਨ ਦੇ ਬਾਰੇ ਇੱਕ ਆਪਾਂ ਗਰੁੱਪ ਜਿਹੜਾ ਕ੍ਰੀਏਟ ਕਰਕੇ ਭਾਈਚਾਰੇ ਦੇ ਵਿੱਚੋਂ ਕੋਸ਼ਿਸ਼ ਕਰ ਰਹੇ ਹਾਂ ਕਿ ਕੁਛ ਚੰਗਾ ਹੋ ਜਾਏ। ਸਕੈਜ਼ਮਾ ਦੇ ਵਿੱਚ ਜਿਹੜੇ IMG ਨੇ, ਉਹਦੇ ਲਈ ਇੰਟਰਨੈਸ਼ਨਲ ਮੈਡੀਕਲ ਗ੍ਰੈਜੂਏਟਸ ਨੇ, ਉਹਨਾਂ ਦੀ ਗੱਲਬਾਤ ਅਤੇ ਕਹਾਣੀ ਦਾ ਕੱਲ੍ਹ ਨੂੰ ਦਿਨ ਹੈ। 604-204-0600 604-204 0600 'ਤੇ ਤੁਸੀਂ ਔਨ ਏਅਰ ਫੋਨ ਕਰਨਾ ਹੈ। ਅਤੇ 604-729-1224 604-729-1224 ਇਹ ਵਟਸਐਪ 'ਤੇ ਟੈਕਸਟ ਲਈ ਨੰਬਰ ਹੈ। ਅਲਬੇਲਾ ਬਰਾੜ ਜੀ ਬਾਰੇ ਗੱਲ ਦੱਸਣੀ ਮੈਂ ਭੁੱਲ ਗਿਆ। ਪਿਛਲਾ ਪਿੰਡ ਉਹਨਾਂ ਦਾ ਦਿਉਣ ਸਰਦਾਰ ਜਗਰੂਪ ਸਿੰਘ ਬਰਾੜ MLA ਵਾਲਾ। ਬਠਿੰਡੇ ਤੋਂ ਮੁਕਤਸਰ ਸਾਹਿਬ ਵਾਲੀ ਸੜਕ 'ਤੇ ਇਹ 12 ਕਿਲੋਮੀਟਰ ਦੂਰ ਹੈ। ਅਲਬੇਲਾ ਬਰਾੜ ਜੀ ਅੱਜ ਆਉਣਗੇ, ਗੱਲਾਂ ਬਾਤਾਂ ਚੱਲਣਗੀਆਂ। ਪਿੰਡ ਮੈਂ ਕਿਹਾ ਜ਼ਰੂਰ ਦੱਸਣਾ। ਅਲਬੇਲਾ ਦਿਉਣ ਵਾਲਾ ਵੀ ਉਹਨਾਂ ਨੂੰ ਕਹਿੰਦੇ ਨੇ। 604-729-1224 ਵਟਸਐਪ 'ਤੇ ਟੈਕਸਟ ਲਈ ਮੇਰਾ ਨੰਬਰ ਹੈ। 604-729-1224 ਹਾਲੇ ਗੱਲ ਪੂਰਾ ਸੂਤ ਨਹੀਂ, ਕੋਸ਼ਿਸ਼ ਕਰਦਾ। ਇੱਕ ਤੋਪ, ਪਿਸਤੌਲ, ਬੰਦੂਕ, ਤੀਜੀ ਦੱਬੋ, ਲਿਬਲਬੀ ਕਰਨਗੇ ਫੈਰ ਤਿੰਨੇ। ਇੱਕ ਤੋਪ, ਪਿਸਤੌਲ, ਬੰਦੂਕ, ਤੀਜੀ ਦੱਬੋ, ਲਿਬਲਬੀ ਕਰਨਗੇ ਫੈਰ ਤਿੰਨੇ। ਹੰਸ, ਫੀਲ, ਮਕਲਾਵੇ ਜੋ ਨਾਰ ਆਈ, ਮੜਕ ਨਾਲ ਅਠਾਮਦੇ ਪੈਰ ਤਿੰਨੇ। ਅਗਨਬੋਟ ਤੇ ਸ਼ੇਰ ਸੰਸਾਰ ਤੀਜਾ, ਸਿੱਧੇ ਜਾਣ ਦਰਿਆ ਚੋਂ ਤੈਰ ਤਿੰਨੇ। ਝੂਠ ਬੋਲਦੇ ਬੋਲਦੇ ਸੱਚ ਥੋੜ੍ਹਾ, ਠੇਕੇਦਾਰ, ਵਕੀਲ ਤੇ ਸ਼ਾਇਰ ਤਿੰਨੇ। ਸੱਪ, ਇੱਕ ਸਰਪ ਤੇ ਹੋਰ ਬੰਡਿਆਲ ਠੂਹਾਂ, ਰਹਿਣ ਹਰ ਘੜੀ ਘੋਲਦੇ ਜ਼ਹਿਰ ਤਿੰਨੇ। ਛਾਲ ਮਾਰ ਦੀਵਾਰ ਨੂੰ, ਟੱਪ ਜਾਂਦੇ ਕੰਧ ਨੂੰ। ਨਾਰ, ਚੋਰਟਾ, ਲਲਕਰੀ ਟਾਇਰ ਆ ਘੋੜੀ ਜਿਹੜੀ ਲਲਕਰੇ 'ਤੇ ਚੱਲੇ। ਨਾਰ, ਚੋਰਟਾ, ਲਲਕਰੀ ਟਾਇਰ ਤਿੰਨੇ ਕੰਧ ਟੱਪ ਜਾਂਦੇ ਨੇ। ਜੂਏਬਾਜ਼ ਤੇ ਟਮਟਮਾ ਬਾਹਣ ਵਾਲਾ ਅਤੇ ਬੇਸਵਾ ਸ਼ਰਮ ਬਗੈਰ ਤਿੰਨੇ। ਨਾਚਾ, ਨਕਲੀਆ ਔਰ ਗਮੰਤਰੀ ਵੀ, ਜਿੱਥੇ ਖੜਨ ਲਗਾਮ ਦੇ ਲਹਿਰ ਤਿੰਨੇ। ਨਵਾਂ ਆਸ਼ਕੀ ਤੇ ਗਧਾ ਗਾਹ ਵਾਲਾ, ਠੀਕ ਭਾਲਦੇ ਸਿਖਰ ਦੁਪਹਿਰ ਤਿੰਨੇ। ਸ਼ਾਹੂਕਾਰ, ਹਕੀਮ, ਕਲਰਕ ਤੀਜਾ, ਵੇਲੇ ਸ਼ਾਮ ਦੇ ਕਰਨਗੇ ਸੈਰ ਤਿੰਨੇ। ਊਠ, ਸਾਨ ਔਰ ਪਠਾਨ ਤੀਜਾ, ਦਿਲੋਂ ਨਹੀਂ ਗਵਾਮਦੇ ਵੈਰ ਤਿੰਨੇ। ਰਜ਼ਬ ਅਲੀ, ਗੁਲਾਮ ਤੇ ਜੱਟ ਚੂੜਾ, ਰੱਜੇ ਨਹੀਂ ਗੁਜ਼ਾਰਦੇ ਖੈਰ ਤਿੰਨੇ। ਤਿੰਨਾਂ ਦਾ ਬੈਤ ਹੈ ਬੈਂਤ, ਬਾਬੂ ਰਜ਼ਬ ਅਲੀ ਜੀ ਨੇ ਲਿਖਿਆ। ਧੰਨਵਾਦ ਜੀ ਸਾਰਿਆਂ ਦਾ, ਜਿੱਥੇ ਵੀ ਬੈਠੇ ਹੋ ਸਾਰਿਆਂ ਦਾ ਸਤਿਕਾਰ। ਅਤੇ ਚੱਲਦੇ ਹਾਂ ਪੰਜਾਬ ਨੂੰ। ਦੇਸ਼ ਪੰਜਾਬ ਦੇ ਝਰੋਖੇ 'ਚੋਂ ਸਰਦਾਰ ਨਵਕਿਰਨ ਸਿੰਘ ਪੱਤੀ ਦੇ ਨਾਲ ਗੱਲਬਾਤ ਕਰਦੇ ਹਾਂ। ਸਰਦਾਰ ਨਵਕਿਰਨ ਸਿੰਘ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ ਗਿੱਲ ਸਾਹਿਬ। ਸਭ ਤੋਂ ਪਹਿਲਾਂ ਤੁਹਾਨੂੰ ਅਤੇ ਸ਼ੇਰੇ ਪੰਜਾਬ ਰੇਡੀਓ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਗਿੱਲ ਸਾਹਿਬ, ਆਸ਼ੂ ਦੀ ਸੁਣਾਓ, ਕਿਵੇਂ ਆ? ਗਿੱਲ ਸਾਹਿਬ ਦੇਖੋ, ਭਾਰਤ ਭੂਸ਼ਣ ਆਸ਼ੂ ਨੂੰ ਜਿਸ ਕੇਸ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ,
ਉਹ ਬਹੁਤ ਵੱਡਾ ਘੁਟਾਲਾ ਗਾ ਅਸਲ ਦੇ ਵਿੱਚ, ਟੈਂਡਰ ਘੁਟਾਲਾ। ਟੈਂਡਰ ਘੁਟਾਲੇ ਦੇ ਵਿੱਚ ਜਿਵੇਂ ਆਪਾਂ ਦੱਸਿਆ ਸੀ ਕੱਲ ਵੀ ਕਿ ਇੱਕ ਤੇਲੂ ਰਾਮ ਨਾਂ ਦਾ ਠੇਕੇਦਾਰ ਟੈਂਡਰ ਪਾਉਂਦਾ ਗਾ, ਔਰ ਟੈਂਡਰ ਪਾਉਣ ਦੇ ਸਮੇਂ ਉਹ ਸਕੂਟਰਾਂ, ਮੋਟਰਸਾਈਕਲਾਂ, ਕਾਰਾਂ, ਜੀਪਾਂ ਦੇ ਨੰਬਰ ਦਿਖਾ ਕੇ ਕਹਿੰਦਾ ਵੀ ਆਹ ਮੇਰੇ ਟਰੱਕ ਨੇ। ਉੱਥੇ ਹੀ ਨਹੀਂ ਗੱਲ ਸਰਦੀ, ਉਸ ਤੋਂ ਬਾਅਦ ਵੀ ਬਹੁਤ ਵੱਡੀ ਕੁੰਡੀ ਹੈ ਜਿਹੜੀ ਡਿਪਾਰਟਮੈਂਟ ਨੂੰ ਉਹ ਲਾਈ ਗਈ ਹੈ, ਔਰ ਉਹ ਤੇਲੂ ਰਾਮ, ਭਾਰਤ ਭੂਸ਼ਣ ਦਾ ਪੀਏ, ਭਾਰਤ ਭੂਸ਼ਣ ਆਸ਼ੂ, ਤੇ ਸਾਰੀ ਦੀ ਸਾਰੀ ਜਿਹੜੀ ਇਹਨਾਂ ਦੀ ਇੱਕ ਤਰੀਕੇ ਦੇ ਨਾਲ ਕਹਿ ਸਕਦੇ ਆ ਕਿ ਜੁੰਡਲੀ ਹੈ ਜਿਹੜੀ, ਉਹ ਸਿੱਧੇ ਜਾਂ ਅਸਿੱਧੇ ਤੌਰ ਦੇ ਉੱਤੇ ਵੱਡੀਆਂ ਕੁੰਡੀਆਂ ਨੇ ਜਿਹੜੀਆਂ ਉਹ ਸਰਕਾਰ ਨੂੰ ਲਾਉਂਦੀ ਰਹੀ ਹੈ। ਤੇ ਹੁਣ ਇਸ ਵਿਸ਼ੇ ਦੇ ਵਿੱਚ ਭਾਰਤ ਭੂਸ਼ਣ ਆਸ਼ੂ ਨੂੰ ਗ੍ਰਿਫਤਾਰ ਕੀਤਾ ਗਿਆ। ਸਲੂਨ ਦੇ ਉੱਤੇ ਵਾਲ ਕਟਾ ਰਿਹਾ ਸੀ, ਰਵਨੀਤ ਬਿੱਟੂ ਕੋਲੇ ਸੀ, ਉੱਥੋਂ ਗ੍ਰਿਫਤਾਰ ਕਰਕੇ ਪੁਲਿਸ ਲੈ ਗਈ ਸੀ। ਰਾਤ ਨੂੰ ਇਹਨਾਂ ਦੇ ਹਮਾਇਤੀ ਕੁਝ ਪਹੁੰਚ ਗਏ ਸੀ, ਵਿਜੀਲੈਂਸ ਦੇ ਦਫ਼ਤਰ ਬਾਹਰ ਘੇਰ ਲਿਆ ਸੀ, ਲੇਕਿਨ ਰਾਜੇ ਬੜਿੰਗ ਤੇ ਬਿੱਟੂ ਨੇ ਉੱਥੋਂ ਉਠਾ ਕੇ ਘਰਾਂ ਨੂੰ ਭੇਜਤੇ। ਉਸ ਤੋਂ ਬਾਅਦ ਅੱਜ ਜਦੋਂ ਭਾਰਤ ਭੂਸ਼ਣ ਆਸ਼ੂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਤਾਂ ਉੱਥੇ ਵੱਡੀ ਗਿਣਤੀ ਕਾਂਗਰਸੀ ਜਾ ਪਹੁੰਚੇ। ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ, ਰਵਨੀਤ ਬਿੱਟੂ, ਇਹਨਾਂ ਸਾਰਿਆਂ ਨੇ ਉੱਥੇ ਜਾ ਕੇ ਗਿੱਲ ਸਾਹਿਬ ਵਰਕਰਾਂ ਨੂੰ ਵੀ ਕਿਹਾ ਵੀ ਆਪਾਂ ਚਲੋ ਵਿਗੜ ਨਹੀਂ ਪਾਉਣਾ, ਲੇਕਿਨ ਉੱਥੇ ਪੇਸ਼ੀ ਦੇ ਦੌਰਾਨ 27 ਅਗਸਤ ਤੱਕ ਵਿਜੀਲੈਂਸ ਨੂੰ ਜਿਹੜਾ ਪੁਲਿਸ ਰਿਮਾਂਡ ਹੈਗਾ ਉਹ ਮਿਲ ਗਿਆ। ਹੁਣ 4 ਦਿਨ ਦੇ ਲਈ ਜਿਹੜਾ ਵਿਜੀਲੈਂਸ ਆ ਉਹ ਭਾਰਤ ਭੂਸ਼ਣ ਆਸ਼ੂ ਤੋਂ ਪੁੱਛਗਿੱਛ ਕਰੇਗੀ, ਔਰ ਰਾਜੇ ਵੜਿੰਗ ਨੇ ਕਿਹਾ ਕਿ ਅਸੀਂ ਕਿਸੇ ਗੱਲ ਦਾ ਕੋਈ ਇਤਰਾਜ਼ ਨਹੀਂ ਜਤਾਇਆ ਕਿ ਉਹਨਾਂ ਨੂੰ ਕਿਉਂ ਫੜਿਆ। ਸੀ ਤਾਂ ਪਹਿਲੇ ਦਿਨ ਤੋਂ ਕਹਿ ਰਹੇ ਸੀ ਕਿ ਕਿਸੇ ਵਿਅਕਤੀ ਦੀ ਲੋੜ ਹੈ ਤਾਂ ਤੁਸੀਂ ਬੁਲਾਓ ਤੇ ਲੋੜ ਪੈਣ ਤੇ ਤੁਸੀਂ ਫੜ ਵੀ ਸਕਦੇ ਹੋ। ਅਸੀਂ ਪੰਜਾਬ ਦੀ ਜਨਤਾ ਨੂੰ ਕਹਿੰਦਾ ਦੱਸਦੇ ਹਾਂ ਵੀ ਜੋ ਕੰਮ ਹੋ ਰਿਹਾ ਸਹੀ ਤਰੀਕੇ ਨਾਲ ਨਹੀਂ ਹੋ ਰਿਹਾ। ਉਧਰੋਂ ਭਗਵੰਤ ਮਾਨ ਕਹਿੰਦਾ ਵੀ ਤੁਸੀਂ ਸਵੇਰੇ ਤਾਂ ਵਿਜੀਲੈਂਸ ਦੇ ਦਫ਼ਤਰ ਚੰਡੀਗੜ੍ਹ ਆਏ ਸੀ ਵੀ ਸਾਨੂੰ ਫੜੋ ਸਾਨੂੰ ਫੜੋ, ਤੁਸੀਂ ਕਹਿੰਦੇ ਸਾਨੂੰ ਫੜੋ, ਅਸੀਂ ਫੜ ਲਿਆ, ਹੁਣ ਤੁਸੀਂ ਕਹਿੰਦੇ ਵੀ ਸਾਨੂੰ ਫੜਿਆ ਕਿਉਂ। ਉਧਰ ਰਵਨੀਤ ਬਿੱਟੂ ਗਿੱਲ ਸਾਹਿਬ ਇਸ ਵਿਸ਼ੇ ਦੇ ਵਿੱਚ ਦੋਨੇ ਤਰੀਕਿਆਂ ਦੇ ਨਾਲ ਚੱਲ ਰਿਹਾ ਗਾ। ਇੱਕ ਪਾਸੇ ਤਾਂ ਕੱਲ ਉਹ ਕਹਿ ਰਿਹਾ ਸੀ ਵਿਜੀਲੈਂਸ ਵਾਲੇ ਨੂੰ ਲਿਆਓ ਦਿਖਾਓ ਆਰਡਰ, ਦਿਖਾਓ ਤੁਸੀਂ ਸਾਨੂੰ ਵਾਰੰਟ ਫਿਰ ਲੈ ਜਿਓ, ਉਹਨੂੰ ਐ ਸੀ ਕਿਤੇ ਕੱਚ ਨਾ ਰਹਿ ਜੇ। ਉਸ ਤੋਂ ਬਾਅਦ ਰਾਤ ਵਰਕਰਾਂ ਨੂੰ ਵੀ ਸ਼ਾਂਤ ਕਰ ਲਿਆ ਆ, ਉਦੋਂ ਬਾਅਦ ਆਪਦੀਆਂ ਪ੍ਰਾਪਤੀਆਂ ਵੀ ਗਿਣਾਈ ਜਾਂਦਾ। ਅੱਜ ਇਹ ਵੀ ਕਹੀ ਜਾਂਦਾ ਸੀ ਵੀ ਸਾਨੂੰ ਡਰ ਹੈ ਕਿਤੇ ਉਹਨੂੰ ਕੁੱਟਣ ਨਾ ਵਿਜੀਲੈਂਸ ਵਾਲੇ, ਪੁਲਿਸ ਵਾਲੇ, ਤਾਂ ਉਹ ਕਿਤੇ ਨਾ ਕਿਤੇ ਦੱਸ ਰਿਹਾ ਵੇ ਕੁੱਟ ਲਿਓ। ਜੀ 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 ਗਿੱਲ ਸਾਹਿਬ, ਸੋ ਵਾਕਈ ਸਿਆਸੀ ਸ਼ਰੀਕੇਬਾਜ਼ੀ ਵੀ ਨਜ਼ਰ ਆ ਰਹੀ ਹੈ ਔਰ ਰਾਜਸੀ ਤਿਕੜਮਬਾਜ਼ੀ ਵੀ ਨਜ਼ਰ ਆ ਰਹੀ ਹੈ, ਔਰ ਇਸ ਮਸਲੇ ਦੇ ਵਿੱਚ ਜਿਹੜੀ ਭ੍ਰਿਸ਼ਟਾਚਾਰ ਦੀ ਬੋ ਆ ਗਈ ਉਹ ਵੀ ਨਜ਼ਰ ਆ ਰਹੀ ਹੈ। ਔਰ ਕਈ ਗਿੱਲ ਸਾਹਿਬ ਇਸ ਆਸ਼ੂ ਦੀ ਗ੍ਰਿਫਤਾਰੀ ਤੋਂ ਬਾਅਦ ਕਾਂਗਰਸ ਦੇ ਮੰਤਰੀ ਘਬਰਾਏ ਹੋਏ ਨਜ਼ਰ ਆਉਂਦੇ ਨੇ, ਜਿਹੜੇ ਕੈਨੇਡਾ ਤੋਂ ਕੁਝ ਟਿਕਟਾਂ ਕਰਾਈ ਬੈਠੇ ਸੀ ਇੱਧਰ ਆਉਣ ਦੀਆਂ, ਚੰਨੀ ਵਰਗੇ, ਉਹਨਾਂ ਨੂੰ ਵੀ ਕਹਿਤਾ ਵੀ ਅਜੇ ਇੱਥੇ ਹੀ ਟਿਕ ਜਾਓ। ਔਰ ਗਿੱਲ ਸਾਹਿਬ ਇਹ ਵੀ ਪਤਾ ਲੱਗਿਆ ਕਿ ਇਸ ਮਸਲੇ ਦੇ ਤਾਰ ਵੀ ਜਿਹੜੇ ਤੁਹਾਡੇ ਸਰੀ ਤੱਕ ਕੈਨੇਡਾ ਤੱਕ ਜੁੜਦੇ ਨੇ। ਲੁਧਿਆਣੇ ਜ਼ਿਲ੍ਹੇ ਦੇ ਕਈ ਬੰਦੇ ਨੇ ਜਿਹੜੇ ਇੱਥੋਂ ਕਰੋੜਾਂ ਰੁਪਇਆ ਲੈ ਕੇ ਆਸ਼ੂ ਵਾਲਾ ਇੱਥੇ ਸਰੀ ਦੇ ਜਾਂ ਕੈਨੇਡਾ ਦੇ ਵੱਖ-ਵੱਖ ਥਾਵਾਂ ਦੇ ਉੱਤੇ ਆ ਬੈਠੇ ਨੇ, ਔਰ ਉਧਰ ਨੂੰ ਵੀ ਪੁਲਿਸ ਦੀ ਜਿਹੜੀ ਵਿਜੀਲੈਂਸ ਦੀ ਅੱਖ ਉਹ ਹੈਗੀ। ਇਸ ਤੋਂ ਇਲਾਵਾ ਸਿਹਤ ਮਹਿਕਮਾ, ਖੇਤੀਬਾੜੀ ਮਹਿਕਮਾ, ਜੇਲ੍ਹ ਤੇ ਮਾਈਨਿੰਗ, ਇੱਥੇ ਵੀ ਜਿਹੜੇ ਘੁਟਾਲੇ ਹੋਏ ਨੇ ਉਹਦੇ ਨਾਲ ਜੁੜੇ ਹੋਏ ਮੰਤਰੀ, ਅਫਸਰਸ਼ਾਹੀ ਉਹ ਵੀ ਚਿੰਤਤ ਨਜ਼ਰ ਆ ਰਹੀ ਹੈ। ਅੱਜ ਮਨਪ੍ਰੀਤ ਬਾਦਲ ਦੇ ਖਿਲਾਫ ਵੀ ਵਿਜੀਲੈਂਸ ਨੂੰ ਸ਼ਿਕਾਇਤ ਆ ਗਈ, ਜਿਹੜੀ ਉਹ ਇਹਨਾਂ ਦੇ ਮਨਪ੍ਰੀਤ ਬਾਦਲ ਹੋਰਾਂ ਦੇ ਨੇੜੇ ਰਹੇ ਨੇ, ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੀ ਰਹੇ ਨੇ, ਅੱਜ ਕੱਲ੍ਹ ਭਾਜਪਾ ਚਲੇ ਗਏ, ਸਰੂਪ ਚੰਦ ਸਿੰਗਲਾ, ਉਹਨਾਂ ਨੇ ਕੀਤੀ ਹੈ। ਉਹ ਕਹਿੰਦੇ ਜਾਂਚ ਹੋਵੇ, ਜਿੱਦਾਂ ਦਾ ਮਨਪ੍ਰੀਤ ਬਠਿੰਡੇ ਆਇਆ, ਬਠਿੰਡੇ ਦੇ ਆਮ ਲੋਕਾਂ ਦਾ ਜਿਉਣਾ ਦੁੱਭਰ ਕਰਤਾ, ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਮਨਪ੍ਰੀਤ ਬਾਦਲ ਦੇ ਖਿਲਾਫ ਵੀ ਕੋਈ ਫਾਈਲ ਖੁੱਲ ਸਕਦੀ ਆ। ਹਾਲਾਂਕਿ ਭਗਵੰਤ ਮਾਨ ਨਾਲ ਇਹਨਾਂ ਦੀ ਬੜੀ ਨੇੜਤਾ ਰਹੀ ਆ, ਇਕੱਠੇ ਹੀ ਗਏ ਸੀ ਖਟਖੜ ਕਲਾਂ ਜਦੋਂ ਟ੍ਰਿਪਲ ਪੀ ਬਣਾਈ ਸੀ। ਖੈਰ ਫਿਰ ਵੀ ਗਿੱਲ ਸਾਹਿਬ ਇਹਦੀਆਂ ਤੰਦਾਂ ਨੇ ਜਿਹੜੀਆਂ ਭ੍ਰਿਸ਼ਟਾਚਾਰ ਦੀਆਂ ਬਹੁਤ ਡੂੰਘੀਆਂ ਜੁੜੀਆਂ ਹੋਈਆਂ ਨੇ, ਬਹੁਤ ਅਫਸਰ ਮੌਜੂਦ ਨੇ ਇਸ ਕਰਪਸ਼ਨ ਦੇ ਘੇਰੇ ਦੇ ਵਿੱਚ, ਬਹੁਤ ਵੱਡੀ ਪੱਧਰ ਦੇ ਉੱਤੇ ਕਾਂਗਰਸੀ ਮੰਤਰੀ ਮੌਜੂਦ ਨੇ ਜਿਹੜੇ ਉਸ ਵਕਤ ਸੀਗੇ। ਸੰਗਤ ਸਿੰਘ ਗਿਲਜੀਆ ਰਾਹਤ ਲਿਆ ਆ, ਸਾਧੂ ਸਿੰਘ ਧਰਮਸੋਤ ਅੰਦਰ ਬੈਠਾ, ਚੰਨੀ ਅਜੇ ਤੱਕ ਪੰਜਾਬ ਨਹੀਂ ਵੜਿਆ, ਮਨਪ੍ਰੀਤ ਬਾਦਲ ਪਿਛਲੇ ਦਿਨਾਂ 'ਚ ਚੁੱਪ ਚੁਪੀਤੇ ਆ ਗਿਆ, ਲੇਕਿਨ ਕੋਈ ਸਰਗਰਮੀ ਨਜ਼ਰ ਨਹੀਂ ਆ ਰਹੀ, ਕਿਤੇ ਕੋਈ ਧਰਨੇ 'ਚ ਨਜ਼ਰ ਨਹੀਂ ਆ ਰਿਹਾ, ਕੋਈ ਆਮ ਆਦਮੀ ਪਾਰਟੀ ਖਿਲਾਫ ਬਿਆਨ ਨਹੀਂ ਦੇ ਰਿਹਾ, ਕੋਈ ਬੀਜੇਪੀ ਖਿਲਾਫ ਨਹੀਂ ਬੋਲ ਰਿਹਾ। ਔਰ ਇਸੇ ਸਾਰੇ ਮਸਲੇ ਦੇ ਦਰਮਿਆਨ ਜੇ ਬੋਲ ਰਹੇ ਆ ਗਿੱਲ ਸਾਹਿਬ, 2-3 ਜਾਣੇ ਬੋਲ ਰਹੇ ਨੇ, ਉਹ ਵੀ ਅਸਲ ਦੇ ਵਿੱਚ ਪਿਛਲੀ ਸਰਕਾਰ 'ਚ ਇਨਵੋਲਵ ਨਹੀਂ ਸੀ। ਪ੍ਰਤਾਪ ਸਿੰਘ ਬਾਜਵੇ ਨੂੰ 4.5 ਸਾਲ ਤੱਕ ਕੈਪਟਨ ਨੇ ਨਹੀਂ ਨੇੜੇ ਲੱਗਣ ਦਿੱਤਾ, ਉਦੋਂ ਬਾਅਦ ਚੰਨੀ ਨੇ ਨੇੜੇ ਲੱਗਣ ਦਿੱਤਾ, ਉਦੋਂ ਪਹਿਲਾਂ 10 ਸਾਲ ਅਕਾਲੀਆਂ ਨੇ ਨਹੀਂ ਨੇੜੇ ਲੱਗਣ ਦਿੱਤਾ। ਉਹ ਤਾਂ ਮਤਲਬ ਉਹ ਬੋਲ ਰਹੇ ਨੇ ਅੱਜ ਜਿਹੜੇ 15 ਸਾਲ ਇਸ ਸਿਆਸਤ ਤੋਂ ਪਰੇ ਸੀਗੇ। ਰਾਜਾ ਵੜਿੰਗ ਵੀ ਮਤਲਬ ਪਿਛਲੇ 6 ਮਹੀਨਿਆਂ ਦੇ ਵਿੱਚੋਂ ਕੁਝ ਮਹੀਨੇ ਦੀ ਚੜ੍ਹ ਮੱਚੀ ਹੈ, ਨਹੀਂ ਤਾਂ 4.5 ਸਾਲ
ਕੈਪਟਨ ਅਮਰਿੰਦਰ ਨੇ ਨਹੀਂ ਮਤਲਬ ਇਹਨੂੰ ਖੰਘਣ ਦਿੱਤਾ ਸਰਕਾਰ ਦੇ ਵਿੱਚ, ਉਹ ਤਾਂ ਨਵਜੋਤ ਸਿੰਘ ਸਿੱਧੂ ਰੁੱਸ ਕੇ ਬਹਿ ਗਿਆ ਵੀ ਰਾਜੇ ਵੜਿੰਗ ਤੇ ਪ੍ਰਗਟ ਸਿੰਘ ਨੂੰ ਮੰਤਰੀ ਲਾਓ। ਲੇਕਿਨ ਉਹਦੇ ਚੋਂ ਵੀ ਕਿਤੇ ਨਾ ਕਿਤੇ ਟਰਾਂਸਪੋਰਟ ਦੇ ਵਿੱਚ ਜਿਹੜੀਆਂ ਕਈ ਤਰ੍ਹਾਂ ਦੀਆਂ ਊਣਤਾਈਆਂ ਨੇ ਉਹਦਾ ਜ਼ਿਕਰ ਅੱਜ ਵੀ ਚੱਲ ਰਿਹਾ ਹੈਗਾ ਵਿਭਾਗ ਦੇ ਵਿੱਚ। ਉਹ ਕੁੱਲ ਮਿਲਾ ਕੇ ਹਾਲਤ ਇਹ ਹੈਗੀ ਕਿ ਬਹੁਤ ਦੜ ਵੱਟ ਗਏ, ਅਕਾਲੀ ਲੀਡਰ ਵੀ ਪੁਰਾਣੇ, ਕਾਂਗਰਸੀ ਲੀਡਰ ਵੀ ਪੁਰਾਣੇ ਜੀ। ਅੱਛਾ, ਜਿਹੜਾ ਕੱਲ ਇੱਕ ਪ੍ਰੈਸ ਕਾਨਫਰੰਸ ਕਰ ਰਹੇ ਸੀ ਠੇਕੇਦਾਰ, ਇੱਕ ਮੁੱਲਾਂਪੁਰ ਦਾਖਿਆਂ ਦਾ ਬੈਠਾ ਸੀ, ਉਹ ਹੋਰ ਨਾਂ ਲੈ ਰਿਹਾ ਸੀ ਇਹਦੇ ਵਿੱਚ ਵੀ ਫਲਾਣੇ ਫਲਾਣੇ ਨੇ, ਤੇ ਉਹਨਾਂ ਤੇ ਵੀ ਪਰਚਾ ਹੋਇਆ ਇਹਦੇ 'ਚ ਹਲੇ ਤੱਕ ਕਿ ਨਹੀਂ ਹੋਇਆ? ਗਿੱਲ ਸਾਹਿਬ ਦੇਖੋ, ਇਹ ਨਾ ਅਸਲ ਦੇ ਵਿੱਚ ਵਿਜੀਲੈਂਸ ਬਹੁਤ ਬਿਉਂਤਬੰਦੀ ਦੇ ਨਾਲ ਚੱਲ ਰਹੀ ਆ। ਪਹਿਲਾਂ ਠੇਕੇਦਾਰ ਚੱਕਿਆ, ਠੇਕੇਦਾਰ ਤੋਂ ਬਾਅਦ ਪੀਏ ਨਾਮਜ਼ਦ ਕੀਤਾ, ਪੀਏ ਤੋਂ ਬਾਅਦ ਭਾਰਤ ਭੂਸ਼ਣ ਆਸ਼ੂ ਨੂੰ ਇਹਦੇ ਚ ਇਨਵੋਲਵ ਕੀਤਾ। ਹੁਣ ਭਾਰਤ ਭੂਸ਼ਣ ਆਸ਼ੂ ਤੋਂ ਬਾਅਦ ਆ ਜਿਹੜਾ 3 ਦਿਨ ਦਾ 4 ਦਿਨ ਦਾ ਰਿਮਾਂਡ ਲਿਆਗਾ, ਇਸ ਦਰਮਿਆਨ ਗਿੱਲ ਸਾਹਿਬ ਉਹੀ ਲਿਸਟ ਆ ਜਿਹੜੀ ਉਹ ਅੰਦਰ ਖਾਤੇ ਬਣਾਈ ਬੈਠੇ ਨੇ, ਜਿਹੜਾ ਠੇਕੇਦਾਰ ਜ਼ਿਕਰ ਕਰਦੇ ਨੇ, ਸਰੀ ਚ ਵੀ ਆ ਗਿਆ ਬੰਦਾ, ਲੁਧਿਆਣੇ ਜ਼ਿਲ੍ਹੇ ਦੇ ਹੀ ਨੇ, ਉਹਨਾਂ ਸਾਰਿਆਂ ਦੇ ਇਸ ਕੇਸ ਦੇ ਵਿੱਚ ਜਿਹੜੀ ਇਨਵੋਲਵਮੈਂਟ ਹੈਗੀ ਉਹ ਦੱਸੀ ਜਾ ਰਹੀ ਆ। ਔਰ ਆਉਣ ਵਾਲੇ ਦਿਨਾਂ ਦੇ ਵਿੱਚ ਆ ਜਦੋਂ 4 ਦਿਨਾਂ ਨੂੰ ਫਿਰ 27 ਅਗਸਤ ਨੂੰ ਇਹਨੂੰ ਪੇਸ਼ ਕਰਨਾ ਭਾਰਤ ਭੂਸ਼ਣ ਆਸ਼ੂ ਨੂੰ, ਸ਼ਾਇਦ ਉਸ ਦਿਨ ਖੁਲਾਸਾ ਗਾ ਜਿਹੜਾ ਵਿਜੀਲੈਂਸ ਉਹ ਸਾਰੇ ਨਾਵਾਂ ਦਾ ਕਰੇਗੀ ਜੀ। ਸੰਗਰੂਰ 'ਚ ਮੈਡੀਕਲ ਕਾਲਜ ਜਿਹੜਾ ਬਣਨਾ ਹੈ ਉਹਦਾ ਕੀ ਬਣਿਆ ਜੀ? ਅਟਕ ਗਿਆ ਕੰਮ? ਜੀ ਗਿੱਲ ਸਾਹਿਬ, ਪਿਛਲੀ 5 ਅਗਸਤ ਨੂੰ ਭਗਵੰਤ ਮਾਨ ਹੋਰਾਂ ਨੇ ਸੰਗਰੂਰ ਦੇ ਮਸਤੂਆਣਾ ਸਾਹਿਬ ਦੇ ਵਿੱਚ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਿਆ ਸੀਗਾ। ਲੇਕਿਨ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਉਸ ਮੈਡੀਕਲ ਕਾਲਜ ਦੇ ਵਿੱਚ ਸਥਿਤੀ ਹੈ ਜਿਹੜੀ ਜਿਉਂ ਦੀ ਤਿਉਂ, ਯਾਨੀ ਕਿ ਸਟੇ ਕਰਤਾ ਵੀ ਜਿਵੇਂ ਹਾਲਤ ਹੈ, ਨਾ ਹੁਣ ਇਹ ਤੋਂ ਬਾਅਦ ਇੱਟ ਪੱਟਣੀ ਹੈ, ਨਾ ਇਹ ਤੋਂ ਬਾਅਦ ਇੱਟ ਲੱਗਣੀ ਹੈ, ਇਉਂ ਹਾਲਤ ਹੈ ਜਿਹੜੀ ਉਹ ਕਰ ਦਿੱਤੀ ਆ। ਦਰਅਸਲ ਗਿੱਲ ਸਾਹਿਬ, ਇਹ ਜਿਹੜੀ ਮਸਤੂਆਣਾ ਦੀ ਧਰਤੀ ਹੈ ਨਾ, ਇਹ ਧਰਤੀ ਸਾਡੇ ਇਸ ਇਲਾਕੇ ਦੇ ਵਿੱਚ, ਕਿਉਂਕਿ ਸੰਗਰੂਰ, ਬਰਨਾਲਾ, ਮਾਨਸਾ, ਇਹ ਜਿਹੜੀ ਇਲਾਕਾ ਗਾ, ਇਸ ਖੇਤਰ ਦੇ ਵਿੱਚ ਕੋਈ ਐਜੂਕੇਸ਼ਨ ਇੰਸਟੀਚਿਊਟ ਵੱਡਾ ਹੈ ਨਹੀਂ ਸੀ। ਸੰਤ ਅਤਰ ਸਿੰਘ ਜੀ ਮਸਤੂਆਣਾ ਸਾਹਿਬ, ਉਸ ਮਸਤੂਆਣਾ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਆਏ। ਉਹਨਾਂ ਨੇ ਗਿੱਲ ਸਾਹਿਬ ਉੱਥੇ ਗੁਰਦੁਆਰਾ ਸਾਹਿਬ ਦੀ ਜਿਹੜੀ ਜ਼ਮੀਨ ਸੀ ਜਾਂ ਜਿਹੜੀ ਆਮਦਨ ਸੀ, ਉਹ ਸਾਰੀ ਦੇ ਉੱਥੇ ਸਕੂਲ ਖੋਲੇ, ਕਾਲਜ ਖੋਲੇ। ਅੱਜ ਤੋਂ ਕਈ ਦਹਾਕੇ ਪਹਿਲਾਂ ਮਤਲਬ ਨਰੋਲ ਪੇਂਡੂ ਖੇਤਰ ਦੇ ਵਿੱਚ ਸੰਤ ਅਤਰ ਸਿੰਘ ਮਸਤੂਆਣਾ ਜੀ ਨੇ ਵਿੱਦਿਆ ਦਾ ਚਾਨਣ ਜਿਹੜਾ ਉਹ ਫੈਲਾਇਆ। ਉਸ ਤੋਂ ਬਾਅਦ ਗਿੱਲ ਸਾਹਿਬ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਲੋਕਲ ਕਮੇਟੀ ਦੇ ਵਿੱਚ ਲਗਾਤਾਰ ਵਿਵਾਦ ਰਹੇ। ਹੁਣ ਉਸ ਖੇਤਰ ਦੇ ਵਿੱਚ ਮੈਡੀਕਲ ਕਾਲਜ ਹੈਗਾ ਜਿਹੜਾ ਮਸਤੂਆਣਾ ਸਾਹਿਬ ਦੇ ਵਿੱਚ 5 ਅਗਸਤ ਨੂੰ ਭਗਵੰਤ ਮਾਨ ਹੋਰੀ ਨੀਂਹ ਪੱਥਰ ਰੱਖ ਕੇ ਗਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲਾਂ ਹੀ ਉੱਥੇ ਮੈਡੀਕਲ ਕਾਲਜ ਦੇ ਲਈ ਜ਼ਮੀਨ ਦੇਣ ਲਈ ਤਿਆਰ ਨਹੀਂ ਸੀ। ਲੋਕਲ ਪਿੰਡਾਂ ਦੇ ਲੋਕਾਂ ਨੇ ਪ੍ਰੋਟੈਸਟ ਵੀ ਕੀਤੇ ਉੱਥੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਥੇ ਮੈਡੀਕਲ ਕਾਲਜ ਖੋਲਣ ਦੇ ਵਿੱਚ ਅੜਿੱਕਾ ਨਾ ਡਾਹੇ। ਲੇਕਿਨ ਉਸ ਤੋਂ ਬਾਅਦ ਗਿੱਲ ਸਾਹਿਬ ਹੁਣ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਦਿੰਦੇ ਹੋਏ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਸ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖੇ ਜਾਣ ਮਗਰੋਂ ਜ਼ਮੀਨ ਦੀ ਸਥਿਤੀ ਨੂੰ ਜਿਉਂ ਦੇ ਤਿਉਂ ਬਣਾਈ ਰੱਖਣ ਦੇ ਹੁਕਮ ਦਿੱਤੇ ਨੇ। ਦਰਅਸਲ ਹੋਇਆ ਇਹ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਅਰਜੀ ਪਾਈ ਗਈ ਔਰ ਉਸ ਅਰਜੀ ਦੇ ਵਿੱਚ ਐਸਜੀਪੀਸੀ ਨੇ ਕਿਹਾ ਕਿ ਜ਼ਮੀਨ ਗੁਰਦੁਆਰਾ ਅੰਗੀਠਾ ਸਾਹਿਬ ਦੀ ਹੈ, ਇਸ ਦੇ ਉੱਤੇ ਮਾਲਕਾਨਾ ਹੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਣਦਾ ਹੈ ਤੇ ਜਿਹੜਾ ਲੋਕਲ ਟਰਸਟ ਆ ਉਹ ਅੱਗੇ ਇਸ ਜ਼ਮੀਨ ਨੂੰ ਕਿਸੇ ਨੂੰ ਨਹੀਂ ਦੇ ਸਕਦਾ ਔਰ ਐਸਜੀਪੀਸੀ ਦੀ ਇਹ ਜ਼ਮੀਨ ਹੈ। ਲੋਕਲ ਟਰਸਟ ਨੇ ਦਰਅਸਲ ਇਹ ਜ਼ਮੀਨ ਮੈਡੀਕਲ ਕਾਲਜ ਬਣਾਉਣ ਦੇ ਲਈ ਪੰਜਾਬ ਸਰਕਾਰ ਨੂੰ ਗਿਫਟ ਡੀਡ ਦੇ ਵਿੱਚ ਦਿੱਤੀ ਸੀ ਔਰ ਉਸ ਤੋਂ ਬਾਅਦ ਪੰਜਾਬ ਸਰਕਾਰ ਦੇ ਵੱਲੋਂ ਭਗਵੰਤ ਮਾਨ ਹੋਰਾਂ ਦੇ ਵੱਲੋਂ ਲੰਘੀ 5 ਅਗਸਤ ਨੂੰ ਅਜੇ 20 ਦਿਨ ਗਿੱਲ ਸਾਹਿਬ ਹੋਏ ਨਹੀਂ ਆ ਜਾ ਕੇ ਉੱਥੇ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਿਆ ਗਿਆ ਸੀ, ਕੰਮ ਸ਼ੁਰੂ ਹੋ ਰਿਹਾ ਸੀ। ਤਾਂ ਇਸੇ ਦਰਮਿਆਨ ਜਿਹੜਾ ਹਾਈ ਕੋਰਟ ਦੇ ਵੱਲੋਂ ਇਸ ਕੇਸ ਦੇ ਵਿੱਚ ਸਟੇ ਕਰ ਦਿੱਤੀ ਗਈ ਆ। ਸੋ ਹੁਣ ਮੈਡੀਕਲ ਕਾਲਜ ਬਣਨ ਦਾ ਮਸਲਾ ਗਾ ਜਿਹੜਾ ਉਹ ਲਟਕ ਗਿਆ ਗਾ। ਇਸ ਮਸਲੇ ਦੇ ਵਿੱਚ ਗਿੱਲ ਸਾਹਿਬ ਪਿਛਲੇ ਦਿਨਾਂ ਦੇ ਵਿੱਚ ਢੀਂਡਸਾ ਵਰਸਸ ਸੁਖਬੀਰ ਬਾਦਲ ਵੀ ਮਸਲਾ ਚੱਲਦਾ ਰਿਹਾ, ਲੋਕਲ ਕਮੇਟੀ ਲੋਕਲ ਟਰਸਟ ਵਰਸਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਚੱਲਦਾ ਰਿਹਾ। ਹੁਣ ਇਹ ਮਸਲਾ ਗਾ ਜਿਹੜਾ ਉਹ ਖੁੱਲ ਕੇ ਸਾਹਮਣੇ ਆ ਰਿਹਾ ਹੈ। ਲੇਕਿਨ ਕੁੱਲ ਮਿਲਾ ਕੇ ਹਾਲਤ ਇਹ ਹੈ ਕਿ ਉਹ ਪਵਿੱਤਰ ਧਰਤੀ ਦੇ ਉੱਤੇ ਜਿੱਥੇ ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਨੇ ਐਡੇ ਕਾਲਜ ਐਡੇ ਮਤਲਬ ਸਕੂਲ ਖੋਲੇ, ਉੱਥੇ ਫਿਜ਼ੀਕਲ ਐਜੂਕੇਸ਼ਨ ਦਾ ਬਹੁਤ ਵੱਡਾ ਟ੍ਰੇਨਿੰਗ ਇੰਸਟੀਚਿਊਟ ਹੈਗਾ, ਵੱਡੇ ਖਿਡਾਰੀ ਪੈਦਾ ਹੋ ਰਹੇ ਨੇ, ਉੱਥੇ ਮੈਡੀਕਲ ਕਾਲਜ ਵੀ ਬਣੇ ਉਸ ਖੇਤਰ ਦੇ ਵਿੱਚ, ਤਾਂ ਇਹ ਬਹੁਤ ਚੰਗੀ ਗੱਲ ਹੋਵੇਗੀ ਜੀ। ਸ਼੍ਰੋਮਣੀ ਅਕਾਲੀ ਦਲ ਬਾਦਲ ਹਰਿਆਣੇ ਦੇ ਵਿੱਚ ਦਫਾੜ ਹੋ ਗਈ ਜੀ ਪਾਰਟੀ? ਜੀ ਗਿੱਲ ਸਾਹਿਬ, ਹਰਿਆਣਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਆ ਜਿਹੜੀ ਦਫਾੜ ਹੋ ਗਈ ਹੈ
ਸ਼੍ਰੋਮਣੀ ਅਕਾਲੀ ਦਲ ਦੇ ਕਈ ਵੱਡੇ ਆਗੂਆਂ ਜਥੇਦਾਰਾਂ ਦੇ ਵੱਲੋਂ ਅਸਤੀਫੇ ਦੇ ਦਿੱਤੇ ਗਏ ਨੇ। ਹਰਿਆਣਾ ਸੂਬੇ ਨਾਲ ਸੰਬੰਧਿਤ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਜਿਹੜੀ ਕੌਮੀ ਕਾਰਜਕਾਰਨੀ ਹੈ, ਸਵਾਈ ਅਹੁਦੇਦਾਰ ਨੇ, ਜ਼ਿਲ੍ਹਾ ਪ੍ਰਧਾਨ ਨੇ, ਉਹਨਾਂ ਸਮੇਤ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ, ਉਹਨਾਂ ਚੋਂ ਬਹੁਤਿਆਂ ਨੇ ਆਪਣੇ ਅਹੁਦਿਆਂ ਤੋਂ ਅਸਤੀਫੇ ਦਿੱਤੇ ਨੇ। ਇਹਦੇ ਨਾਲ ਹੀ ਉਕਤ ਆਗੂਆਂ ਦੇ ਵੱਲੋਂ ਨਵਾਂ ਸ਼੍ਰੋਮਣੀ ਅਕਾਲੀ ਦਲ ਹਰਿਆਣਾ ਸਟੇਟ ਉਹਦਾ ਗਠਨ ਕਰਨ ਦਾ ਐਲਾਨ ਵੀ ਕਰਦਾ। ਡੇਰਾ ਕਾਰ ਸੇਵਾ ਕਲੰਦਰੀ ਗੇਟ ਦੇ ਵਿੱਚ ਗਿੱਲ ਸਾਹਿਬ ਇੱਕ ਪ੍ਰੈਸ ਕਾਨਫਰੰਸ ਹੋਈ। ਉੱਥੇ ਸ਼੍ਰੋਮਣੀ ਕਮੇਟੀ ਮੈਂਬਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਭੁਪਿੰਦਰ ਸਿੰਘ ਸੰਧ, ਸਿਰਸਾ ਤੋਂ ਐਸਜੀਪੀਸੀ ਮੈਂਬਰ ਗੁਰਮੀਤ ਸਿੰਘ ਤਿਲੋਕੇ ਵਾਲਾ ਔਰ ਪਾਰਟੀ ਦੀ ਔਰਤ ਵਿੰਗ ਦੀ ਹਰਿਆਣੇ ਦੀ ਸੂਬਾ ਪ੍ਰਧਾਨ ਤੇ ਕੁਰੂਕਸ਼ੇਤਰ ਤੋਂ ਐਸਜੀਪੀਸੀ ਮੈਂਬਰ ਰਵਿੰਦਰ ਕੌਰ, ਇਸ ਤੋਂ ਇਲਾਵਾ ਇਹਨਾਂ ਦੇ ਕਈ ਸੀਨੀਅਰ ਲੀਡਰ ਗਿੱਲ ਸਾਹਿਬ ਜਿਨ੍ਹਾਂ ਦੇ ਵਿੱਚ ਸਾਬਕਾ ਐਸਜੀਪੀਸੀ ਮੈਂਬਰ ਸੁਖਦੇਵ ਸਿੰਘ ਗੋਬਿੰਦਗੜ੍ਹ ਸਮੇਤ ਕਈ ਸੀ, ਉਹਨਾਂ ਨੇ ਇਕੱਠੇ ਹੋ ਕੇ ਕਿਹਾ ਕਿ ਹੁਣ ਅਸੀਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿੱਚ ਨਹੀਂ ਰਹਾਂਗੇ, ਹੁਣ ਅਸੀਂ ਸ਼੍ਰੋਮਣੀ ਅਕਾਲੀ ਦਲ ਹਰਿਆਣਾ ਸਟੇਟ ਦਾ ਗਠਨ ਕਰਨ ਦਾ ਐਲਾਨ ਕਰਦੇ ਹਾਂ। ਔਰ ਉਹਨਾਂ ਨੇ ਗਿੱਲ ਸਾਹਿਬ ਇਹ ਕਿਹਾ ਕਿ ਜਿਹੜੇ ਪ੍ਰਕਾਸ਼ ਸਿੰਘ ਬਾਦਲ ਨੇ ਉਹ ਤੇ ਸੁਖਬੀਰ ਸਿੰਘ ਬਾਦਲ ਪਾਰਟੀ ਦੇ ਹਿੱਤ ਦੇ ਵਿੱਚ ਅਸਤੀਫਾ ਦੇਣ ਔਰ ਨਵੀਂ ਲੀਡਰਸ਼ਿਪ ਆ ਜਿਹੜੀ ਉਹ ਬਣੇ। ਇਹ ਗੱਲ ਆ ਜਿਹੜੀ ਉਹਨਾਂ ਦੇ ਵੱਲੋਂ ਕੀਤੀ ਗਈ ਆ। ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਹਰਿਆਣਾ ਦੇ ਵਿੱਚ ਨਵੀਂ ਬਣੀ, ਸੰਤ ਦਾਦੂਵਾਲ ਉਹਦੇ ਲੀਡਰ ਦੇ ਤੌਰ ਦੇ ਉੱਤੇ ਉੱਭਰ ਕੇ ਸਾਹਮਣੇ ਆਏ। ਉਧਰੋਂ ਗਿੱਲ ਸਾਹਿਬ ਢੀਂਡਸਾ ਪਰਿਵਾਰ ਦਾ ਵੀ ਬਿਆਨ ਆਗਾ ਜਿਹੜਾ ਉਹ ਇਸੇ ਰੂਪ ਦੇ ਸਾਹਮਣੇ ਆ ਰਿਹਾ ਗਾ, ਕਿਉਂਕਿ ਜਿਵੇਂ ਹਰਿਆਣਾ ਦੇ ਵਿੱਚ ਪਾਰਟੀ ਦਫਾੜ ਹੋਈ ਹੈ, 10 ਜ਼ਿਲ੍ਹਿਆਂ ਦੇ ਪ੍ਰਧਾਨ, ਮੀਤ ਪ੍ਰਧਾਨ, ਹਲਕਾ ਪ੍ਰਧਾਨ, ਸ਼ਹਿਰੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਅਲੱਗ ਸ਼੍ਰੋਮਣੀ ਅਕਾਲੀ ਦਲ ਹਰਿਆਣਾ ਸਟੇਟ 'ਚ ਸ਼ਾਮਲ ਹੋਏ ਨੇ। ਜਿਵੇਂ ਜਿਹੜੇ ਗਿੱਲ ਸਾਹਿਬ ਕਮਲਜੀਤ ਸਿੰਘ ਅਜਰਾਣਾ ਸਮੇਤ ਵੱਡੀ ਗਿਣਤੀ ਦੇ ਵਿੱਚ ਹਰਿਆਣਾ ਦੇ ਲੀਡਰ ਪਾਸੇ ਹੋਏ ਨੇ ਔਰ ਉਹਨਾਂ ਨੇ ਬਾਦਲ ਪਰਿਵਾਰ ਦੀ ਲੀਡਰਸ਼ਿਪ ਨੂੰ ਚੈਲੰਜ ਕੀਤਾ। ਉਵੇਂ ਢੀਂਡਸਾ ਹੋਰਾਂ ਨੇ ਇਹ ਸਿਗਨਲ ਦਿੱਤਾ ਕਿ ਜੇ ਲੀਡਰਸ਼ਿਪ ਬਦਲ ਜੇ ਤਾਂ ਅਸੀਂ ਦੁਬਾਰੇ ਸੋਚ ਸਕਦੇ ਹਾਂ। ਤਾਂ ਉਹਦੇ 'ਚੋਂ ਚਾਹੇ ਢੀਂਡਸਾ ਪਰਿਵਾਰ ਹਵਾ ਦੇ ਰਿਹਾ ਇਸ ਗੱਲ ਨੂੰ, ਲੇਕਿਨ 20 ਅਗਸਤ ਨੂੰ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਸਮਾਗਮ ਹੋਇਆ ਗਿੱਲ ਸਾਹਿਬ 4 ਦਿਨ ਪਹਿਲਾਂ, ਉੱਥੇ ਵੀ ਬਾਗੀ ਸੁਰਾਂ ਨੇ ਜਿਹੜੀਆਂ ਦੇਖਣ ਨੂੰ ਮਿਲੀਆਂ। ਇਕਬਾਲ ਸਿੰਘ ਝੁੰਦਾ, ਪ੍ਰੇਮ ਸਿੰਘ ਚੰਦੂ ਮਾਜਰਾ ਸਮੇਤ ਮਤਲਬ ਪਾਰਟੀ ਦੇ ਲੀਡਰ ਬੋਲੇ ਉੱਥੇ, ਔਰ ਬੋਲਣ ਦਾ ਜਿਹੜਾ ਉਹਨਾਂ ਦਾ ਲਹਿਜਾ ਸੀ, ਬੋਲਣ ਦਾ ਜਿਹੜਾ ਉਹਨਾਂ ਦਾ ਤਰੀਕਾ ਸੀ, ਉਹ ਬਾਦਲ ਪਰਿਵਾਰ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਨਿਸ਼ਾਨੇ ਤੇ ਲੈਣ ਵਾਲਾ ਸੀ। ਸੋ ਇਹ ਜਿਹੜੀ ਹਾਲਤ ਬਣ ਰਹੀ ਆ, ਕੱਲ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੀ ਪੰਜਾਬ ਆ ਰਹੇ ਨੇ। ਬੀਜੇਪੀ ਦਾ ਜਿੰਨਾ ਪੰਜਾਬ ਦੇ ਵਿੱਚ ਇੰਟਰਸਟ ਦਿਸ ਰਿਹਾ, ਜਿੰਨੀ ਵੱਡੀ ਹਰ ਮਹੀਨੇ ਭਾਰਤੀ ਜਨਤਾ ਪਾਰਟੀ ਦਾ ਕੋਈ ਨਾ ਕੋਈ ਵੱਡਾ ਲੀਡਰ, ਕੋਈ ਨਾ ਕੋਈ ਮੰਤਰੀ ਪੰਜਾਬ ਦੌਰਾ ਕਰਦਾ ਹੈ। ਔਰ ਪਿਛਲੇ ਦਿਨਾਂ ਦੇ ਵਿੱਚ ਅਕਾਲੀ ਦਲ ਦੇ ਕਈ ਵੱਡੇ ਲੀਡਰ ਕਹਿ ਚੁੱਕੇ ਨੇ ਕਿ ਸਾਡੇ ਵਿੱਚ ਸੰਨ ਆ ਜਿਹੜਾ ਬੀਜੇਪੀ ਲਾ ਰਿਹਾ ਹੈ। ਨਿਤਿਸ਼ ਕੁਮਾਰ ਸਮਾਂ ਰਹਿੰਦਿਆਂ ਸਮਝ ਗਿਆ ਇਹਨਾਂ ਨੇ, ਸਮਾਂ ਰਹਿੰਦਿਆਂ ਉਦੋਂ ਪੱਲਾ ਨਹੀਂ ਪਹੁੰਚਿਆ ਤੇ ਅੱਜ ਸਥਿਤੀ ਸਾਰੀ ਸਾਹਮਣੇ ਆ। ਸੋ ਹਰਿਆਣਾ ਦੇ ਵਿੱਚ ਇਹਨਾਂ ਨੂੰ ਵੱਡਾ ਝਟਕਾ ਲੱਗਿਆ। ਉਦੋਂ ਪਹਿਲਾਂ ਦਿੱਲੀ ਦੇ ਵਿੱਚ ਸਰਨਾ ਹੋਰਾਂ ਨੇ ਵੱਡਾ ਝਟਕਾ ਜਿਹੜਾ ਇਹਨਾਂ ਨੂੰ ਦਿੱਤਾ ਸੀ, ਹੁਣ ਹਰਿਆਣੇ 'ਚ ਲੱਗਿਆ। ਪੰਜਾਬ ਦੇ ਵਿੱਚ ਢੀਂਡਸੇ ਹੋਰੀ ਪਹਿਲਾਂ ਹੀ ਵੱਡਾ ਝਟਕਾ ਦੇ ਚੁੱਕੇ ਨੇ। ਆਉਣ ਵਾਲੇ ਦਿਨਾਂ 'ਚ ਪੰਜਾਬ 'ਚ ਗਿੱਲ ਸਾਹਿਬ ਇਦੋਂ ਵੀ ਵੱਡਾ ਝਟਕਾ ਗਾ ਜਿਹੜਾ ਉਹ ਲੱਗ ਸਕਦਾ, ਕਿਉਂਕਿ ਕਈ ਜਿਹੜੀਆਂ ਸੁਰਾਂ ਨੇ, ਚਾਹੇ ਉਹ ਇਆਲੀ ਹੋਵੇ, ਚਾਹੇ ਉਹ ਜਗਮੀਤ ਬਰਾੜ ਦੇ ਰੂਪ 'ਚ ਹੋਵੇ, ਚਾਹੇ ਉਹ ਚੰਦੂ ਮਾਜਰਾ ਦੇ ਰੂਪ 'ਚ ਹੋਵੇ, ਚਾਹੇ ਉਹ ਝੁੰਦਾਂ ਦੇ ਰੂਪ ਦੇ ਵਿੱਚ ਹੋਵੇ ਜਾਂ ਹੋਰ, ਹੁਣ ਉਹ ਅੱਡੋ ਫਾਟ ਆ ਜਿਹੜੀ ਉਹ ਦਿਖਾਈ ਸਪਸ਼ਟਲੀ ਦੇਖ ਰਹੀ ਹੈ ਜੀ। ਸਾਰੇ ਹੀ ਤਿਆਰ ਬੈਠੇ ਆ ਸੰਧੂਰੀ ਪੱਗਾਂ ਵਾਲੇ ਜਿਹੜੇ ਕੱਲ ਬਾਹਾਂ ਚੱਕ ਕੇ ਉਡੀਕਦੇ ਸੀ, ਇਹਨਾਂ ਦਾ ਵੀ ਚੱਲ ਰਹੀ ਆ ਨੈਗੋਸੀਏਸ਼ਨ ਵੀ ਸੀਐਮ ਦਾ ਚਿਹਰਾ ਲੈ ਕੇ ਜਾਓਗੇ ਆ ਜਾਂਦਾ। ਸਭ ਨੇ ਉੱਥੇ ਜਾਣਾ, ਤੁਸੀਂ ਦੇਖਿਓ ਸੇ ਬਣਦਾ ਕੀ ਹੈ। ਅੱਛਾ, ਅਗਲੀ ਜਿਹੜੀ ਗੱਲ, ਇਹ ਬੰਬੀਹਾ ਗਰੁੱਪ ਨੇ ਜਿਹੜੀ ਧਮਕੀ ਦਿੱਤੀ ਆ ਬਿਸ਼ਨੋਈ ਉਹਨਾਂ ਨੂੰ, ਬੰਬੀਹਾ ਗਰੁੱਪ ਚਲਾਉਂਦਾ ਕੌਣ ਆ ਹੁਣ? ਜੀ ਗਿੱਲ ਸਾਹਿਬ, ਅਸਲ ਦੇ ਵਿੱਚ ਇਸ ਗੱਲ ਦੇ ਉੱਤੇ ਸਰਕਾਰ ਨੂੰ ਵੀ ਚਾਹੀਦਾ। ਉਹਨਾਂ ਦੇ ਫੇਸਬੁੱਕ ਪੇਜ ਚੱਲ ਰਹੇ ਨੇ, ਅੰਦਰ ਬੈਠੇ ਜੇਲ੍ਹਾਂ ਦੇ ਵਿੱਚ ਜਿਹੜੇ ਉਹਨਾਂ ਦੇ ਮਤਲਬ ਬਹੁਤ ਸਾਰੇ ਬੰਦੇ ਨੇ, ਉਹ ਅਸਲ ਦੇ ਵਿੱਚ ਗਰੁੱਪ ਚਲਾ ਰਹੇ ਨੇ। ਮੇਨਲੀ ਜੇ ਗਿੱਲ ਸਾਹਿਬ ਦੋ ਟੁੱਕ ਮੈਂ ਇਹਦਾ ਜਵਾਬ ਦੇਣਾ ਹੋਵੇ ਕਿ ਬੰਬੀਹਾ ਗਰੁੱਪ ਕੌਣ ਚਲਾਉਂਦਾ, ਇਹਨੂੰ ਏਜੰਸੀਆਂ ਚਲਾਉਂਦੀਆਂ, ਇਹਨੂੰ ਸਰਕਾਰ 'ਚ ਬੈਠੇ ਬੰਦੇ ਚਲਾਉਂਦੇ ਨੇ। ਅਸਲ ਦੇ ਵਿੱਚ ਇਹ ਜਿਹੜਾ ਮਤਲਬ ਪਿਛਲੇ ਸਮੇਂ ਤੋਂ ਗੈਂਗਸਟਰਾਂ ਵਾਲੇ ਭਾਣੇ ਵਰਤ ਰਹੇ ਆ, ਚਾਹੇ ਉਹ ਲਾਰੈਂਸ ਬਿਸ਼ਨੋਈ ਗੈਂਗ ਹੈ, ਚਾਹੇ ਉਹ ਗਿੱਲ ਸਾਹਿਬ ਬੰਬੀਹਾ ਗਰੁੱਪ ਹੈ, ਦੋਨੇ ਤਿੰਨੇ ਜਿੰਨੇ ਵੀ ਗਰੁੱਪ ਮਤਲਬ ਇੱਥੇ ਚੱਲ ਰਹੇ ਨੇ, ਉਹ ਸਾਰੇ ਇਹ ਨਹੀਂ ਹੈ ਕਿ ਸਰਕਾਰਾਂ ਜਾਂ ਏਜੰਸੀਆਂ ਦੀ ਮਿਲੀਭੁਗਤ ਤੋਂ ਬਿਨਾਂ ਚੱਲ ਰਹੇ ਨੇ। ਜੇਲ੍ਹਾਂ ਦੇ ਵਿੱਚ ਜਿੱਥੇ ਜੈਮਰ ਲੱਗੇ ਹੋਣ, ਹਾਈ ਪ੍ਰੋਫਾਈਲ ਜੇਲ੍ਹਾਂ ਹੋਣ, ਉੱਥੇ ਮਤਲਬ ਉਹਨਾਂ ਕੋਲ ਐਂਡਰਾਇਡ ਦੇ ਸੈੱਟ ਨੇ, ਉੱਥੋਂ ਮਤਲਬ ਉਹ WhatsApp ਕਾਲਾਂ ਕਰਦੇ ਨੇ, ਧਮਕੀਆਂ ਦਿੰਦੇ ਨੇ, ਫਰੌਤੀਆਂ ਲੈਂਦੇ ਨੇ। ਸੋ ਇਹ ਸਾਰਾ ਮਸਲਾ ਚੱਲਦਾ ਰਿਹਾ ਗਾ। ਹੁਣ ਗਿੱਲ ਸਾਹਿਬ ਇਸ ਵਿਸ਼ੇ ਦੇ ਵਿੱਚ
ਭਾਵੇਂ ਲਾਰੈਂਸ ਬਿਸ਼ਨੋਈ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਜੱਗੂ ਭਗਵਾਨਪੁਰੀਆ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਦੂਜੇ ਪਾਸੇ ਇੱਕ ਕੇਂਦਰੀ ਗ੍ਰਹਿ ਮੰਤਰਾਲੇ ਦੇ ਵੱਲੋਂ ਪੰਜਾਬ ਦੇ ਡੀਜੀਪੀ ਨੂੰ ਚਿੱਠੀ ਲਿਖੀ ਗਈ ਆ। ਗਿੱਲ ਸਾਹਿਬ, ਉਹ ਚਿੱਠੀ ਦੇ ਵਿੱਚ ਪੰਜਾਬ ਦੇ ਡੀਜੀਪੀ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੇ ਲਿਖਿਆ ਗਾ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣ ਦੀ ਫਿਰਾਕ ਦੇ ਵਿੱਚ ਕੁਝ ਲੋਕ ਨੇ, ਜਿਹਦੇ ਚੱਲਦੇ ਗੈਂਗਸਟਰ ਦਵਿੰਦਰ ਬੀਬੀਹਾ ਜਿਹੜਾ ਗੈਂਗ ਆ, ਉਹਦੀਆਂ ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆ ਤੇ ਟਿਕੀ ਹੋਈ ਆ। ਨਾਲ ਹੀ ਉਹਨਾਂ ਨੇ ਕਿਹਾ ਕਿ ਅਦਾਲਤ 'ਚ ਪੇਸ਼ੀ ਦੌਰਾਨ ਦੋਹਾਂ ਗੈਂਗਸਟਰਾਂ ਤੇ ਹਮਲਾ ਕੀਤਾ ਜਾ ਸਕਦਾ ਗਾ ਔਰ ਦੋਨਾਂ ਗੈਂਗਸਟਰਾਂ ਨੂੰ ਉਂਝ ਵੱਖ-ਵੱਖ ਅਦਾਲਤਾਂ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਔਰ ਇਸੇ ਦਰਮਿਆਨ ਗਿੱਲ ਸਾਹਿਬ, ਦਵਿੰਦਰ ਬਬੀਹਾ ਗਰੁੱਪ ਨੇ ਅੱਜ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟ ਪਾਈ ਹੈ। ਉਸ ਪੋਸਟ ਦੇ ਵਿੱਚ ਉਹਨਾਂ ਨੇ ਇਸ ਗੱਲ ਦਾ ਸਾਫ਼ ਜ਼ਿਕਰ ਕੀਤਾ ਗਾ ਕਿ ਉਹ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਜ਼ਰੂਰ ਲੈਣਗੇ। ਉਹਨਾਂ ਨੇ ਕਿਹਾ ਸਮਾਂ ਜਿੰਨਾ ਮਰਜ਼ੀ ਲੱਗ ਜੇ, ਲੇਕਿਨ ਇਹਦਾ ਅੰਜਾਮ ਆਗਾ ਜਿਹੜਾ ਉਹ ਕੁਝ ਬੰਦਿਆਂ ਨੂੰ ਭੁਗਤਣਾ ਪਊ। ਇਹਦੇ 'ਚ ਇੱਕ ਪੰਜਾਬੀ ਗਾਇਕ ਦਾ ਵੀ ਉਹਨਾਂ ਨੇ ਜ਼ਿਕਰ ਆ ਜਿਹੜਾ ਕੀਤਾ ਔਰ ਕਿਹਾ ਕਿ ਉਹਦਾ ਨਾਂ ਸਭ ਤੋਂ ਉੱਤੇ ਆ, ਉਹਨੂੰ ਜ਼ਰੂਰ ਮਿਲਾਂਗੇ। ਤਾਂ ਇਹ ਇਸ ਤਰ੍ਹਾਂ ਦੇ ਮਤਲਬ ਰੂਪ ਦੇ ਵਿੱਚ ਚੱਲ ਰਿਹਾ। ਉਂਝ ਸਿੱਧੂ ਮੂਸੇਵਾਲਾ ਦੇ ਮਸਲੇ ਦੇ ਵਿੱਚ ਗਿੱਲ ਸਾਹਿਬ ਅਜੇ ਤੱਕ ਪੁਲਿਸ ਦੀ ਕਾਰਵਾਈ ਹੈ ਜਿਹੜੀ ਉਹ ਨੇਪਰੇ ਚੜ੍ਹਦੀ ਨਹੀਂ ਦਿਸੀ। ਚਲਾਨ ਵੀ ਅਜੇ ਪੇਸ਼ ਨਹੀਂ ਕੀਤਾ, ਕਹਿੰਦੇ ਕਰਨਾ ਹੈ। ਇਸ ਤੋਂ ਇਲਾਵਾ ਛੇਵਾਂ ਜਿਹੜਾ ਸ਼ੂਟਰ ਹੈ ਦੀਪਕ ਮੁੰਡੀ, ਉਹ ਅਜੇ ਤੱਕ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ। ਇਹ ਸਾਰੇ ਘਟਨਾਕ੍ਰਮ ਦੇ ਪਿੱਛੇ ਅਸਲ ਦੋਸ਼ੀ ਕੌਣ ਨੇ ਕਿ ਕਿਵੇਂ ਮਤਲਬ ਅਸਲ ਦੋਸ਼ੀਆਂ ਨੇ ਇਹ ਸਾਰੇ ਘਟਨਾਕ੍ਰਮ ਨੂੰ ਅੰਜਾਮ ਦਿੱਤਾ, ਉੱਥੇ ਤੱਕ ਪੁਲਿਸ ਪਹੁੰਚ ਨਹੀਂ ਪਾਈ, ਜਿਹਦੇ ਕਰਕੇ ਹੁਣ ਰੋਸ ਵਜੋਂ ਸਿੱਧੂ ਮੂਸੇਵਾਲਾ ਦੇ ਮਾਪਿਆਂ ਦੇ ਵੱਲੋਂ ਪ੍ਰੋਟੈਸਟ ਕੀਤਾ ਜਾਣਾ ਆਉਣ ਵਾਲੇ ਦਿਨਾਂ ਦੇ ਵਿੱਚ। 25 ਅਗਸਤ ਨੂੰ ਗਿੱਲ ਸਾਹਿਬ ਉਹਨਾਂ ਨੇ ਮੂਸਾ ਪਿੰਡ ਤੋਂ, ਜਿਸ ਪਿੰਡ ਦੇ ਵਿੱਚ ਜਵਾਰਕੇ ਦੇ ਵਿੱਚ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਗਿਆ, ਉਸ ਪਿੰਡ ਤੱਕ ਜਿਹੜਾ ਕੈਂਡਲ ਮਾਰਚ ਹੈਗਾ ਉਹ ਕਰਨਾ। ਮੂਸਾ ਤੋਂ ਬੁਰਜ ਜਵਾਹਰ ਸਿੰਘ ਵਾਲਾ ਦੇ ਵਿੱਚ ਜਿਹੜਾ ਕੈਂਡਲ ਮਾਰਚ ਕੀਤਾ ਜਾਣਾ। ਉਹਨਾਂ ਨੇ ਹੋਰ ਪਿੰਡਾਂ 'ਚ ਵੀ ਕੈਂਡਲ ਮਾਰਚ ਦਾ ਸੱਦਾ ਦਿੱਤਾ ਹੈਗਾ ਜੀ। ਕੁਹਾੜ ਉਹਨਾਂ ਦੇ ਭਤੀਜੇ ਨੇ ਖੁਦਕੁਸ਼ੀ ਕਰ ਲਈ ਜੀ। ਜੀ ਜੀ ਗਿੱਲ ਸਾਹਿਬ, ਇਹ ਵੀ ਅੱਜ ਮਤਲਬ ਇੱਕ ਵੱਡੀ ਚਰਚਾ ਜਿਹੜੀ ਬਣੀ ਹੋਈ ਹੈ ਕਿ ਸਾਬਕਾ ਮੰਤਰੀ ਅਜੀਤ ਸਿੰਘ ਕੁਹਾੜ ਦੇ ਭਤੀਜੇ ਨੇ ਜਿਹੜਾ ਉਹ ਖੁਦਕੁਸ਼ੀ ਕਰ ਲਈ। ਪੰਜਾਬ ਦੇ ਸਾਬਕਾ ਅਕਾਲੀ ਮੰਤਰੀ ਰਹੇ ਨੇ, ਕਾਫੀ ਚਰਚਿਤ ਚਿਹਰਾ ਰਹੇ ਨੇ ਅਜੀਤ ਸਿੰਘ ਕੁਹਾੜ। ਉਹਨਾਂ ਦਾ ਭਤੀਜਾ ਨਿਰਮਲ ਸਿੰਘ ਕੁਹਾੜ। ਨਿਰਮਲ ਸਿੰਘ ਕੁਹਾੜ ਨੇ ਅੱਜ ਆਪਦੇ ਘਰੇ ਜਿਹੜਾ ਉਹ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਦੱਸੀ ਗਈ ਹੈ। ਦੱਸਿਆ ਜਾਂਦਾ ਕਿ 54 ਸਾਲ ਦੀ ਉਹਨਾਂ ਦੀ ਉਮਰ ਹੈ। ਉਹਨਾਂ ਨੇ ਆਪਣੀ ਲਾਇਸੈਂਸੀ ਬੰਦੂਕ ਦੇ ਨਾਲ ਜਿਹੜਾ ਖੁਦ ਨੂੰ ਗੋਲੀ ਮਾਰੀ ਹੈ। ਗਿੱਲ ਸਾਹਿਬ, ਇਹਨਾਂ ਦੇ ਪਰਿਵਾਰ ਦੇ ਵਿੱਚ ਕਲੇਸ਼ ਇਹ ਸਾਰੇ ਮਸਲੇ ਦਾ ਕਾਰਨ ਦੱਸਿਆ ਜਾਂਦਾ। ਉਂਝ ਇਹ ਪਤਾ ਲੱਗਿਆਗਾ ਕਿ ਨੂਰ ਮਹਿਲ ਦੀ ਜਿਹੜੀ ਕੋਆਪਰੇਟਿਵ ਬੈਂਕ ਆ ਉਹਦੇ ਵਿੱਚ ਮੈਨੇਜਰ ਸੀ ਅਜੀਤ ਕੁਹਾੜ ਹੋਰਾਂ ਦਾ ਭਤੀਜਾ, ਜਿਹਨੇ ਗੋਲੀ ਮਾਰ ਕੇ ਖੁਦਕੁਸ਼ੀ ਕੀਤੀ ਹੈ, ਨਿਰਮਲ ਸਿੰਘ ਕੁਹਾੜ। ਔਰ ਕਿਸੇ ਪਰਿਵਾਰਕ ਝਗੜੇ ਕਰਕੇ ਉਹਨੇ ਇਹ ਸਾਰਾ ਸਟੈਪ ਆਗਾ ਜਿਹੜਾ ਉਹ ਚੁੱਕਿਆਗਾ ਜੀ। ਜੱਗੀ ਜੌਲ ਦੇ ਮਾਮਲੇ ਦੇ ਵਿੱਚ ਕੀ ਹੋ ਰਿਹਾ ਜੀ? ਕੋਈ ਕੇਸ ਅੱਗੇ ਚੱਲ ਰਿਹਾ ਜਾਂ ਨਹੀਂ? ਬਹੁਤ ਸਮਾਂ ਹੋ ਗਿਆ ਤੇ ਚਲਾਨ ਪੇਸ਼ ਹੋਏ ਨੇ ਜਾਂ ਨਹੀਂ? ਤੇ ਇੰਗਲੈਂਡ ਦੀਆਂ ਬਲੈਤ ਦੀਆਂ ਸੂਈਆਂ ਜਿਹੜੀਆਂ ਏਜੰਸੀਆਂ ਨੇ ਉਹਨਾਂ ਦਾ ਕੀ ਰੋਲ ਹੈ? ਗਿੱਲ ਸਾਹਿਬ ਦੇਖੋ, ਇਸ ਮਸਲੇ ਦੇ ਵਿੱਚ ਅੱਜ ਇੱਕ ਅਹਿਮ ਮੋੜ ਆਗਾ ਜਿਹੜਾ ਉਹ ਆਇਆ, ਕਿਉਂਕਿ 2017 ਦੀ ਘਟਨਾ ਹੈ। 2017 ਦੇ ਵਿੱਚ ਬਰਤਾਨੀਆ ਦੇ ਸਕਾਟਲੈਂਡ ਦੇ ਰਹਿਣ ਵਾਲੇ ਜੱਗੀ ਜੌਲ ਜਦੋਂ ਭਾਰਤ ਆਏ ਸੀ, ਉਸ ਵੇਲੇ ਉਹਨਾਂ ਨੂੰ ਇੱਕ ਕਾਰ ਦੇ ਵਿੱਚ ਚੁੱਕ ਕੇ ਲੈ ਗਏ ਸੀ। ਔਰ ਉਸ ਤੋਂ ਬਾਅਦ ਕਈ ਤਸੀਹੇ ਉਹਨਾਂ ਦਾ ਜ਼ਿਕਰ ਪਰਿਵਾਰ ਵੀ ਕਰਦਾ। ਜੱਗੀ ਜੌਲ ਨੇ ਵੀ ਕਿਹਾ ਕਿ ਉਹਨੂੰ ਤਸੀਹੇ ਦਿੱਤੇ ਗਏ। ਜੱਗੀ ਜੌਲ ਨੇ ਕਿਹਾ ਕਿ ਬਿਜਲੀ ਦੇ ਝਟਕੇ ਲਾਏ ਗਏ ਔਰ ਉਦੋਂ ਤੋਂ ਉਹਨਾਂ ਨੂੰ ਦਿੱਲੀ ਦੀ ਜੇਲ੍ਹ ਦੇ ਵਿੱਚ ਜਿਹੜਾ ਬੰਦ ਰੱਖਿਆ ਹੋਇਆ ਗਾ। ਕਈ ਵਾਰ ਇਹ ਮਸਲਾ ਇੰਟਰਨੈਸ਼ਨਲ ਲੈਵਲ ਦੇ ਉੱਤੇ ਉੱਠਿਆ ਗਾ। ਜੱਗੀ ਜੌਲ ਦੀ ਰਿਹਾਈ ਦੇ ਲਈ ਇੰਗਲੈਂਡ ਦੇ ਵਿੱਚ ਕਈ ਵਾਰ ਪ੍ਰੋਟੈਸਟ ਹੋਏ ਨੇ। ਬਰਤਾਨੀਆ ਦੇ ਸਾਬਕਾ ਪ੍ਰਧਾਨ ਮੰਤਰੀ 2 ਹੋਏ ਨੇ, ਦੋਨਾਂ ਨੇ ਕਿਹਾ ਗਾ ਕਿ ਅਸੀਂ ਇਹ ਮਸਲਾ ਭਾਰਤ ਸਰਕਾਰ ਕੋਲੇ ਉਠਾਇਆ ਗਾ। ਲੇਕਿਨ ਗਿੱਲ ਸਾਹਿਬ, ਸਵਾਲ ਇਹ ਉੱਠਿਆ ਕਿ ਜੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਇਹ ਮਸਲਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਕੋਲ ਉਠਾਉਂਦੇ ਤਾਂ ਇਸ ਮਸਲੇ ਦਾ ਹੱਲ ਕਿਉਂ ਨਾ ਹੋਇਆ? ਜੋਰਿਸ ਜੌਨਸਨ ਹੋਰਾਂ ਨੇ ਵੀ ਕਿਹਾ ਕਿ ਮੈਂ ਇਹ ਮਸਲਾ ਉਠਾਇਆ। ਉਹਨਾਂ ਤੋਂ ਪਹਿਲਾਂ ਜਿਹੜੇ ਪ੍ਰਧਾਨ ਮੰਤਰੀ ਸੀਗੇ ਟਰੇਸਾ ਮੇ, ਉਹਨਾਂ ਨੇ ਵੀ ਕਿਹਾ ਕਿ ਉਹਨਾਂ ਨੇ ਆਪਦੇ ਕਾਰਜਕਾਲ ਦੌਰਾਨ ਇਹ ਮਸਲਾ ਗਾ ਜਿਹੜਾ ਉਹ ਚੱਕਿਆ ਸੀ। ਪਰ ਅੱਜ ਜਿਹੜੀ ਗਿੱਲ ਸਾਹਿਬ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਆ, ਉਹ ਜਾਣਕਾਰੀ ਇੰਗਲੈਂਡ ਦੀਆਂ ਹੀ ਮਤਲਬ ਸਾਹਮਣੇ ਆਈ ਹੈ ਕਿ ਜੱਗੀ ਜੌਲ ਦੀ ਗ੍ਰਿਫਤਾਰੀ ਹੈ ਜਿਹੜੀ ਉਹ ਬਰਤਾਨੀਆ ਦੀਆਂ ਖੁਫੀਆ ਏਜੰਸੀਆਂ ਨੇ ਭਾਰਤ ਸਰਕਾਰ ਨੂੰ ਜਿਹੜਾ ਗਿੱਲ ਸਾਹਿਬ ਸਮੱਗਰੀ ਮੁਹੱਈਆ ਕਰਾਈ ਜਾਂ ਸਿਗਨਲ ਮੁਹੱਈਆ ਕਰਾਏ, ਉਹਦੇ ਕਰਕੇ ਭਾਰਤ ਦੇ ਵਿੱਚ ਹੋਈ ਆ। ਹੁਣ ਇਹ ਮਸਲਾ ਗਾ ਜਿਹੜਾ ਬੜਾ ਟੇਢਾ ਗਾ। ਟੇਢਾ ਇਸ ਕਰਕੇ ਆ ਕਿ
ਇੱਕ ਬਹੁਤ ਗਿੱਲ ਸਾਹਿਬ ਜਿਹੜੀਆਂ ਇੰਗਲੈਂਡ ਦੇ ਰਿਪਿਊਟਡ ਮਤਲਬ ਚੈਨਲ ਨੇ, ਉਹਨਾਂ ਦਾ ਕਹਿਣਾ ਹੈ, ਰੀਪ੍ਰੀਵ ਦਾ ਕਹਿਣਾ ਗਾ ਕਿ ਜੱਗੀ ਜੌਲ ਕੇਸ ਨਾਲ ਸੰਬੰਧਿਤ ਕਈ ਜਾਣਕਾਰੀਆਂ ਖੁਫੀਆ ਜਿਹੜੀਆਂ ਏਜੰਸੀਆਂ ਨੇ ਉਹ ਭਾਰਤ ਨੂੰ ਪਹੁੰਚਾਈਆਂ ਵੀ ਉਹਦੇ 'ਚ ਭਾਵੇਂ ਜੱਗੀ ਜੌਲ ਦਾ ਨਾਂ ਹੈ ਨਹੀਂਗਾ, ਲੇਕਿਨ ਡੇਟਾਂ, ਸਾਲ, ਬਾਕੀ ਸਾਰਾ ਕੁਝ ਮਿਲਦਾ। ਉਹਨਾਂ ਨੇ ਜਿਹੜੀਆਂ ਮਤਲਬ ਚੀਜ਼ਾਂ ਕੱਢ ਕੇ ਲਿਆਂਦੀਆਂ 2017 ਦਾ ਜ਼ਿਕਰ ਹੈ। ਔਰ ਗਿੱਲ ਸਾਹਿਬ ਇਨਵੈਸਟੀਗੇਟਰੀ ਪਾਵਰਸ ਕਮਿਸ਼ਨਰ ਆਫਿਸ ਆ ਜਿਹੜਾ IPCO, ਉਹਦੀ ਰਿਪੋਰਟ ਦੇ ਅਨੁਸਾਰ ਜਾਂਚ ਦੇ ਦੌਰਾਨ MI5 ਨੇ ਸੀਕ੍ਰੇਟ ਇੰਟੈਲੀਜੈਂਸ ਸਰਵਿਸ ਆ ਜਿਹੜੀ MI6 ਰਾਹੀਂ ਇੱਕ ਪਾਰਟਨਰ ਦੇਸ਼ ਨੂੰ ਖੁਫੀਆ ਜਾਣਕਾਰੀ ਦਿੱਤੀ ਹੈ, ਰਿਟਨ ਹੈ ਉੱਥੇ। ਔਰ ਖੁਫੀਆ ਜਾਣਕਾਰੀ ਦੇ ਸਬਜੈਕਟ ਦੇ ਵਿੱਚ ਪਾਰਟਨਰ ਦੇਸ਼ ਨੇ ਆਪਦੇ ਮੁਲਕ 'ਚ ਉਹਨੂੰ ਗ੍ਰਿਫਤਾਰ ਕੀਤਾ। ਉਸ ਵਿਅਕਤੀ ਨੇ ਬ੍ਰਿਟਿਸ਼ ਕਾਉਂਸਲਰ ਅਧਿਕਾਰੀ ਨੂੰ ਦੱਸਿਆ ਕਿ ਉਹਨੂੰ ਤਸੀਹੇ ਦਿੱਤੇ ਗਏ, ਇਹ ਜ਼ਿਕਰ ਆ। ਔਰ ਰਿਪੋਰਟ ਦੇ ਵਿੱਚ ਭਾਵੇਂ ਜਗਤਾਰ ਸਿੰਘ ਜੱਗੀ ਜੌਲ ਦਾ ਨਾਂ ਨਹੀਂ, ਪਰ ਰੀਪ੍ਰੀਵ ਦੇ ਜਾਂਚਕਰਤਾ ਇਸ ਗੱਲ ਤੇ ਜ਼ੋਰ ਦੇ ਰਹੇ ਨੇ ਕਿ ਸੰਬੰਧਿਤ ਡੇਟਾਂ ਯਾਨੀ ਕਿ ਮਿਤੀਆਂ ਬ੍ਰਿਟਿਸ਼ ਪ੍ਰਧਾਨ ਮੰਤਰੀਆਂ ਦੁਆਰਾ ਕੀਤੀ ਗਈ ਲੌਬਿੰਗ ਤੇ ਭਾਰਤੀ ਪ੍ਰੈਸ ਦੇ ਵਿੱਚ ਛਪੇ ਜਿਹੜੇ ਸਹਾਇਕ ਸਬੂਤਾਂ ਦੇ ਵੇਰਵੇ ਨੇ, ਉਹਦੇ ਤੱਥ ਉਸ ਖੁਫੀਆ ਰਿਪੋਰਟ ਦੇ ਨਾਲ ਮਿਲਦੇ ਨੇ। 2017 ਦੇ ਵਿੱਚ ਵੀ ਹਿੰਦੁਸਤਾਨ ਟਾਈਮਜ਼ ਨੇ ਇੱਕ ਰਿਪੋਰਟ ਦਿੱਤੀ ਸੀ ਕਿ UK ਦੇ ਇੱਕ ਸੋਰਸ ਦੇ ਵੱਲੋਂ ਪੰਜਾਬ ਪੁਲਿਸ ਨੂੰ ਇੱਕ ਪ੍ਰਮੁੱਖ ਵਿਅਕਤੀ ਬਾਰੇ ਸਪਸ਼ਟ ਜਾਣਕਾਰੀ ਦੇਣ ਤੋਂ ਬਾਅਦ ਜਗਤਾਰ ਸਿੰਘ ਜੱਗੀ ਜੌਲ ਦੀ ਗ੍ਰਿਫਤਾਰੀ ਹੋਈ ਹੈ। ਪਰ ਉਦੋਂ ਗੱਲ ਅਧੂਰੀ ਸੀ। ਹੁਣ ਜਿਹੜੀ ਗੱਲ ਨਿਕਲ ਕੇ ਸਾਹਮਣੇ ਆਈ ਹੈ ਉਹ ਬੜੀ ਗੰਭੀਰ ਹੈ। ਗਿੱਲ ਸਾਹਿਬ ਭਾਵੇਂ ਅੱਜ ਬਰਤਾਨੀਆ ਦੀ ਸਰਕਾਰ ਦੇ ਵਿੱਚ ਵੀ ਬਹੁਤ ਸਾਰੇ ਮਤਲਬ ਪੰਜਾਬੀ ਕਮਿਊਨਿਟੀ ਨਾਲ ਸੰਬੰਧਿਤ, ਸਿੱਖ ਕਮਿਊਨਿਟੀ ਨਾਲ ਸੰਬੰਧਿਤ ਲੋਕ ਅਹਿਮ ਅਹੁਦਿਆਂ ਤੇ ਹੈਗੇ ਨੇ, ਕੈਨੇਡਾ 'ਚ ਵੀ ਹੈਗੇ ਨੇ, ਅਮਰੀਕਾ ਦੇ ਵਿੱਚ ਵੀ ਹੈਗੇ ਨੇ, ਲੇਕਿਨ ਵੱਖ-ਵੱਖ ਮੁਲਕਾਂ ਦੀਆਂ ਖੁਫੀਆ ਏਜੰਸੀਆਂ ਨੇ ਜਿਹੜੀਆਂ ਉਹ ਇੱਕ ਦੂਜੇ ਮੁਲਕ ਦੇ ਵਿੱਚ ਜੋ ਜਾਣਕਾਰੀ ਸ਼ੇਅਰ ਕਰਦੀਆਂ ਨੇ ਉਹਦਾ ਕਿਸੇ ਨੂੰ ਇਲਮ ਤੱਕ ਨਹੀਂ ਹੋਣ ਦਿੰਦੀਆਂ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜੱਗੀ ਜੌਲ ਦੇ ਕੇਸ ਨਾਲ ਸੰਬੰਧਿਤ ਹੋਰ ਵੀ ਕਈ ਚੀਜ਼ਾਂ ਜਿਹੜੇ ਖੁਲਾਸੇ ਨੇ ਉਹ ਹੋਣ ਦੀ ਸੰਭਾਵਨਾ ਬਣ ਚੁੱਕੀ ਹੈ। ਲੇਕਿਨ ਇੱਕ ਗੱਲ ਸਾਫ਼ ਤੇ ਸਪਸ਼ਟ ਹੈ ਕਿ ਉਸ ਮੁੰਡੇ ਦੀ ਰਿਹਾਈ ਹੈ ਜਿਹੜੀ ਉਹ ਹੋਣੀ ਚਾਹੀਦੀ ਆ। ਉਹਦੇ ਲਈ ਮਤਲਬ ਸਰਕਾਰਾਂ ਦੇ ਉੱਤੇ ਦਬਾਅ ਆ ਜਿਹੜਾ ਉਹ ਬਣਾਉਣਾ ਹੀ ਚਾਹੀਦਾ ਜੀ। ਇਹ ਸਰਕਾਰਾਂ ਤਾਂ ਪੱਤੀ ਸਾਹਿਬ ਜਦ ਇਕੱਠੀਆਂ ਹੋ ਜਾਂਦੀਆਂ, ਏਅਰ ਇੰਡੀਆ ਬੰਬਿੰਗ ਜਦ ਹੋਈ 330-31 ਬੰਦੇ ਬੇਦੋਸ਼ੇ ਮਾਰੇ ਗਏ, ਕਾਤਲ ਇੱਥੇ ਹੀ ਤੁਰੇ ਫਿਰਦੇ ਹੋਣਗੇ ਕਿਤੇ, ਕਿਸੇ ਨੇ ਤਾਂ ਟੈਚੀ ਰੱਖੇ ਹੀ ਨੇ, ਦੋਨੇ ਹੀ ਰਲ ਗਏ ਇਕੱਠੇ, ਦੋਨਾਂ ਨੇ ਰਲ ਕੇ ਇਕੱਠਾ ਉਹਨੂੰ ਬੰਦ ਕਰਤਾ, ਭੋਗ ਪਾਤਾ, ਸੀਸਸ ਵਾਲਿਆਂ ਨੇ ਟੇਪਾਂ ਰਿਲੀਜ਼ ਕਰਤੀਆਂ, ਉਹ ਇਹਨਾਂ ਨੂੰ ਕਹੀ ਜਾਂਦੇ ਨੇ, ਇਹ ਉਹਨਾਂ ਨੂੰ ਕਹੀ ਜਾਂਦੇ ਨੇ। ਸੋ ਇਹ ਇਸ ਤਰ੍ਹਾਂ ਹੀ ਹੁੰਦਾ, ਜਦ ਵੱਡਿਆਂ ਦੀ ਹੁੰਦੀ ਹੈ ਤਾਂ ਵੱਡੇ ਇਸ ਤਰ੍ਹਾਂ ਹੀ ਇਕੱਠੇ ਹੁੰਦੇ ਆ। ਆਖਰੀ ਖਬਰ ਜਾਂਦੇ ਜਾਂਦੇ ਦੇ ਦਿਓ, ਸਿਸੋਦੀਆ ਤੇ ਕੇਸ ਹੋ ਗਿਆ ਜੀ ਫਿਰ। ਜੀ ਗਿੱਲ ਸਾਹਿਬ, ਮਨੀਸ਼ ਸਿਸੋਦੀਆ ਦੇ ਉੱਤੇ CBI ਨੇ ਰੇਡ ਕੀਤੀ ਸੀ, CBI ਨੇ ਵੀ ਇੱਕ ਕੇਸ ਦਰਜ ਕੀਤਾ ਸੀ। ਅੱਜ ਹੁਣੇ ED ਨੇ, ਇਨਫੋਰਸਮੈਂਟ ਡਾਇਰੈਕਟੋਰੇਟ ਨੇ ਜਿਹੜਾ ਉਹ ਮਨੀਸ਼ ਸਿਸੋਦੀਆ ਦੇ ਖਿਲਾਫ ਮਨੀ ਲਾਂਡਰਿੰਗ ਦਾ ਕੇਸ ਦਰਜ ਕਰਤਾ। ਮਨੀਸ਼ ਸਿਸੋਦੀਆ ਦੇ ਨਾਲ ED ਨੇ ਇਸ ਮਾਮਲੇ 'ਚ ਕਈ ਹੋਰਾਂ ਨੂੰ ਵੀ ਦੋਸ਼ੀ ਬਣਾਇਆ ਗਾ। ਔਰ CBI ਤੋਂ ਬਾਅਦ ਇਹ ਵੱਡਾ ਮਸਲਾ ਗਾ ਜਿਹੜਾ ED ਕੋਲੇ ਜਾ ਪਹੁੰਚਿਆ ਗਾ। ਇਸ ਕੇਸ ਦੇ ਵਿੱਚ ਮਨੀਸ਼ ਸਿਸੋਦੀਆ ਤੋਂ ਇਲਾਵਾ IAS ਆਰਵ ਗੋਪੀ ਕ੍ਰਿਸ਼ਨਾ ਤੇ ਦੋਸ਼ ਲੱਗੇ ਸੀ। ਔਰ ਗਿੱਲ ਸਾਹਿਬ ਇਹਦੇ 'ਚ ਹੋਰ ਕਈ IAS ਅਫਸਰਾਂ ਤੇ ਹੋਰਾਂ ਦੇ ਨਾਮ ਵੀ ਜਿਹੜੇ ਨੇ ਉਹ ਸਾਹਮਣੇ ਆ ਰਹੇ ਨੇ। ਸੋ ED ਦੀ ਇੱਕ ਵੱਡੀ ਕਾਰਵਾਈ ਹੈ ਜੀ। ਧੰਨਵਾਦ ਜੀ, ਤੇ ਕੱਲ ਸਵੇਰੇ ਫੇਰ ਗੱਲਬਾਤ ਤੁਹਾਡੇ ਨਾਲ ਹੋਏਗੀ। ਸ਼ੁਭ ਸ਼ਾਮਾਂ। ਸ਼ੁਕਰੀਆ ਜੀ ਗਿੱਲ ਸਾਹਿਬ, ਤੁਹਾਡਾ ਤੇ ਸਾਰੇ ਸਰੋਤਿਆਂ ਦਾ ਵੀ ਬਹੁਤ ਬਹੁਤ ਧੰਨਵਾਦ। ਨਮਕਿਨ ਸਿੰਘ ਪੱਤੀ ਸੇਖਵਾਂ ਬਰਨਾਲਿਓਂ ਗੱਲਬਾਤ ਕਰਦੇ ਹੁੰਦੇ ਨੇ ਦੇਸ਼ ਪੰਜਾਬ ਦੇ ਝਰੋਖੇ 'ਚੋਂ। ਕੱਲ ਜਿਹੜੇ ਬਜ਼ੁਰਗਾਂ ਦੀ ਗੱਲ ਸਰੀ ਮੈਮੋਰੀਅਲ ਹਸਪੀਟਲ ਦੇ ਵਿੱਚ ਆਪਾਂ ਜਿਨ੍ਹਾਂ ਦੀ ਸੰਭਾਲ ਨਹੀਂ ਹੋ ਰਹੀ ਉਹਨਾਂ ਦੀ ਗੱਲਬਾਤ ਕੀਤੀ, ਪਰਿਵਾਰ ਨੇ ਸਾਰਿਆਂ ਦਾ ਧੰਨਵਾਦ ਕੀਤਾ। ਸਰਦਾਰ ਅਮਰਜੀਤ ਸਿੰਘ ਧਾਰੀਵਾਲ ਤੇ ਸਰਦਾਰ ਸਾਹਿਬ ਆਪ ਜਿਹੜੇ ਬਜ਼ੁਰਗ ਸਨ, ਸਰਦਾਰ ਰਵੇਲ ਸਿੰਘ ਉਹਨਾਂ ਦਾ ਨਾਂ ਹੈ, ਟਰਾਂਸਪੋਰਟ ਦੇ ਵਿੱਚ ਵੱਡਾ ਨਾਂ ਹੈ, ਆਲ ਇੰਡੀਆ ਟਰੱਕ ਆਪਰੇਟਰ ਯੂਨੀਅਨ ਦੇ ਬਹੁਤ ਚਿਰ ਉਹ ਵਾਈਸ ਪ੍ਰੈਜ਼ੀਡੈਂਟ ਰਹੇ ਨੇ। ਅਤੇ ਅਮਰਜੀਤ ਸਿੰਘ ਧਾਰੀਵਾਲ ਹੋਣੀ ਸਿੰਧੀਆ ਸਕੂਲ ਦੇ ਪੜ੍ਹੇ ਹੋਏ ਨੇ, ਗਵਾਲੀਅਰ ਦੇ, ਬਹੁਤ ਲਰਨ ਅਤੇ ਰਿਪਿਊਟਡ ਫੈਮਿਲੀ ਹੈ। ਅਤੇ ਘਰ ਦੇ ਵਿੱਚ ਕੇਅਰ ਗਿਵਰਸ ਜਿਹੜੇ ਨੇ ਉਹ ਕਹਿੰਦੇ ਇੱਕ ਪਹਿਲਾਂ ਫੁੱਲ ਟਾਈਮ ਹੈ, ਇੱਕ ਅਸੀਂ ਹੋਰ ਰੱਖ ਰਹੇ ਹਾਂ ਪ੍ਰਾਈਵੇਟ। ਇਹ ਨਹੀਂ ਹੈ, ਉਹ ਕਹਿੰਦੇ ਕਿਸੇ ਕਾਰਨ ਢਿੱਲੇ ਹੋ ਗਏ, ਹੌਸਪੀਟਲ ਜਾਣਾ ਪੈਣਾ ਸੀ ਉਹਨਾਂ ਨੂੰ। ਇਹ ਨਹੀਂ ਹੈ, ਉਹ ਕਹਿੰਦੇ ਮੈਂ ਘਰੋਂ ਬਿਜ਼ਨਸ ਕਰਦਾ, ਮੇਰੀ ਵਾਈਫ ਫੁੱਲ ਟਾਈਮ ਘਰੇ ਆ। ਕਈ ਵਾਰ ਇਹ ਮਨ 'ਚ ਹੁੰਦਾ ਨਾ ਵੀ ਕਈ ਬਜ਼ੁਰਗਾਂ ਨੂੰ ਅਸੀਂ ਉੱਥੇ ਇਸ ਕਾਰਨ ਛੱਡਿਆ ਹੋਇਆ ਬਈ ਜਿਹੜਾ ਘਰ 'ਚ ਸੰਭਾਲ ਨਹੀਂ ਹੁੰਦੀ। ਨਹੀਂ, ਇਸ ਤਰ੍ਹਾਂ ਨਹੀਂ ਹੈ। ਮੈਂ ਸੋ ਕੁਛ ਗੱਲਾਂ ਕਲੀਅਰ ਕਰਨੀਆਂ ਚਾਹੁੰਦਾ ਸੀ।
ਦੂਜਾ, ਪਿਛਲੇ ਦਿਨੀ ਸਰਾ ਕਮਲਜੀਤ ਸਿੰਘ ਕੰਗ, ਨੀਟੂ ਕੰਗ ਹੋਣੀ ਭਰਾ ਸਾਡਾ ਢਿੱਲਾ ਹੋ ਗਿਆ ਸੀ, ਵਿਆਹ ਗਿਆ ਹੈ ਟੋਰਾਂਟੋ ਅਤੇ ਹਾਰਟ ਅਟੈਕ ਹੋ ਗਿਆ ਸੀ। ਸਾਰੇ ਤੁਸੀਂ ਚਿੰਤਤ ਸੀ, ਠੀਕ ਆ, ਚੜ੍ਹਦੀ ਕਲਾ 'ਚ ਹੈ, ਛੇਤੀ ਫਲਾਈ ਬੈਕ ਕਰੇਗਾ 10 ਕੁ ਦਿਨਾਂ ਤੱਕ, ਸਿਹਤ ਠੀਕ ਆ ਹੁਣ। ਅਤੇ ਬੜਾ ਸਵੀਅਰ ਹਾਰਟ ਅਟੈਕ ਸੀ, 25-30 ਮਿੰਟ ਬਾਅਦ ਡਾਕਟਰ ਰਾਬੇ ਨੇ ਰਿਵਾਈਵ ਕਰ ਲਿਆ ਉਹਨਾਂ ਨੇ ਦੁਬਾਰਾ ਇੱਕ ਵਾਰ, ਤਾਂ ਬਹੁਤ ਮੁਸ਼ਕਲ ਪੈ ਗਈ ਸੀ। 20-25 ਮਿੰਟ ਦੇ ਵਿੱਚ ਐਂਬੂਲੈਂਸ ਪਹੁੰਚੀ, ਹੌਸਪੀਟਲ ਜਾ ਕੇ ਫੇਰ ਇੱਕ ਵਾਰ ਕਲੈਪਸ ਹੋ ਗਿਆ, ਪਰ ਲੱਗੇ ਰਹੇ ਡਾਕਟਰ ਕੋਡ ਬਲਿਊ ਕਰਕੇ 25 ਮਿੰਟ ਅਤੇ ਸਰੀਰ ਚੱਲ ਪਿਆ ਦੁਬਾਰਾ ਫੇਰ। ਗੁੱਡ ਵਿਸ਼ਜ਼ ਨੇ ਕਮਿਊਨਿਟੀ ਦੀਆਂ, ਕੰਮ ਕਮਿਊਨਿਟੀ ਦੇ ਵਿੱਚ ਸਾਂਝਾ ਰਹਿ ਕੇ ਕਰਨਾ, ਸਭ ਨੂੰ ਪਿਆਰ ਨਾਲ ਸਤਿਕਾਰ ਨਾਲ ਰੱਖਣਾ, ਬਹੁਤਾਂ ਦਾ ਕੀਤਾ। ਬੰਦੇ ਭੁੱਲ ਜਾਣ, ਵਕਤ ਨਾਲ ਭੁੱਲ ਜਾਣ, ਪਰ ਸਦਾ ਹੀ ਉਹ ਚੰਗਾ ਲੋਚਦਾ, ਚੰਗਾ ਹੀ ਕਰਦਾ। ਇੱਕ ਗੱਲ ਦਾ ਮੈਂ ਦਾਅਵਾ ਕਰ ਸਕਦਾ, ਫੈਡਰੇਸ਼ਨ ਦੀ ਪ੍ਰੈਜ਼ੀਡੈਂਸੀ ਕੀਤੀ ਅਤੇ ਹਰ ਇੱਕ ਨਾਲ ਹੱਸ ਖਿਲ ਕੇ ਬੋਲਣਾ ਠੀਕ ਹੋ ਰਿਹਾ। ਤੀਜੀ ਇਨਫੋਰਮੇਸ਼ਨ, 10 ਸਤੰਬਰ ਦਾ ਕਰਨ ਔਜਲੇ ਦਾ ਸ਼ੋਅ ਜਿਹੜਾ ਹੋ ਰਿਹਾ ਸੀ ਉਹਨੂੰ ਥੋੜ੍ਹਾ ਪੋਸਟਪੋਨ ਕਰਨਾ ਪੈਣਾ, ਅੱਜ ਹੀ ਪ੍ਰਮੋਟਰਾਂ ਨੇ ਦੱਸਿਆ। ਕਾਰਨ ਕੁਛ ਪੰਜਾਬ ਦੇ ਜਿਹੜਾ ਸਿੱਧੂ ਤੋਂ ਬਾਅਦ ਦੀਆਂ ਜਿਹੜੀਆਂ ਗੱਲਾਂ ਬਾਤਾਂ ਚੱਲ ਰਹੀਆਂ ਨੇ, ਸਿਕਿਉਰਿਟੀ ਸੇਫਟੀ ਦਾ ਇਸ਼ੂ ਥੋੜ੍ਹਾ ਜਿਹਾ, ਅਤੇ RCMP ਇਨਵੋਲਵ ਹੋਈ ਹੈ। ਉਹ ਇਹਦੇ ਲਈ ਕੁਛ ਸਮਾਂ ਅਟਕ ਕੇ ਸ਼ੋਅ ਹੋਏਗਾ। 10 ਸਤੰਬਰ ਵਾਲਾ ਸ਼ੋਅ ਜਿਹੜਾ ਉਹ ਥੋੜ੍ਹਾ ਪੋਸਟਪੋਨ ਹੋਏਗਾ 10-15 ਦਿਨ। ਦੁਬਾਰਾ ਨਵੀਆਂ ਡੇਟਸ ਛੇਤੀਆਂ ਤੁਹਾਨੂੰ ਦੇਵਾਂਗੇ। ਜੇ ਕੋਈ ਕੰਸਰਨ ਹੋਵੇ 604-316-8702 'ਤੇ ਗੱਲਬਾਤ ਕਰਿਓ, 6043168702। ਬਹੁਤ ਕੁਝ ਹੋ ਰਿਹਾ ਇੱਥੇ, ਬਹੁਤ ਕੁਝ। ਇੱਕ ਤਾਂ ਇਹ ਆ ਬਈ ਪਹਿਲਾਂ ਵੀ ਕਈ ਰਹਿੰਦੇ ਸੀ, ਅਤੇ ਹੁਣ ਗਾਇਕ ਜਿੰਨੇ ਨੇ, ਐਕਟਰ ਜਿੰਨੇ ਨੇ, ਉਹਨਾਂ ਨੇ ਹੁਣ ਮੋਹਾਲੀ ਤੋਂ ਸੌਸਰੀ ਦਾ ਡੇਰਾ ਲਾਤਾ। ਉੱਥੇ ਬੜਾ ਕੁਛ ਗੈਂਗਿਜ਼ਮ ਚੱਲ ਰਿਹਾ ਸੀ, ਜਿਹੜਾ ਹੁਣ ਦੱਸ ਨਹੀਂ ਰਹੇ। ਇਹ ਹੌਲੀ ਹੌਲੀ ਮੂਵ ਇੱਥੇ ਨੂੰ ਹੋ ਗਏ। ਪਿਛਲੇ 10-15 ਸਾਲਾਂ ਦੇ ਵਿੱਚ ਫਿਲਮਾਂ ਨੇ ਪੈਸਾ ਧੇਲਾ ਚੰਗਾ ਬਣਾਤਾ, ਪ੍ਰੋਡਕਸ਼ਨ ਹਾਊਸ ਬਣ ਗਏ, ਗਾਇਕ ਕਈ ਪਹਿਲਾਂ ਹੀ ਸੈਟਲ ਇੱਥੇ ਨੇ। ਹੁਣ ਰਹਿੰਦੇ ਖੂੰਹਦੇ ਸੌਸਰੀ 'ਚ ਡੇਰਾ ਲਾ ਰਹੇ ਨੇ, ਤੰਗ ਹੋ ਗਏ ਉੱਥੋਂ ਫਿਰੌਤੀਆਂ, ਅਤੇ ਦਿਓ 50 ਲੱਖ, ਦਿਓ ਇੰਨਾ, ਅਤੇ ਦਿਓ। ਹੁਣ ਗੱਲ ਇਹ ਹੈ, ਆਮ ਲੋਕਾਂ ਵਾਂਗੂ ਜੇ ਤੁਸੀਂ ਰਹੋ ਤਾਂ ਆਰਾਮ ਦੇ ਨਾਲ ਕੋਈ ਤੰਗੀ ਨਹੀਂ। ਜਦ 11 ਵਜੇ ਵੀ ਕਾਲੀਆਂ ਐਨਕਾਂ ਲਾਈ ਫਿਰਦੇ ਹੋ ਬਹਾਲਾਂ ਦੇ ਵਿੱਚ, ਫਿਰ ਜਾਂ ਗੱਡੀ 1.5 ਕਰੋੜ ਦੀ ਚੱਕੀ ਫਿਰਦੇ ਹੋ ਮਰੂਤੀਆਂ 'ਚ ਫਿਰਦੇ ਫਿਰ ਥੋੜ੍ਹਾ ਬਹੁਤਾ ਐਂ ਲੱਗਣ ਲੱਗ ਜਾਂਦਾ ਨਾ ਵੀ ਪੈਸਾ ਧੇਲਾ ਇਹਨਾਂ ਕੋਲ ਬਹੁਤ ਹੋ ਗਿਆ। ਫਿਲਮਾਂ ਦੇ ਨਾਂ 'ਤੇ ਨਵੇਂ ਪ੍ਰੋਡਿਊਸਰ, ਖਰਚੇ, ਅਤੇ ਉਹਦੇ ਬਾਅਦ ਇੰਗਲੈਂਡ ਅਤੇ ਇੱਥੇ ਦੀਆਂ ਸਬਸਿਡੀਜ਼ ਜਿਹੜੀਆਂ ਨੇ, ਬਸ ਜਿਹੜਾ ਜੇ ਤਾਂ ਆਪ ਬਣਾਉਣੀ ਹੈ ਫਿਰ ਤਾਂ ਆਪਣਾ ਹੀ ਝੱਗਾ ਪ੍ਰੈਸ ਕਰਕੇ ਪਾ ਕੇ ਸ਼ੂਟ ਕਰ ਲੈਣਾ। ਜੇ ਕਿਸੇ ਨੇ ਬਣਾਉਣੀ ਕਹਿੰਦਾ ਲਿਆਓ ਟਕਸੀਡੋ ਪਾਉਣਾ, ਮੇਰੇ ਨਾਪ ਦਾ ਲੈ ਕੇ ਆਓ, ਰਹਿਣਾ ਵੀ 5 ਸਟਾਰ 'ਚ। ਜੇ ਆਪਣਾ ਪ੍ਰੋਡਕਸ਼ਨ ਹਾਊਸ ਆ, ਕਹਿੰਦਾ ਕਿਸੇ ਦੇ ਘਰੇ ਬੇਸਮੈਂਟ 'ਚ ਰਹਿ ਲਓ, ਖਰਚਾ ਘੱਟ ਕਰ ਲਈਏ। ਦੂਜਾ 5-7 ਕਰੋੜ 'ਚ ਜਾਣਾ, ਆਪਣੇ 1.5 ਕਰੋੜ 'ਚ ਬਣਾ ਲੈਣੀ ਹੈ। ਹੋਇਆ ਬਹੁਤ ਕੁਛ ਹੈ, ਪਰ ਪੈਸੇ ਵਾਲੇ ਦਾ ਰੌਲਾ ਨਹੀਂ ਨਾ ਕੋਈ। ਕੈਨੇਡਾ ਵਾਲੇ ਕਹਿੰਦੇ ਕੁਛ ਨਹੀਂ, ਉਹ ਕਹਿੰਦੇ ਲਿਆਓ ਪੈਸਾ ਧੇਲਾ ਅਤੇ ਮੂਵ ਹੋ ਜਾਓ ਬਸ। ਹੁਣ ਲਿਸਟਾਂ ਜਿਹੜੀਆਂ ਬਣ ਰਹੀਆਂ ਨੇ, ਬਾਕੀ ਆਸ਼ੂ ਵਾਲੇ ਨਾਂ ਇਹਦੇ 'ਚੋਂ ਨਿਕਲਣਗੇ। ਇਹ ਤਾਂ ਇੱਕ ਗੱਲ ਹੈ, ਤੁਸੀਂ ਛੱਡੋ 2006-07 ਦੇ ਵਿੱਚ ਅਮਰੀਕਾ ਦੇ ਵਿੱਚ, ਇੰਡੀਆਨਾ ਦੇ ਵਿੱਚ ਗੈਸ ਸਟੇਸ਼ਨ ਯੂਨੀਅਨ ਵਾਲਿਆਂ ਨੇ, ਕਈਆਂ ਨੇ ਖੇਤੀ ਯੂਨੀਅਨ ਵਾਲੇ ਨੇ ਜਿਹੜੇ ਪੰਜਾਬ ਦੇ ਵਿੱਚ ਕਿਸਾਨ ਯੂਨੀਅਨ ਵਾਲੇ, ਉਹਨਾਂ ਨੇ ਬਥੇਰੇ ਪੈਸੇ ਲਿਆਂਦੇ ਨੇ, ਗੈਸ ਸਟੇਸ਼ਨ ਲੈ, ਘਰ ਲੈ। ਇਹ 2007-06-07 ਦੀ ਗੱਲ ਹੈ, 14-15 ਸਾਲ ਪਹਿਲਾਂ। ਚਲੋ ਪੈਸਾ ਇਹਨਾਂ ਦੇਸ਼ਾਂ 'ਚ ਆਵੇ, ਪੈਸਾ ਮਾੜਾ ਨਹੀਂ, ਪਰ ਗੱਲ ਇਹ ਆ ਵੀ ਪੈਸਾ ਕਮਾਇਆ ਕਿਵੇਂ ਆ। ਹੁਣ ਇੱਕ ਉਹ ਵੀ ਪੈਸਾ ਆ ਰਿਹਾ, ਬਲੀ ਜਿਹੜੇ ਮਾਂ ਦੇ ਸ਼ੇਰ ਪੁੱਤ ਨੇ, 20-21 ਸਾਲਾਂ ਦੇ ਧੀਆਂ ਨੇ, ਕਿੰਨਾ ਔਖਾ ਕੰਮ ਕਰਦੇ ਨੇ। 25-30 ਲੱਖ ਰੁਪਈਆ ਬਾਪ ਦੀ ਜ਼ਮੀਨ ਗਹਿਣੇ ਕਰਕੇ ਆ ਕੇ ਉਹਨਾਂ ਨੂੰ ਉਹ ਛਡਾਉਣ ਦਾ ਦੁੱਖ ਹੈ। ਜਿਹੜੇ ਕਰਕੇ ਬੇਰੁਜ਼ਗਾਰ ਹੋ ਕੇ ਘਰੋਂ ਇਹ ਨਿਕਲੇ ਨੇ, ਉਹ ਲਗੜ ਜਿਹੜੇ ਫਿਰਦੇ ਨੇ ਉੱਡੇ ਉੱਥੇ, ਜਿਹੜੇ ਰਾਜਨੀਤਿਕ ਨੇ ਅਤੇ ਅਫਸਰਸ਼ਾਹੀ ਹੈ, ਜਾਂ ਉਹਨਾਂ ਦੇ ਪਿੰਪ ਗਾਹਾਂ ਦਲਾਲ ਰੱਖੇ ਹੋਏ ਨੇ, ਜਿਹੜੇ ਕਰਕੇ ਕਮਾਈਆਂ ਸਾਨੂੰ ਲੁੱਟ ਕੇ ਉੱਥੇ ਪੰਜਾਬ ਨੂੰ, ਅਤੇ ਇੱਥੇ ਲੋਕਾਂ ਦਾ ਜਿਉਣਾ ਦੁੱਭਰ ਕਰ ਰਹੇ ਨੇ।
5-5 4-4 ਲੱਖ ਮਹਿੰਗੀਆਂ ਕਰਕੇ ਪ੍ਰਾਪਰਟੀਆਂ ਲੈ ਰਹੀਆਂ ਨੇ, ਚੋਰੀ ਦੇ ਮਾਲ, ਲਾਠੀਆਂ ਦੇ ਗਾਜ, ਦੋਨੇ ਪਾਸਿਓਂ ਹੀ ਅਸੀਂ ਜਿਹੜੇ ਨੇ ਪਿੱਸੇ ਹੋਏ ਆ। ਕਦੇ ਸੋਚੋ ਬਈ ਉਹ ਦੇਸ਼ ਪੰਜਾਬ ਦਾ ਰੇਤਾ, ਉੱਥੇ ਦੀ ਬਜਰੀ, ਉੱਥੇ ਦਾ ਸਿਸਟਮ, ਉਹ ਅਰਬਾਂ ਰੁਪਈਆ ਜਿਹੜਾ ਇਹ ਖਾ ਕੇ ਭੱਜੇ ਉੱਥੋਂ, ਜੇ ਉਹਦਾ ਸਾਡੇ ਦੇਸ਼ 'ਚ ਰਹਿ ਜਾਵੇ ਉੱਥੇ ਤੇ ਕਿੰਨਾ ਵਧੀਆ ਹੋ ਜਾਏ। ਚੰਡੀਗੜ੍ਹ ਨਵਾਂ ਵਸਾ ਕੇ ਉਹਦੇ ਆਲੇ ਦੁਆਲੇ ਸਾਰਾ ਹੀ ਰੋਕ ਲਿਆ ਫਾਰਮ ਹਾਊਸਾਂ ਦੇ ਨਾਂ ਦੇ ਵਿੱਚ। ਉਹ ਕਿੰਨੀ ਜਿਹੜੀ ਆ ਉਹ ਸ਼ਾਮਲਾਟ ਆ ਜਿਹੜੀ ਰੋਕੀ ਬੈਠੇ ਨੇ। ਦੇਖੋ ਬਹੁਤ ਕੁਝ ਕਰ ਰਹੇ ਨੇ ਆਮ ਆਦਮੀ ਪਾਰਟੀ ਵਾਲੇ, ਭਗਵੰਤ ਸਿੰਘ ਮਾਨ ਹੋਣੀ ਬਹੁਤ ਕੰਮ ਕਰ ਰਹੇ ਨੇ। ਜਿੰਨਾ ਇਹ ਜਿਹੜੀਆਂ ਚੀਜ਼ਾਂ ਹੁਣ ਹੋ ਰਹੀਆਂ ਨੇ ਕਦੇ ਵੀ ਨਹੀਂ ਸੀ ਹੋਣੀਆਂ। ਕੀ ਅਕਾਲੀ ਤੇ ਕਾਂਗਰਸੀ ਇੱਕ ਦੂਜੇ ਮਿਨਿਸਟਰਾਂ ਨੂੰ ਫੜ ਲੈਂਦੇ? ਕੀ ਨਵਜੋਤ ਸਿੱਧੂ ਤੇ ਮਜੀਠੀਆ ਤੇ ਆਸ਼ੂ ਤੇ ਆ ਧਰਮਸੋਤ ਵਰਗੇ ਅੰਦਰ ਹੋ ਸਕਦੇ ਸੀ ਦੋਨੇ ਪਾਰਟੀਆਂ 'ਚ? ਬਹੁਤ ਔਖਾ। ਗਰਜ 'ਚ ਤਾਂ ਹੋ ਸਕਦੇ। ਇੱਕ ਵੋਟਾਂ ਜਿੱਤਣ ਲਈ ਪਜਾਮੀ ਵਾਲਾ ਭਾਈ ਕਹਿਦਾ ਵੀ ਮੈਂ ਡਾਂਗ ਚੱਕੂ ਬਾਦਲਾਂ ਦੇ ਪਿੱਛੇ, ਬਾਦਲ ਕਹਿੰਦੇ ਤੈਨੂੰ ਅੰਦਰ ਚਾਚਾ ਲੈ ਕੇ ਜਾਵਾਂਗੇ। ਦੋਨੇ ਚਿੱਗਤਾਂ ਕਰਦੇ ਨੇ ਬੈਠੇ ਆਪਣੇ ਸਟੇਜ 'ਤੇ ਚਾਚਾ ਭਤੀਜਾ। ਇਹ 8-10 ਫੈਮਲੀਆਂ ਆਪਸ ਵਿੱਚ ਇਹਨਾਂ ਦੀਆਂ ਸੰਗਲੀਆਂ। ਇਹਨਾਂ ਦਾ ਕਿੱਥੇ ਗੜਬੜ, ਕਿੱਥੇ ਜਾਣਾ ਇਹਨਾਂ ਨੇ? ਸੋ ਇਹ ਜਿਹੜੀ ਆ ਬਹੁਤ ਨਵੀਂ ਚੀਜ਼ ਹੋਈ ਆ। ਬਾਕੀ ਮੱਥੇ ਦੇ ਭਾਗ ਨੇ, ਆਮ ਘਰਾਂ ਦੇ ਪੁੱਤ MLA ਬਣ ਗਏ। ਅਤੇ ਆਮ ਹੁਣ ਜੇ ਮੈਂ ਭਗਵੰਤ ਮਾਨ ਦੀ ਉਹ ਗੱਲ ਕਰਾਂ, ਹਾਸੇ ਹਸਾਉਣ ਵਾਲੇ ਇਹਨਾਂ ਨੇ ਸਾਰਿਆਂ ਨੇ ਉਹਨੂੰ ਫਾਡੀ ਛੱਡਤਾ ਸੀ। ਸਭ ਤੋਂ ਪਹਿਲਾਂ ਹਸਾਉਣ ਵਾਲਿਆਂ 'ਚ ਉਹ ਸੀ। ਇਹਨਾਂ ਨੇ ਸਾਰਿਆਂ ਨੇ ਫਾਡੀ ਛੱਡਤਾ। ਫਿਲਮਾਂ ਦੇ ਵਿੱਚ ਪੈਸੇ ਬਣਾ ਕੇ ਤਾਂ ਸੈਟਲ ਹੋ ਗਏ ਸਾਰੇ। ਪਿੰਡਾਂ ਦੇ ਵਿੱਚੋਂ ਸਾਰਿਆਂ ਨੇ ਮੋਹਾਲੀ ਲਾਤੇ ਡੇਰੇ, ਕੋਠੀਆਂ ਤੇ ਬੱਲੇ ਬੱਲੇ ਕਰਾਤੀ। ਅਤੇ ਉਹਨੂੰ ਦੇਖ ਲਓ ਰੱਬ ਨੇ ਫਿਰ ਕੀ ਰੱਖਿਆ ਸੀ, ਉਹਨੂੰ ਸਿੱਧਾ ਮੁੱਖ ਮੰਤਰੀ ਬਣਾਦਾ। ਜਿਹੜੇ ਸੂਬੇ 'ਚ ਤੁਸੀਂ ਰਹਿਣਾ ਇਹ ਉਹਦੀ ਪਰਜਾ ਬਣ ਗਏ। ਪਰਜਾ ਤਾਂ ਸ਼ਬਦ ਠੀਕ ਨਹੀਂ, ਪਰ ਮਤਲਬ ਉਹਨੂੰ ਕਿੱਥੇ ਬਿਠਾਤਾ। ਸੋ ਇਹ ਕਹਾਣੀ ਹੈ। ਸੋ ਆਪਾਂ ਨੂੰ ਥੋੜ੍ਹਾ ਜਿਹਾ ਸਮਾਂ ਦੇ ਕੇ ਇਸ ਪਾਰਟੀ ਨੂੰ, ਜਿੱਥੇ ਇਹਨਾਂ ਨੂੰ ਸਹੀ ਰੱਖਣਾ ਸਹੀ ਰੱਖੋ, ਪਰ ਸਮਾਂ ਦੇਣਾ ਚਾਹੀਦਾ। ਮੈਨੂੰ ਲੱਗਦਾ ਚੰਗੇ ਰਿਜ਼ਲਟ ਆਉਣਗੇ। ਅਤੇ ਭਗਵੰਤ ਮਾਨ ਉਹਨਾਂ ਨੂੰ ਵੀ ਆਪ ਵੀ ਬਚਣਾ ਚਾਹੀਦਾ ਵੀ ਆਲੇ ਦੁਆਲੇ ਲਗੜ ਨਾ ਬਿਠਾ ਲਵੇ। ਬੈਠੀ ਜਾਂਦੇ ਨੇ, ਕਿਤੇ ਆਪ ਨਾ ਬਦਨਾਮ ਹੋਵੇ ਅਤੇ ਨਾਲ ਦੇ ਬਦਨਾਮ ਕਰ ਲੈਣ। ਹੁਣ ਇਹ ਚੱਲ ਰਿਹਾ ਨਾ ਕੰਮ ਬਹੁਤ। ਆਪ ਤਾਂ ਰਾਜਨੀਤਿਕ ਬੰਦੇ ਇੱਥੇ, ਜੇ ਆਪਾਂ ਗੱਲ ਕਰੀਏ ਵੀ ਇੱਥੇ ਕਰਪਸ਼ਨ ਸਾਡੇ ਦੇਸ਼ 'ਚ, ਸਾਡੇ ਸ਼ਹਿਰ 'ਚ, ਸਾਡੇ ਪਿੰਡ 'ਚ ਕਿਤੇ ਹੈ? ਨੋ। ਜਿਹੜੇ ਲਗੜ ਛੱਡੇ ਹੋਏ ਨੇ ਉਹ ਨਾਂ 'ਤੇ ਪੈਸੇ ਲੈ ਲੈਂਦੇ ਨੇ ਬਾਹਰੋਂ। ਲਿਆ ਤੇਰੀ ਜ਼ੋਨਿੰਗ ਕਰਾ ਦਈਏ, ਤੇਰਾ ਆਹ ਕਰਾ ਦਈਏ, ਤੇਰਾ ਉਹ ਕਰਾ ਦਈਏ। ਗੱਲ ਆਹ ਮੁਸ਼ਕਲ। ਆਪਣੇ MRF ਦੇ ਹੁੰਦੇ ਸੀ, ਜੋੜੀਆਂ ਲੱਗਦੀਆਂ ਟਰੱਕਾਂ ਵਾਲਿਆਂ ਨੂੰ। MRF ਦੀ ਜੋੜੀ 1.5 ਸਾਲ 2-2 ਸਾਲ ਪੰਜਾਬ 'ਚੋਂ ਲੈ ਕੇ ਗਏ ਮੁੰਡਿਆਂ ਨੂੰ ਸਿਖਾਉਂਦੇ। ਜਦ ਕਲੀਨਰ ਹੀ ਕਹਿੰਦੇ, ਹੈ ਤਾਂ ਕਲੀਨਰ ਸ਼ਬਦ ਸੀ। ਸਾਲ ਤਾਂ ਟਾਇਰ ਹੀ ਉਹਨਾਂ ਤੋਂ, ਉਹਨੂੰ ਕਹਿੰਦਾ ਠੋਰ ਕਿਆ ਟਾਇਰ ਓਏ। ਟਾਇਰ ਦੀ ਇੱਕ ਆਵਾਜ਼ ਆ, ਜਾਂ ਪੂਰੇ ਪ੍ਰੈਸ਼ਰ 'ਚ ਹੁੰਦਾ ਇੱਕ ਅਲੱਗ ਆਵਾਜ਼ ਆ, ਜੇ ਭੋਰਾ ਕੁਝ ਹਵਾ ਕਰ ਜਾਵੇ ਇੱਕ ਅਲੱਗ ਆਵਾਜ਼ ਹੈ। ਉਹ ਟਾਇਰ ਠੋਰਨੇ 6 ਮਹੀਨੇ ਸਿਖਾਉਂਦੇ ਨੇ ਆਵਾਜ਼ ਕਿਹੋ ਜਿਹੀ ਆਊ। 3-4 ਸਾਲ 'ਚ ਸਿਖਾਉਂਦੇ। ਪਰ ਉਹ ਸਿਖਾਉਂਦੇ ਕਿਉਂ ਕਿ ਉਹਨੂੰ ਮਕੈਨਿਕ ਹੀ ਬਣਾ ਦਿੰਦੇ। ਡਰਾਈਵਰ ਕਮ ਮਕੈਨਿਕ ਹੁੰਦਾ। ਮਾੜੀ ਮੋਟੀ ਕਹਾਣੀ ਉਹ ਆਪ ਹੀ ਸੂਤ ਕਰ ਲੈਂਦਾ। ਟੁੱਟੀਆਂ ਸੜਕਾਂ ਹੁੰਦੀਆਂ, ਖੱਡੇ ਹੁੰਦੇ, ਗੱਡੀਆਂ ਨੁਕਸਾਨ ਕਰਦੀਆਂ, ਗੁੱਲੇ ਟੁੱਟਦੇ, ਟਿਊਬਾਂ ਟੁੱਟ ਜਾਂਦੀਆਂ, ਆਲੇ ਦੁਆਲੇ ਕੁਛ ਨਾ ਬਾਗ ਪੈਂਦੇ, ਅਤੇ ਪਹਾੜਾਂ ਦੇ ਵਿੱਚ ਅਤੇ ਘਾਟਾਂ ਦੇ ਵਿੱਚ ਬਸ ਕੁਛ ਨਹੀਂ। ਫਿਰ 3 ਦਿਨ ਦਾ ਉੱਥੇ ਦਾ ਟ੍ਰਿਪ ਹੁੰਦਾ। ਫਿਰ ਜੈਕਅਪ ਕਰਕੇ ਟਾਇਰ ਥੱਲੇ ਦੇ ਕੇ ਗੁੱਲੇ ਖੁੱਲ੍ਹਣੇ, ਟਿਊਬ ਖੁੱਲ੍ਹਣੀ, ਫਿਰ ਉੱਥੋਂ ਨੇੜੀ ਦੀ ਜਗ੍ਹਾ 'ਤੇ ਜਾਣੀ, ਫਿਰ ਗੁੱਲੇ ਜਿਹੜੇ ਨੇ ਬਿਲਡ ਹੋਣੇ, ਫਿਰ ਗੱਡੀ ਚੱਲਣੀ। ਤਾਂ 84 ਦੇ ਵਿੱਚ ਜਦ ਉੱਜੜ ਕੇ ਉੱਥੋਂ ਸਾਰਿਆਂ ਸੂਬਿਆਂ 'ਚੋਂ ਭੱਜੇ, ਫਿਰ ਦੁੱਖ ਦੇਖਿਆ ਕਿ ਬਹੁਤ ਔਖਾ, ਬਹੁਤ ਔਖਾ। ਸੌਖਾ ਨਹੀਂ। ਵੱਡੇ ਵੱਡੇ ਘਾਟ, ਜੇ ਜਦ ਇੰਦੌਰ ਤੋਂ ਬੁਰਹਾਨਪੁਰ ਨੂੰ ਜਾਂਦੇ ਆ, ਚੁਰਲ ਘਾਟ ਪੈਂਦਾ। ਗੱਡੀ ਸਪੈਸ਼ਲ, ਜਿਹੜਾ ਫਸਟ ਗੇਅਰ ਹੈ ਉਹਨੂੰ ਸਪੈਸ਼ਲ ਕਹਿੰਦੇ ਨੇ, ਉਹਦੇ 'ਚ ਵੀ ਅੱਤੜਾਂ 'ਤੇ ਫਸਦੀ, ਘੁਮਾ ਕੇ। ਹਾਈਡ੍ਰੋਲਿਕ ਸਟੇਅਰਿੰਗ ਨਾ ਹੁੰਦੇ, ਸਿੱਧੀ ਤਾਂ ਚੜ੍ਹਦੀ ਨਾ, ਖੱਬੇ ਮੋੜਦੇ, ਕਦੇ ਸੱਜੇ ਮੋੜਦੇ। ਡਾਕੂ ਛਾਲਾ ਮਾਰ ਦਿੰਦੇ, ਸਾਗਵਾਨ ਦੇ ਦਰੱਖਤਾਂ ਤੋਂ ਰੱਸੇ ਵੱਢ ਦਿੰਦੇ, ਤਰਪਾਲਾਂ ਵੱਢ ਦਿੰਦੇ। ਇਸ ਤਰ੍ਹਾਂ ਹੀ ਚੰਪਾਰਨ ਪੈਂਦੀ ਹੈ ਬਿਹਾਰ ਦੇ ਵਿੱਚ। ਡੇਰੀ ਔਨ ਸਾਸਾਰਾਮ, ਡੇਰੀ ਔਨ ਸੂਨ ਤੋਂ ਬਾਅਦ, ਅਤੇ ਸ਼ੇਰ ਘਾਟੀ ਤੋਂ ਚੰਪਾਰਨ ਆ, ਅਤੇ ਬਰੀ ਆਸਨਸੋਲ ਤੋਂ ਪਿਛਲਾ ਏਰੀਆ। ਚੰਪਾਰਨ ਦੇ ਵਿੱਚ ਗੱਡੀਆਂ ਲੁੱਟਦੇ, ਕਾਨਵਾਈਆਂ ਲੱਗਦੀਆਂ ਰਾਤ ਨੂੰ, 30-30 ਗੱਡੀਆਂ, ਗੰਡਾਸੇ ਲੈ ਕੇ ਮੁੰਡੇ ਉੱਪਰ ਬਹਿੰਦੇ,
ਤਾਂ ਉੱਥੇ ਦੀ ਜ਼ਿੰਦਗੀ ਟੱਪਦੇ। ਬਹੁਤ ਔਖਾ। ਬਸ ਉਹ ਆ ਕੇ ਨਹਾ ਧੋ ਕੇ 5-4 ਦਿਨ ਜਦ ਪਾ ਕੇ ਐਨ ਸਿਰੇ ਦਾ ਕੁੜਤਾ ਪਜਾਮਾ ਅਤੇ ਚੀਰਾ ਬੰਨ੍ਹ ਕੇ ਅਤੇ ਚੱਡੇ ਦੀ ਪਾ ਕੇ ਜੁੱਤੀ ਕਲਕੱਤੇ ਵਾਲੀ, ਅਤੇ ਫਿਰ ਗੇੜਾ ਦੇਣਾ ਉਹੀ ਚੰਗਾ ਸੀ। ਦੁਬਾਰਾ ਫਿਰ ਤੁਰ ਪੈਣਾ। ਬਹੁਤ ਔਖੀਆਂ ਕਮਾਈਆਂ ਸੀ ਔਰ ਬਹੁਤ ਕੁਛ ਪੰਜਾਬ ਨੇ ਕੀਤਾ, ਬਹੁਤ ਕੁਛ ਉੱਜੜ ਗਏ। ਧਰਤੀ ਜਿਹੜੀ ਨਸ਼ਿਆਤੀ ਧਰਤੀ ਜ਼ਹਿਰੀਲੀ ਕਰਤੀ, ਕਮਾਈਆਂ ਕਰ ਕਰ ਦੇਤੀਆਂ, ਅਤੇ ਅੱਜ ਗੱਲਾਂ ਹੋਰ ਹੋ ਗਈਆਂ। ਇਉਂ ਹੀ ਹੁੰਦਾ ਹੈ ਸਾਰੀ ਜ਼ਿੰਦਗੀ ਦੇ ਵਿੱਚ, ਇਸ ਤਰ੍ਹਾਂ ਹੁੰਦਾ। ਇੱਥੇ ਤੁਸੀਂ ਬਿਜ਼ਨਸ ਵਿੱਚ ਦੇਖ ਲਿਓ, ਕਿਸੇ ਕਿਤੇ ਵੀ ਸੈਟਅਪ 'ਚ ਦੇਖ ਲਿਓ, ਔਖਾ ਸਮਾਂ ਜਦ ਲੰਘ ਜਾਂਦਾ ਫਿਰ ਇੰਪਲਾਈ ਟਿੱਡੀਆਂ ਪਪਲੀਹੇ ਲੱਗਣ ਲੱਗ ਜਾਂਦੇ ਨੇ ਵੀ ਅੱਛਾ ਨਹੀਂ ਇਹਦਾ ਐਂ ਹੀ ਹੁੰਦਾ ਹੈ। ਮਤਲਬ ਇਹ ਜ਼ਿੰਦਗੀ ਦਾ ਰੰਗ ਹੈ। ਟਾਇਰਾਂ ਟੂਰਾਂ ਦੀ ਗੱਲ ਜਦ ਯਾਦ ਆਉਂਦੀ ਹੈ ਫਿਰ ਹੁੰਦਾ ਵੀ ਯਾਰ ਕਿੰਨਾ ਔਖਾ ਸਮਾਂ ਜਿਹੜਾ ਸੀ। 45 ਡਿਗਰੀ ਟੈਂਪਰੇਚਰ 'ਤੇ ਲੁੱਕ ਪਿਘਲ ਜਾਣੀ। ਦੁਪਹਿਰੇ 10 ਤੋਂ ਲੈ ਕੇ ਆਥਣੇ 6 ਤੱਕ ਗੱਡੀਆਂ ਢਾਬਿਆਂ 'ਤੇ ਰੁਕ ਜਾਣੀਆਂ। ਕਿਹੜਾ ਏਸੀ ਲੱਗੇ ਹੁੰਦੇ ਸੀ? ਕੁਛ ਨਹੀਂ ਸੀ ਹੁੰਦਾ। ਗਰਮੀ ਦੇ ਵਿੱਚ ਤੇਲ ਬਾਲਿਸ਼ ਵਾਲਿਆਂ ਨੇ ਆ ਜਾਣਾ, ਉਹ ਕਹਿੰਦਾ ਸਿਰ 'ਚ ਸਾਈਏ ਬਹਿ ਜਾਓ ਸਰਦਾਰ ਜੀ ਥੱਲੇ, ਤੁਸੀਂ ਟਕ 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 ਉਹਨਾਂ ਨੇ ਤਾੜੀਆਂ ਸਿਰ 'ਚ ਵਜਾਈ ਜਾਣੀਆਂ। ਇਹ ਤਜਰਬੇ ਜਿਹੜੇ ਨੇ ਜ਼ਿੰਦਗੀ ਦੇ ਬੜੇ ਔਖੇ ਲੋਕਾਂ ਨੇ ਸਿੱਖੇ। ਘਰੋਂ ਬੇਘਰ ਹੋਏ, ਬਸ ਬੇੜੀਆਂ ਦੇ ਵਿੱਚੋਂ ਬ੍ਰਹਮਪੁੱਤਰ ਅਤੇ ਬੇੜੀਆਂ ਦੇ ਰਾਹੀਂ ਗੰਗਾ ਟੱਪਦੇ ਰਹੇ। ਅਤੇ ਜਦ ਗੁਹਾਟੀ ਗਏ ਬੇਲਤਾਲੇ 'ਚ ਜਾ ਕੇ ਸਰਦਾਰਾਂ ਨੇ ਡੇਰੇ ਲਾਏ ਅਤੇ ਉੱਥੋਂ ਕੋਲਾ ਆਉਣ ਲੱਗਿਆ। ਬ੍ਰਹਮਪੁੱਤਰ ਨੂੰ ਬੇੜੀਆਂ ਦੇ ਵਿੱਚ ਦੀ ਟਪਾਉਂਦੇ, ਛੋਟੇ ਪੁਲ 'ਤੇ ਡੰਡਾ ਮਰਸਰੀਆਂ ਕਿਵੇਂ ਟੱਪਦੀਆਂ। ਹਾਸੀ ਮਾਰੇ ਦੇ ਜੰਗਲਾਂ ਦੇ ਵਿੱਚ ਗੁਹਾਟੀ ਤੋਂ ਉਰਲੇ ਬੰਨੇ ਸਿਲੀਗੁੜੀ ਤੋਂ ਹਾਥੀ ਨੇ ਆ ਕੇ ਸੜਕ 'ਤੇ ਖੜ੍ਹ ਜਾਣਾ ਅਤੇ 15-15 ਘੰਟੇ ਗਣੇਸ਼ ਜੀ ਨੇ ਸਿਰ ਮਾਰੀ ਜਾਣੇ, ਨਾ ਅੱਗੇ ਜਾਣਾ ਨਾ ਪਿੱਛੇ ਜਾਣਾ, ਖੜ੍ਹੇ ਸਾਰੇ ਬਸ। ਪਰ ਫਿਰ ਜਦ 84 ਹੋਈ ਨਾ, ਜਦ ਉਹ ਕਹਿੰਦੇ ਵੀ ਤੁਸੀਂ ਅੱਛਾ ਤੁਸੀਂ ਕੋਲਾ ਢੋਣ ਵਾਲੇ ਹੋ, ਤੁਸੀਂ ਸਾਈਕਲ ਸਮਾਨ ਲੁਧਿਆਣੇ ਨੂੰ ਲਾਉਣ ਵਾਲੇ ਹੋ, ਆ ਜਾਓ ਉਰੇ ਨੂੰ, ਆ ਲਾਓ ਫੋਟੋਆਂ ਰੱਖੋ ਥੱਲੇ, ਤੁਸੀਂ ਕਿਵੇਂ ਲਾਈ ਫਿਰਦੇ ਹੋ ਫੋਟੋਆਂ। ਇਹ ਬਹੁਤ ਮਿਹਨਤਾਂ ਜਿਹੜੀਆਂ ਕੀਤੀਆਂ, ਬਹੁਤ ਸਰਦਾਰਾਂ ਨੇ ਆ ਕੇ ਜਦ ਗੱਡੀਆਂ 84 'ਚ ਪਿੰਡਾਂ 'ਚ ਖੜਾਈਆਂ, ਫਿਰਨੀਆਂ ਅਤੇ ਗੱਡੀਆਂ ਖੜ੍ਹਨ ਨੂੰ ਜਗ੍ਹਾ ਹੈ ਨਹੀਂ ਸੀ। ਕੋਈ ਸਮਾਂ ਸੀ ਜਾਂ 84 ਪੰਜਾਬ ਤੋਂ ਲੈ ਕੇ ਤੁਰਦੇ ਇੰਦੌਰ ਜਾ ਕੇ ਬਾਡੀਆਂ ਲਵਾਉਣ ਜਾਂਦੇ, 84 ਦੇ ਉੱਪਰ ਮੂੰਹ ਸਿਰ ਬੰਨ੍ਹ ਕੇ ਬਹਿ ਜਾਂਦੇ ਅਤੇ ਵਿੱਚ ਦੀ ਆਪਣੇ ਚੰਬਲ ਦੀ ਘਾਟੀ ਦੇ ਵਿੱਚ ਦੀ ਲੰਘਦੇ ਆਗਰੇ ਤੋਂ ਕਿੱਥੇ ਗਵਾਲੀਅਰ ਹੈ। ਸੋ ਇਹ ਜਿਹੜਾ ਸਮਾਂ ਬਹੁਤ ਔਖਾ ਕੱਢਿਆ। ਚਾਹੇ 12 ਵਸਾਈਆਂ, ਚਾਹੇ ਤਰਾਈ ਦਾ ਇਲਾਕਾ ਵਸਾਇਆ, ਕਿਤੇ ਥੋੜ੍ਹਾ ਕੀਤਾ ਯਾਰ। ਪਰ ਬੜਾਂਗਾ ਜਦ ਹੋਇਆ ਨਾ ਫਿਰ ਕਿਰਸ ਨਹੀਂ ਕੀਤੀ। ਕਦੇ ਕਦੇ ਉਹ ਜ਼ਿੰਦਗੀ ਯਾਦ ਆਉਂਦੀ ਆ, ਫਿਰ ਗੱਲਾਂ ਕਰਨ ਨੂੰ ਬਹੁਤ ਜੀ ਕਰਦਾ। ਡੇਵਿਡਵਾ ਸਾਹਿਬ ਨਾਲ ਨੇ, ਉੱਧਰ ਨੂੰ ਤੁਰਦਾ। BC ਟਾਇਰਸ ਅਤੇ ਕ੍ਰੋਮਪਟਨ ਏਅਰ 604 856 41 31 31 31 276 ਸਟਰੀਟ। ਵੇਖਿਆ ਬਹੁਤ ਕੁਝ ਹੈ, ਚਾਹੇ ਕੀਤਾ ਘੱਟ ਹੈ। ਜ਼ਿੰਦਗੀ ਫਿਲਮ ਦੇ ਵਾਂਗੂ ਬਹੁਤ ਲੰਘੀ। ਹਰ ਸਾਲ ਨਵਾਂ ਮੋੜ, ਹਰ ਸਾਲ ਨਵਾਂ ਮੋੜ। ਬਹੁਤ ਕੁਝ ਸਿਖਾਇਆ ਜ਼ਿੰਦਗੀ ਨੇ। ਸਿਰੇ ਲੱਗ ਗਈ ਕਹਾਣੀ, ਫੇਲ ਕਰਤੇ ਸਾਰੇ ਇੱਧਰ ਉੱਧਰ ਵਾਲੇ, ਅਤੇ ਹੁਣ ਉੱਧਰ ਵੱਲ ਨੂੰ ਨਹੀਂ ਝਾਕਣ ਦੀ ਲੋੜ। ਆ ਦੇਵ ਬ੍ਰਦਰਜ਼ ਦੀ ਤੁਸੀਂ ਗੱਲਬਾਤ ਸੁਣ ਕੇ ਹਟਿਓ। ਇਸ ਵਾਰ ਲੱਗਿਆ ਸੀ ਕੋਟਕਪੂਰੇ ਗੇੜਾ, ਧਰਮ ਨਾਲ ਕੀਲਾ ਹੀ ਬਗਲਿਆ ਹੋਇਆ, ਉੱਪਰ ਨੂੰ 4 ਮੰਜ਼ਲਾ, ਐਡਾ ਕੰਮ ਹੈ ਤਕੜਾ। ਅਤੇ ਸਰਦਾਰ ਡਿਵਡਵਾ ਮੇਰੇ ਨਾਲ ਨੇ, ਸਿੱਖ ਸੰਘਰਸ਼ ਦੇ ਪਾਂਧੀ। ਗੱਲਬਾਤ ਕਰਦੇ ਹਾਂ। ਡਿਵਡਵਾ ਸਾਹਿਬ ਸਵਾਗਤ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ ਸਾਹਿਬ ਧੰਨਵਾਦ ਦਿਲ ਦੀਆਂ ਗਹਿਰਾਈਆਂ ਤੋਂ। ਫਿਰ ਅੱਧੀ ਰਾਤ ਦਾ ਸਮਾਂ, ਡਿਵਡਵੇ ਪਿੰਡ 'ਚ ਤੁਸੀਂ ਸਾਡੇ ਨਾਲ ਗੱਲਬਾਤ ਕਰ ਰਹੇ ਹੋ। 1987 'ਤੇ ਪਿਛਲੀ ਗੱਲ ਛੱਡੀ ਸੀ, ਅਤੇ ਇੱਥੋਂ ਹੁਣ ਆਪਾਂ ਮਾਨ ਸਾਹਿਬ ਜੇਲ੍ਹ ਦੇ ਵਿੱਚ ਨੇ, ਅਤੇ 87 ਤੋਂ 99 ਦੀਆਂ ਇਲੈਕਸ਼ਨਾਂ ਦੇ ਸਫ਼ਰ ਵੱਲ ਨੂੰ ਆਪਾਂ ਤੁਰਨਾ ਜੀ। ਕਿਹੋ ਜਿਹਾ ਮਹਾਜ ਬਣਿਆ, ਕਿਵੇਂ ਕਿਵੇਂ ਤਿਆਰੀਆਂ ਹੋਈਆਂ। ਤੁਹਾਡਾ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਥੱਲੇ ਉਹਨਾਂ ਨੇ ਚੋਣਾਂ ਲੜੀਆਂ, ਅਤੇ ਉਹਨਾਂ ਦਾ ਜਿੱਤਣ ਦੇ ਲਈ ਜਿਹੜੀ ਕੈਂਪੇਨ ਕੀਤੀ, ਉਹਦੇ ਬਾਰੇ ਆਪਾਂ ਗੱਲ ਕਰਨੀ ਹੈ ਜੀ। 87 ਤੋਂ ਫਿਰ ਜਿਹੜੀਆਂ ਪੰਜਾਬ ਦੇ ਵਿੱਚ ਸਿੱਖ ਸੰਘਰਸ਼, ਜਿਹੜਾ ਹਥਿਆਰਬੰਦ ਸੰਘਰਸ਼ ਮਗਿਆ ਹੋਇਆ, ਅਤੇ ਚੋਣਾਂ ਜਿਹੜੀਆਂ 99 'ਚ ਉਹਨਾਂ ਨੇ ਕਰਾਈਆਂ, ਉਹਦੇ ਪਿੱਛੇ ਫਿਰ ਕੀ ਸੈਂਟਰ ਦੀ ਸੋਚ ਸੀ ਜੀ? ਸੈਂਟਰ ਜੀ ਜਿਹੜੇ ਸ਼ੁਰੂ ਤੋਂ ਹੀ, ਜਿਵੇਂ 1984 ਤੋਂ ਬਾਅਦ ਜਿਹੜੀ ਵੀ ਸਰਕਾਰ ਆਈ, ਉਹਦਾ ਸੀ ਵੀ ਪੰਜਾਬ ਦੇ ਵਿੱਚ ਕਿਵੇਂ ਜਿਹੜੀ ਹੈ
ਮੁੜ ਸ਼ਾਂਤੀ ਬਹਾਲ ਹੋਵੇ ਤੇ ਪੰਜਾਬ ਕਿਵੇਂ ਫਿਰ ਇਸ ਦੇਸ਼ ਦਾ ਹਿੱਸਾ ਬਣਿਆ ਰਹੇ ਤੇ ਸਿੱਖਾਂ ਨੂੰ ਕਿਵੇਂ ਤੇ ਇੱਕ ਤਰ੍ਹਾਂ ਨਾਲ ਯਕੀਨ ਦਿਵਾਇਆ ਜਾਵੇ ਕਿ ਤੁਸੀਂ ਵੀ ਇਸ ਦੇਸ਼ ਦੇ ਵਾਸੀ ਹੋ ਔਰ ਸ਼ਹਿਰੀ ਹੋ। ਤੇ ਉਹਦੇ ਲਈ ਇੱਕੋ ਇੱਕ ਸੀਗਾ ਕਿ ਉਹਨੂੰ ਨੋਰਮਲ ਕਰਨ ਵਾਸਤੇ ਉੱਥੇ ਜਿਹੜਾ ਰਾਜ ਪ੍ਰਬੰਧ ਹੈ ਜਿਹੜਾ ਉਹਨੂੰ ਠੀਕ ਤਰੀਕੇ ਨਾਲ ਚਲਾਇਆ ਜਾਵੇ, ਜਿਵੇਂ ਦੂਸਰੀਆਂ ਸਟੇਟਾਂ ਵਿੱਚ ਚੋਣਾਂ ਹੁੰਦੀਆਂ ਪੰਜਾਬ 'ਚ ਵੀ ਰੈਗੂਲਰ ਚੋਣਾਂ ਹੋਣ। ਜਿਹੜੀ ਇਹਨੂੰ ਡਿਸਟਰਬ ਸਟੇਟ ਦਾ ਜਿਹੜਾ ਇਹਨੂੰ ਦਰਜਾ ਦੇ ਰੱਖਿਆ ਸੀਗਾ, ਉਹ ਜਿੰਨਾ ਚਿਰ ਚੋਣਾਂ ਨਹੀਂ ਸੀ ਹੁੰਦੀਆਂ ਉਹਨਾਂ ਚਿਰ ਇਹ ਉਹਦੇ 'ਚੋਂ ਬਾਹਰ ਨਹੀਂ ਸੀ, ਕਿਉਂਕਿ ਜਿੰਨਾ ਚਿਰ ਆਮ ਲੋਕਾਂ ਦੀ ਹਿੱਸੇਦਾਰੀ ਨਹੀਂ ਹੁੰਦੀ ਚੋਣਾਂ ਤੋਂ ਬਗੈਰ ਕਿਸੇ ਹੋਰ ਈਵੈਂਟ 'ਚ ਹੋ ਨਹੀਂ ਸਕਦੀ। ਇਸ ਲਈ ਹਰ ਸਰਕਾਰ ਦਾ ਇਹ ਰਿਹਾ ਰਾਤੀ ਤੋਂ ਬਾਅਦ ਰਾਜੀਵ ਗਾਂਧੀ ਦਾ ਜਿਹੜਾ ਲੋਂਗੋਵਾਲ ਕਾਰਡ ਦੇ ਪਿੱਛੇ ਵੀ ਇਹੀ ਮੰਤਵ ਸੀਗਾ ਜੀ। ਤੇ 1999 ਆਉਂਦਿਆਂ ਇਹ ਰੈਗੂਲਰ ਹੀ ਗੱਲ ਚੱਲਦੀ ਰਹੀ ਕਿ ਪੰਜਾਬ ਨੂੰ ਨੋਰਮਲ ਕਿਵੇਂ ਕੀਤਾ ਜਾਵੇ ਔਰ ਸਿੱਖਾਂ ਨੂੰ ਮੇਨ ਸਟ੍ਰੀਮ ਵਿੱਚ ਕਿਵੇਂ ਲਿਆਂਦਾ ਜਾਵੇ। ਔਰ ਇਸ ਲਈ ਉਹਨਾਂ ਕੋਲ ਇੱਕੋ ਇੱਕ ਸੀਗਾ ਤਰੀਕਾ ਕਿ ਚੋਣਾਂ ਦੇ ਪ੍ਰੋਸੈਸ ਵਿੱਚੋਂ ਪੰਜਾਬ ਨੂੰ ਲੰਘਾਇਆ ਜਾਵੇ ਤਾਂ ਕਿ ਦੁਨੀਆ ਦੇ ਸਾਹਮਣੇ ਵੀ ਇਹ ਇੱਕ ਰੱਖੀ ਜਾ ਸਕੇ ਗੱਲ ਕਿ ਦੇਖੋ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਆ ਉਹ ਲੋਕਾਂ ਦੀ ਚੁਣੀ ਹੋਈ ਆ, ਲੋਕਾਂ ਨੇ ਆਪ ਸਰਕਾਰ ਚੁਣੀ ਆ, ਲੋਕ ਆਪ ਸਰਕਾਰ ਚਲਾਉਂਦੇ ਨੇ। ਇਹ ਤਜਰਬਾ ਉਹਨਾਂ ਨੇ 1985 ਬਰਨਾਲੇ ਵਾਲੀ ਸਰਕਾਰ ਵਾਲਾ ਕਰਕੇ ਦੇਖ ਵੀ ਲਿਆ ਸੀਗਾ। ਪਰ 1987 ਆਉਂਦਿਆਂ ਜਿਹੜਾ ਸੀਗਾ ਉਹ ਬਹੁਤ ਜ਼ਿਆਦਾ ਡਿਸਟਰਬੈਂਸ ਸੀਗੀ, ਮੂਵਮੈਂਟ ਬਹੁਤ ਜ਼ਿਆਦਾ ਜਿਹੜੀ ਸੀਗੀ ਉਹ ਵੱਧ ਚੁੱਕੀ ਸੀ, ਹਥਿਆਰਬੰਦ ਹੜਕੋ ਮੂਵਮੈਂਟ ਸੀਗੀ। ਔਰ ਇਸ ਨੂੰ ਫਿਰ ਨੋਰਮਲਾਈਜ਼ ਕਰਨ ਵਾਸਤੇ ਜਿਹੜਾ ਉਹਨਾਂ ਨੇ ਸੀਗਾ ਵੀ ਫਿਰ ਕੀ ਕੀਤਾ ਜਾਵੇ, ਤੇ ਉਦੋਂ ਉਹਨਾਂ ਨੇ ਫਿਰ ਜਿਹੜੇ ਸਾਡੇ 1986 'ਚ ਜਿਹੜਾ ਹੋਇਆ ਸੀ ਸਰਬੱਤ ਖਾਲਸਾ ਜੀ, ਉਹਨਾਂ 'ਚ ਜਿਹੜੇ ਜਥੇਦਾਰ ਚੁਣੇ ਹੋਏ ਸੀਗੇ ਤਖਤਾਂ ਦੇ ਉਹਨਾਂ ਨੂੰ ਉਹਨਾਂ ਨੇ ਇਨਵੋਲਵ ਕੀਤਾ, ਲੈ ਕੇ ਦਿੱਲੀ, ਹਾਂਜੀ ਦਿੱਲੀ ਲੈ ਕੇ ਉਹਨਾਂ ਨੂੰ ਉਹਨਾਂ ਨਾਲ ਜਾ ਕੇ ਬਹਿ ਕੇ ਗੱਲਬਾਤ ਕੀਤੀ ਵੀ ਤੁਹਾਨੂੰ ਸਰਬੱਤ ਖਾਲਸਾ ਨੇ ਚੁਣਿਆ, ਤੁਸੀਂ ਉਹਨਾਂ ਦੇ ਨੁਮਾਇੰਦੇ ਹੋ ਜਿਹੜੀਆਂ ਲੜਨ ਵਾਲੀਆਂ ਧਿਰਾਂ, ਤੁਸੀਂ ਦੱਸੋ ਵੀ ਇਹ ਕਿਵੇਂ ਹੋ ਸਕਦਾ। ਤੇ ਉਹਨਾਂ ਨੂੰ ਮਤਲਬ ਪ੍ਰੇਰਨਾ ਦੇਣ ਵਾਸਤੇ ਪ੍ਰੇਰਿਆ ਵੀ ਤੁਸੀਂ ਕਰੋ ਔਰ ਉਹਨਾਂ ਨੂੰ ਕਰਾਇਆ ਵੀ ਜੇ ਤੁਸੀਂ ਸਾਡੇ ਨਾਲ ਨਹੀਂ ਕੰਮ ਕਰੋਗੇ ਤੇ ਫਿਰ ਜਿਹੜੇ ਅੱਗੇ ਪਹਿਲਾਂ ਜੇਲ੍ਹਾਂ 'ਚ ਬੈਠੇ ਆ ਤੇ ਫਿਰ ਤੁਸੀਂ ਵੀ ਚਲੋ ਜੇਲ੍ਹਾਂ, ਤੁਸੀਂ ਵੀ ਉੱਥੇ ਜਾਓਗੇ ਤੁਹਾਨੂੰ ਜੇਲ੍ਹਾਂ। ਤੇ ਉਹ ਫਿਰ ਜਥੇਦਾਰਾਂ ਨੇ ਕਿਹਾ ਵੀ ਜੇਲ੍ਹਾਂ 'ਚ ਜਾਣ ਤੋਂ ਜੇ ਆਪਾਂ ਕਹੀਏ ਵੀ ਡਰ ਗਏ ਜਾਂ ਮਤਲਬ ਟਾਲਾ ਵੱਟ ਗਏ ਜਾਂ ਉਹਨਾਂ ਨੇ ਕੀ ਸੋਚ ਕੇ ਉਹਨਾਂ ਨੇ ਕਿਹਾ ਜੀ ਅਸੀਂ ਨੋਰਮਲਾਈਜ਼ ਕਿਵੇਂ ਕਰ ਸਕਦੇ ਹਾਂ, ਸਾਡੇ ਤੁਸੀਂ ਬੰਦੇ ਜਿਹੜੇ ਬਾਕੀ ਦੇ ਜਿਨ੍ਹਾਂ 'ਚ ਸਾਡੇ ਰਿਹਾ ਨਹੀਂ ਹੁੰਦੇ ਉਹਨਾਂ 'ਚ ਨੋਰਮਲਾਈਜ਼ ਨਹੀਂ ਹੋ ਸਕਦਾ। ਤੇ ਉਹਨਾਂ ਦੀ ਸ਼ਰਤ ਸੀਗੀ ਵੀ ਤੁਸੀਂ ਜਸਬੀਰ ਸਿੰਘ ਰੋਡੇ ਨੂੰ ਰਿਹਾ ਕਰੋ, ਇਹ ਅਕਾਲ ਤਖਤ ਦੇ ਜਥੇਦਾਰ ਨੇ। ਅੱਛਾ। ਔਰ ਨੌਜਵਾਨਾਂ ਵਿੱਚ ਕਾਟੂ ਸਫਾਂ ਦੇ ਵਿੱਚ ਇਹਨਾਂ ਦਾ ਮਾਣ ਸਤਿਕਾਰ ਵੀ ਹੈਗਾ ਤੇ ਇਹ ਜੇ ਪੰਜਾਬ ਵਿੱਚ ਜਾਣਗੇ ਤੇ ਫਿਰ ਹੋ ਸਕਦਾ ਵੀ ਹਾਲਾਤ ਜਿਹੜੇ ਨੋਰਮਲਾਈਜ਼ ਹੋ ਜਾਣ। ਤੇ ਉਹ ਹੁਣ ਭਾਈ ਜਸਵੀਰ ਸਿੰਘ ਬਾਹਰ ਆਉਣ ਲਈ ਰਾਜੀ ਨਹੀਂ ਸੀਗੇ। ਅੱਛਾ। ਉਹ ਕਹਿੰਦੇ ਸੀ ਵੀ ਮੈਂ ਇਹਨਾਂ ਹਾਲਾਤਾਂ ਦੇ ਵਿੱਚ ਬਾਹਰ ਜਾ ਕੇ ਕੀ ਕਰੂੰਗਾ ਜਦੋਂ ਚਾਰ ਚਫੇਰ ਤੇ ਅੱਗ ਵਰਦੀ ਹੈ ਤੇ ਕੌਣ ਕਿਸੇ ਦੀ ਸੁਣਦਾ ਹੈ। ਹਾਂਜੀ। ਤੇ ਫਿਰ ਇਹਨਾਂ ਜਥੇਦਾਰਾਂ ਨੂੰ ਉਹਨਾਂ ਨੇ ਕਿਹਾ ਵੀ ਜਾਂ ਤਾਂ ਇਹਨੂੰ ਮਨਾ ਲਓ, ਮਨਾ ਕੇ ਇਹਨੂੰ ਬਾਹਰ ਲੈ ਜਾਓ ਤੇ ਜਾਂ ਫਿਰ ਤੁਸੀਂ ਇਹਦੇ ਨਾਲ ਅੰਦਰ ਚਲੇ ਤਿਆਰੀ ਕਰ ਲਓ। ਨਹੀਂ ਤਿਆਰੀ ਕਰ ਲਓ, ਫੈਸਲਾ ਤੁਹਾਡਾ ਹੈ। ਜੇ ਇਹਨੂੰ ਬਾਹਰ ਲਿਜਾ ਸਕਦੇ ਆ ਤੇ ਬਾਹਰ ਨੂੰ ਤੁਰ ਦਿਓ, ਜੇ ਇਹ ਬਾਹਰ ਇਹਨੂੰ ਬਾਹਰ ਨਹੀਂ ਲਿਜਾ ਸਕਦੇ ਫਿਰ ਅੰਦਰ ਵੀ ਤਿਆਰੀ। ਉਹਨਾਂ ਫਿਰ ਭਾਈ ਜਸਵੀਰ ਸਿੰਘ ਨਾਲ ਮੁਲਾਕਾਤ ਕਰਕੇ ਭਾਈ ਜਸਵੀਰ ਸਿੰਘ ਨੂੰ ਉਹਨਾਂ ਨੇ ਮਨਾਇਆ ਇਸ ਗੱਲ ਲਈ, ਉਹਨਾਂ ਨੂੰ ਕਿਹਾ ਵੀ ਜਿਹੜੇ ਬਾਹਰ ਜਿਹੜੀਆਂ ਮੂਵਮੈਂਟਸ ਲੜ ਰਹੀਆਂ ਜਿਹੜੀਆਂ ਧਿਰਾਂ ਉਹ ਸਾਰੀਆਂ ਤੁਹਾਡਾ ਸਤਿਕਾਰ ਕਰਦੀਆਂ ਤੇ ਤੁਸੀਂ ਜਿਵੇਂ ਕਹੋਗੇ ਉਸ ਤਰੀਕੇ ਨਾਲ ਉਹ ਗੱਲਬਾਤ ਕਰਨਗੇ ਔਰ ਤੁਹਾਡੇ ਅੰਡਰ ਚੱਲਣਗੇ ਉਹ ਸਾਰੇ, ਤੇ ਤੁਸੀਂ ਜਿਸ ਤਰ੍ਹਾਂ ਵੀ ਮੂਵਮੈਂਟ ਨੂੰ ਚਲਾਉਣਾ ਚਾਹੋ, ਜੋ ਵੀ ਤੁਹਾਡੀ ਗੱਲਬਾਤ ਸਾਰੇ ਤੁਹਾਡਾ ਸਤਿਕਾਰ ਕਰ। ਇਸ ਤਰ੍ਹਾਂ ਦੀ ਗੱਲ ਕਰਕੇ ਭਾਈ ਜਸਵੀਰ ਸਿੰਘ ਨੂੰ ਬਾਹਰ ਲਿਆਂਦਾ। ਤੇ ਕਦ ਉਹਨਾਂ ਦੀ ਰਿਹਾਈ ਹੋਈ ਜੀ? ਇਹ 1987 ਚ ਹੋਈ ਜੀ, ਮਤਲਬ ਮਾਰਚ ਦੇ ਵਿੱਚ। ਅੱਛਾ ਜੀ। ਰਿਹਾਈ 8 ਮਾਰਚ ਨੂੰ ਉਹਨਾਂ ਦੀ ਤਾਜਪੋਸ਼ੀ ਹੋਈ ਸੀ ਅੰਮ੍ਰਿਤਸਰ ਸਾਹਿਬ। ਅੱਛਾ ਜੀ। ਤੇ ਕਿਉਂਕਿ ਖਾਲਸਾ ਦੇ ਜਥੇਦਾਰ ਸਰਬੱਤ ਖਾਲਸਾ ਨੇ ਚੁਣ ਲਿਆ ਸੀ ਭਾਵੇਂ, ਪਰ ਜਿੰਨਾ ਚਿਰ ਅਕਾਲ ਤਖਤ ਸਾਹਿਬ ਤੇ ਉਹਨਾਂ ਨੂੰ ਨਹੀਂ ਸੀ ਸਰੋਪਾ ਮਿਲਦਾ ਉਹਨਾਂ ਚਿਰ। ਅੱਛਾ ਜੀ। ਫਿਰ ਜਦ ਇਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਣ ਗਏ ਫਿਰ ਤੁਸੀਂ ਉਸ ਤੋਂ ਬਾਅਦ ਬਾਬਾ ਜੋਗਿੰਦਰ ਸਿੰਘ ਜੀ ਸਲੋ ਡਾਊਨ ਹੋ ਕੇ ਘਰੇ ਬਹਿ ਗਏ ਤੇ ਤੁਸੀਂ ਇਹਨਾਂ ਦੇ ਨਾਲ ਜੁੜ ਗਏ ਜਸਵੀਰ ਸਿੰਘ ਉਹਨਾਂ ਦੇ?
ਹਾਂਜੀ ਇਹ ਵੀ ਹੋਇਆ ਨਾ, ਜਿੱਦਣ ਜਿਸ ਭਾਈ ਜਸਵੀਰ ਸਿੰਘ ਉਹਨਾਂ ਦੀ ਤਾਜਪੋਸ਼ੀ ਸੀ, ਮੈਂ ਵੀ ਯੂਪੀ ਤੋਂ ਗਿਆ ਫਿਰ ਹੂੰ ਮਿਲਣ ਵਾਸਤੇ ਇਹਨਾਂ ਨੂੰ, ਆਪਣੇ ਸਟੇਟ ਦੇ ਵੱਲੋਂ ਵੀ ਰਿਪਰੈਜ਼ੈਂਟ ਕੀਤਾ ਮੈਂ ਉਹਨਾਂ ਨੂੰ। ਹੂੰ ਤੇ ਸ਼ਾਮ ਨੂੰ ਸਭ ਲੋਕ ਜਦੋਂ ਘਰੋਂ ਘਰੀ ਜਾਣ ਲੱਗੇ ਤੇ ਮੈਂ ਵੀ ਕਿਹਾ ਬਾਬਾ ਜੀ, ਮੈਂ ਕਿਹਾ ਵੀ ਮੈਂ ਵੀ ਹੁਣ ਇੱਕ ਦਿਨ ਵਾਸਤੇ ਆਇਆ ਸੀ, ਕਿਉਂਕਿ ਮੂਵਮੈਂਟ ਲਗਭਗ ਯੂਪੀ ਵੱਲ ਨੂੰ ਵੀ ਸ਼ਿਫਟ ਹੋ ਰਹੀ ਅੱਛਾ ਜੀ ਪੰਜਾਬ ਨੂੰ। ਹੂੰ ਤੇ ਇੱਥੇ ਵੀ ਬਹੁਤ ਜ਼ਿਆਦਾ ਸੀਗਾ, ਮਤਲਬ ਵੀ ਹਰ ਵੇਲੇ ਲੋਕਾਂ ਦੇ ਘਰਾਂ ਵਿੱਚ ਪੁਲਿਸ ਦਾ ਜਾਣਾ ਔਰ ਲੋਕਾਂ ਦੇ ਤਸ਼ੱਦਦ ਹੋਣਾ। ਹੂੰ ਇੱਥੇ ਵੀ ਫਿਰ ਸਾਨੂੰ ਜਿਹੜੇ, ਕਿਉਂਕਿ ਮੈਂ ਮਾਨ ਅਕਾਲੀ ਦਲ ਦਾ ਮਤਲਬ ਸੰਯੁਕਤ ਅਕਾਲੀ ਦਲ ਦਾ ਪ੍ਰੈਜ਼ੀਡੈਂਟ ਸੀ ਯੂਪੀ ਦਾ, ਹੂੰ ਹੂੰ ਤੇ ਮੇਰੀਆਂ ਜ਼ਿੰਮੇਵਾਰੀਆਂ ਇੱਥੇ ਵੀ ਸੀਗੀਆਂ ਕਾਫੀ। ਪਰ ਬਾਬਾ ਜੀ ਨੇ ਕਿਹਾ ਵੀ ਨਹੀਂ ਬਈ, ਤੂੰ ਵਾਪਸ ਨਹੀਂ ਜਾਣਾ। ਜਸਵੀਰ ਸਿੰਘ ਨੂੰ ਕੁਛ ਨਹੀਂ ਪਤਾ ਵੀ ਪੰਜਾਬ ਦੀ ਪੋਲਿਟਿਕਸ ਇਸ ਵੇਲੇ ਕਿਸ ਮੁਕਾਮ ਤੇ ਖੜੀ ਹੈ, ਹੂੰ ਤੇ ਕੌਣ ਪੰਜਾਬ ਦੇ ਵਿੱਚ ਸਾਡਾ ਦੋਸਤ ਹੈ, ਕੌਣ ਸਾਡਾ ਦੁਸ਼ਮਣ ਹੈ। ਹੂੰ ਤੇ ਇੱਥੇ ਤੇਰੀ ਜ਼ਿੰਮੇਵਾਰੀ ਹੈ ਭਾਈ ਜਸਵੀਰ ਸਿੰਘ ਦੇ ਨਾਲ ਰਹਿਣ, ਅੱਛਾ ਜੀ ਤੇ ਤੁਸੀਂ ਇੱਥੇ ਰਹੋ। ਤੇ ਮੈਂ ਹੁਣ ਜਦੋਂ ਬਾਬਾ ਜੀ ਨੇ ਇੱਕ ਤਰ੍ਹਾਂ ਦਾ ਹੁਕਮ ਹੀ ਸੁਣਾਤਾ, ਜੀ ਤੇ ਮੇਰੇ ਲਈ, ਮੇਰੇ ਮਨ 'ਚ, ਮੈਂ ਤਾਂ ਸ਼ੁਰੂ ਤੋਂ ਹੀ ਬਾਬਾ ਜੀ ਦੇ ਨਾਲ ਸੀਗਾ, ਬਿਲਕੁਲ ਸਾਰੇ ਮੈਂ ਨਾ ਨਹੀਂ ਸੀ ਕਰ ਸਕਦਾ ਵੀ ਨਹੀਂ ਜੀ ਮੈਂ ਵਾਪਸ ਕਰੇਗਾ। ਤੇ ਮੈਂ ਫਿਰ ਠੀਕ ਹੈ ਜੀ, ਮੈਂ ਫਿਰ 7 ਮਹੀਨੇ ਰਹਿ ਗਿਆ ਜੀ। ਤੇ ਭਾਈ ਜਸਵੀਰ ਸਿੰਘ ਨਾਲ ਫਿਰ 4 PA ਮੇਰੀ ਜਿਹੜੀਆਂ ਸੇਵਾਵਾਂ ਸ਼ੁਰੂ ਹੋਈਆਂ। ਅੱਛਾ, ਜਿਹੜਾ ਫਿਰ ਉਹਨਾਂ ਦੀ ਜ਼ਿੰਦਗੀ ਨੂੰ ਨੇੜੇ ਤੁਸੀਂ ਵੇਖਿਆ, ਉਹਨਾਂ ਦਾ ਮੁਲਾਂਕਣ ਫਿਰ ਕਿਤਾਬ ਦੇ ਵਿੱਚ ਬਹੁਤ ਤੁਸੀਂ ਕੀਤਾ, ਫਿਰ ਕੀ ਮਹਿਸੂਸ ਕੀਤਾ ਤੇ ਭਾਈ ਜਸਵੀਰ ਸਿੰਘ ਕੀ ਕਰਦੇ ਰਹੇ ਪੰਜਾਬ ਦੇ ਵਿੱਚ, ਉਸ ਨੂੰ ਮਾੜਾ ਜਿਹਾ ਸਨਮੁਖ ਕਰਿਓ। ਫਸਟ ਹੈਂਡ ਇਨਫੋਰਮੇਸ਼ਨ ਹੈ ਤੁਹਾਡੀ। ਦੇਖੋ ਜੀ, ਜਿਸ ਤਰ੍ਹਾਂ ਦੀ ਪੰਜਾਬ ਦੀ ਪੋਲਿਟਿਕਸ ਹੈ, ਜਿਸ ਤਰ੍ਹਾਂ ਦੀ ਹੁਣ ਉਸ ਦੌਰ ਤੋਂ ਬਾਅਦ ਲੰਘ ਕੇ ਵੀ ਹੋਣ ਵਾਲੇ ਦੌਰ 'ਚ ਵੀ ਜੋ ਕੁਛ ਮੈਂ ਮਹਿਸੂਸ ਕੀਤਾ ਕਿ ਪੰਜਾਬ ਦੀ ਪੋਲਿਟਿਕਸ ਇੰਨੀ ਗੁੰਝਲਦਾਰ ਹੈ ਕਿ ਕੋਈ ਬਹੁਤ ਵੱਡਾ ਸ਼ਰੂਡ ਪੋਲੀਟੀਸ਼ੀਅਨ ਹੀ ਮਤਲਬ ਉੱਥੇ ਪੋਲਿਟਿਕਸ ਕਰ, ਜੇ ਆਮ ਆਦਮੀ ਕਹੇ ਕਿ ਮੈਂ ਪੰਜਾਬ ਦੀ ਪੋਲਿਟਿਕਸ ਨੂੰ ਹੈਂਡਲ ਕਰ ਲੂੰਗਾ ਤੇ ਉਹਦੇ ਵੱਸ ਦੀ ਗੱਲ ਨਹੀਂ। ਕਿਉਂਕਿ ਜਿਹੜੇ ਆ ਹੁਣ ਕਾਗ ਸਿਆਸਤਦਾਨ ਨੇ, ਜਿਹੜੇ ਹੁਣ ਤੁਸੀਂ ਅੱਜ ਵੇਖ ਲਓ ਵੀ ਬੇਸ਼ੱਕ ਲੋਕਾਂ ਨੇ ਪੰਜਾਬ 'ਚ ਬਾਦਲਾਂ ਨੂੰ ਰੱਦ ਕਰ ਦਿੱਤਾ, ਪਰ ਅਜੇ ਤੱਕ ਨਵੇਂ ਕਿਸੇ ਦੇ ਪੈਰ ਨਹੀਂ ਲੱਗਣ ਦਿੰਦੇ। ਕੋਈ ਮਤਲਬ ਕਿਸੇ ਬੰਨਿਓ ਕੋਈ ਅਕਾਲੀ ਦਲ ਦੀ ਨਹੀਂ ਬਣ ਰਹੀ ਗੱਲ ਕਿਸੇ ਤਰ੍ਹਾਂ, ਕੋਈ ਇਹੋ ਜਿਹਾ ਚਿਹਰਾ ਨਹੀਂ ਅੱਗੇ ਰਿਹਾ। ਭਾਈ ਜਸਵੀਰ ਸਿੰਘ ਤਾਂ ਬਿਲਕੁਲ ਨੌ ਸਿੱਖਿਆ ਬੰਦਾ ਸੀਗਾ, ਜਿਹਨੂੰ ਪੰਜਾਬ ਦੀ ਪੋਲਿਟਿਕਸ ਬਾਰੇ ਕੁਛ ਵੀ ਨਹੀਂ ਸੀ ਪਤਾ, ਤੇ ਨਾ ਕੋਈ ਪੋਲਿਟਿਕਸ ਦਾ ਇਹਨਾਂ ਦਾ ਆਪਣਾ ਤਜਰਬਾ ਸੀਗਾ। ਇੱਕ ਤਾਂ ਫਿਰ ਇਹਨਾਂ ਕੋਲ ਇੱਕੋ ਹੀ ਸੀਗਾ ਵੀ ਲੋਕਾਂ ਨੂੰ ਮਿਲਣ ਤੋਂ ਬਾਅਦ ਲੋਕਾਂ ਦੇ ਜਿਹੜੇ ਵਿਊ ਲੈਣੇ ਔਰ ਉਸ ਤੋਂ ਬਾਅਦ ਆਪਣੇ ਵਿਊ ਦੇਣੇ, ਔਰ ਇਸ ਤਰ੍ਹਾਂ ਦਾ ਇੱਕ ਮਤਲਬ ਸੀਗਾ ਸਿਲਸਿਲਾ। ਤੇ ਇੱਕ ਮਤਲਬ ਜਿਹੜਾ ਇਹਨਾਂ ਨੂੰ ਉਹ ਜਥੇਦਾਰ ਜਿਹੜੇ ਇਹਨਾਂ ਨੂੰ ਬਾਹਰ ਲਿਆਉਣ ਤੋਂ ਬਾਅਦ ਜਿਹੜਾ ਅੰਦਰ ਇਹਨਾਂ ਨੂੰ ਕਹਿ ਕੇ ਲਿਆਏ ਸੀਗੇ ਵੀ ਬਾਹਰ ਸਭ ਤੁਹਾਡੀ ਗੱਲ ਮੰਨਣਗੇ, ਸਾਰੇ ਤੁਹਾਡਾ ਸਤਿਕਾਰ ਕਰਦੇ ਆ, ਉਹ ਤੇ ਬਾਹਰ ਆਉਂਦਿਆਂ ਹੀ ਟੁੱਟ ਗਿਆ ਕੰਮ। ਬਾਹਰ ਆਉਂਦਿਆਂ ਹੀ ਇਹਨਾਂ ਦੇ ਖਿਲਾਫ ਸਟੇਟਮੈਂਟਾਂ ਆਉਣੀਆਂ ਸ਼ੁਰੂ ਹੋ ਗਈਆਂ ਵੀ ਇਹ ਸਰਕਾਰ ਨਾਲ ਰਲ ਕੇ ਬਾਹਰ ਆਏ ਆ ਜੀ, ਇਹ ਆਏ ਆ ਜੀ, ਇਹਨੂੰ ਹਵਾਈ ਜਹਾਜ਼ ਤੇ ਕਿਉਂ ਲਿਆਂਦਾ ਗਿਆ ਜੀ, ਇਹਦਾ ਸੁਧਾਰ ਚੱਕਰ ਰਹੇ ਨੇ, ਗਵਰਨਰ ਨੇ ਇੱਥੇ ਸਵਾਗਤ ਕੀਤਾ ਜੀ ਏਅਰਪੋਰਟ ਤੇ। ਮਤਲਬ ਇਹ ਸਾਰੀਆਂ ਕਹਾਣੀਆਂ ਨਾਲ ਦੀ ਨਾਲ ਹੀ ਅਖਬਾਰਾਂ 'ਚ ਆ ਕੇ, ਤੇ ਮਤਲਬ ਇੱਕ ਬੰਦੇ ਨੂੰ ਜਿਵੇਂ ਖੜੇ ਹੁੰਦਿਆਂ ਹੀ ਕਿਸੇ ਨੂੰ ਤੁਸੀਂ ਡਿਮੋਰਲਾਈਜ਼ ਕਰ ਦਿਓ ਜਾਂ ਉਹਦੇ ਚਾਰ ਚੁਫੇਰੇ ਉਹਦੇ ਸਵਾਲ ਖੜੇ ਕਰ ਦਿਓ, ਤੇ ਉਹ ਬੰਦਾ ਜਿਹੜਾ ਕੁਛ ਜਾਣਦਾ ਵੀ ਨਾ ਹੋਵੇ, ਅਣਜਾਣ ਹੋਵੇ, ਔਰ ਹਾਲਾਤ ਜਿਹੜੇ ਹੋਣ ਇਹੋ ਜਿਹੇ, ਉਹਨਾਂ ਹਾਲਾਤਾਂ ਦੇ ਵਿੱਚ ਮੈਂ ਨਹੀਂ ਸਮਝਦਾ ਵੀ ਕੋਈ ਇਸ ਤਰ੍ਹਾਂ ਦਾ ਬੰਦਾ ਜਿਹੜਾ ਬਿਲਕੁਲ ਹੀ ਨਵੀਂ ਉਮਰ, ਜ਼ਿੰਦਗੀ ਦੇ ਵਿੱਚ ਪੋਲਿਟਿਕਸ ਦਾ ਕੋਈ ਤਜਰਬਾ ਨਾ ਹੋਵੇ, ਤੇ ਉਹ ਸਿੱਖਾਂ ਦੀ ਪੋਲਿਟਿਕਸ ਦੇ ਵਿੱਚ ਆਣ ਕੇ ਕੋਈ, ਜਿਹਨੂੰ ਦਿੱਲੀ ਦੇ ਵਿੱਚ ਜਿਹੜੀਆਂ ਕੰਮ ਕਰਦੀਆਂ ਏਜੰਸੀਆਂ ਉਹ ਆਪਣੇ ਤਰੀਕੇ ਨਾਲ, ਕਿਉਂਕਿ ਉੱਥੇ ਇੱਕ ਹੋਰ ਚੀਜ਼ ਸੀਗੀ ਜੀ ਵੀ ਇਹ ਦਿੱਲੀ ਦੀਆਂ ਏਜੰਸੀਆਂ ਵੀ ਆਪਣੇ ਅਲੱਗ-ਅਲੱਗ ਉਹਨਾਂ ਦੇ ਬੌਸ ਸੀ ਉੱਥੇ ਦਿੱਲੀ ਦੇ। ਕੋਈ ਏਜੰਸੀ ਰਾਜੀਵ ਗਾਂਧੀ ਲਈ ਕੰਮ ਕਰ ਰਹੀ ਸੀ, ਕੋਈ ਆਪਣੇ ਜੈਲ ਸਿੰਘ ਲਈ ਕੰਮ ਕਰ ਰਹੀ ਸੀ, ਕੋਈ ਕਿਸੇ ਲਈ ਕੰਮ ਕਰ ਰਹੀ ਸੀ, ਤੇ ਆਪਸ ਵਿੱਚ ਵੀ ਉਹਨਾਂ ਦਾ ਇੱਕ ਦੂਜੇ ਨਾਲ ਤਾਲਮੇਲ ਵੀ ਨਹੀਂ ਸੀਗਾ, ਤੇ ਇੱਕ ਦੂਜੇ ਦੀ ਕਾਟ ਵੀ ਸੀਗੀ ਜ਼ਬਰਦਸਤ। ਅੱਛਾ ਜੀ। ਕਿਉਂਕਿ ਰਾਜੀਵ ਗਾਂਧੀ ਦੀ ਕੋਸ਼ਿਸ਼ ਸੀਗੀ ਕਿ ਪੰਜਾਬ ਨਾਰਮਲ ਹੋਵੇ, ਤੇ ਉਹ ਭਾਈ ਜਸਵੀਰ ਸਿੰਘ ਦੇ ਰਾਹੀਂ ਆਪਣੇ ਉਹਨੂੰ ਕਰਨਾ ਚਾਹੁੰਦੇ ਸੀ, ਤੇ ਗਿਆਨੀ ਜੈਲ ਸਿੰਘ ਦੀ ਕੋਸ਼ਿਸ਼ ਸੀ ਵੀ ਰਾਜੀਵ ਗਾਂਧੀ ਕਿਸੇ ਕੀਮਤ ਤੇ ਪੰਜਾਬ ਨੂੰ ਨਾਰਮਲ ਨਾ ਕਰ ਸਕੇ। ਮਤਲਬ ਇਹ ਜਿਹੜੇ ਟਕਰਾਅ ਸੀਗੇ ਇਹੀ ਪੰਜਾਬ ਦੀ ਪੋਲਿਟਿਕਸ ਨੂੰ ਰਜਾਈ ਰੱਖਦੇ ਸੀ ਉਹਨਾਂ ਦਿਨਾਂ ਦੇ ਜੀ। ਤੇ ਫਿਰ ਭਾਈ ਜਸਵੀਰ ਸਿੰਘ ਲਈ ਕੰਮ ਕਰਨਾ ਤੇ ਬਹੁਤ ਔਖਾ ਸੀ। ਫਿਰ ਖਾੜਕੂ ਜਥੇਬੰਦੀਆਂ ਨੂੰ ਮਤਲਬ
ਇੱਕ ਚੀਜ਼ ਜਿਹੜੀ ਸੀਗੀ ਵੀ ਪੈਨੀਟ੍ਰੇਸ਼ਨ ਦੀ ਜਿਹੜੀ ਗੱਲ ਹਾਂਜੀ ਹਾਂਜੀ ਪਿਛਲੀ ਵਾਰ ਆਪਾਂ ਕੀਤੀ ਆ। ਜਿਹੜਾ ਦਖਲ ਸੀਗਾ ਉਹ ਬਹੁਤ ਜ਼ਿਆਦਾ ਸੀਗਾ। ਅੱਛਾ ਜੀ। ਤੇ ਉਹ ਆਪਣੇ ਤਰੀਕੇ ਨਾਲ ਖਾੜਕੂ ਸਫਾਂ ਦੇ ਵਿੱਚ ਵੀ ਆਪਣੀ ਗੱਲ ਨੂੰ ਉਹ ਉਸ ਤਰੀਕੇ ਨਾਲ ਕਰਵਾ ਲੈਂਦੇ ਸੀ ਜਿਸ ਤਰ੍ਹਾਂ ਉਹ ਚਾਹੁੰਦੇ ਸੀ। ਜਿਹੜੀਆਂ ਕਾਲੀਆਂ ਭੇਡਾਂ ਸੀ। ਹਾਂ ਵੀ ਜੇ ਉਹ ਚਾਹੁੰਦੇ ਸੀ ਤਾਂ ਜੇ ਉਹ ਚਾਹੁੰਦੇ ਵੀ ਭਾਈ ਜਸਵੀਰ ਸਿੰਘ ਦੇ ਨਾਲ ਇਹਨਾਂ ਨੂੰ ਤੋਰਨਾ ਜਾਂ ਸਾਰਿਆਂ ਨੂੰ, ਤਾਂ ਫਿਰ ਹੋ ਸਕਦਾ ਵੀ ਜੇ ਦੂਸਰਾ ਜਿਹੜਾ ਪੱਖ ਹੈ, ਜਿਹੜਾ ਰੋਸ ਹੈ, ਜਿਹੜਾ ਉਹਨੂੰ ਉਹ ਨਾ ਉਭਾਰਦੇ, ਨਾ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ, ਤੇ ਹੋ ਸਕਦਾ ਸੀਗਾ ਫਿਰ ਹਾਲਾਤ ਹੋਰ ਹੁੰਦੇ। ਪਰ ਜਦੋਂ ਏਜੰਸੀਆਂ ਹੀ ਚਾਹੁੰਦੀਆਂ ਸੀਗੀਆਂ ਵੀ ਇਸ ਬੰਦੇ ਨੂੰ ਆਪਾਂ ਮਤਲਬ ਇਹਦੇ ਪੈਰ ਨਹੀਂ ਲੱਗਣ ਦੇਣੇ, ਤੇ ਮਤਲਬ ਪਰਸਨੈਲਿਟੀਆਂ ਜਿਹੜੀਆਂ ਜਿਵੇਂ ਲੋਕਾਂ ਦੇ ਵਿੱਚ ਜਿਨ੍ਹਾਂ ਦਾ ਮਾਣ ਸਤਿਕਾਰ ਸੀ ਨਾ ਜੀ, ਉਹਨਾਂ ਨੂੰ ਕਿਵੇਂ ਡੈਮੇਜ ਕਰਨਾ, ਕਿਵੇਂ ਰੋਲਣਾ, ਤੇ ਕਿਵੇਂ ਲੋਕਾਂ ਨੂੰ ਲੀਡਰਲੈਸ ਕਰਨਾ, ਉਹਨੂੰ ਇਹ ਕਹਾਣੀਆਂ ਕਰ ਜ਼ਿਆਦਾਤਰ। ਜਿਹੜੇ ਨਾਅਰੇ ਲੱਗਦੇ ਸੀ ਭਾਈ ਜਸਵੀਰ ਸਿੰਘ ਦੇ ਅੰਦਰ ਵੀ ਸਾਡਾ ਜਥੇਦਾਰ ਰਿਹਾ ਕਰੋ, ਸਾਡੇ ਅਕਾਲ ਤਖਤ ਦਾ, ਜਿਵੇਂ ਹੁਣ ਹਵਾਰਾ ਸਾਹਿਬ ਦੇ ਲਈ ਲੱਗਦੇ ਆ ਤੇ ਵੀ ਜਦੋਂ ਹਵਾਰਾ ਸਾਹਿਬ ਮੰਨ ਲਓ ਕੱਲ ਨੂੰ ਬਾਹਰ ਆਉਣ ਤੇ ਹਿੱਸਾ ਹੀ ਬਦਲ ਜਾਵੇ ਤੇ ਉਹਨੂੰ ਇਹ ਕਹਿ ਦੇਣ ਵੀ ਇਹ ਤਾਂ ਰਲ ਕੇ ਆਇਆ ਸਰਕਾਰ ਨਾਲ, ਤੇ ਇਹ ਤਾਂ ਪੰਥ ਦਾ ਗਿਦਾਰ ਹੈ, ਤੇ ਫਿਰ ਹਵਾਰਾ ਸਾਹਿਬ ਇੱਥੇ ਆ ਕੇ ਕੀਤਾ। ਮਤਲਬ ਇਸ ਤਰ੍ਹਾਂ ਦੇ ਹਾਲਾਤ। ਤੇ 1 ਮਹੀਨਾ ਤਾਂ ਸਾਰਾ ਟਾਈਮ ਮਿਲਿਆ ਜੀ। ਅੱਛਾ ਜੀ। 8 ਮਾਰਚ ਨੂੰ ਭਾਈ ਜਸਵੀਰ ਸਿੰਘ ਹੁਣੇ ਅਕਾਲ ਤਖਤ ਦੇ ਜਥੇਦਾਰ ਬਣੇ ਤੇ 9 ਮਈ ਨੂੰ ਬਰਖਾਸਤ ਕਰਤਾ ਜੀ ਉਹਨਾਂ ਨੇ। 9 ਮਈ ਨੂੰ ਬਲੈਕ ਥੰਡਰ ਹੋ ਗਿਆ, ਤੇ ਬਲੈਕ ਥੰਡਰ ਤੋਂ ਜਸਟ ਬਾਅਦ ਜਿਹੜਾ ਸ਼੍ਰੋਮਣੀ ਕਮੇਟੀ ਨੇ ਬੜੀ ਹੁਸ਼ਿਆਰੀ ਨਾਲ ਜਿਹੜਾ ਉਹਨਾਂ ਨੇ ਮੀਟਿੰਗ ਕਰਕੇ 5 ਮੈਂਬਰ ਜਿਹੜੇ ਸੀਗੇ, 4-5 ਮੈਂਬਰ ਸ਼੍ਰੋਮਣੀ ਕਮੇਟੀ ਦੇ, ਉਹਨਾਂ ਨੇ ਪ੍ਰੈਸ ਰਿਲੀਜ਼ ਦੇ ਦਿੱਤਾ ਵੀ ਜਿਹੜੇ ਸਰਬੱਤ ਖਾਲਸਾ ਵੱਲੋਂ ਚੁਣੇ ਹੋਏ ਜਥੇਦਾਰ ਆ, ਅਸੀਂ ਨਹੀਂ ਮੰਨਦੇ, ਇਹ ਠੀਕ ਤਰੀਕੇ ਨਾਲ ਚਲਾ ਨਹੀਂ ਸਕੇ, ਕੌਮ ਦੀ ਅਗਵਾਈ ਕਰ ਨਹੀਂ ਸਕੇ, ਇਸ ਲਈ ਇਹਨਾਂ ਨੂੰ ਬਰਖਾਸਤ ਕੀਤਾ ਜਾਂਦਾ। ਸੋ ਜਿਹੜੀ ਸਥਾਪਿਤ ਧਿਰ ਸੀ, ਜਿਹੜੀ ਲੀਡਰਸ਼ਿਪ ਸੀ, ਬਰਨਾਲਾ, ਬਾਦਲ, ਟੌਹੜਾ, ਤੇ ਉਸ ਤੋਂ ਬਾਅਦ ਬਲਵੰਤ ਸਿੰਘ, ਇਹ ਢੀਂਡਸਾ, ਭੂੰਦੜ, ਬ੍ਰਹਮਪੁਰਾ, ਇਹ ਕਿੱਥੇ ਕੁ 87 ਚ ਇਹਨਾਂ ਦੀ ਕਿੰਨੀ ਕੁ ਸ਼ਮੂਲੀਅਤ ਸੀ ਜੀ? ਦੇਖੋ ਜੀ, ਉਦੋਂ ਤੱਕ ਇਹ ਬੰਦੇ ਤੇ ਸੰਘਰਸ਼, ਜਿਹੜੇ ਬ੍ਰਹਮਪੁਰਾ ਸਾਹਿਬ ਵਾਲਾ ਗਰੁੱਪ ਸੀਗਾ ਜਿਹੜਾ, ਇਹ ਤਾਂ ਸੰਘਰਸ਼ ਵਿੱਚ ਨਾਲ ਸੀਗੇ ਉਦੋਂ। ਅੱਛਾ ਜੀ। ਇਹ ਤਾਂ ਭਾਈ ਜਸਵੀਰ ਸਿੰਘ ਦੇ ਵੀ ਨਾਲ ਸੀਗੇ। ਇਹ ਤਾਂ ਸੈਂਟਰ ਨਾਲ ਲੜ ਹੀ ਰਹੇ ਸੀ, ਸਾਰੇ ਸੰਘਰਸ਼ ਕਰ ਰਹੇ। ਤੇ ਪਰ ਜਿਹੜੇ ਹੁਣ ਦੂਜੇ ਸੀਗੇ, ਜਿਵੇਂ ਬਰਨਾਲਾ ਹੈ ਜਾਂ ਟੌਹੜਾ ਹੈ ਜਾਂ ਬਾਦਲ ਹੈ, ਜਿਹੜੇ ਇਹਨਾਂ ਦੀ ਕੋਸ਼ਿਸ਼ ਇਹ ਸੀਗੀ ਵੀ ਜਿਹੜੀ ਲਾਈਨ ਕੱਟੀ ਗਈ ਜੀ, ਹੁਣੇ ਕਰਦੇ ਹਾਂ ਵਾਪਸ। ਸਟਾਰ ਡੇਵਿਡਵਾ ਮੇਰੇ ਨਾਲ ਨੇ ਫੇਰ। ਅੱਛਾ ਡੇਵਿਡਵਾ ਸਾਹਿਬ, ਜਿਹੜੀ ਚਲੋ ਰਾਜਨੀਤਿਕ ਦੀ ਆਪਾਂ ਗੱਲ ਕਰ ਰਹੇ ਸੀ, ਬਰਨਾਲੇ ਉਹਨਾਂ ਨੇ ਕਿਵੇਂ ਇਨੀਸ਼ੀਏਟਿਵ ਲਿਆ? ਜਿਹੜੀ ਉਹ ਇਲੈਕਸ਼ਨ ਪੰਜਾਬ 'ਚ ਹੋਈ, ਉਸ ਸਮੇਂ ਖਾੜਕੂ ਬਾਅਦ ਹਥਿਆਰਬੰਦ ਸੰਘਰਸ਼ ਇੰਨਾ ਤੇਜ਼, ਤੇ ਹਥਿਆਰਬੰਦ ਉਸ ਸੰਘਰਸ਼ ਵਾਲਿਆਂ ਨੇ, ਖਾੜਕੂਆਂ ਨੇ, ਬਰਨਾਲੇ ਦੀ ਜਦ ਸਰਕਾਰ ਬਣੀ ਆ ਉਸ ਸਮੇਂ ਕਿੰਨੀ ਕੁ ਉਹਨਾਂ ਨੇ ਉਹ 'ਚ ਦਖਲਅੰਦਾਜ਼ੀ ਕੀਤੀ ਇਲੈਕਸ਼ਨ ਦੇ ਵਿੱਚ? ਉਦੋਂ ਸਟਾਰਟਿੰਗ ਦੇ ਵਿੱਚ ਇੰਨੇ ਨਹੀਂ ਸੀ ਹੋਈਆਂ ਇਹ ਖਾੜਕੂ ਮੂਵਮੈਂਟ, ਹਥਿਆਰਬੰਦ ਸੰਘਰਸ਼ ਸੀ, ਉਦੋਂ ਹਲੇ ਸ਼ੁਰੂ ਹੋ ਰਿਹਾ ਸੀ, ਇਸ ਕਰਕੇ ਉਹ ਇਨੀਸ਼ੀਏਟਿਵ ਲੈ ਗਏ। ਉਸ ਤੋਂ ਬਾਅਦ ਤਾਂ ਜਿਵੇਂ ਹੁਣ ਮੁੜ ਕੇ ਜਿਹੜੇ ਇਲੈਕਸ਼ਨ ਹੋਏ, ਉਹਨਾਂ ਇਲੈਕਸ਼ਨਾਂ ਦੇ ਵਿੱਚ ਤਾਂ ਜਿਹੜੇ ਇਲੈਕਸ਼ਨ ਲੜਨ ਵਾਲੇ ਕਿੰਨੇ ਕੈਂਡੀਡੇਟ ਹੀ ਮਰਵਾ ਦਿੱਤੇ ਜੀ ਸਰਕਾਰਾਂ ਨੇ। ਮਤਲਬ ਉਹ ਆਪਾਂ ਵੀ ਸਰਕਾਰਾਂ ਨੇ ਹੀ ਜਿਹੜੇ ਚੰਗੇ ਬੰਦੇ ਸੀਗੇ, ਜਿਹੜੇ ਪੰਜਾਬ ਦੇ ਵਿੱਚ ਕੋਈ ਰਾਜਨੀਤੀ ਕਰ ਸਕਦੇ ਸੀ, ਸਿੱਖਾਂ ਨੂੰ ਅਗਵਾਈ ਦੇ ਸਕਦੇ ਸੀ, ਉਹ ਸਰਕਾਰਾਂ ਨੇ ਆਪ ਮਰਵਾ ਦਿੱਤੇ ਬੰਦੇ ਇਲੈਕਸ਼ਨਾਂ ਦੇ ਦੌਰਾਨ। ਮਤਲਬ ਪੰਜਾਬ ਦੇ ਵਿੱਚ ਜਿਹੜਾ ਹੈਗਾ ਨਾ ਜੀ, ਮਤਲਬ ਇਸ ਨੂੰ ਸ਼ੁਰੂ ਤੋਂ ਹੀ ਇਹਨਾਂ ਦਾ ਨਜ਼ਰੀਆ ਜਿਹੜਾ ਦਿੱਲੀ ਦਾ, ਉਹ ਇਹੀ ਹੈ ਵੀ ਇਹਨਾਂ ਨੂੰ ਦਬਾ ਕੇ ਰੱਖਣਾ, ਤੇ ਇਹਨਾਂ ਨੂੰ ਮਤਲਬ ਇਹਨਾਂ ਨੂੰ ਗੁਲਾਮੀ, ਕਿਵੇਂ ਇਹਨਾਂ ਨੂੰ ਗੁਲਾਮੀ ਦਾ ਅਹਿਸਾਸ ਕਰਾ ਕੇ ਰੱਖਣਾ, ਨੱਦ ਕਰਕੇ ਰੱਖਣਾ ਗੱਲ ਤੋਂ। ਤੇ ਰਾਜਨੀਤੀ ਜਿਹੜੀ ਆ ਇਹਨਾਂ ਦੀ, ਦੇਖੋ 1978 ਤੋਂ ਪਹਿਲਾਂ ਜਿਹੜਾ ਤੁਸੀਂ ਅਕਾਲੀ ਦਲ ਵੇਖ ਲਓ, 1978 ਤੋਂ ਬਾਅਦ ਵਾਲਾ ਅਕਾਲੀ ਦਲ ਵੇਖ ਲਓ, 1978 ਤੋਂ ਪਹਿਲਾਂ ਕਦੀ ਵੀ ਅਕਾਲੀ ਦਲ ਨੇ 5 ਸਾਲ ਪੂਰੇ ਨਹੀਂ ਕੀਤੇ ਜੀ, ਕਿਉਂਕਿ ਉਹ ਅਕਾਲੀ ਦਲ ਪੰਥ ਲਈ ਲੜ ਰਿਹਾ ਸੀਗਾ, ਔਰ ਆਪਣੇ ਨਾਲ ਜਿਹੜੇ ਦਿੱਲੀ ਦੇ ਧੱਕੇ ਸੀ ਉਹਨਾਂ ਦੇ ਖਿਲਾਫ ਖੜ ਕੇ ਲੜ ਰਹੇ, ਤੇ ਦਿੱਲੀ ਉਹਨਾਂ ਨੂੰ ਖੜਨ ਨਹੀਂ ਸੀ ਦਿੰਦੀ, ਕਿ ਉਹ 2 ਸਾਲ ਸਰਕਾਰ ਚੱਲੀ, 1.5 ਸਾਲ ਚੱਲੀ, 2.5 ਸਾਲ ਚੱਲੀ, ਇਹ ਵੀ ਸਰਕਾਰਾਂ ਚੱਲਦੀਆਂ।
ਤੇ ਜਦੋਂ ਪੂਰੀ ਤਰ੍ਹਾਂ ਨਾਲ ਸਾਡੀ ਲੀਡਰਸ਼ਿਪ ਰਾਜ ਦੇ ਲਾਲਚ ਦੇ ਵਿੱਚ ਆ ਕੇ ਦਿੱਲੀ ਦੇ ਅੱਗੇ ਸਰੈਂਡਰ ਕਰ ਗਈ, ਤੁਸੀਂ ਮਾਈ ਬਾਪ ਜਿਵੇਂ ਤੁਸੀਂ ਕਹੋਗੇ ਅਸੀਂ ਉਵੇਂ ਹੀ ਚੱਲਾਂਗੇ, ਉਹਨੂੰ ਬਾਅਦ 5-5 ਸਾਲ ਸਰਕਾਰਾਂ ਚੱਲੀਆਂ ਤੇ 15-15 ਸਾਲ ਵੀ ਸਰਕਾਰਾਂ ਚੱਲੀਆਂ। ਬਿਲਕੁਲ ਚੱਲੀਆਂ ਜੀ, 92 ਤੋਂ 97 ਤੋਂ 2002 ਚੱਲੀ, 7 ਤੋਂ 17 ਤੱਕ ਚੱਲੀ। ਬਿਲਕੁਲ ਠੀਕ ਹੈ। ਹਾਂ ਹਾਂਜੀ, ਇਹ ਹੁਣ ਦਿੱਲੀ ਹੀ ਰਾਜ ਕਰਦੀ ਹੈ ਜੀ ਪੰਜਾਬ ਦੇ ਵਿੱਚ ਅਸਲ 'ਚ ਪੋਲੀਟੀਕਲ। ਅੱਛਾ, ਇੱਕ ਹੋਰ ਦੱਸਿਓ ਬਈ ਸੰਘਰਸ਼ ਨੂੰ ਤੁਸੀਂ, ਹਥਿਆਰਬੰਦ ਸੰਘਰਸ਼ ਨੂੰ ਬਹੁਤ ਉੱਚਾ ਦੇਖਿਆ, ਮਤਲਬ ਜਦੋਂ ਪੂਰਾ ਮਗਿਆ ਹੋਇਆ ਸੀ, ਕੀ ਜਿਹੜੀਆਂ ਇਹ ਗੱਲਾਂ ਚੱਲਦੀਆਂ ਨੇ, ਕਿਤੇ ਕਿਤੇ ਮੈਂ ਕਿਤਾਬਾਂ 'ਚ ਪੜ੍ਹਿਆ ਬਈ ਦਿੱਲੀ ਸਰਕਾਰ ਜਿਹੜੀ ਹੈ ਉਹ ਗੱਲਬਾਤ ਕਰਨ ਲਈ ਤਿਆਰ ਸੀ, ਮੰਗਾਂ ਮੰਨਣ ਲਈ ਤਿਆਰ ਸੀ, ਅਤੇ ਖਾੜਕੂ ਸੰਘਰਸ਼ ਦੀ ਜਿੱਤ ਨੇੜੇ ਹੋ ਗਈ ਸੀ। ਇਹ ਕਿਤੇ ਮਹਿਸੂਸ ਕੀਤਾ ਤੁਸੀਂ? ਜਦੋਂ 1999 ਚ ਵੀਪੀ ਸਿੰਘ ਦੀ ਸਰਕਾਰ ਬਣੀ ਜੀ, ਜਦੋਂ ਇਹ ਚੋਣਾਂ ਪਾਰਲੀਮੈਂਟ ਦੀਆਂ ਹੋਈਆਂ ਰਾਜੀਵ ਗਾਂਧੀ ਦੇ ਬਾਅਦ, ਤੇ ਵੀਪੀ ਸਿੰਘ ਦੀ ਕੋਸ਼ਿਸ਼ ਸੀਗੀ ਕਿ ਪੰਜਾਬ ਦੇ ਵਿੱਚ ਜਿਹੜੇ ਆ ਇਹ ਸਿੱਖਾਂ ਨਾਲ ਜਿਹੜੀ ਗੱਲ ਹੈ ਉਹ ਨਿਬੇੜੀ ਜਾਵੇ ਔਰ ਸਿੱਖਾਂ ਨੂੰ ਮੇਨ ਸਟ੍ਰੀਮ ਵਿੱਚ ਲਿਆਂਦਾ ਜਾਵੇ। ਔਰ ਉਹਦੇ ਲਈ ਜਿਹੜਾ ਸਭ ਤੋਂ ਜ਼ਰੂਰੀ ਸੀਗਾ ਵੀ ਖਾੜਕੂ ਧਿਰਾਂ ਨਾਲ ਹੀ ਗੱਲ ਹੋ ਸਕਦੀ ਸੀ, ਤੇ ਖਾੜਕੂ ਧਿਰਾਂ ਦੀ ਨੁਮਾਇੰਦਗੀ ਜਿਹੜੇ ਕਰਦੇ ਸੀ ਲੋਕ, ਜਿਹੜੇ ਉਹ 99 ਤੋਂ ਬਾਅਦ ਹੀ ਫਿਰ ਉਹਨਾਂ ਨੇ ਰਿਹਾਅ ਕੀਤੇ ਸਾਰੇ ਸਾਰੇ ਮਾਨ ਸਾਹਿਬ ਬਾਹਰ ਆਏ ਜਾਂ ਜੋਧਪੁਰ ਵਾਲੇ ਬਾਹਰ ਆਏ, ਸਾਰੇ ਯੂਥ ਜਿਹੜੀ ਲੀਡਰਸ਼ਿਪ ਦੀ ਫੈਡਰੇਸ਼ਨ ਦੀ ਭਾਈ ਮਨਜੀਤ ਸਿੰਘ ਹੋਣੀ, ਔਰ ਨੱਚੇ ਚਾਵਲੇ ਸਾਰੇ ਜੋਧਪੁਰ ਸੀ, ਇਹ ਵੀ ਬਾਹਰ ਆਏ। ਉਸ ਤੋਂ ਪਹਿਲਾਂ ਇਹ ਜਿਹੜਾ ਮਤਲਬ ਉਹ ਸਾਰੀਆਂ ਚੀਜ਼ਾਂ ਹੋਈਆਂ ਜੀ, ਇਹ ਸਾਰਾ ਹੁੰਦਾ ਰਿਹਾ। ਜਿਹੜੀ ਕੋਸ਼ਿਸ਼ ਹੋਈ ਸੀਗੀ ਲੌਂਗੋਵਾਲ ਦੇ ਸਮਝੌਤੇ ਨਾਲ, ਉਦੋਂ ਜਿਹੜੀ ਸੀ ਇਹ ਕੋਸ਼ਿਸ਼ ਇੱਕ ਬੰਦੇ ਇਹਨਾਂ ਨਾਲ ਰਵਾਇਤੀ ਅਕਾਲੀਆਂ ਨਾਲ ਸਮਝੌਤੇ ਚੱਲ ਰਹੀ ਸੀ, ਦੂਜੇ ਬੰਦੇ ਸੰਘਰਸ਼ ਲੜ ਰਹੀਆਂ ਧਿਰਾਂ ਨਾਲ ਸਮਝੌਤੇ ਦੀ ਗੱਲ ਚੱਲ ਰਹੀ ਸੀ ਜੀ, ਔਰ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਬਰਾਬਰ ਚੱਲ ਰਹੀਆਂ ਸੀ। ਤੇ ਉਹ ਸਮਝੌਤਾ ਫਿਰ ਕਿਉਂਕਿ ਜਿਹੜੀਆਂ ਲੜ ਰਹੀਆਂ ਖਾੜਕੂ ਧਿਰਾਂ ਸੀ, ਉਹ ਤਾਂ ਫਿਰ ਜਿੰਨਾ ਵੱਡਾ ਹੋਇਆ ਸੀ ਕਾਂਡ 84 ਵਾਲਾ, ਉਸ ਦੇ ਹਿਸਾਬ ਨਾਲ ਸਮਝੌਤਾ ਕਰਨਾ ਚਾਹੁੰਦੀਆਂ ਸੀ ਵੀ ਜਿੰਨਾ ਕੁਛ ਸਾਡਾ ਨੁਕਸਾਨ ਹੋਇਆ, ਜੋ ਕੁਛ ਸਾਡੇ ਨਾਲ ਤੁਸੀਂ ਕੀਤਾ ਹੈ, ਜਿੰਨਾ ਚਿਰ ਸਾਡੀਆਂ ਉਹ ਸਾਰੀਆਂ ਜਿਹੜੀਆਂ ਮੰਗਾਂ ਜਿਨ੍ਹਾਂ ਲਈ ਅਸੀਂ ਏਡਾ ਵੱਡਾ ਝੱਲਿਆ ਕਹਿਰ ਉਹ ਮੰਨੀਆਂ ਨਹੀਂ ਜਾਂਦੀਆਂ, ਉਹਨਾਂ 'ਚ ਸਮਝੌਤਾ ਕਰਨਾ। ਤੇ ਇਹ ਜਿਹੜੇ ਰਵਾਇਤੀ ਸੀਗੇ ਇਹਨਾਂ ਨੂੰ ਫਿਰ ਉਹਨਾਂ ਨੇ ਜੀ ਉਸੇ ਤਰੀਕੇ ਨਾਲ ਬਣਾ ਲਿਆ ਜਿਵੇਂ ਪਹਿਲਾਂ ਵੀ ਇਹਨਾਂ ਨੇ ਰਾਜ ਕਰਨ ਦੇ ਲਾਲਚ ਦੇ ਵਿੱਚ ਜਿਵੇਂ ਉਹਨਾਂ ਨੇ ਇਹਨਾਂ ਨੂੰ ਗੱਲ ਸਮਝਾਈ, ਤੇ ਉਹ ਸਮਝ ਗਏ ਤੇ ਸਮਝੌਤਾ ਫਿਰ ਲੌਂਗੋਵਾਲ ਦਾ ਹੋ ਗਿਆ। ਜਿਹੜਾ ਸਮਝੌਤਾ ਸੀ ਫਿਰ ਉਹ ਅੱਗੇ ਟਿਕ ਨਹੀਂ ਸੀ ਨਾ ਪਾਇਆ, ਜੇ ਲੌਂਗੋਵਾਲ ਸਮਝੌਤਾ ਟਿਕ ਜਾਂਦਾ ਤੇ ਫਿਰ ਸੰਘਰਸ਼ ਨਹੀਂ ਸੀ ਹੋਣਾ। ਇਹ ਲੌਂਗੋਵਾਲ ਦੇ ਸਮਝੌਤੇ ਤੋਂ ਬਾਅਦ ਸੰਘਰਸ਼ ਬਹੁਤ ਤਿੱਖਾ ਹੋਇਆ। ਤਿੱਖੇ ਸੰਘਰਸ਼ ਤੋਂ ਬਾਅਦ ਫਿਰ ਜਿਹੜਾ ਸੀਗਾ ਫਿਰ ਰਾਜੀਵ ਗਾਂਧੀ ਦੀ ਸਰਕਾਰ ਜਾਂ ਚਲੇਗੀ, ਉੱਥੇ ਵੀਪੀ ਸਿੰਘ ਦੀ ਸਰਕਾਰ ਆ ਗਈ। ਤੇ ਵੀਪੀ ਸਿੰਘ ਚਾਹੁੰਦਾ ਸੀਗਾ ਕਿ ਪੰਜਾਬ ਦੇ ਵਿੱਚ ਜੋ ਕੁਛ ਹੋਇਆ ਮੇਰੀ ਸਿੱਖਾਂ ਦੇ ਨਾਲ ਜਿਹੜੀ ਆ ਉਹ ਬਣ ਆਵੇ, ਤੇ ਮੈਂ ਪੰਜਾਬ ਨੂੰ ਜਿਹੜਾ ਹੈ ਜੋ ਵੀ ਇਹਦੇ ਬਣਦੇ ਹੱਕ ਨੇ ਵੱਧ ਤੋਂ ਵੱਧ ਉਹ ਚਾਹੁੰਦਾ ਸੀਗਾ ਵੀ ਇਹਨਾਂ ਨੂੰ ਦੇਖ ਕੇ ਇਹਨਾਂ ਨੂੰ ਰਾਜੀ ਕਰ ਲਿਆ ਜਾਵੇ। ਅੱਛਾ ਜੀ, ਜਾਣੀ ਦਿਲੋਂ ਚਾਹੁੰਦਾ ਸੀ? ਉਹ ਦਿਲੋਂ ਚਾਹੁੰਦਾ ਸੀ, ਬਿਲਕੁਲ ਦਿਲੋਂ ਚਾਹੁੰਦਾ ਸੀ। ਅੱਛਾ ਜੀ। ਤੇ ਉਸ ਤੋਂ ਬਾਅਦ ਚੰਦਰ ਸ਼ੇਖਰ ਆਇਆ, ਉਹ ਵੀ ਦਿਲੋਂ ਚਾਹੁੰਦਾ ਸੀਗਾ ਵੀ, ਕਿਉਂਕਿ ਚੰਦਰ ਸ਼ੇਖਰ ਨੇ ਤਾਂ ਜਿਹੜਾ ਬਲੂ ਸਟਾਰ ਆਪਰੇਸ਼ਨ ਹੋਇਆ ਇੱਕੋ ਇੱਕ ਲੀਡਰ ਸੀਗਾ ਜਿਹੜਾ ਮਤਲਬ ਦਿੱਲੀ ਦੇ ਲੈਵਲ ਦਾ, ਜਿਹੜਾ ਆਪਾਂ ਸੈਂਟਰਲ ਲੈਵਲ ਦਾ, ਜਿਹੜਾ ਵਰਲਡ ਲੈਵਲ ਦਾ, ਜਿਹੜਾ ਉਹਨੇ ਕਿਹਾ ਸੀ ਵੀ ਗਲਤ ਕੀਤਾ ਇੰਦਰਾ ਗਾਂਧੀ ਤੇ ਜਿਹੜਾ ਬਲੂ ਸਟਾਰ ਉਹ ਇਸ ਕਰਕੇ ਸਿੱਖਾਂ ਦੀ ਹਮਦਰਦੀ ਹਾਸਲ ਸੀਗੀ ਉਹਨੂੰ। ਤੇ ਜਦੋਂ ਉਹ ਪ੍ਰਧਾਨ ਮੰਤਰੀ ਬਣਿਆ, ਉਹਦੀਆਂ ਕੋਸ਼ਿਸ਼ਾਂ ਜਿਹੜੀਆਂ ਸੀਗੀਆਂ ਉਹਨੇ ਫਿਰ ਖਾੜਕੂਆਂ ਨਾਲ ਸਿੱਧੀ ਗੱਲ ਕੀਤੀ, ਉਹਨੇ ਕਿਹਾ ਤੁਸੀਂ ਆਓ ਮੇਰੇ ਨਾਲ ਗੱਲ ਕਰੋ। ਅੱਛਾ ਜੀ। ਉਹਦੇ ਨਾਲ ਫਿਰ ਗੱਲ ਵੀ ਹੋਈ। ਉਹਨੇ ਜਿਹੜੇ ਬਾਹਰ ਬੈਠੇ ਖਾੜਕੂ ਸੀ ਉਹ ਵੀ ਨਿਗਾਹ ਲਿਆਂਦੇ ਇੰਡੀਆ ਦੇ ਵਿੱਚ ਵੀ ਤੁਸੀਂ ਆਓ, ਤੁਸੀਂ ਆ ਕੇ ਮੇਰੇ ਨਾਲ ਗੱਲ ਕਰੋ, ਗੱਲ ਬਣੂਗੀ ਠੀਕ ਆ, ਨਾ ਬਣੂਗੀ ਜਿਵੇਂ ਤੁਸੀਂ ਆਓਗੇ ਉਵੇਂ ਤੁਸੀਂ ਜਾਓਗੇ। ਅੱਛਾ ਜੀ। ਉਹ ਫਿਰ ਗੱਲਬਾਤ ਹੋਈ ਵੀ ਚੰਦਰ ਸ਼ੇਖਰ ਦੇ ਟਾਈਮ, ਉਹ ਆਏ ਵੀ, ਫਿਰ ਗੱਲ ਬਣੀ ਨਾ ਤੇ ਉਹ ਵਾਪਸ ਵੀ ਗਏ। ਇਹ ਸਾਰੀਆਂ ਚੀਜ਼ਾਂ ਸੈਂਟਰ ਨਾਲ ਹੁੰਦੀਆਂ ਰਹੀਆਂ। ਪਰ ਦੋਨੇ ਬੀਪੀ ਸਿੰਘ ਤੇ ਚੰਦਰ ਸ਼ੇਖਰ ਜਦ ਗੱਲ ਕਰਨ ਲਈ ਤਿਆਰ ਸੀ ਜੀ, ਫਿਰ ਕਮੀ ਕਿੱਥੇ ਰਹੀ? ਉਹ ਗੱਲ ਸਿਰੇ ਕਿਵੇਂ ਨਾ ਚੜੀ ਜੀ? ਇੱਕ ਤਾਂ ਜੀ ਮਤਲਬ ਜਿਹੜੇ ਸਾਡੇ ਜਿਹੜੇ ਖਾੜਕੂ ਆਗੂ ਜਿਹੜੇ ਲੜ ਰਹੇ ਸੀ, ਜਿਹੜੇ ਉਹਨਾਂ ਨੂੰ ਫਲੈਕਸੀਬਿਲਿਟੀ ਹੈ, ਜਿਸ ਤਰ੍ਹਾਂ ਦੀ ਪੋਲੀਟੀਕਲ ਫਲੈਕਸੀਬਿਲਿਟੀ, ਬਹਿ ਕੇ ਟੇਬਲ ਤੇ ਜਾਂ ਗੱਲ ਕਰਨੀ ਹੈ, ਬਹਿ ਕੇ ਟੇਬਲ ਤੇ ਬਹਿ ਕੇ ਗੱਲ ਕਰਨੀ, ਉਹ ਮੇਰੇ ਖਿਆਲ ਚ ਉੱਥੇ ਕੋਈ ਕਮੀ। ਤੇ ਦੂਜਾ ਇਹ ਸੀਗਾ ਵੀ ਮਤਲਬ ਕੋਈ ਵੀ ਜਿਹੜਾ ਪ੍ਰਵਾਨਿਤ ਧਿਰ ਜਿਹੜੀ ਸੀਗੀ
ਵੀ ਜਿਹੜੀ ਕੋਈ ਗੱਲ ਕਰ ਰਹੇ ਉਹਨੂੰ ਸਾਰੇ ਮੰਨ ਲੈਣ, ਇਹੋ ਜਿਹਾ ਮਾਹੌਲ ਨਹੀਂ। ਤੇ ਦੂਜੇ ਬੰਨੇ ਇਹ ਸੀਗਾ ਵੀ ਜਿਹੜਾ ਰਾਜੀਵ ਗਾਂਧੀ ਨੇ ਜਿਨ੍ਹਾਂ ਨਾਲ ਸਮਝੌਤਾ ਕੀਤਾ ਹੋਇਆ ਸੀਗਾ ਲੋਗੋਵਾਲ ਗਰੁੱਪ ਬਾਲ ਦੌੜੇ, ਇਹ ਜਿਹੜੇ ਸੀਗੇ ਇਹ ਹਰ ਸਮਝੌਤੇ ਨੂੰ ਇਹ ਤਰੀਕਾ ਲਾਉਂਦੇ ਸੀ, ਇਹ ਸਿਰੇ ਇਸ ਕਰਕੇ ਮਤਲਬ ਬਹੁਤ ਕੁਛ ਸੀ ਪੰਜਾਬ ਦੇ ਵਿੱਚ। ਅੱਜ ਵੀ ਤੁਸੀਂ ਦੇਖ ਲਓ ਵੀ ਹੁਣ ਕਿਸ ਤਰ੍ਹਾਂ ਦੇ ਹਾਲਾਤ ਨੇ, ਕੋਈ ਹੈ ਕੋਈ ਇਸ ਤਰ੍ਹਾਂ ਦੀ ਧਿਰ ਜਿਹਦੇ ਨਾਲ ਮੰਨ ਲਓ ਆਹ ਹੁਣ ਆਪਾਂ ਨੂੰ ਸੁਣਨ ਨੂੰ ਮਿਲਦਾ ਜੀ ਮੋਦੀ ਜੀ ਬਹੁਤ ਕੋਸ਼ਿਸ਼ ਕਰ ਰਿਹਾ ਜੀ ਸਿੱਖਾਂ ਨਾਲ ਉਹ ਨੇੜਤਾ ਕਰਨੀ ਚਾਹੁੰਦਾ, ਕੋਈ ਗੱਲ ਬਣਦੀ ਨਹੀਂ। ਗੱਲ ਬਣੇ ਕਿਵੇਂ? ਜਿਨ੍ਹਾਂ ਨਾਲ ਮੋਦੀ ਗੱਲ ਕਰ ਰਿਹਾ ਉਹ ਉਹਨਾਂ ਦੀ ਕ੍ਰੈਡੀਬਿਲਿਟੀ ਹੈ ਨਹੀਂ ਬਣ, ਉਹ ਪਹਿਲਾਂ ਹੀ ਉਹਦੇ ਚੋਰੀ ਚੁੱਕ ਨੇ ਦਿੱਲੀ ਦੇ, ਉਹਨਾਂ ਨਾਲ ਕਰੀ ਜਾਓ ਗੱਲ। ਜਿੰਨਾ ਚਿਰ ਪੰਥ ਦੇ ਕੋਈ ਜਿਹੜੀ ਅਗਵਾਈ ਕਰਨ ਵਾਲੀ ਜਿਹੜੀ ਕਬੂਲ ਜਿਹੜੀ ਜਿਹਨੂੰ ਪੰਥ ਕਬੂਲ ਕਰੇ ਉਹ ਧਿਰ ਨਹੀਂ ਉਭਰਦੀ, ਉਹਨਾਂ ਚਿਰ ਗੱਲ ਕੋਈ ਕਿਸੇ ਨਾਲ ਕਰ ਲਓ ਭਾਵੇਂ ਉਹ ਸਿਰੇ ਨਹੀਂ ਕਰਨੀ। ਤੇ ਉਹ ਧਿਰ ਜਿਹੜੀ ਆ ਉਹ ਉੱਭਰਨ ਵੀ ਸੈਂਟਰ ਨਹੀਂ ਕਰਦਾ। ਮਤਲਬ ਇੰਨੀਆਂ ਧਿਰਾਂ ਜਿਹੜੀਆਂ ਪੰਜਾਬ ਦੇ ਵਿੱਚ ਇੰਨਾ ਖਲਾਰਾ ਪਾ ਰੱਖਿਆ ਵੀ ਮੇਰੇ ਖਿਆਲ ਕਿੰਨੇ 18 ਤੇ ਅਕਾਲੀ ਦਲ ਹੀ ਬਣਾ ਰੱਖਿਆ। ਬਾਕੀ ਕੋਈ ਜਿਹੜੇ ਅੱਡ ਅੱਡ ਲੜ ਰਹੇ ਨੇ, ਜੈਸੇ ਸਾਡੇ ਭਾਈ ਰਣਜੀਤ ਸਿੰਘ ਲੜ ਰਿਹਾ, ਸਾਡੇ ਦੂਜੇ ਜਿਹੜੇ ਰਾਗੀ ਸਿੰਘ ਹੈ ਜਿਹੜਾ ਸੁਦੇਸ਼ ਸਿੰਘ ਵਡਾਲਾ, ਉਹ ਬਹੁਤ ਗਰੁੱਪ ਨੇ ਜੀ, ਬਹੁਤ ਗਰੁੱਪ ਨੇ, ਬਹੁਤ ਮਤਲਬ 35 ਦੇ ਗਰੁੱਪ ਆ ਜੀ। ਹੁਣ ਜੇ ਕਿਹੜੇ ਗਰੁੱਪ ਜਿਹੜਾ ਉਹ ਕੋਈ ਗੱਲ ਕਰ ਲਵੇ ਕਿ ਉਹਨੂੰ ਪੰਥ ਕੁਰਬਾਨ ਕਰ ਲਵੇ, ਐਸਾ ਹੈ ਹੀ ਨਹੀਂ, ਹਾਲਾਤ ਹੀ ਨਹੀਂ। ਅੱਛਾ 1999 ਦੀ ਇਲੈਕਸ਼ਨ ਦੀ ਦੱਸੋ ਜੀ, ਫਿਰ ਜਦ ਬੈਠੇ ਹੀ ਅੰਦਰ ਜੇਲ੍ਹ ਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਨਹੀਂ ਜਿੱਤੇ, ਕੀ ਮਾਹੌਲ ਸੀ? ਉਹ ਬੰਦੇ ਵੀ ਜਿੱਤ ਗਏ, ਧਿਆਨ ਸਿੰਘ ਮੰਡ ਵਰਗਿਆਂ ਨੇ ਕਦੇ ਸੋਚਿਆ ਹੀ ਨਹੀਂ ਸੀ। ਤੇ ਇਹ ਫਿਰ ਜਿਹੜੀਆਂ ਸੀਟਾਂ ਦੀ ਵੰਡ ਕਿਵੇਂ ਹੋਈ ਤੇ ਇਹਨਾਂ ਦੀ ਜਿੱਤ ਦੀ ਥੋੜ੍ਹੀ ਜਿਹੀ ਜਾਂਦੇ ਜਾਂਦੇ ਦੱਸ ਕੇ ਜਾਓ ਜੀ। ਦੇਖੋ ਜਦੋਂ ਇਲੈਕਸ਼ਨ ਸ਼ੁਰੂ ਹੋਇਆ ਨਾ ਜੀ, ਪੰਜਾਬ ਦੇ ਪਾਰਲੀਮੈਂਟ ਦਾ ਇਲੈਕਸ਼ਨ ਸ਼ੁਰੂ ਹੋਇਆ ਤੇ ਬਾਦਲ ਧਿਰ ਜਿਹੜੀ ਸੀ ਇਹ ਸਮਝਦੇ ਸੀ ਵੀ ਅਸੀਂ ਡੋਮੀਨੇਟ ਕਰਦੇ ਹਾਂ ਤੇ ਅਸੀਂ ਲੜਾਂਗੇ ਅਸੀਂ, ਤੇ ਬਾਕੀ ਹੋਰ ਇੱਥੇ ਕੌਣ ਹੈ? ਸਾਡਕੋ ਧਿਰਾਂ ਦੀ ਕੋਈ ਨੁਮਾਇੰਦਗੀ ਵੀ ਹੈ ਨਹੀਂ ਸੀ, ਅੱਡ ਅੱਡ ਉਦੋਂ ਹੀ ਗਰੁੱਪਾਂ ਵਿੱਚ ਵੰਡੀਆਂ ਹੋਈਆਂ ਸੀ ਤਰ੍ਹਾਂ ਜੀ। ਪਰ ਫਿਰ ਵੀ ਬਾਬਾ ਜਲੰਧਰ ਸਿੰਘ ਉਹਨਾਂ ਦੇ ਜਿਹੜਾ ਧਿਰ ਸੀਗੀ ਜਾਂ ਸਿਮਰਨਜੀਤ ਸਿੰਘ ਮਾਨ ਜੇਲ੍ਹ ਸੀਗੇ ਜਿਹੜੇ, ਇਹ ਧਿਰ ਸੀਗੀ ਸੰਘਰਸ਼ ਦੀ ਮਦਈ ਤਾਂ ਇਹੀ ਸੀਗੀ ਨਾ ਜੀ। ਤੇ ਦੋ ਧਿਰਾਂ ਸੀਗੀਆਂ, ਇੱਕ ਰਵਾਇਤੀ ਤੇ ਇੱਕ ਸੰਘਰਸ਼ੀ। ਸੰਘਰਸ਼ੀ ਧਿਰਾਂ ਦੀ ਅਗਵਾਈ ਜਿਹੜੀ ਸੀ ਉਹ ਬਾਬਾ ਜੀ ਦਾ ਗਰੁੱਪ ਕਰ ਰਿਹਾ ਜੀ, ਭਾਈ ਜੀ ਉਦੋਂ ਬਾਹਰ ਆ ਗਈ। ਤੇ ਉਦੋਂ ਫਿਰ ਇਹਨਾਂ ਨਾਲ ਵੀ ਨੈਗੋਸੀਏਸ਼ਨ ਦੀਆਂ ਗੱਲਾਂ ਬਾਦਲਾਂ ਨਾਲ ਵੀ ਚੱਲੀਆਂ ਤੇ ਬਾਦਲਾਂ ਨੇ ਕਿਹਾ ਵੀ ਤੁਸੀਂ 13 'ਚ 2 ਸੀਟਾਂ ਲੈ, ਵੱਧ ਤੋਂ ਵੱਧ ਅਸੀਂ ਤੁਹਾਨੂੰ 2 ਦੇਵਾਂਗੇ ਤੇ ਆ ਜਾਓ ਅਸੀਂ ਸਮਝੌਤਾ ਕਰਨਾ। ਫਿਰ ਉਸ ਤੋਂ ਗੱਲ ਸ਼ੁਰੂ ਹੋਈ ਫਿਰ 5 ਦੇਵਾਂਗੇ ਜੀ, ਤੇ ਫਿਰ ਨਹੀਂ ਜੀ। ਜਦੋਂ ਮਤਲਬ ਸੰਘਰਸ਼ੀਲ ਧਿਰ ਸੀਗੇ ਜਿਹੜੇ ਕਹਿੰਦੇ ਸੀ ਅਸੀਂ ਨਹੀਂ, ਅਸੀਂ ਕਰਾਂਗੇ, ਤੁਸੀਂ ਵੀ ਲੜ ਲਓ, ਅਸੀਂ ਵੀ ਲੜ ਲੈਂਦੇ ਹਾਂ। ਤੇ ਲੜਨ ਵੇਲੇ ਹਾਲਾਤ ਇਸ ਤਰ੍ਹਾਂ ਦੇ ਬਣ ਗਏ ਵੀ ਜਿਹੜੇ ਜਿਸ ਧਿਰ ਨੂੰ ਬਾਬਾ ਜੀ ਹੁਣਾਂ ਨੇ ਟਿਕਟਾਂ ਦਿੱਤੀਆਂ 13 ਦੇ 13 ਮੈਂਬਰ ਹੀ ਜਿੱਤ ਗਏ ਤੇ ਉਹਨਾਂ ਦੀ ਜ਼ਮਾਨਤਾਂ ਦੱਸੋ ਜੀ। ਮਤਲਬ ਰਵਾਇਤੀ ਅਕਾਲੀ ਦਲ, ਮਤਲਬ ਲੋਕ ਇੰਨੇ ਗੁੱਸੇ ਸੀ ਰਵਾਇਤੀ ਲੀਡਰਸ਼ਿਪ ਤੋਂ, ਬਹੁਤ ਜ਼ਿਆਦਾ ਗੁੱਸੇ ਸੀ, ਬਹੁਤ ਜ਼ਿਆਦਾ ਗੁੱਸੇ। ਇਹਨਾਂ ਨੂੰ ਕੋਈ ਸਟੇਜ ਨਹੀਂ ਸੀ ਮਿਲਦੀ ਕਰਨ ਨੂੰ, ਸਾਡੇ ਕੋਲ ਇਹਨਾਂ ਦੇ ਪਿੱਛੇ ਬੰਦੂਕਾਂ ਚੁੱਕੀ ਕਰਦੇ ਸੀਗੇ। ਮਤਲਬ ਦੋ ਤਰ੍ਹਾਂ ਦਾ ਦਬਾਅ ਸੀਗਾ, ਇੱਕ ਤਾਂ ਲੋਕ ਵੈਸੇ ਹੀ ਇਹਨਾਂ ਨੂੰ ਰੱਦ ਕਰਨਾ ਚਾਹੁੰਦੇ ਸੀ, ਸੜਕਾਂ ਦੇ ਨਾਲ ਸੀ। ਦੂਜਾ ਇਹ ਸੀਗਾ ਵੀ ਜਿਹੜੇ ਕੋਈ ਇਹਨਾਂ ਨੂੰ ਚਾਹੁੰਦੇ ਵੀ ਸੀ ਉਹ ਕਰਦੇ ਜਿਹੜੇ ਸੀਗੇ ਨਹੀਂ ਸੀ ਬੋਲਦੇ। ਮੈਨੂੰ ਵੀ ਟਿਕਟ ਮਿਲ ਗਈ, ਇੱਕ ਸਿਰਫ ਗੁਰਦਾਸਪੁਰ ਵਾਲੀ ਸੀਟ ਜਿਹੜੀ ਹਾਰੇ ਜੀ, ਔਰ ਉਹ ਵੀ ਟਿਕਟ ਦੀ ਵੰਡ ਗਲਤ ਹੋਈ। ਉਹ ਵੰਡ ਸੀ ਗੁਰਦਾਸਪੁਰ ਗੱਡੀ ਵਿੱਚ ਮਾਰਦੇ ਨਾਲ, ਤੇ ਬਾਕੀ ਸਾਰੀ ਜਗ੍ਹਾ ਜਿੱਤ ਗਏ, ਬਾਕੀ ਸਾਰੀਆਂ ਜਗ੍ਹਾ। ਤੇ ਉਹਦੇ ਬਾਅਦ ਰਿਹਾਈ ਹੋ ਗਈ ਮਾਨ ਸਾਹਿਬ ਦੀ। ਹਾਂਜੀ, ਇਲੈਕਸ਼ਨ ਤੋਂ ਬਾਅਦ ਜਦੋਂ ਅੰਦਰ ਬੈਠੇ ਪਾਰਲੀਮੈਂਟ ਮੈਂਬਰ ਜਿੱਤ ਗਏ ਤੇ ਉਹਨਾਂ ਨੂੰ ਫਿਰ ਰਿਹਾ ਕਰ ਦਿੱਤਾ ਗਿਆ ਵੀ ਚਲੋ ਹੁਣ ਆਹ ਨੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਤੇ ਤੁਸੀਂ ਆਓ ਬਾਹਰ ਤੇ ਫਿਰ ਗੱਲ ਕਰੀਏ। ਜਿਹੜੀ ਇਹ ਗੱਲ ਕਹੀ ਜਾਂਦੀ ਹੈ ਕਿ ਜਿਹੜੀ ਰਿਹਾਈ ਹੋਈ ਹੈ ਮਾਨ ਉਹਨਾਂ ਦੀ ਉਹ ਰਾਜੀਵ ਗਾਂਧੀ ਕਰਕੇ ਹੋਈ ਹੈ, ਇਹ ਤੇ ਕਿੰਨੀ ਕੁ ਸੱਚ ਆ ਗੱਲ? ਦੇਖੋ ਜੀ, ਉਦੋਂ ਜਿਹੜੇ ਜਿੱਤੇ ਹੋਏ ਮੈਂਬਰ ਪਾਰਲੀਮੈਂਟ ਉਹਨਾਂ ਵਿੱਚ ਚੰਦਰਪਾਲ ਇੱਕ ਮੈਂਬਰ ਹੈ ਪਟਿਆਲੇ, ਬਿਲਕੁਲ ਹਾਂਜੀ, ਉਹ ਇਹ ਗੱਲ ਜਿਹੜੀ ਹੈ ਉਹ ਇਸ ਗੱਲ ਨੂੰ ਵਿਦ ਐਵੀਡੈਂਸ ਕਹਿੰਦਾ ਵੀ ਸਾਡੀਆਂ ਰਿਹਾਈਆਂ ਜਿਹੜੀਆਂ ਉਹ ਦੂਸਰੇ ਤਰੀਕੇ ਨਾਲ ਹੋਈਆਂ ਤੇ ਮਾਨ ਦੀ ਰਿਹਾਈ ਜਿਹੜੀ ਆ ਉਹ ਦੂਸਰੇ ਤਰੀਕੇ ਨਾਲ। ਉਹ ਟੈਕਨੀਕਲੀ ਅਜੇ ਵੀ ਕਹਿੰਦਾ ਵੀ ਉਹ ਟੈਕਨੀਕਲੀ ਅਜੇ ਵੀ ਫਾਲਟ ਆ ਉਸ ਰਿਹਾਈ ਦੇ ਵਿੱਚ ਵੀ
ਮਾਨ ਦੀ ਰਿਹਾਈ ਦੀ ਫਾਈਲ ਤੇ ਸਾਈਨ ਜਿਹੜੇ ਆ ਰਾਜੀਵ ਗਾਂਧੀ ਨੇ ਕੀਤੇ। ਔਰ ਇਹ ਰਿਹਾ ਹੋਣ ਤੋਂ ਬਾਅਦ ਇਹ ਮਤਲਬ ਪਰ ਅਤਿੰਦਰਪਾਲ ਹੋਣੀ MP ਤਾਂ ਮਾਨ ਦਲ ਵੱਲੋਂ ਹੀ ਬਣੇ ਸੀ ਨਾ ਜੀ? ਹਾਂਜੀ ਹਾਂਜੀ, ਉਹ ਬਾਬਾ ਜੀ ਦਲ। ਤੇ ਫਿਰ ਕਿੰਨੇ ਚਿਰ ਬਾਅਦ ਜਿਹੜੀ ਰਿਹਾਈ ਹੋਈ ਹੈ ਜੀ ਜਿੱਤਣ ਤੋਂ ਬਾਅਦ? ਇਹ ਜੀ ਰਿਹਾਈ ਇਹਨਾਂ ਦੀ ਹੋ ਗਈ ਬਸ 2 ਮਹੀਨਿਆਂ ਦੇ ਵਿੱਚ ਹੀ ਸਾਰੇ ਰਿਹਾ। ਸੋ ਉਸ ਤੋਂ ਬਾਅਦ ਫਿਰ ਅਗਲਾ ਸਹੁੰ ਚੁੱਕ ਵਾਲੀ ਗੱਲ ਚੱਲਦੀ ਆ, ਉਹਦੇ ਤੇ ਅਗਲੇ ਬਾਹਰ ਆਉਂਦੇ ਉਹ ਅਗਲਾ ਜਿਹੜਾ ਸੀਗਾ ਵੀ ਮੈਂਬਰ ਪਾਰਲੀਮੈਂਟ ਬਣ ਕੇ ਰਿਹਾ ਹੋ ਕੇ ਬਾਹਰ ਆ ਗਏ। ਤੇ ਬਾਹਰ ਆ ਕੇ ਜਿਹੜੀ ਸੀਗੀ ਉਹ ਫਿਰ ਬਾਬਾ ਜੀ ਜਦੋਂ ਮਾਨ ਸਾਹਿਬ ਬਾਹਰ ਆ ਗਏ, ਇਹਨਾਂ ਨੂੰ ਜਦੋਂ ਕਮਾਨ ਸੌਂਪ ਦਿੱਤੀ ਗਈ, ਇਹ ਅਕਾਲੀ ਦਲ ਮਾਨ ਦੇ ਪ੍ਰਧਾਨ ਸੀ, ਮਾਨ ਹੁਣ ਬਾਹਰ ਆ ਗਏ ਤੇ ਬਾਬਾ ਜੀ ਕਾਰਜਕਾਰੀ ਪ੍ਰਧਾਨ ਸੀ। ਇਹਨਾਂ ਨੇ ਆਪਣੇ ਵੱਲੋਂ ਜਿਹੜਾ ਮੰਜੀ ਸਾਹਿਬ ਸਮਾਗਮ ਹੋਇਆ ਇਹਨਾਂ ਦੇ ਮਤਲਬ ਸਨਮਾਨ ਵਿੱਚ, ਉੱਥੇ ਮਾਨ ਸਾਹਿਬ ਨੂੰ ਸਰੋਪਾ ਦੇ ਕੇ ਕਰਨੀਆਂ। ਕਿੱਡੀ ਵੱਡੀ ਗੱਲ ਹੈ। ਮਤਲਬ ਜੇ ਆਪਾਂ ਬਾਬਾ ਜੀ ਨੂੰ ਬਜ਼ੁਰਗਾਂ ਦੀ ਗੱਲ ਕੀਤੀ ਜਾਵੇ, ਕਾਰਜਕਾਰੀ ਬਣ ਕੇ ਸਾਰਾ ਕੁਛ ਕਰਤਾ, ਇਲੈਕਸ਼ਨ ਲੜ ਗਈ, ਜਦ ਮਾਨ ਹੁਣੀ ਵਾਪਸ ਆਏ ਮਾਨ ਦੇ ਨਾਲ ਸਾਰਾ ਕੁਝ ਦਿੱਤਾ। ਹਾਲਾਂਕਿ ਭਤੀਜਾ ਇਨਵੋਲਵ ਸੀ, ਉੱਥੇ ਨਾਲ ਹੀ ਸੀ, ਜਸਵੀਰ ਸਿੰਘ ਹੁਣੀ ਫਿਰੇ ਰਹੇ ਸੀ। ਹਾਂਜੀ ਹਾਂਜੀ, ਬਿਲਕੁਲ। ਇਹ ਸਾਰਾ ਕੁਛ ਮਤਲਬ ਜਿਹੜਾ ਜੋ ਸੀਗਾ ਬਣਦਾ ਸੀਗਾ ਬਾਬਾ ਜੀ ਵੱਲੋਂ, ਉਹਨਾਂ ਨੇ ਆਪਦਾ ਫਰਜ਼ ਨਿਭਾਇਆ, ਉਹਨਾਂ ਨੂੰ ਚਾਬੀਆਂ ਦੇ ਦਿੱਤੀਆਂ, ਇਹਨੂੰ ਸੌਂਪਤਾ ਸਾਰਾ ਕੁਛ। ਔਰ ਉਸ ਤੋਂ ਬਾਅਦ ਤਾਂ ਜਿਹੜੀ ਕਹਾਣੀ ਫਿਰ ਦੂਜੇ ਬੰਨੇ ਜਿਹੜੀ ਮਤਲਬ ਜਿਹੜੀ ਐਡੀ ਵੱਡੀ ਜਿੱਤ ਸੀ ਉਸ ਦੇ ਕਿਸ ਤਰ੍ਹਾਂ ਖਿਲਾਰੇ ਪਏ ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਕਿਸ ਤਰ੍ਹਾਂ ਮਾਨ ਸਾਹਿਬ ਨੇ ਉਹ 12 ਮੈਂਬਰ ਪਾਰਲੀਮੈਂਟ ਸੀ ਕਿਵੇਂ ਇਹਨਾਂ ਦੇ ਟੁਕੜੇ ਕੀਤੇ, ਕਿਵੇਂ ਇਹਨਾਂ ਨੂੰ ਜਲੀਲ ਕੀਤਾ, ਕਿਵੇਂ ਆਪ ਪਾਰਲੀਮੈਂਟ 'ਚ ਨਹੀਂ ਗਏ, ਔਰ ਸਾਰੀ ਜਿੱਤ ਸੀ ਜਿਵੇਂ ਕਿਵੇਂ ਮਿੱਟੀ 'ਚ ਮਿਲਾਈ, ਇਹ ਸਾਰੀਆਂ ਚੀਜ਼ਾਂ ਤਾਂ ਹੋਈਆਂ ਜੀ ਸਾਹਮਣੇ। ਹਾਂ, ਨਹੀਂ ਇਸ ਨੂੰ ਮੈਂ ਅਗਲੇ ਹਫ਼ਤੇ ਡਿਸਕਸ ਕਰਾਂਗਾ। ਅੱਛਾ, ਜਾਂਦੇ ਜਾਂਦੇ ਸਰਦਾਰ ਜਸਵੀਰ ਸਿੰਘ ਉਹਨਾਂ ਦੀ ਰੋਡੇ ਉਹਨਾਂ ਦੀ ਸ਼ਖਸੀਅਤ ਬਾਰੇ ਦੱਸ ਕੇ ਜਾਓ। ਤੁਸੀਂ ਹਰ ਵਕਤ ਦਿਨ ਰਾਤ ਨੇੜੇ ਰਹੇ ਹੋ, ਕੀ ਮਹਿਸੂਸ ਕੀਤਾ? ਦੇਖੋ ਜੀ, ਜੇ ਮੈਂ ਇਹ ਗੱਲ ਕਹਾਂ ਵੀ ਜਿਸ ਤਰ੍ਹਾਂ ਦੇ ਰਵਾਇਤੀ ਲੀਡਰਸ਼ਿਪ ਜਿਹੜੀ ਹੈਗੀ ਹੈ ਜਿਸ ਤਰ੍ਹਾਂ ਦਾ ਕਿਉਂਕਿ ਉਸ ਪਰਿਵਾਰ ਦਾ ਜਿਹੜੀ ਪਰਵਰਿਸ਼ ਹੈ ਨਾ ਜੀ ਬਾਬਾ ਜੀਂਦਰ ਸਿੰਘ ਦੇ ਪਰਿਵਾਰ ਦੀ, ਉਹ ਬਹੁਤ ਘੱਟ ਪਰਿਵਾਰਾਂ ਦੇ ਵਿੱਚ ਮੈਨੂੰ ਦੇਖਣ ਨੂੰ। ਪਰਿਵਾਰ ਇੱਕ ਦੂਜੇ ਦੀ ਬਹੁਤ ਸਪੋਰਟ ਕਰਦਾ ਹੈ, ਬਹੁਤ ਸਤਿਕਾਰ ਕਰਦਾ ਹੈ। ਤੇ ਉਸ ਪਰਿਵਾਰ ਦੇ ਵਿੱਚ ਮਤਲਬ ਗੁਰੂ ਤੇ ਭਰੋਸਾ ਵੀ ਹੈਗਾ, ਮਤਲਬ ਗੁਰਬਾਣੀ ਉਸ ਪਰਿਵਾਰ ਦੇ ਵਿੱਚ ਹੈ ਕਿ ਨਿਤਨੇਮ ਬਕਾਇਦਾ ਸਾਰੇ ਜੀ ਕਰਦੇ ਆ, ਬਿਨਾਂ ਨਿਤਨੇਮ ਤੋਂ ਕੋਈ ਕਹਾਣੀ ਨਹੀਂ ਹੈਗੀ। ਤੇ ਜਿਸ ਤਰ੍ਹਾਂ ਸੰਤ ਜਰਨੈਲ ਸਿੰਘ ਉਹਨਾਂ ਦਾ ਟਕਸਾਲ ਨਾਲ ਜਿਵੇਂ ਜੁੜਾਵ ਸੀ, ਤੇ ਇਹ ਵੀ ਪਰਿਵਾਰ ਟਕਸਾਲ ਦੀ ਸੀ, ਤੇ ਟਕਸਾਲ ਦੀਆਂ ਜਿਹੜੀਆਂ ਰਵਾਇਤਾਂ ਸੀ ਉਹ ਪਰਿਵਾਰ ਤੇ ਅਸਰ ਸੀਗਾ ਉਹਨਾਂ ਦਾ। ਮਤਲਬ ਹੁਣ ਅੱਜ ਦੀ ਤਰੀਕ ਮੈਨੂੰ ਨਹੀਂ ਪਤਾ ਕੀ ਹੈ, ਪਰ ਜਦੋਂ ਮੈਂ ਉਦੋਂ ਸੀਗਾ ਉਦੋਂ ਪਰਿਵਾਰ ਦੇ ਵਿੱਚ, ਕਿਉਂਕਿ ਅਸੀਂ ਬਹੁਤ ਕੁਛ ਸਿੱਖਿਆ। ਬਿਲਕੁਲ, ਤੇ ਸਾਡੇ ਤੇ ਕੋਈ ਸਿੱਖੀ ਦਾ ਪ੍ਰਭਾਵ ਮੈਂ ਸਮਝਦਾ ਜਾਂ ਅਸੀਂ ਕੋਈ ਥੋੜਾ ਬਹੁਤ ਸਾਡੇ ਚ ਹੈਗਾ, ਤੇ ਉਹ ਟਕਸਾਲ ਦੇ ਨਾਲ ਜੁੜਾਵ ਕਰਕੇ ਔਰ ਜਿਹੜੀ ਸਾਡੀ ਟ੍ਰੇਨਿੰਗ ਜਿਹੜੀ ਖਾਸ ਕਰਕੇ ਉਸ ਦੌਰ ਦੇ ਵਿੱਚ ਉਸ ਪਰਿਵਾਰ ਦੇ ਵਿੱਚ ਰਹਿ ਕੇ ਪੰਥਕ ਪਰੰਪਰਾਵਾਂ ਉਹ ਸਾਡੇ ਤੇ ਅਸਰ ਅੰਦਾਜ਼ ਹੈ। ਤੇ ਮੈਂ ਇੱਕ ਗੱਲ ਤਾਂ ਇਹ ਕਹੂੰਗਾ ਜੀ, ਜਿੰਨੇ ਵੀ ਸਾਡੇ ਆ ਲੀਡਰ ਤੁਰੇ ਫਿਰਦੇ ਆ ਜੋ ਵੀ ਹੈ, ਉਹਨਾਂ ਵਿੱਚੋਂ ਉਸ ਦੌਰ ਦੇ ਵਿੱਚ ਭਾਈ ਜਸਵੀਰ ਸਿੰਘ ਜਿਹੜਾ ਸੀ ਨਾ, ਕਰਪਟ ਵੀ ਨਹੀਂ ਕਿਹਾ ਜਾ ਸਕਦਾ ਸੀ, ਕੋਈ ਬਹੁਤ ਵੱਡੀ ਕਰਪਸ਼ਨ ਸੀਗੀ ਤੇ ਬੇਈਮਾਨੀ ਵੀ ਕੋਈ ਨਹੀਂ ਸੀ, ਬਸ ਸਿਰਫ ਅਣਜਾਣ ਸੀਗਾ, ਪਤਾ ਨਹੀਂ ਸੀ। ਅਣਜਾਣ ਪੁਣੇ ਦੇ ਵਿੱਚ ਮਤਲਬ ਏਜੰਸੀਆਂ ਵੀ ਯੂਜ਼ ਕਰ ਗਈਆਂ ਤੇ ਕੁਛ ਹਾਸਲ ਵੀ ਨਹੀਂ ਕਰ ਸਕੇ, ਔਰ ਬਦਨਾਮੀ ਵੀ ਬਹੁਤ ਵੱਡੀ। ਜਿਸ ਤਰ੍ਹਾਂ ਦੀ ਪੋਲੀਟਿਕਸ ਪੰਜਾਬ ਦੀ ਲੀਡਰਸ਼ਿਪ ਦੇ ਕੋਲੇ ਹੈ ਹੋਣੀ ਚਾਹੀਦੀ ਸੀ, ਸਮਝ ਹੋਣੀ ਚਾਹੀਦੀ, ਉਹ ਭਾਈ ਜਸਵੀਰ ਸਿੰਘ ਕੋਲੇ ਨਹੀਂ ਸੀ। ਬਿਲਕੁਲ ਜੀ, ਮੈਂ ਅੱਜ ਵੀ ਇਹ ਸਮਝਦਾ ਵੀ ਅੱਜ ਵੀ ਉਹਨਾਂ ਕੋਲੇ ਉਹ ਚੀਜ਼ ਨਹੀਂ ਹੈ ਵੀ ਪੰਜਾਬ ਦੀ। ਹਾਂ, ਬਾਅਦ ਚ ਸਿਆਣੇ ਹੋ ਕੇ ਵੀ ਕਿਹੜਾ ਵੱਧ ਅਚੀਵ ਕਰ ਲਿਆ ਕੁਛ। ਬਿਲਕੁਲ ਠੀਕ, ਹਾਂ, ਵੀ ਕੋਈ ਅਚੀਵ ਨਹੀਂ ਕਰ ਸਕੇ। ਜਿਵੇਂ ਹੁੰਦਾ ਨਾ ਵੀ ਬੰਦਾ ਸਿੱਖਦਾ ਹੈ ਤੇ ਮਤਲਬ ਬਜਾਏ ਸਿੱਖਣ ਦੇ ਵੀ ਹਾਲਾਤ ਨੂੰ ਜਿੱਧਰ ਨੂੰ ਧੱਕਾ ਦਿੱਤਾ ਉੱਧਰ ਨੂੰ ਤੁਰ ਜਾਣ ਦੀ ਗੱਲ। ਕੀ ਸੱਚ ਪੱਲੇ ਜਿਹੜਾ ਬਾਹਲਾ ਰਹਿਣਾ ਹੈ ਉਹ ਵੀ ਇਸ ਰਾਜਨੀਤੀ ਦੇ ਵਿੱਚ ਚੱਕਰ ਪਾਉਂਦਾ, ਸੱਚ ਦਾ ਪੱਲਾ? ਬਹੁਤ ਵੱਡੀ ਗੱਲ ਹੈ ਜੀ। ਤੁਸੀਂ ਜੇ ਪੰਥਕ ਰਵਾਇਤਾਂ ਅਨੁਸਾਰ ਪੋਲੀਟਿਕਸ ਕਰਨੀ ਹੈ, ਧਰਮ ਦੀ ਸਿਆਸਤ ਕਰਨੀ ਹੈ, ਧਰਮ ਦੇ ਕੁੰਡੇ ਦੇ ਥੱਲੇ ਸਿਆਸਤ ਕਰਨੀ ਹੈ, ਤੇ ਸਿੱਖ ਤੇ ਫਿਰ ਅਸਲ ਸਿੱਖ ਸਿਆਸਤ ਹੈ। ਤੇ ਜੇ ਧਰਮ ਨੂੰ ਤੁਸੀਂ ਥੱਲੇ ਲਾ ਕੇ ਜਿਵੇਂ ਬਾਦਲਾਂ ਨੇ ਕੀਤੀ ਹੈ,
ਵੀ ਧਰਮ ਇਹਨਾਂ ਦੇ ਪੈਰਾਂ 'ਚ ਇਹਨਾਂ ਨੇ ਰੋਲ ਕੇ ਤੇ ਉੱਤੇ ਸਿਆਸਤ ਦਾ ਕੁੰਡਾ ਧਰਮ ਦੇ ਉੱਤੇ ਰੱਖਿਆ। ਤੇ ਇਹ ਸਿਆਸਤ ਜਿਹੜੀ ਹੈ ਇਹਨੇ ਪੰਜਾਬ ਦੇ ਨਾਲ ਕੀ ਕੀਤਾ, ਸਿੱਖਾਂ ਦੇ ਨਾਲ ਕੀ ਕੀਤਾ, ਇਹ ਆਪਾਂ ਸਾਰਿਆਂ ਨੂੰ ਵੇਖਦੇ। ਤੇ ਜਿੰਨਾ ਚਿਰ ਪੰਜਾਬ ਦੇ ਵਿੱਚ ਧਰਮ ਦੇ ਕੁੰਡੇ ਥੱਲੇ ਸਿਆਸਤ ਨਹੀਂ ਆਉਂਦੀ ਨਾ ਜੀ, ਉਹਨਾਂ ਚਿਰ ਪੰਜਾਬ ਦੇ ਵਿੱਚ ਪਰਫੈਕਟ ਸਿਆਸਤ ਜਿਹੜੀ ਹੈ ਉਹ ਪ੍ਰਵਾਨ ਨਹੀਂ ਹੋ ਸਕਦੀ। ਇਹ ਹੁਣ ਕਵਾਇਦ ਜਿਹੜੀ ਹੈ ਇਹ ਕਿੰਨਾ ਚਿਰ ਚੱਲਦੀ ਹੈ, ਕਦੋਂ ਕੋਈ ਪੰਥ ਪ੍ਰਵਾਨ ਇਹੋ ਜਿਹੀ ਸ਼ਖਸੀਅਤ ਜਿਹੜੀ ਆਉਂਦੀ ਹੈ ਉਹਨੂੰ ਪੰਥ ਪ੍ਰਵਾਨ ਕਰ ਲਏ। ਤੇ ਸਾਰੀਆਂ ਚੀਜ਼ਾਂ ਹੋਣਗੀਆਂ ਜੀ। ਧਰਮ ਦੀ ਗੱਲ ਤਾਂ ਹੀ ਚੱਲੇਗੀ ਵੀ ਦਬਕੇ ਵਾਲਾ ਵੀ ਕੋਈ ਲੀਡਰ ਆਊਗਾ ਸਾਡਾ, ਡਾਂਗ ਵਾਲਾ ਵੀ ਕੋਈ ਡਾਂਗ ਵਾਲਾ ਉਹੀ ਹੋ ਸਕਦਾ ਜਿਹਦਾ ਆਪਣਾ ਕੋਈ ਕਰੈਕਟਰ ਹੋਵੇ। ਬਿਲਕੁਲ ਠੀਕ। ਅਗਲੇ ਹਫ਼ਤੇ 1999 ਤੋਂ ਬਾਅਦ ਦੇ ਸਮੇਂ ਦਾ ਮੁਲਾਂਕਣ ਜਿੱਤੇ ਹੋਏ 12-13 ਐਮਪੀਆਂ ਤੋਂ ਜਿਹੜਾ ਕੌਮ ਦਾ ਕਿਉਂ ਨਹੀਂ ਸਵਰਿਆ, ਕੁਛ ਮੁਸ਼ਕਲਾਂ ਕਿੱਥੇ ਆਈਆਂ, ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਗੱਲ ਅਗਲੇ ਹਫ਼ਤੇ ਫਿਰ ਮੰਗਲਵਾਰ ਕਰਾਂਗੇ। ਡਿਪਟੀ ਸਾਹਿਬ, ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ। ਸਰਦਾਰ ਹਰਦੀਪ ਸਿੰਘ ਡਿਪਟੀ ਗੱਲਬਾਤ ਕਰ ਰਹੇ ਸਨ। ਕੋਸ਼ਿਸ਼ ਹੈ, ਸਮਾਂ ਬਹੁਤ ਲੰਘ ਗਿਆ, 85 ਦੀ ਗੱਲ ਹੈ, 86, 87, 88, 99, ਜੇ 90 ਦੀ ਵੀ ਗੱਲ ਕਰੀਏ 32 ਵਰ੍ਹੇ ਹੋ ਗਏ। ਬਹੁਤ ਚੀਜ਼ਾਂ ਜਿਹੜੀਆਂ ਯਾਦ ਵੀ ਨਹੀਂ ਰਹਿੰਦੀਆਂ। ਮੈਂ ਵੀ ਕੋਸ਼ਿਸ਼ ਕਰ ਰਿਹਾ ਵੱਧ ਤੋਂ ਵੱਧ, ਕਿਉਂਕਿ ਉਸ ਸਮੇਂ ਦੇ ਸਿਆਣੇ ਸੱਜਣਾ ਤੋਂ ਜਿਨ੍ਹਾਂ ਨੇੜਿਓਂ ਵੇਖਿਆ ਚੀਜ਼ਾਂ ਸੁਣਨ ਦਾ ਯਤਨ ਕਰ ਰਹੇ ਹਾਂ। ਅਗਲੇ ਹਫ਼ਤੇ ਫਿਰ ਮੰਗਲਵਾਰ ਸੰਘਰਸ਼ ਦੇ ਪੰਧ ਦੀ ਇਸ ਦੀ ਅਗਲੀ ਲੜੀਵਾਰ ਕੜੀ। ਵਪਾਰਕ ਸੰਦੇਸ਼ਾਂ ਤੋਂ ਬਾਅਦ ਅਲਬੇਲਾ ਬਰਾੜ ਜੀ ਦਿਉਣ ਵਾਲੇ ਗੀਤਕਾਰ ਨੇ, ਉਹਨਾਂ ਦੀ ਗੱਲਬਾਤ ਹੁਣੇ ਸ਼ੁਰੂ ਕਰਦੇ ਹਾਂ। ਸਰੀ ਦੇ ਵਿੱਚ ਜਿਹੜੀ ਸਿਵਿਕ ਇਲੈਕਸ਼ਨ ਹੈ ਉਹ ਗਰਮੈਸ਼ ਫੜ ਰਹੀ ਹੈ। ਸਤੰਬਰ ਦੇ ਵਿੱਚ ਤੇਜ਼ੀ ਹੋ ਜਾਣੀ ਹੈ। ਸਾਰੇ ਆਪਣੇ ਆਪਣੇ ਦਾਅਵੇ ਵਾਅਦੇ ਕਰ ਰਹੇ ਨੇ। ਵੱਡੀਆਂ ਜਿਹੜੀਆਂ ਸਲੇਟਾਂ, ਬਰਿੰਡਾ ਲੌਕ, ਸੁਖ ਧਾਲੀਵਾਲ, ਮੇਅਰ ਡਗ ਮਕੱਲਮ, ਗੋਲਡੀ ਹੌਗ ਤੇ ਜਿਨੀ ਸਿਮਸ ਉਹਨਾਂ ਦੀ ਕੈਂਪੇਨ ਹੈ ਜਿਹੜੀ ਯੂਨੀਅਨ ਐਂਡੋਰਸ ਕਰ ਰਹੀ ਹੈ। ਤੇ ਨਾਲ ਉਹ ਜਿਹੜਾ ਵੋਕਲ ਬਹੁਤ ਨੇ, ਉਸ ਤੋਂ ਬਿਨਾਂ ਮਿਹਨਤ ਤੇ ਵੱਡੀ ਗੱਲ ਜਿਹੜੇ ਇਸ਼ੂਜ਼ ਨੇ ਸ਼ਹਿਰ ਦੇ, ਉਹਨਾਂ ਦੀ ਗੱਲਬਾਤ ਹੋ ਰਹੀ ਹੈ। ਗੋਲਡੀ ਹੌਗ ਹੋਣੀ ਵਾਈਟ ਰੌਕ ਦੇ ਰਹਿਣ ਵਾਲੇ ਨੇ। ਇੱਕ ਟੀ ਸ਼ਰਟ ਵੀ ਵਾਈਟ ਰੌਕ ਵਾਲੀ ਪਾਈ ਬੈਠ ਫਿਰਦੇ ਸੀ, ਉਹਦੇ ਕਰਕੇ ਬੜੀ ਤਪਸ਼ ਹੋ ਰਹੀ ਹੈ। ਤੇ ਦੇਖਦੇ ਹਾਂ ਕਿੰਨੀ ਕੁ ਗੱਲ ਬਣਦੀ ਹੈ। ਡਗ ਮਕੱਲਮ ਉਹਨਾਂ ਨੇ ਬਹੁਤ ਲੰਮੀ ਪਾਰੀ ਖੇਲੀ ਹੈ ਸਿਵਿਕ ਇਲੈਕਸ਼ਨ ਦੇ ਵਿੱਚ। ਭਾਈਚਾਰਾ ਉਹਨਾਂ ਨੂੰ ਬੜਾ ਨੇੜਿਓਂ ਸਮਝਦਾ। ਅਤੇ ਜਦ ਤੁਸੀਂ ਕੰਮ ਕਰਨੇ ਨੇ ਅਤੇ ਗਲਤੀਆਂ ਵੀ ਨੇ, ਕੁਛ ਗਲਤੀਆਂ ਜਿਹੜੀਆਂ ਨੇ ਉਹਨੂੰ ਐਕਸੈਪਟ ਕਰਕੇ ਭਾਈਚਾਰਾ ਮੂਵ ਔਨ ਵੀ ਹੁੰਦਾ। ਕੁਝ ਚੀਜ਼ਾਂ ਜਿਹੜੀਆਂ ਅਟਕ ਜਾਂਦੀਆਂ ਨੇ, ਉਹ ਕਿਹੜੀਆਂ ਹੋਣਗੀਆਂ ਉਹ ਜਿਉਂ-ਜਿਉਂ ਕੈਂਪੇਨ ਮਗੇਗੀ ਅਪੋਨੈਂਟਸ ਦੱਸਣਗੇ, ਫਿਰ ਪਤਾ ਲੱਗੇਗਾ। ਸੁਖ ਧਾਲੀਵਾਲ ਹੁਣੀ ਜਦ ਉਹਨਾਂ ਨੇ ਅਨਾਊਂਸ ਕੀਤਾ, ਉਹ ਕਹਿੰਦੇ ਪਬਲਿਕ ਦੇ ਵਿੱਚ ਬਹੁਤ ਘੱਟ ਨੇ, ਜ਼ੋਰ ਬਹੁਤ ਲਾ ਰਹੇ ਨੇ, ਵੋਟਾਂ ਨੂੰ ਚਿੰਬੜੇ ਹੋਏ ਨੇ ਫੋਨ 'ਤੇ ਫੋਨ। ਉਹਨਾਂ ਕੋਲ ਵੀ ਰਜਿਸਟਰ ਉਹਨਾਂ ਦਾ ਪੂਰਾ ਕਰੜ ਹੈ, ਜਿਹਦੇ 'ਤੇ 12-15 ਹਜ਼ਾਰ ਉਹਨਾਂ ਦੀਆਂ ਵੋਟਾਂ ਜਿਹੜੀਆਂ ਨਿੱਜੀ ਉਹਨਾਂ ਦੇ ਪ੍ਰਭਾਵ 'ਚ ਨੇ। ਬਰਿੰਡਾ ਲੌਕ ਦਾ ਜਿਹੜਾ ਹੁੰਦਲ ਉਹਨਾਂ ਦੇ ਜਾਣ ਤੋਂ ਬਾਅਦ ਥੋੜ੍ਹਾ ਕੰਮ ਡਗਮਗਾ ਗਿਆ। ਫੰਡਸ ਦੀ ਬਹੁਤ ਲੋੜ ਹੈ ਇਸ ਕੈਂਪੇਨ 'ਚ, ਬਹੁਤ ਵੱਡੇ ਫੰਡ ਚਾਹੀਦੇ ਨੇ, ਵੱਡੇ ਮੈਨੇਜਰ, ਮੀਡੀਆ ਟੀਮ, ਜੇ ਅਤੇ ਵੋ। ਜਿਨੀ ਸਿਮਸ ਉਹਨਾਂ ਦੇ ਬਾਰੇ ਕੈਂਪੇਨ ਜਿਹੜੀ ਲੋਕਾਂ 'ਚ ਇਹ ਰੋਸ ਸੀ ਜੀ, ਇਹ ਆਪਣੀ ਅਹੁਦਿਆਂ ਤੋਂ ਅਸਤੀਫਾ ਨਹੀਂ ਦਿੱਤਾ, ਪਰ ਜਿਨੀ ਸਿਮਸ ਉਹਨਾਂ ਨੇ ਬਿਨਾਂ ਤਨਖਾਹ ਤੋਂ ਜਿਹੜੀ ਉਹ ਇਲੈਕਸ਼ਨ ਲੜ ਰਹੇ ਨੇ, ਸੇਵਾ ਤੋਂ ਉਹ ਆਪਣੀ MLA ਦੇ ਆਫਿਸ ਤੋਂ ਪਰਾਂ ਹੋ ਗਏ, ਵਿਦਾਊਟ ਪੇ ਉਹ MLA ਦੀ ਸੇਵਾ ਵੀ ਨਿਭਾ ਰਹੇ ਨੇ ਅਤੇ ਮੇਅਰ ਦੀ ਚੋਣ ਲੜ ਰਹੇ ਨੇ। ਸੁਖ ਧਾਲੀਵਾਲ ਨੂੰ ਨਹੀਂ ਕਹਿੰਦੇ ਮੈਂ ਵਿਦਾਊਟ ਪੇ ਨਹੀਂ, ਮੈਂ ਨਹੀਂ ਛੁੱਟੀ ਲੈਣੀ, ਮੈਂ MP ਦਾ ਕੰਮ ਕਰ ਰਿਹਾ, ਉਹਦੇ ਵੀ ਪੈਸੇ ਲੈਣੇ ਨੇ, ਮੈਂ ਮੇਅਰ ਵੀ ਲੜਾਂਗਾ। ਉਹ ਇਹ ਜਿਹੜੀ
ਸਤੰਬਰ ਦੇ ਪਹਿਲੇ ਹਫਤੇ ਸਾਰੇ ਆਪਣਾ ਆਪਣਾ ਲਈ ਫਿਰਦੇ ਆ। ਹਰ ਇੱਕ ਕੋਲ ਆਪਣੇ ਪੋਲ ਨੇ। ਹੁਣ ਨਵਾਂ ਬਹੁਤ ਕੰਮ ਚੱਲਿਆ, ਪੋਲ ਮੈਂ ਕਰਾਇਆ, ਉਹ 'ਚ ਮੈਂ ਉੱਪਰ ਹਾਂ, ਮੈਂ ਥੱਲੇ ਹਾਂ, ਉਹ ਤਾਂ ਖੂੰਜੇ ਲੱਗਿਆ ਪਿਆ, ਦੂਜਾ ਉੱਪਰ ਹੈ। ਪਰ ਪੰਜਾਬੀ ਵੋਟ ਕਿੱਥੇ ਕਿੱਥੇ ਵੰਡ ਹੋਏਗੀ, ਪੰਜਾਬੀ ਵੋਟ ਕਿੱਥੇ ਖੜੇਗੀ, ਮੇਨ ਸਟਰੀਮ ਦੀ ਵੋਟ ਕੌਣ ਲੈ ਕੇ ਜਾਏਗਾ, ਇਸ 'ਤੇ ਆ ਬੜੀ ਦਿਲਚਸਪ ਜਿਹੜੀ ਹੈ ਇਹ ਚੋਣ ਹੋਣੀ ਹੈ। ਪੈਸੇ ਦੀ ਦਬਸ਼ ਆ ਜਿਹੜੀ, ਉਹ ਦਬਸ਼ ਨੂੰ ਲੋਕ ਤੰਗ ਮੰਨ ਰਹੇ ਨੇ। ਉਹ ਕਹਿੰਦੇ ਪੈਸੇ ਦਾ ਕੀ ਇਹ 'ਚ ਮਤਲਬ ਹੈ, ਵੱਧ ਪੈਸੇ ਵਾਲੇ ਇਹ ਕਿਉਂ ਸੋਚਣ ਵੀ ਅਸੀਂ ਜਿੱਤ ਲਾਂਗੇ ਇਲੈਕਸ਼ਨ। ਅਤੇ ਜਿਹੜੀ ਪੋਲ ਜਿਹੜੇ ਨੇ ਹਰ ਇੱਕ ਦੇ ਆਪਣੇ ਆਪਣੇ ਨੇ, ਸਾਂਝੀ ਕੋਈ ਹਾਲੇ ਤੱਕ ਪੋਲ ਨਹੀਂ ਆਈ ਜਿਹਦੇ 'ਤੇ ਜਿਹੜੀ ਜਨਤਕ ਹੋਵੇ। ਨਿੱਜੀ ਤੌਰ 'ਤੇ ਜਿਹੜੀਆਂ ਪੋਲਾਂ ਸਾਰਿਆਂ ਨੇ ਆਪਣੀਆਂ ਆਪਣੀਆਂ ਕਰਾਈਆਂ ਹੋਈਆਂ ਨੇ। ਇਹਦੇ 'ਤੇ ਤਜਰਬਾ, ਸਟਾਫ, ਗਰੁੱਪ ਬਹੁਤ ਵੱਡਾ ਜਿਹੜਾ ਜਿਹਦੇ ਨਾਲ, ਜਿਵੇਂ ਇੰਡੋ ਕੈਨੇਡੀਅਨ ਵਰਕਰਸ ਐਸੋਸੀਏਸ਼ਨ ਦਾ ਬਹੁਤ ਵੱਡਾ ਗਰੁੱਪ, ਜਿੰਨੀ ਸਿਮਜ਼ ਉਹਨਾਂ ਨਾਲ ਹੈ। ਇਹੀ ਗਰੁੱਪ ਨੇ ਉਹਨਾਂ ਨੇ ਲਿਆ ਕੇ ਐਜੂਕੇਸ਼ਨ ਦੇ ਵਿੱਚੋਂ MP ਬਣਾਇਆ, MLA ਬਣਾਇਆ, ਅਤੇ ਉਹ ਸਿਰ ਸਿੱਟ ਕੇ ਕੰਮ ਕਰਨ ਵਾਲੇ ਬੰਦੇ ਨੇ। ਬਹੁਤ ਭਾਰੀ ਵੱਡਾ ਗਰੁੱਪ ਹੈ। ਇਸੇ ਤਰ੍ਹਾਂ ਹੀ ਡਗ ਮਕੱਲਮ ਹੋਣੀ, ਉਹ ਵੱਡਾ ਗਰੁੱਪ ਹੈ। ਇਹ ਕਹਾਣੀ ਜਿਹੜੀ ਹੈ ਉਹ ਨਿਕਲਦੀ ਜਾਂਦੀ ਆ ਵੀ ਅੱਗੇ ਇਹ 20 ਵਰੇ 15 ਵਰੇ ਪਹਿਲਾਂ ਵੱਡੀ ਗੱਲ ਸੀ ਕਿ ਵੱਡੇ ਡਿਵੈਲਪਰ, ਵੱਡੇ ਬਿਲਡਰਾਂ ਦੇ ਕਹੇ 'ਤੇ ਲੋਕਾਂ ਵੋਟ ਪਾਉਂਦੇ। ਉਹ ਸਮਾਂ ਨਿਕਲ ਗਿਆ। ਹੁਣ ਬਿਲਡਰਾਂ ਡਿਵੈਲਪਰਾਂ ਦਾ ਹੀ, ਆਪਣੀ ਫੈਮਿਲੀ ਦਾ ਹੀ ਹੋ ਸਕਦਾ, ਦੂਜੇ ਕਹੇ 'ਤੇ ਨਹੀਂ ਪਾਉਂਦੇ। ਹੁਣ ਮੁੰਡੇ, ਯੰਗ ਮੁੰਡੇ ਇਸ ਪ੍ਰੋਫੈਸ਼ਨ 'ਚ ਆਏ ਨੇ, ਉਹ ਨਹੀਂ ਕਿਸੇ ਦੀ ਝੱਲਦੇ। ਅਤੇ ਐਬਸਫੋਰਡ ਦੇ ਵਿੱਚ ਕੀ ਹੋ ਰਿਹਾ ਕੱਲ੍ਹ ਨੂੰ, ਉਹਦੇ ਬਾਰੇ ਗੱਲ ਕਰਾਂਗਾ। ਹੌਲੀ ਹੌਲੀ ਜਿਉਂ ਜਿਵੇਂ ਮੰਗਦੀ ਆ ਤੁਹਾਨੂੰ ਅਪਡੇਟ ਮੈਂ ਕਰਦਾ ਰਹਾਂਗਾ, ਅਤੇ ਸਾਰਿਆਂ ਦਾ ਪੱਖ ਤੁਹਾਡੇ ਸਨਮੁਖ ਹੋਏਗਾ। ਇਸ ਤਰ੍ਹਾਂ ਨਹੀਂ ਵੀ ਕਿਸੇ ਇੱਕ ਦਾ ਪੱਖ। ਅਤੇ ਧਿੰਗੋ ਜੋਰੀ ਵਾਲਿਆਂ ਦੇ ਬਰਾਬਰ ਖੜਨਾ, ਇਹ ਪੱਕਾ। ਜਿਹੜਾ ਧੱਕਾ ਕਰਦੇ ਆ ਨਾ ਵੀ ਆਹ ਕਰ ਦਿਆਂਗੇ, ਉਹ ਕਰ ਦਿਆਂਗੇ, ਪੈਸੇ 'ਤੇ ਜੇ ਕਰ ਦਿਆਂਗੇ, ਉਹਨਾਂ ਦੀ ਦਵੀੜ ਲੱਗਣੀ ਚਾਹੀਦੀ ਹੈ ਇੱਕ ਵਾਰ ਜ਼ਰੂਰ। ਲਓ ਜੀ, ਖਾਸ ਗੱਲਬਾਤ ਅੱਜ ਚੱਲਣੀ ਆ ਤੁਹਾਡੇ ਨਾਲ। ਗਾਇਕ ਜਿਹੜੇ ਨੇ, ਉਹਨਾਂ ਦੀ ਆਵਾਜ਼, ਉਹਨਾਂ ਦੀ ਗੱਲਬਾਤ ਕਰਨ ਦਾ ਢੰਗ ਅਤੇ ਉਹਨਾਂ ਦਾ ਸਿੱਖਣਾ, ਉਹ ਬਹੁਤ ਵੱਡੀ ਗੱਲ ਹੈ। ਪਰ ਜੇ ਗਾਇਕ ਦੇ ਕੋਲ, ਗੀਤਕਾਰ ਦੇ ਸ਼ਬਦ ਹੀ ਹੈ ਨਹੀਂ, ਬਹੁਤ ਘੱਟ ਗਾਇਕ ਨੇ ਜਿਹੜੇ ਖੁਦ ਗੀਤ ਲਿਖਦੇ ਆ, ਜੇ ਉਹਨਾਂ ਕੋਲ ਸ਼ਬਦ ਹੀ ਹੈ ਨਹੀਂ, ਕੀ ਗਾ ਲੈਣਾ। ਹੁਣ ਤਾਂ ਸਾਡੇ ਸਮਿਆਂ ਦੇ ਹਾਣ ਦੇ ਵਿੱਚ ਬਠਿੰਡੇ ਤੋਂ ਹੀ ਮਾਨਸਾ ਦੇ ਨੇੜੇ ਖਿਆਲਾ ਕਲਾਂ ਦਾ ਮੁੰਡਾ ਹਰਮਨਜੀਤ ਲਿਖਣ ਲੱਗਿਆ। ਰਾਣੀ ਤੱਤ ਉਹਨੇ ਕਿਤਾਬ ਲਿਖੀ, ਮੈਂ ਤੁਹਾਨੂੰ ਹਰ ਰੋਜ਼ ਸੁਣਾਉਣਾ। ਅਤੇ ਉਹਦੇ ਸ਼ਬਦ, ਉਹਦੀਆਂ ਗੱਲਾਂ, ਅਤੇ 91 ਦਾ ਜਨਮ ਹੈ, ਕੱਖ ਵੀ ਨਹੀਂ ਹਲੇ, ਬਹੁਤ ਛੋਟੀ ਉਮਰ ਹੈ। ਪੁਰਾਣੇ ਜਿਹੜੇ ਗਾਇਕਾਂ ਦੇ, ਪੁਰਾਣੇ ਵੀ ਨਾ, ਹੁਣਦਿਆਂ ਦੇ ਵੀ, ਕੁਲਦੀਪ ਮਾਣਕੋਣਾ ਦਾ, ਅਤੇ ਬਹੁਤ ਲੰਮੀ ਲਿਸਟ ਹੈ ਇੱਕ। ਦਿਉਣ ਤੋਂ ਬਾਈ ਜਗਰੂਪ ਸਿੰਘ ਬਰਾੜ, ਉਹਨਾਂ ਦਾ ਮੈਂ ਪਿੰਡ ਦੱਸਿਆ ਪਹਿਲਾਂ, ਅਤੇ ਉੱਥੋਂ ਸਰਦਾਰ ਜੀ ਅਲਵੇਲਾ ਸਿੰਘ ਬਰਾੜ, ਅਲਵੇਲਾ ਬਰਾੜ ਵੀ ਕਹਿੰਦੇ ਨੇ ਉਹਨਾਂ ਨੂੰ, ਦਿਉਣ ਵਾਲਾ ਬਰਾੜ ਵੀ ਕਹਿੰਦੇ ਨੇ। ਉਹ ਅੱਜ ਮੇਰੇ ਨਾਲ ਨੇ ਸਟੂਡੀਓ 'ਚ। ਉਹਨਾਂ ਦੇ ਸਫ਼ਰ ਦੀ ਅੱਜ ਗੱਲਬਾਤ ਕਰਨੀ ਹੈ। ਗੀਤਕਾਰ ਕਿਵੇਂ ਬਣਦਾ ਹੈ, ਗੀਤ ਲਿਖਦੇ ਕਿਵੇਂ ਨੇ, ਗੱਲਾਂ ਕਿਵੇਂ ਨਿਕਲਦੀਆਂ ਨੇ, ਫਿਰ ਗੀਤਕਾਰ ਤੋਂ, ਕਾਪੀ ਤੋਂ ਗੀਤ ਦਾ ਸਫ਼ਰ, ਗੀਤ ਗਾਉਣ ਵਾਲੇ ਤੱਕ ਦਾ ਸਫ਼ਰ। ਬਹੁਤ ਮੁੰਡੇ ਫਿਰਦੇ ਨੇ, ਨੌਜਵਾਨ, ਜਿਹੜੇ ਕਿਤਾਬਾਂ ਲਿਖੀ, ਕਾਪੀਆਂ ਲਿਖੀ ਫਿਰਦੇ ਨੇ, ਬੰਦਾ ਨਹੀਂ ਮਿਲਦਾ। ਜਾਂ ਧਿੰਗੋਜ਼ੋਰੀ ਕਰਦੇ ਨੇ, ਵੇਲੇ ਆ ਗੀਤ ਦੇ ਜਾ ਬਈ, ਨਾਂ ਥੱਲੇ ਲਿਖ ਲੈਂਦੇ ਨੇ। ਮੈਨੂੰ ਬਹੁਤ ਗਾਉਣ ਵਾਲਿਆਂ ਦਾ ਪਤਾ ਲੱਗਾ ਜਿਹੜੇ ਆਪਣਾ ਨਾਂ ਲਿਖ ਕੇ ਕਿਸੇ ਦੀ ਰਚਨਾ ਨੂੰ ਆਪਣੇ ਨਾਂ ਥੱਲੇ ਗਾ ਜਾਂਦੇ ਨੇ। ਸੋ ਬਰਾੜ ਸਾਹਿਬ, ਸਰਦਾਰ ਅਲਵੇਲਾ ਸਿੰਘ ਬਰਾੜ ਮੇਰੇ ਨਾਲ ਨੇ। ਬਰਾੜ ਸਾਹਿਬ, ਸਵਾਗਤ ਆ ਤੁਹਾਡਾ, ਬਹੁਤ ਬਹੁਤ ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਧੰਨਵਾਦ ਜੀ ਗਿੱਲ ਸਾਹਿਬ ਤੁਹਾਡਾ, ਔਰ ਸਾਰੇ ਸੁਣ ਰਹੇ ਸਰੋਤਿਆਂ ਨੂੰ ਮੇਰਾ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਹਾਡੀ ਸਾਰੀ ਟੀਮ ਦਾ ਧੰਨਵਾਦ, ਜਿਹੜਾ ਇਸ ਧਰਤੀ 'ਤੇ ਤੁਸੀਂ ਮੈਨੂੰ ਸਾਰਿਆਂ ਸਰੋਤਿਆਂ ਦੇ ਰੂਬਰੂ ਕਰ ਰਹੇ ਹੋ। ਥੈਂਕਸ, ਧੰਨਵਾਦ। ਧੰਨਵਾਦ ਬਾਈ ਜੀ। ਪਹਿਲਾਂ ਤਾਂ ਮੁੱਢਲਾ ਜੀਵਨ ਫਿਰ ਦਿਉਣ ਤੋਂ ਹੀ ਧੋਰੀਏ। ਹਾਂਜੀ, ਬਿਲਕੁਲ। ਅਤੇ ਉੱਥੇ ਦੀ ਪੜ੍ਹਾਈ, ਮੈਨੂੰ ਪਤਾ ਲੱਗਿਆ ਤੁਸੀਂ ਬਿਜਲੀ ਬੋਰਡ ਤੋਂ ਰਿਟਾਇਰ ਹੋਏ ਸੁਪਰਡੈਂਟ ਦੇ ਤੌਰ 'ਤੇ, ਅਤੇ ਬਠਿੰਡੇ ਹੀ ਰਹਿ ਰਹੇ ਹੋ। ਥੋੜ੍ਹੀ ਜਿਹੀ ਜ਼ਿੰਦਗੀ ਦੀ ਸਾਂਝ ਦਿਓ ਜੀ ਪਿੰਡ ਤੋਂ। ਹਾਂ, ਪਿੰਡ ਦਿਉਣ ਜੀ, ਜ਼ਿਲ੍ਹਾ ਬਠਿੰਡਾ ਜੀ। ਬਠਿੰਡਾ ਤੋਂ ਸ਼੍ਰੀ ਮੁਕਤਸਰ ਸਾਹਿਬ 'ਤੇ 10 ਕਿਲੋਮੀਟਰ ਦੂਰ 'ਤੇ ਮੇਰਾ ਦਿਉਣ ਪਿੰਡ ਜੀ।
ਤੇ ਪਿੰਡ ਹੀ ਮੈਂ 10ਵੀਂ ਕਲਾਸ ਤੱਕ ਗਿੱਲ ਸਾਹਿਬ ਮੈਂ ਸਟੱਡੀ ਕੀਤੀ। ਅੱਛਾ ਜੀ 10ਵੀਂ ਤੱਕ ਸਕੂਲ ਸੀ। ਜੀ। ਉਸ ਤੋਂ ਬਾਅਦ BA ਮੈਂ ਬਠਿੰਡਾ DAV ਕਾਲਜ ਚੋਂ, ਵਾਹ ਜੀ ਵਾਹ। ਔਰ ਪ੍ਰਾਈਵੇਟ ਤੌਰ ਤੇ ਫਿਰ ਮੈਂ ਪੰਜਾਬੀ ਦੀ MA ਕੀਤੀ। ਅੱਛਾ ਜੀ। ਇਨ ਬਿਟਵੀਨ ਮੈਂ ਜੌਬ ਜੁਆਇਨ ਕਰ ਲਈ ਸੀ। ਅੱਛਾ ਜੀ। ਤੇ ਗੀਤਕਾਰੀ ਦਾ ਸਫ਼ਰ ਜੇ ਮੈਂ ਗੱਲ ਕਰਾਂ, ਬਾਲਪਨ ਗੀਤਕਾਰੀ ਦਾ, ਉਹ ਸਕੂਲ ਦੇ ਵਿੱਚੋਂ ਹੀ, ਜਿਸ ਤਰ੍ਹਾਂ ਸ਼ਨੀਵਾਰ ਨੂੰ ਸੁਬਾਹਾਂ ਚੱਲਦੀਆਂ ਸੀ। ਅੱਛਾ ਜੀ। ਪਿੰਡੋਂ ਹੀ ਕੁਛ ਨਾ ਕੁਛ ਰੇਡੀਓ ਸੁਣ ਲੈਣਾ, ਘਰ ਦੇ ਵਿੱਚ ਰੇਡੀਓ ਹੁੰਦਾ ਸੀ। ਅੱਛਾ ਜੀ। ਜੇ ਕੋਈ ਲਾਈਨ ਮਿਸ ਹੋ ਜਾਣੀ, ਨਹੀਂ ਜਾ ਰਹਿਣੀ, ਤਾਂ ਆਪਣੇ ਆਪ ਹੀ ਕ੍ਰੀਏਟ ਕਰ ਲੈਣੀ। ਅੱਛਾ ਜੀ। ਕਰ ਲੈਣੀ, ਨਾ ਕਮਾ ਤਾਂ ਹੋ ਜਾਣੀ। ਤਾਂ ਕਹਿਣ ਦਾ ਮਤਲਬ ਜੋ ਪ੍ਰਮਾਤਮਾ ਦੇ ਵੱਲੋਂ ਮੇਰੇ ਅੰਦਰ ਕੋਈ ਗੀਤਕਾਰੀ ਦੀ ਚਿੰਨ੍ਹ ਸੀਗੀ, ਉਹ ਬਚਪਨ ਵਿੱਚ ਫੁੱਟਣ ਲੱਗ ਗਈ। ਅੱਛਾ ਜੀ। ਇਸ ਤਰ੍ਹਾਂ ਮੇਰਾ ਬਚਪਨ ਸ਼ੁਰੂ ਹੋਇਆ। ਤੇ ਫਿਰ ਉਸ ਤੋਂ ਬਾਅਦ ਜਦੋਂ ਮੈਂ ਸ਼੍ਰੀ ਕੁਲਦੀਪ ਮਾਣਕ ਜੀ ਨੂੰ ਸੁਣਿਆ ਸਹੀ ਮਣੇ 'ਚ, ਅੱਛਾ, ਤੇ ਜਿਹੜੀ ਮੇਰੇ ਅੰਦਰ ਚਿੰਨ੍ਹ ਸੀ ਗੀਤਕਾਰੀ ਦੀ, ਵਾਹ, ਉਹਨਾਂ ਦੇ ਨੂੰਮਾਂ ਮਾਣਕ ਸਾਹਿਬ ਨੂੰਮਾਂ ਵਹਿ ਤੁਰੀ। ਤੇ ਫਿਰ ਮੈਂ 2 ਗੀਤ ਲਿਖ ਕੇ ਸ਼੍ਰੀ ਕੁਲਦੀਪ ਮਾਣਕ ਜੀ। ਕਿਹੜੇ ਸਾਲ 'ਚ ਜੀ? ਸਾਲ 1980 ਦੇ ਵਿੱਚ। ਅੱਛਾ ਜੀ। ਹਾਂ, ਮੇਰਾ 61 ਦਾ ਬਰਥ ਹੈ। ਮੰਨ ਕੇ ਚੱਲੀਏ ਆਪਾਂ 19 ਕੁ ਸਾਲ ਦੇ। ਹਾਂ, ਚੜ੍ਹਦੀ ਬਰੇਸ ਸੀ, ਇੱਧਰ ਨੂੰ ਹੋ ਪਏ। ਹਾਂ, ਚੜ੍ਹਦੀ। ਤੇ ਮਿਲੇ ਮਾਣਕ ਸਾਹਿਬ ਨੂੰ ਜਦ 20 ਸਾਲ ਦੀ ਉਮਰ 'ਚ? ਬਿਲਕੁਲ ਜੀ। ਮੈਨੂੰ ਐ ਸੀ ਮਾਣਕ ਸਾਹਿਬ ਪਤਾ ਨਹੀਂ ਕੀ ਚੀਜ਼ ਨੇ। ਅੱਛਾ। ਸੁਣਿਆ ਸੀ, ਦੇਖਿਆ ਨਹੀਂ। ਕਿਉਂਕਿ ਉਸ ਟਾਈਮ ਗਿੱਲ ਸਾਹਿਬ ਤਵੇ ਤੇ ਵੀ ਫੋਟੋ ਕਲਾਕਾਰ ਦੀ ਨਾ ਹੋ ਕੇ, ਕੁੱਤਾ ਟਾਈਪ ਜੋ ਉਹਨਾਂ ਦਾ HMB ਹੋਇਆ ਕਰਦੀ ਸੀ, ਐਂ ਸੀ। ਪਿੰਡ ਦੇ ਰਹਿਣ ਵਾਲੇ ਸੀ, ਬਾਹਲਾ ਪਤਾ ਵੀ ਨਹੀਂ ਸੀਗਾ। ਤੇ ਉਸ ਟਾਈਮ ਬਸ ਉਹ ਬਠਿੰਡੇ ਤੱਕ ਹੀ ਆਏ ਸੀ। ਤਾਂ ਮੈਨੂੰ ਜਦੋਂ ਦੋਸਤਾਂ ਨੇ ਮੈਨੂੰ ਕਿਹਾ ਵੀ ਤੁਹਾਡੇ ਜੋ ਗੀਤ ਨੇ ਉਹ ਮਾਣਕ ਸਾਹਿਬ ਨੂੰਮਾਂ ਨੇ, ਵਾਕਈ ਬਿਲਕੁਲ ਸ਼ੱਕ ਨਹੀਂ ਇਸ ਗੱਲ ਦੇ ਵਿੱਚ। ਤੇ ਇੱਕ ਮੈਂ ਆਮ ਹੀ ਮੇਰੀ ਜ਼ਿੰਦਗੀ 'ਚ ਮੈਨੂੰ ਆਪਣੇ ਆਪ ਹੀ ਹੁੰਦਾ ਸੀ ਵੀ ਜ਼ਿੰਦਗੀ 'ਚ ਜੋ ਕੁਝ ਕਰਨਾ ਹੈ ਵਿਚੋਲਾ ਨਾ ਪਾਓ, ਆਪੇ ਕਰਨਾ, ਹਿੰਮਤ ਮਾਰੋ, ਸਵਾਲ ਲਿਆ ਵਾਹਿਗੁਰੂ ਤੁਹਾਡੇ ਨਾਲ ਹੈ। ਤੇ ਮੈਂ ਸਿੱਧਾ ਹੀ ਮਤਲਬ ਪੁੱਛ ਪਛਾ ਕੇ ਲੁਧਿਆਣਾ ਮੈਂ ਕਦੀ ਦੇਖਿਆ ਵੀ ਨਹੀਂ। ਅੱਛਾ ਜੀ। ਹਾਂਜੀ, ਬਿਲਕੁਲ ਸਹੀ ਹੈ। ਉੱਥੇ ਚਵਾਰਿਆਂ ਤੇ ਨਾਂ ਲਿਖਿਆ ਹੁੰਦਾ ਬੱਸ ਅੱਡੇ ਸਾਹਮਣੇ। ਜਦੋਂ ਮੈਂ ਉੱਥੇ ਗਿਆ ਤੇ ਲਿਖਿਆ ਸ਼੍ਰੀ ਕੁਲਦੀਪ ਮਾਣਕ ਜੀ। ਔਰ ਸਬੱਬ ਕੀ ਬਣਿਆ, ਮਾਣਕ ਸਾਹਿਬ ਕਿਸੇ ਪ੍ਰੋਗਰਾਮ ਤੇ ਜਾ ਰਹੇ ਸੀ, ਕਿਸੇ ਦੀ ਵੇਟ ਕਰ ਰਹੇ ਸੀ। ਅੱਛਾ। ਤੇ ਇੰਨੇ 'ਚ ਹੀ ਮੈਨੂੰ, ਜਦੋਂ ਮੈਂ ਮਾਣਕ ਸਾਹਿਬ ਨੂੰ ਜਾ ਕੇ ਮਿਲਿਆ ਸਿੱਧਾ ਡਾਇਰੈਕਟ ਹੀ, ਕਮਾਲ ਹੋ ਗਈ। ਕਹਿੰਦਾ ਬਠਿੰਡੇ ਵਾਲਾ ਲੱਗਦਾ। ਸਿੱਧੀ ਉਹ ਗੱਲ ਕਰ। ਬਿਲਕੁਲ ਜੀ। ਮੈਂ ਕਿਹਾ ਜੀ ਆਪੇ ਕੁਝ ਲੈਂਦੇ ਆ। ਤੇ ਕਹਿੰਦਾ ਕੋਈ ਚਾਹ ਪਾਣੀ ਦੀ ਸੇਵਾ, ਹੋਰ ਗੱਲਬਾਤ। ਮੈਂ ਪ੍ਰੋਗਰਾਮ 'ਚ ਚੱਲਿਆ। ਬਸ ਨਹੀਂ, ਕੋਈ ਗੱਲ ਨਹੀਂ। ਕੀ ਕਰਦਾ? ਕਹਿੰਦਾ ਮੈਂ ਗੀਤ ਲਿਖਦਾ। ਹੱਸ ਕੇ ਜਿਵੇਂ ਟੀਚਰੀ ਸੁਭਾਅ। ਉਹ ਯਾਰ ਕੋਈ ਹੋਰ ਕੰਮ ਕਰ ਲੈਣਾ ਸੀ ਜਿਵੇਂ ਸੁਭਾਅ ਨਾਲ। ਨੌਜਵਾਨ ਮੁੰਡਾ। ਮੈਂ ਕਿਹਾ ਜੀ ਮੈਂ ਪੜ੍ਹ ਵੀ ਰਿਹਾ। ਕਹਿੰਦਾ ਪੜ੍ਹ ਕੇ ਵੱਡਾ ਅਫਸਰ ਲੱਗੀ ਤੇ ਗੀਤਕਾਰੀ ਉਦੋਂ ਬਾਅਦ ਸ਼ੁਰੂ ਕਰ ਲਈ। ਸਵਾਦ ਲਿਆ ਤਾ। ਮੈਂ ਕਿਹਾ ਜੀ ਮੈਂ ਪੜ੍ਹਾਈ ਵੀ ਸ਼ੁਰੂ ਕੀਤੀ ਔਰ ਗੀਤਕਾਰੀ ਮੇਰੀ ਸ਼ੁਰੂ ਹੋ ਚੁੱਕੀ ਹੈ ਜੀ। ਤੇ ਉਹਨਾਂ ਨੂੰ ਉੱਪਰ ਜਾਣਾ ਪਏਗਾ ਵੀ ਵੇਟ ਕਰਨ ਵਾਸਤੇ, ਵੀ ਉਹ ਜਿਹੜੇ ਬੰਦੇ ਨੂੰ ਵੇਟ ਕਰ ਰਹੇ ਸੀ। ਅੱਛਾ ਜੀ। ਤੇ ਮਗਰੀ ਮੈਂ ਚੜ੍ਹ ਗਿਆ। ਵਾਹ। ਚੱਲ ਕਹਿੰਦਾ ਆ ਜਾ ਹੁਣ ਤੂੰ ਆ ਹੀ ਗਿਆ ਤੇ ਦਿਖਾ। ਮੈਨੂੰ ਸਿਰਫ 2 ਗੀਤ ਉਸ ਟਾਈਮ ਲਿਖੇ। ਅੱਖਾਂ ਮੂਹਰੇ ਦੀਂਦਾ ਰਹਿੰਦਾ ਹੈ ਰੜਕਦਾ ਛੱਡੀਏ ਨਾ ਵੇਰ। ਵਾਹ 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 ਵਾਹ। ਹਾਂਜੀ। ਔਰ ਨਾਲ ਦੀ ਨਾਲ ਹੀ ਮੇਰਾ ਵੀ ਮੈਂ ਸੋਹਣਿਆ ਖੁਦਾ ਤੋਂ ਤੇਰੀ ਖੈਰ ਮੰਗਦੇ, ਸਿਰੇ ਦੇ ਗੀਤ ਮਾਣਕ ਸਾਹਿਬ ਨੂੰ ਦਿਖਾਏ। ਤੇ ਮਾਣਕ ਸਾਹਿਬ ਦੇ ਵਿਊ ਚੇਂਜ ਹੋ ਗਏ ਮੈਨੂੰ ਦੇਖ ਕੇ। ਇਹਨੇ 'ਚ ਪ੍ਰੀਤਮ ਬਰਾੜ ਸਾਹਿਬ ਉੱਪਰ ਆ ਗਏ। ਇਹ ਕੌਣ ਨੇ ਜੀ? ਇਹ ਸੀ ਮਾਣਕ ਸਾਹਿਬ ਦੇ ਨਾਲ ਸਹਿ ਗਾਇਕ। ਅੱਛਾ। ਔਰ ਮਾਣਕ ਸਾਹਿਬ ਨੂੰ ਸਾਰਾ ਮਤਲਬ ਉਹਨਾਂ ਦਾ ਜੋ ਸਿਸਟਮ ਸੀ ਉਹਨੂੰ ਮਤਲਬ ਨੇੜੇ ਰਹਿੰਦੇ ਸੀ ਬਹੁਤ। ਹਾਂਜੀ, ਬਿਲਕੁਲ। ਸਾਰੇ ਪ੍ਰੋਗਰਾਮ ਬੁੱਕ ਕਰਨੇ, ਕਿਸ ਤਰ੍ਹਾਂ ਕੰਪੋਜ਼ੀਸ਼ਨਾਂ ਬਣਾਉਣੀਆਂ, ਕਿੱਥੇ ਆਉਣਾ, ਕਿੱਥੇ ਜਾਣਾ, ਕੀ ਸਾਡੀ ਮੀਟਿੰਗ ਹੈ, ਇਹ ਸਾਰੀ ਗੱਲਾਂ ਬਾਤਾਂ ਉਹ ਕਰਦੇ ਸੀ। ਤੇ ਮਾਣਕ ਸਾਹਿਬ ਮੈਨੂੰ ਕਹਿੰਦੇ ਤੁਹਾਡੇ ਗੀਤ ਲਿਖਿਆ? ਮੈਂ ਕਿਹਾ ਹਾਂਜੀ। ਕਹਿੰਦਾ ਜੇ ਕਾਕਾ ਤੇਰੇ ਗੀਤ ਲਿਖਿਆ ਨਾ, ਕਮਾਲ ਹੋ ਗਈ। ਆਉਣ ਵਾਲੇ ਸਮੇਂ ਦੇ ਵਿੱਚ ਤੇਰਾ ਬਹੁਤ ਨਾਮ ਹੋਊਗਾ। ਕਿਉਂਕਿ ਦੇਖ ਲਈ ਨਾ ਵੀ ਅੰਤਰੀਬ ਬਹੁਤ ਸੀ ਗੱਲ। ਹਾਂਜੀ ਹਾਂਜੀ। ਅੱਛਾ। ਸ਼ਾਇਦ ਮੈਂ ਕਹਿੰਦਾ ਵੀ ਉਹਨਾਂ ਦੇ ਮਾਣਕ ਸਾਹਿਬ ਦੇ ਬੋਲ ਹੀ ਸੀ ਜੋ ਮੇਰੇ ਲਈ ਕੋਈ ਦੁਆ ਬਣ ਗਏ, ਆਸ਼ੀਰਵਾਦ ਬਣ ਗਏ, ਬਲੈਸਿੰਗ ਬਣ ਗਈ। ਬਿਲਕੁਲ। ਤੇ ਉਹਨਾਂ ਦੀ ਬਦੌਲਤ ਤੁਹਾਡੇ ਮੈਂ ਸਾਹਮਣੇ ਹੈ। ਸੋ ਪਹਿਲੇ ਗੀਤ ਉਹ 80 ਦੇ ਵਿੱਚ 2 ਲਿਖੇ। ਬਿਲਕੁਲ। ਤੇ ਉਹ ਰਿਕਾਰਡ ਕਦ ਕੀਤੇ ਜੀ ਉਹਨਾਂ ਨੇ ਫਿਰ? ਮਤਲਬ 81 ਦੇ ਵਿੱਚ ਤੱਕ ਉਹ ਰਿਕਾਰਡ ਹੋ ਕੇ। ਅੱਛਾ, HMB ਤੇ ਆ ਗਏ? ਬਿਲਕੁਲ ਨਹੀਂ, ਕੁੱਸਾ ਡਿਗ ਰਿਕਾਰਡਿੰਗ ਕੰਪਨੀ ਜੋ ਕਿ ਇਹਨਾਂ ਸਾਰੇ ਆਰਟਿਸਟਾਂ ਦੀ। ਅੱਛਾ। ਸਦੀਕ ਸਾਹਿਬ, ਮਾਣਕ ਸਾਹਿਬ, ਦਿਦਾਰ ਸਾਹਿਬ, ਸਵਰਲਤਾ ਜੀ, ਇਹਦੀ ਕੁੱਸਾ ਡਿਗ ਰਿਕਾਰਡਿੰਗ ਕੰਪਨੀ 'ਚ KRC ਅੱਛਾ ਸਟਾਰਟ ਹੋ ਗਈ ਉਸ ਟਾਈਮ ਮੇਰੇ ਵੇਲੇ। ਅੱਛਾ। ਤਾਂ ਉਸ ਕੰਪਨੀ ਦਾ ਪਹਿਲਾ ਹੀ ਟਾਈਟਲ ਸੌਂਗ ਸੀ। ਇਨ ਬਿਟਵੀਨ ਕੀ ਹੋਇਆ ਆਪਣਾ ਗਿੱਲ ਸਾਹਿਬ, ਇੱਕ ਗੀਤ ਮੇਰਾ ਹੋਰ ਸੀ, ਉਹ ਕੀ ਬੰਦੇ ਜਿਹੜੇ ਖਾਣ ਕਮਾਈ ਰੰਨਾਂ ਦੀ। ਅੱਛਾ। ਕਰਦੇ ਕੰਮ ਡੱਕਾ ਨਾ ਵਿਹਲੇ, ਮੌਜ ਉਡਾਉਂਦੇ। ਮਤਲਬ ਬੜਾ ਸਰੋਤਿਆਂ ਨੇ ਮੈਨੂੰ ਇਸਦਾ ਪਿਆਰ ਸਤਿਕਾਰ ਦਿੱਤਾ। ਤਾਂ ਉਦੋਂ ਕੈਸਟ ਯੁੱਗ ਵੀ ਸ਼ੁਰੂ ਹੋ ਗਿਆ। ਅੱਛਾ। ਰਿਕਾਰਡ ਹੋ ਗਈ ਤੇ ਮੇਰੇ ਦੋਨੇ ਹੋ ਗਏ, ਜਿਹੜੇ ਪਹਿਲਾਂ ਮੈਂ ਤੁਹਾਡੇ ਨਾਲ ਕੀਤਾ, ਚਰਚਾ ਕੀਤੀ। ਤਾਂ ਇਹ ਗੀਤ ਜਿਹੜਾ ਮੇਰਾ ਰਿਲੀਜ਼ ਪਹਿਲਾਂ ਹੋ ਗਿਆ ਕੈਸਟ ਦੇ ਵਿੱਚ। ਇਸ ਤਰ੍ਹਾਂ ਮੇਰੀ ਜ਼ਿੰਦਗੀ ਦਾ ਗੀਤਕਾਰ ਦਾ ਸਫ਼ਰ ਸ਼ੁਰੂ ਹੋ ਗਿਆ। ਅੱਛਾ। ਜਦ ਉਹ ਫਿਰ ਪਤਾ ਲੱਗਿਆ, ਪਹਿਲਾਂ ਕਿਤੇ ਖਾੜੇ 'ਚ ਵੀ ਸੁਣਾਇਆ ਹੋਊਗਾ ਜਾ ਕੇ ਮਾਨ ਸਾਹਿਬ ਨੇ? ਬਿਲਕੁਲ ਜੀ। ਜਦੋਂ ਕਿਤੇ ਤੁਸੀਂ ਸੁਣਿਆ ਸਿੱਧਾ ਬੈਠ ਕੇ? ਬਿਲਕੁਲ, ਹਾਂਜੀ। ਅੱਛਾ। ਕੋਈ ਉਦੋਂ ਫੋਨ ਤਾਂ ਬਿਲਕੁਲ ਵੀ ਨਹੀਂ ਹੁੰਦੇ ਸੀ, ਮੋਬਾਈਲ ਤਾਂ ਹੈ ਹੀ ਨਹੀਂ ਸੀ, ਫੋਨ ਟਾਵਾਂ ਹੁੰਦਾ ਸੀ।
ਤੇ ਮੈਨੂੰ ਚਿੱਠੀ ਆਉਂਦੀ ਮਾਨਕ ਸਾਹਿਬ ਦੀ, ਜਾਂ ਮੈਂ ਪਾਉਂਦਾ ਚਿੱਠੀ ਉਹਨੂੰ। ਵਾਹ 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 ਵਾਹ। ਮੈਨੂੰ ਕਹਿੰਦਾ ਤੁਹਾਡੇ ਏਰੀਆ ਦੇ ਇੱਕ ਪ੍ਰੋਗਰਾਮ ਹੈ ਇੱਕ, ਆਉਣਾ ਮੈਂ। ਤੇ ਉੱਥੇ ਪ੍ਰੋਗਰਾਮ ਤੇ ਤੂੰ ਮੈਨੂੰ ਮਿਲੇ। ਉਹਦੀ ਗੱਲ ਮੈਂ ਬਾਅਦ 'ਚ ਤੁਹਾਨੂੰ ਦੱਸੂਗਾ। ਅੱਛਾ। ਤੇ ਮੈਂ ਉੱਥੇ ਮਿਲਿਆ ਹੂੰ। ਤੇ ਮੈਨੂੰ ਮਾਨਕ ਸਾਹਿਬ ਨੇ ਸਟੇਜ ਤੇ ਬਿਠਾ ਲਿਆ। ਬਹੁਤ ਵੱਡੀ ਗੱਲ ਹੈ। ਬਹੁਤ ਵੱਡੀ ਗੱਲ ਕਿ ਜੀ ਮੈਨੂੰ ਤਾਂ ਐਂ ਲੱਗੇ ਵੀ ਮੈਂ ਕਿੱਦਾਂ ਜਾਵਾਂ, ਮੈਂ ਉਹਨਾਂ ਦੇ ਸਾਹਮਣੇ ਕਿੱਦਾਂ ਜਾਵਾਂ। ਇੱਕ ਵਾਰੀ ਮਿਲਿਆ ਸੀ, ਰਿਕਾਰਡਿੰਗ ਮੇਰੀ ਹੋ ਗਈ ਸੀ। ਕਹਿੰਦਾ ਘਬਰਾ ਨਾ, ਕੋਈ ਗੱਲ ਨਹੀਂ, ਤੂੰ ਅੱਜ ਤੂੰ ਕਲਾਕਾਰ ਬਣ ਗਿਆ, ਤੂੰ ਛੋਟਾ ਮੋਟਾ ਨਹੀਂ, ਸਾਡੇ ਬਰਾਬਰ ਦਾ ਹੀ ਹੈ। ਬਾਈ ਤੁਹਾਡੇ ਬਰਾਬਰ ਦਾ ਸ਼ਾਇਦ ਮੈਂ ਜ਼ਿੰਦਗੀ 'ਚ ਨਾ ਹੋ ਸਕਾਂ। ਕਹਿੰਦਾ ਨਹੀਂ ਨਹੀਂ ਭਾਈ ਆਪਾਂ, ਔਰ ਗਾਇਕ ਕਲਾਕਾਰ ਦੇ ਆਪਾਂ ਭਾਈ ਕਹਿ ਸਕਦੇ ਹਾਂ। ਬਿਲਕੁਲ ਠੀਕ। ਤੇ ਮਾਨਕ ਸਾਹਿਬ ਨੇ ਸਟੇਜ ਤੇ ਬਿਠਾਇਆ, ਔਰ ਵਾਰ ਬਾਬਾ ਬੰਦਾ ਬਹਾਦਰ ਜੀ ਤੋਂ ਬਾਅਦ ਮਾਨਕ ਸਾਹਿਬ ਨੇ ਇਹ ਗਾਇਆ, ਤੇ ਅੱਖਾਂ ਮੂਹਰੇ ਦਿੰਦਾ ਰਹਿੰਦਾ ਹੈ ਰੜਕਦਾ ਛੱਡ ਕੇ ਨਾ ਵੈਰ ਨੂੰ। ਤੇ ਸਰੋਤੇ ਨੇ ਬੜਾ ਪਸੰਦ ਕੀਤਾ। 2 ਗੀਤਾਂ ਬਾਅਦ ਫਿਰ ਇਹ ਗੀਤ ਫੇਰ ਲਗਵਾਇਆ ਸਿਫਾਰਸ਼ ਤੇ। ਤੁਸੀਂ ਬੈਠੇ ਰਹੇ ਸਟੇਜ? ਬਿਲਕੁਲ ਜੀ। ਮੈਂ ਉਲਟਾ ਸ਼ਰਮਾਵਾਂ, ਲੋਕ ਮੈਨੂੰ ਜ਼ਿਆਦਾ ਦੇਖਣ ਮਾਨਕ ਸਾਹਿਬ ਨੂੰ। ਉਮਰ ਛੋਟੀ ਆ, ਉਮਰ ਛੋਟੀ, ਚੜ੍ਹਦੀ ਜਵਾਨੀ। ਹਾਂਜੀ। ਹਾਂ। ਉਸ ਤੋਂ ਬਾਅਦ ਕੀ ਹੋਇਆ ਗਿੱਲ ਸਾਹਿਬ, ਤੀਸਰੀ ਵਾਰ ਜਦੋਂ ਮਾਨਕ ਸਾਹਿਬ ਨੂੰ ਕਹਿੰਦੇ ਵੀ ਗਾਣਾ ਇਹ ਫੇਰ ਲਾਓ ਜੀ, ਸਾਨੂੰ ਪਸੰਦ ਬਹੁਤ ਹੈ। ਤੇ ਮਾਨਕ ਸਾਹਿਬ ਕਹਿੰਦਾ ਕਿਉਂ, ਤੈਨੂੰ ਮੈਂ ਕਿਹਾ ਸੀ ਨਾ ਜੇ ਤੇਰਾ ਗਾਣਾ ਲਿਖਿਆ ਤੇਰਾ ਆਉਣ ਵਾਲੇ ਸਮੇਂ ਤੇਰਾ ਨਾਂ ਹੋਊਗਾ, ਤੇਰਾ ਆਉਣ ਵਾਲੇ ਸਮੇਂ ਤੇ ਲੋੜੀ ਤੇਰਾ ਨਾਮ ਤਾਂ ਅੱਜ ਹੀ ਬਣ ਗਿਆ ਅਲਬੇਲ। ਤੇ ਮਾਨਕ ਸਾਹਿਬ ਹੱਸਣ ਲੱਗ ਗਏ ਵੀ ਮੈਂ ਹੋਰ ਗਾਣੇ ਵੀ ਗਾਉਣੇ ਆ। ਤਾਂ ਉਹ ਜਿਹੜੇ ਸਰੋਤੇ ਸੀ ਉਹ ਕਹਿੰਦੇ ਸਾਨੂੰ ਗੀਤੇ ਬਹੁਤ ਪਸੰਦ ਆਇਆ, ਸਾਨੂੰ ਬੜਾ ਮਾਣ ਹੈ, ਤੁਸੀਂ ਸਾਡੇ ਬਠਿੰਡੇ ਦੇ ਹੋ, ਅਲਬੇਲ ਵੀ ਸਾਡੇ ਬਠਿੰਡੇ ਏਰੀਏ ਦਾ, ਤੇ ਸਾਨੂੰ ਬਹੁਤ ਅੱਛਾ ਗੀਤ ਲੱਗਿਆ ਜੀ। ਇਸ ਕਰਕੇ ਮੇਰੀ। ਅੱਛਾ ਬਾਈ ਜੀ, ਫਿਰ ਅਗਲਾ ਸਫ਼ਰ ਜਿਹੜਾ ਪੜ੍ਹਾਈ ਵਾਲੇ ਪਾਸਿਓਂ ਨੌਕਰੀ PSC ਵਿੱਚ ਸ਼ੁਰੂ ਹੋ ਗਈ। ਹਾਂਜੀ। ਤੇ ਪਿੰਡੇ ਬੇਸ ਰਿਹਾ, ਨੌਕਰੀ ਕਿੱਥੇ ਸ਼ੁਰੂ ਹੋਈ ਫਿਰ? ਮੇਰੀ ਨੌਕਰੀ ਜੀ ਹੋ ਗਈ 85 ਦੇ ਵਿੱਚ ਸਟਾਰਟ ਹੋ ਗਈ ਬਿਜਲੀ ਬੋਰਡ ਦੇ ਵਿੱਚ, ਐਜ ਸਟੈਨੋ ਮੈਂ ਭਰਤੀ ਹੋ ਗਿਆ। ਅੱਛਾ ਜੀ। ਨਾਲ ਹੀ ਮੇਰਾ ਗੀਤਕਾਰ ਦਾ ਇਹ ਸਿਸਟਮ ਚੱਲਦਾ ਰਿਹਾ, ਚੱਲ ਪਿਆ। ਨਾਲ ਹੀ ਮੇਰੀ ਅੱਗੇ ਜਿਹੜੀ ਸਟੱਡੀ ਸੀ ਉਹ ਵੀ ਚੱਲਦੀ ਰਹੀ। ਵਾਹ। ਤੇ ਵਿਆਹ ਨਹੀਂ ਹੋਇਆ ਨਾ, ਵਿਆਹ ਹਲੇ ਲੇਟ ਕਰ। ਹਾਂ। ਅੱਛਾ। ਤਾਂ ਉਸ ਤੋਂ ਬਾਅਦ ਕੀ ਹੋਇਆ? ਅੱਛਾ ਇੱਕ ਦੱਸਿਓ, ਜਦ ਘਰੇ ਗੱਲ ਦਾ ਪਤਾ ਲੱਗਿਆ ਵੀ ਸਾਡੇ ਮੁੰਡੇ ਦੇ ਗੀਤ ਚੱਲ ਪਏ, ਕਿਉਂਕਿ ਆਪਣੇ ਮਾਪੇ ਜਿਹੜੇ ਨੇ ਉਹ ਬਾਹਲਾ ਇਸ ਨੂੰ ਚੰਗਾ ਨਹੀਂ ਮੰਨਦੇ, ਇਹ ਗੱਲ ਘਰੇ ਤੁਰੀ ਬਈ ਯਾਰ ਤੂੰ ਆਹ ਕੀ ਕਰਨ ਲੱਗ ਗਿਆ। ਗਿੱਲ ਸਾਹਿਬ, ਜੱਟ ਪਰਿਵਾਰ ਦੇ ਵਿੱਚ ਉਸ ਟਾਈਮ ਕੋਈ ਕਲਾਕਾਰ ਦਾ ਹੋਣਾ, ਲਿਖਣਾ ਗਾਉਣਾ ਵਧੀਆ ਨਹੀਂ ਸਮਝਿਆ। ਹਾਂ। ਅਪਸ਼ਬਦ ਬੋਲਦੇ ਸੀ ਲੋਕ, ਹੀ ਬੋਲਦੇ ਸੀ ਵੀ ਤਾਂ ਮੰਨ ਕੇ ਚਲੋ ਜੇ ਮੈਂ ਕਹਿ ਵੀ ਦੇਵਾਂ ਤਾਂ ਲੋਕ ਉਸ ਟਾਈਮ ਜੋ ਕਹਿੰਦੇ ਕੰਜਰ ਕਿੱਤਾ ਹੀ ਕਹਿੰਦੇ ਸੀ। ਪਿੰਡ 'ਚ ਇਹ ਗੱਲ ਚੱਲ ਪਈ। ਹਾਂ। ਕੀ ਹੋਇਆ ਮੈਂ ਦੱਸਦਾ। ਅੱਛਾ। ਆਮ ਰਾਈਟਰ ਨੂੰ ਕੀ ਹੁੰਦਾ, ਜਾਂ ਕੋਈ ਵੀ ਕਲਾਕਾਰ ਹੈ, ਅਦਾਕਾਰ ਹੈ, ਫਨਕਾਰ ਹੈ, ਉਹਦੀ ਕੋਈ ਵੀ ਮਤਲਬ ਜਦੋਂ ਉਹਨੂੰ ਸ਼ੋਹਰਤ ਮਿਲਦੀ ਉਹ ਸੋਚਦਾ ਵੀ ਮੈਂ ਜੱਗ ਜ਼ਾਹਰ ਕਰਾਂ, ਪਰ ਮੈਂ ਡਰਾਂ ਬਈ ਕਿਹਨੂੰ ਦੱਸੀ, ਕਿਉਂਕਿ ਮੇਰੇ ਘਰ ਦਾ ਜਿਹੜਾ ਮਾਹੌਲ ਸੀ ਗਿੱਲ ਸਾਹਿਬ ਬਹੁਤ ਹੀ ਪਰਿਵਾਰਕ ਤੌਰ ਤੇ ਧਾਰਮਿਕ ਸੀ। ਤੇ ਔਰ ਮੈਂ ਜੇ ਉਸ ਟਾਈਮ ਲਿਖਦਾ ਵੀ ਤੇ ਤੁਸੀਂ ਯਕੀਨ ਮੰਨੋਗੇ ਔਰ ਹੱਸੋਗੇ ਇਸ ਗੱਲ ਤੇ, ਮੈਂ ਪੜ੍ਹਦਾ ਚੋਰੀਆਂ ਗੀਤ ਲਿਖਦਾ। ਖੇਤ ਬੰਨੇ ਵੀ ਜਾਣਾ ਤਾਂ ਉਸ ਟਾਈਮ 'ਚ ਕੱਚੀ ਪੈਨਸਲ ਨੂੰ ਮੈਂ ਇੱਕ ਨੇਫੇ ਟੰਗ ਕੇ ਲਿਆਣਾ, ਤੇ ਨੇਫੇ 'ਚ ਛੋਟੀ ਕਾਪੀ ਟੰਗ ਕੇ ਲਿਆ ਕੇ ਉੱਥੇ ਲਿਖਣਾ ਮੈਂ। ਬੱਲਾ ਬੱਲਾ। ਕਿਉਂਕਿ ਜਦੋਂ ਕੋਈ ਰਾਈਟਰ ਬਾਹਰ ਨਿਕਲਦਾ, ਕੋਈ ਕਲਾਕਾਰ ਹੈ, ਕਹਿੰਦੇ ਬਾਥਰੂਮ ਸਿੰਗਰ ਵੀ ਹੁੰਦੇ ਆ, ਤਾਂ ਤਰੰਨਮ ਉੱਠਦੀ ਹੈ। ਤੇ ਮੈਂ ਲਿਖਣਾ, ਉਹ ਲੁਕੋ ਕੇ ਘਰੇ ਲਿਆਉਣਾ, ਕਿਉਂਕਿ ਪਰਿਵਾਰ 'ਚ ਕੋਈ ਉਸ ਟਾਈਮ ਬਜ਼ੁਰਗਾਂ 'ਚ ਕੋਈ ਪੜ੍ਹਿਆ ਲਿਖਿਆ ਹੈ ਨਹੀਂ ਸੀ। ਉਹਨਾਂ ਨੂੰ ਐਸੀ ਮੁੰਡਾ ਪੜ੍ਹਦਾ ਹੀ ਹੈ, ਲਿਖਦਾ ਹੀ ਹੈ, ਮਤਲਬ ਕੋਈ ਆਪਦੀ ਪੜ੍ਹਾਈ ਕਰਦਾ ਹੋਣਾ। ਵਿੱਚ ਦੀ ਮੈਂ ਕੰਮ ਸ਼ੁਰੂ ਕਰਤਾ ਜੀ। ਤਾਂ ਲੋਕਾਂ ਨੇ ਮੇਰੇ ਫਾਦਰ ਸਾਹਿਬ ਨੂੰ ਦੱਸਿਆ ਵੀ ਚੱਲ ਪਿਆ ਅਲਬੇਲ ਦਾ ਗੀਤ, ਵੀ ਤੁਹਾਡੇ ਤਾਂ ਮੁੰਡੇ ਦਾ ਗੀਤ ਆ ਗਿਆ ਜੀ, ਬੜਾ ਵਧੀਆ। ਔਰ ਮੈਨੂੰ ਤਾਂ ਡਰ ਉਦੋਂ ਲੱਗੇ, ਬਾਪੂ ਨੂੰ ਗੁੱਸਾ ਚੜਿਆ ਇੱਕ ਵਾਰੀ। ਅੱਛਾ। ਮੈਨੂੰ ਕਹਿੰਦਾ ਵੀ ਤੂੰ ਇਹ ਕੰਮ ਸ਼ੁਰੂ ਕੀਤਾ? ਮੈਂ ਕਿਹਾ ਜੀ। ਕਹਿੰਦਾ ਵੀ ਇਹ ਆਪਾਂ ਤਾਂ ਕੰਮ ਕਰਨਾ ਹੀ ਨਹੀਂਗਾ, ਜਿਹੜੀ ਗੱਲ ਤੂੰ ਮੈਂ ਪਹਿਲਾਂ ਦੱਸੀ। ਤੇ ਮੈਂ ਕਿਹਾ ਜੀ ਬਾਪੂ ਜੀ ਗੀਤ ਸੁਣ ਲਓ ਇੱਕ ਵਾਰੀ। ਹਾਂ। ਸੁਣਨ ਤੋਂ ਬਾਅਦ ਮੈਨੂੰ ਦੱਸਿਓ। ਤੇ ਜਦੋਂ ਮੈਨੂੰ ਸੁਣਾਇਆ, ਕਹਿੰਦਾ ਗੀਤ ਠੀਕ ਹੈ, ਪਰ ਉਹ ਕੰਮ ਤਾਂ ਵਧੀਆ ਹੁੰਦਾ ਨਹੀਂ, ਇਹੋ ਜਿਹਾ ਲਿਖ ਲਿਆ ਕਰੀ, ਮਾੜਾ ਨਾ ਕਦੇ ਲਿਖੀ। ਵਾਹ। ਇੱਕ ਖਾਸ ਖਿਆਲ ਰੱਖੀ ਵੀ ਗੀਤਾਂ ਦੇ ਵਿੱਚ ਧੀ ਭੈਣ ਦੇ ਬਾਰੇ ਕੋਈ ਉਲਟ ਨਾ ਝਲਕੇ, ਖਾਨਦਾਨ ਪ੍ਰਤੀ ਕੋਈ ਇਦਾਂ ਦੀ ਕੋਈ ਬੇਗੈਰਤੀ ਗੱਲ ਨਾ ਝਲਕੇ, ਧਿਆਨ ਰੱਖੀ, ਬਾਕੀ ਤੂੰ ਲਿਖ। ਇੰਸਟਰਕਸ਼ਨਾਂ ਦੇ ਦਿੱਤੀਆਂ। ਮੈਂ ਕਿਹਾ ਜੀ ਮੈਨੂੰ ਜਿੰਨੀ ਗੀਤ ਰਿਕਾਰਡ ਹੋਣ ਦੀ ਗੱਲ ਸਭ ਖੁਸ਼ੀ ਸੀ, ਸਭ ਤੋਂ ਜ਼ਿਆਦਾ ਖੁਸ਼ੀ ਤਾਂ ਮੈਨੂੰ ਹੋ ਗਈ ਸੀ ਮੈਨੂੰ ਛੋਟ ਮਿਲ ਗਈ। ਔਰ ਮੈਂ ਕਹਿੰਦਾ ਵੀ ਜੇ ਮੈਂ ਪਰਿਵਾਰ ਕੇ ਲਿਖਿਆ ਤਾਂ ਫਾਦਰ ਸਾਹਿਬ ਦਾ, ਵਾਹ ਜੀ, ਗੁਰੂਆਂ ਦੀ ਸਿੱਖਿਆ ਦਾ ਲਾ ਲਓ, ਵਾਹ ਜੀ, ਜੋ ਮੇਰੇ ਤੇ ਪਹਿਰਾ ਸੀਗਾ। ਇਸ ਕਰਕੇ ਲਿਖਿਆ। ਉਸ ਦਾ ਮੈਂ ਵੀ ਕਿ ਜੇ ਆਪਣੇ ਆਪ ਚੱਲਿਆ ਹੁੰਦਾ ਮਾਹੌਲ, ਕੋਈ ਨਾ ਹੁੰਦਾ ਘਰ ਤੇ ਇਸ ਤਰ੍ਹਾਂ ਧਾਰਮਿਕ, ਸ਼ਾਇਦ ਮੈਂ ਵੀ ਮਾੜਾ ਲਿਖ ਦਿੰਦਾ। ਪਰਮਾਤਮਾ ਦੀ ਮਿਹਰ ਨਾਲ ਮੈਨੂੰ ਬਹੁਤ ਵੱਡੀ ਗੱਲ। ਅੱਛਾ ਬਰਾੜ ਸਾਹਿਬ, ਅਗਲਾ ਸਫ਼ਰ ਫਿਰ ਕਿਵੇਂ ਚੱਲੇ? ਅਗਲੇ ਗੀਤ ਤੇ ਫਿਰ ਗਾਇਕ ਕਿਹੜੇ ਸ਼ਾਮਲ ਹੋਏ? ਉਸ ਤੋਂ ਬਾਅਦ ਸੁਣੋ ਜੀ। ਪਹਿਲਾਂ ਮੈਨੂੰ ਇੰਟਰਸਟ ਬੜਾ ਸੀਗਾ, ਔਰ ਯਕੀਨ ਮੰਨੋਗੇ ਜੇ ਮਾਨਕ ਸਾਹਿਬ ਦੁਨੀਆ ਤੇ ਨਹੀਂ ਰਹੇ, ਥੋੜਾ ਜਿਹਾ ਨੇੜੇ ਰਹੋ ਮਾਈਕ ਦੇ। ਤੇ ਅੱਛਾ, ਮਾਨਕ ਸਾਹਿਬ ਖੁਦ ਮੇਰੇ ਕੋਲ ਆਉਣ ਲੱਗ ਗਏ ਜੀ। ਜਦੋਂ ਬਠਿੰਡਾ ਸਾਈਡ ਆਉਣਾ, ਚਿੱਠੀ ਮੈਨੂੰ ਪਾ ਦੇਣੀ, ਬਹੁਤ ਵੱਡੀ ਗੱਲ ਹੈ, ਜਾਂ ਬਿਨਾਂ ਦੱਸੇ ਮੇਰੇ ਕੋਲ ਆ ਜਾਣਾ, ਪਿੰਡ ਆ ਜਾਣਾ। ਮੈਂ ਕਿਹਾ ਪਿੰਡ ਆ ਜਾਣਾ। ਫਿਰ ਮੈਂ ਬਠਿੰਡੇ ਰਹਿਣਾ ਸ਼ੁਰੂ ਕੀਤਾ, ਉੱਥੇ ਆਉਣਾ, ਵਾਹ, ਬ੍ਰੇਕਫਾਸਟ ਕਰਨਾ। ਈਵਨ ਇਸ ਤੱਕ ਹੋਣ ਲੱਗ ਗਿਆ ਵੀ ਮੈਨੂੰ ਮਾਨਕ ਸਾਹਿਬ ਨਾਲ ਲੈ ਜਾਂਦੀ ਪ੍ਰੋਗਰਾਮ, ਚੱਲੀਏ ਪ੍ਰੋਗਰਾਮ ਤੇ। ਬਿਲਕੁਲ,
ਕਈ ਵਾਰੀ ਕੀ ਹੋਣਾ ਗਿੱਲ ਸਾਹਿਬ, ਜੀ ਮੈਂ ਕਹਿਣਾ ਮੈਂ ਜੋਬ ਤੇ ਜਾਣਾ ਤੇ ਮੈਨੂੰ ਛੁੱਟੀ ਦੀ ਬੜੀ ਪ੍ਰੋਬਲਮ ਹੈ। ਛੁੱਟੀਆਂ ਕਿੰਨੀ ਕੁ ਹੁੰਦੀਆਂ ਸੀ? ਨਹੀਂ ਮਿਲਦੀਆਂ। 10-12 ਛੁੱਟੀਆਂ ਹੁੰਦੀਆਂ। ਹਾਂ ਬਿਲਕੁਲ। ਸਟੈਨੋ ਦੀ ਪੋਸਟ ਹਰ ਵੇਲੇ ਅਫਸਰ ਦਾ ਵੱਜ ਕੇ ਰਹਿਣਾ ਪੈਂਦਾ। ਬਿਲਕੁਲ ਲਿਖ ਕੇ ਦੇ ਤੇ ਬਈ। ਮਾਨਕ ਸਾਹਿਬ ਨੇ ਮੈਨੂੰ ਇੱਥੋਂ ਤੱਕ ਵੀ ਮੇਰੇ ਐਗਜ਼ੈਕਟਿਵ ਇੰਜੀਨੀਅਰ ਤੋਂ ਦਫ਼ਤਰ ਜਾ ਕੇ ਮੈਨੂੰ ਛੁੱਟੀ ਦਵਾਈ, ਮੈਂ ਨਾਲ ਲੈ ਕੇ ਜਾਣਾ। ਜਦੋਂ ਮਾਨਕ ਸਾਹਿਬ ਨੇ ਮੇਰੇ ਆਫਿਸ ਜਾਣਾ ਤਾਂ ਲੋਕਾਂ ਦਾ ਭੱਜ ਖੜੇ ਹੋਣਾ, ਤੇ ਜਿਹੜੇ ਆਪਣੇ ਐਕਸ਼ਨ ਹੁੰਦੇ ਸੀ ਉਹ ਤਾਂ ਕੁਲਦੀਪ ਮਾਨਕ ਦੀ ਸਾਰੀ ਦੁਨੀਆ ਫੈਨ ਹੁੰਦੀ ਸੀ। ਚੜ੍ਹਤ ਹੋ ਗਈ ਬਹੁਤ। ਉਹ ਕਹਿੰਦੇ ਲਬੇਲ ਗੱਲ ਹੀ ਕੋਈ ਨਹੀਂ, ਡਿਊਟੀ ਤੂੰ ਆਇਆ ਚਾਹੇ ਨਾ ਕਰ। ਪਰ ਸਾਨੂੰ ਬੜੀ ਖੁਸ਼ੀ ਹੈ ਵੀ ਸਾਡੇ ਸਟਾਫ ਦੇ ਵਿੱਚ ਇੱਕ ਬੰਦਾ 9 ਬਿਜਲੀ ਬੋਰਡ ਦਾ ਹੋ ਰਿਹਾ। 9 ਬਿਜਲੀ ਬੋਰਡ ਦਾ ਹੋ ਰਿਹਾ। ਹਾਂ, ਉਹ ਸਾਨੂੰ ਮਾਨਕ ਸਾਹਿਬ ਮਿਲਾ ਦਿਆ ਕਰ। ਉਸ ਟਾਈਮ ਕੈਮਰੇ ਬਹੁਤ ਘੱਟ ਹੋਇਆ ਕਰਦੇ ਸੀ। ਬਿਲਕੁਲ ਜੀ, ਬਿਲਕੁਲ ਬਿਲਕੁਲ ਬਿਲਕੁਲ। ਤੇ ਅਸੀਂ ਫਿਰ ਇੱਕ ਤਰ੍ਹਾਂ ਦਾ ਕੈਮਰੇ ਦਾ ਅਰੇਂਜਮੈਂਟ ਕਰ ਰਹੇ, ਜਦੋਂ ਮਾਨਕ ਸਾਹਿਬ ਹੁਣ ਸਾਰੇ ਟੱਬਰ ਦੀ ਬਿਜਲੀ ਬੋਰਡ ਦੇ ਦੀ ਫੋਟੋ ਖਿਚਾ ਲੈਣੀ ਅਸੀਂ। ਇਸ ਤਰ੍ਹਾਂ ਮੇਰਾ ਸਫ਼ਰ ਸ਼ੁਰੂ ਹੋਇਆ ਜੀ। ਤੇ ਅਸਲ ਮੈਂ ਗਿੱਲ ਸਾਹਿਬ ਮਾਨਕ ਸਾਹਿਬ ਟਾਈਪ ਨੁਮਾ ਹੀ ਲਿਖਦਾ ਸੀ, ਵੀ ਜਿਹੜਾ ਉਸ ਤਰ੍ਹਾਂ ਹੀ ਗਾਉਣਾ, ਕਲੀ ਟਾਈਪ ਹੈ। ਜਿਵੇਂ ਇੱਕ ਦਾਰਾ ਸਿੰਘ ਜੀ ਆਪਣੇ ਪਹਿਲਵਾਨ ਨੇ, ਉਹਨਾਂ ਦੇ ਇੱਕ ਵਾਰੀ ਸਾਡਾ ਸਨਮਾਨ ਹੋਇਆ ਇਕੱਠਿਆਂ ਦਾ ਭਵਾਨੀਗੜ੍ਹ। ਉਹਨੇ ਸਟੇਜ ਤੋਂ ਗੱਲ ਬੋਲੀ ਸੀ ਵੀ ਮੇਰਾ ਮਤਲਬ ਇਹ ਮੈਂ ਉਸ ਪਹਿਲਵਾਨ ਨਾਲ ਘੁਲਣਾ ਚਾਹੁੰਦਾ ਜਿਹਦੇ ਨਾਲ ਮੇਰਾ ਜੱਫਾ ਮੈਥੋਂ ਵੱਧ ਕੇ ਉਹ ਤਾਕਤਵਰ ਹੋਵੇ, ਜ਼ੋਰ ਲਵਾਵੇ ਤੇ ਮੈਂ ਉਸ ਨੂੰ ਢਾਹ ਲੈਣਾ, ਇਹ ਮੈਨੂੰ ਪਤਾ ਹੈ। ਤੇ ਮੇਰੇ ਵੀ ਦਿਲ 'ਚ ਇੱਕ ਚਿੰਗ ਜੀ ਇਹੀ ਜਿਹੀ ਸੀ ਵੀ ਮੇਰਾ ਗਾਣਾ ਕੋਈ ਗੀਤ ਕਲੀ ਕੋਈ ਵੀ ਗਾਵੇ ਤਾਂ ਮਾਨਕ ਸਾਹਿਬ ਵੀ ਗਾਉਣ। ਉਸ ਤੋਂ ਬਿਨਾਂ ਮੈਨੂੰ ਲੱਗਦਾ ਸ਼ਾਇਦ ਮੇਰੇ ਗੀਤ ਨਾਲ ਇਨਸਾਫ ਨਹੀਂ ਹੋਣਾ। ਮਾਨੇ ਵੱਜ ਗਿਆ। ਬਿਲਕੁਲ ਜੀ। ਔਰ ਮੈਂ ਜ਼ਿਆਦਾ ਲਿਖਿਆ ਵੀ ਮਾਨਕ ਸਾਹਿਬ ਦੀ ਤਰ੍ਹਾਂ ਹੀ। ਇੱਕ ਵਾਰੀ ਕੁਲਦੀਪ ਮਾਨਕ ਜੀ ਮੈਨੂੰ ਕਹਿੰਦੇ ਵੀ ਅਲਵੇ ਲੈ ਕੇ ਆਇਆ ਕਹਿੰਦੇ ਵੀ ਗੀਤ ਤੂੰ ਹੋਰ ਵੀ ਆਰਟਿਸਟ ਹੁੰਦੇ ਆ ਕਰ। ਅੱਛਾ, ਕਿੱਡਾ ਖੁੱਲ੍ਹ ਦਿਲਾ ਬੰਦਾ ਯਾਰ। ਬਿਲਕੁਲ ਨਹੀਂ, ਅਗਲਾ ਕਹਿੰਦਾ ਨਾ ਕਿਸੇ ਨੂੰ ਨਹੀਂ ਦੇਣਾ। ਨਾ ਜੀ ਨਾ। ਮੈਂ ਕਿਹਾ ਜੀ ਮੈਨੂੰ ਨਾ ਸਵਾਦ ਨਹੀਂ ਆਉਂਦਾ ਕਿਸੇ ਨੂੰ ਗੀਤ ਗਵਾ ਕੇ। ਕਹਿੰਦਾ ਜਿਹੜੇ ਹਿਸਾਬ ਨਾਲ ਤੂੰ ਲਿਖਦਾ ਨਾ ਫਰਾਟੇਦਾਰ, ਪਰ ਮੈਨੂੰ ਤਾਂ 7 ਜਨਮ ਲੈਣੇ ਪੈਣਗੇ ਤੇ ਮੈਂ ਤਾਂ ਗਏ ਨਹੀਂ ਜਾਣੇ। ਵਾਹ। ਫਿਰ ਉਹਨਾਂ ਮੈਨੂੰ ਇੱਕ ਦੋ ਵਾਰੀ ਗੱਲ ਕਹੀ। ਫਿਰ ਉਸ ਤੋਂ ਬਾਅਦ ਫਿਰ ਮੇਰੀ ਕਾਫੀ ਲੰਬੀ ਲਾਈਨ ਮਾਨਕ ਸਾਹਿਬ ਤੋਂ ਬਾਅਦ। ਅੱਛਾ ਜੀ, ਕਿਹੜੇ ਦੇ ਕਰੀਬ 100 ਕਲਾਕਾਰ। 100 ਜੀ? ਬਿਲਕੁਲ ਜੀ। ਮੈਂ ਤੁਹਾਨੂੰ ਰਿਕਾਰਡ ਤੇ ਆਪਣੀ ਗੱਲਾਂ ਨੇ। ਹਾਂ। ਪਰ ਮੈਂ ਜੇ ਸਾਰੀਆਂ ਗੱਲ ਕਰੂੰਗਾ ਤਾਂ ਫਿਰ ਆਪਾਂ ਨੂੰ 4-5 ਘੰਟੇ ਥੋੜਾ ਜਿਹਾ। ਹਾਂ। ਮਾਨਕ ਸਾਹਿਬ ਤੋਂ ਬਾਅਦ JGB ਸੁੱਚਾ ਸੂਰਮਾ, ਇਹੀ ਜੋ ਮਾਨਕ ਸਾਹਿਬ ਨੇ ਪਹਿਲਾਂ ਗਾਇਆ ਉਹ ਲਾਸਟ ਮਾਨਕ ਸਾਹਿਬ ਦੇ ਨਾਲ JGB ਨੇ ਗਾਇਆ। ਮਤਲਬ ਸੁੱਚਾ ਸੂਰਮਾ ਗਾਇਆ, ਬੜਾ ਲੋਕਾਂ ਨੇ ਬਹੁਤ ਪਸੰਦ ਕੀਤਾ। ਹਾਂ। ਸੁਰਜੀਤ ਬਿੰਦ ਰੱਖਿਆ। ਵਾਹ ਜੀ। ਜਾਈਏ ਵਾਰੇ ਵਾਰੇ ਅਸ਼ਕੀ ਜਵਾਨੀ ਦੇ, ਉਹ ਸੁਰਜੀਤ ਦਾ। ਬਿਲਕੁਲ। ਕਰੇੜੀਕ ਦੀ ਝਾਂਜਰਾਂ ਵਾਲੀ ਖਿੱਚਦੇ ਸਪੀਡਾਂ ਵਾਲੀਆਂ। ਰਣਜੀਤ ਮਣੀ, ਸ਼ੰਕਰ ਸਾਨੀ, ਜਸਵਿੰਦਰ ਕੌਰ ਬਰਾੜ, ਜਗਮੋਹਨ ਕੌਰ, ਸੁਰਿੰਦਰ ਸ਼ਿੰਦਾ ਜੀ, ਅਮਰਤਾ ਵਿਰਕ, ਹਰਿੰਦਰ ਸੰਧੂ, ਅੰਗਰੇਜ਼ ਅਲੀ, ਜੁੱਧਵੀਰ ਮਾਨਕ, ਮੇਜਰ ਰਾਜਸਥਾਨੀ, ਰੋਸ਼ਨ ਪ੍ਰਿੰਸ, ਦਿਲਸ਼ਾਦ ਅਖਤਰ, ਪ੍ਰਗਟ ਭਾਗੂ, ਪਾਲੀ ਦੇਤਵਾਲੀਆ, ਸੁਚੇਤ ਬਾਲਾ, ਹਰਦੇਵ ਮਾਈਨਿੰਗ, ਧਰਮਪ੍ਰੀਤ, ਫਕੀਰ ਚੰਦ ਪਤੰਗਾ ਔਰ ਸਾਡਾ ਬਠਿੰਡੇ ਵਾਲਾ ਸਾਰੇ ਆਰਟਿਸਟ। ਕਮਾਲ ਕਰਤੇ ਜੀ। ਇਹ ਤਾਂ ਸਾਰੀ ਉਹ ਜਨਰੇਸ਼ਨ ਲੈ ਲਈ, ਪੁਰਾਣੇ ਤੇ ਨਵੇਂ। ਇਹ ਟੋਟਲ 107 ਕਲਾਕਾਰ ਨੇ ਜਿਨ੍ਹਾਂ ਨੇ ਕਮਾਲ ਕਰਤੀ ਬਾਈ ਜੀ। ਫਿਰ ਆਪ ਕਰਨ ਲੱਗੇ ਜੀ ਅਪਰੋਚ ਲੋਕ ਬਈ ਸਾਨੂੰ ਦਿਓ ਲਿਖ ਕੇ, ਨਾਮ ਬੜਾ ਬਣ ਗਿਆ। ਵਾਹ। ਜੇ ਆਪਾਂ ਧਰਤੀ ਤੇ ਖੜ ਕੇ ਕਿਸੇ ਪਿੱਲਰ ਨੂੰ ਹੱਥ ਲਾ ਦਈਏ ਤਾਂ ਸਾਰੀ ਦੁਨੀਆ ਦੇਸਾਂਗੇ। ਮਾਨਕ ਸਾਹਿਬ ਤੂਤੀ ਬੋਲਦੇ ਸੀ ਗਿੱਲ ਸਾਹਿਬ ਉਸ ਟਾਈਮ, ਬਹੁਤ ਵੱਡੀ ਗੱਲ ਸੀ। ਤੇ ਜਦੋਂ ਲੋਕਾਂ ਨੇ ਮੈਨੂੰ ਅਪਰੋਚ ਕਰਦੇ ਸੀ ਪਰ ਮੈਂ ਨਹੀਂ ਦਿੰਦਾ ਸੀ ਗੀਤ ਉਹਨਾਂ ਨੂੰ, ਮੈਂ ਉਹਨੂੰ ਬਹਾਨਾ ਜਿਹਾ ਮਾਰ ਦਿੰਦਾ, ਉਹ ਲਿਖੀ ਜਾਣੇ। ਹਾਂ ਬਿਲਕੁਲ ਜੀ। ਮੈਂ ਹੁਣ ਜੇ ਤੁਹਾਡੇ ਨਾਲ ਗੱਲ ਕਰਾਂ, ਮੇਰੇ ਕੋਲ 2600 ਪਲੱਸ ਗੀਤ ਮੇਰੇ ਲਿਖੇ ਹੋਏ, 574 ਦੇ ਕਰੀਬ ਮੇਰੇ ਗੀਤ ਰਿਕਾਰਡ ਹੈ, ਜੋ YouTube ਤੇ ਵੀ ਅੱਜ ਪਰ ਰਿਕਾਰਡ ਹੈ ਮੇਰੇ ਕੋਲ। ਵੈਰੀ ਗੁੱਡ। ਰਿਟਨ 'ਚ ਵੀ ਰਿਕਾਰਡ ਹੈ ਮੇਰੇ ਕੋਲ। ਤੇ ਅੱਜ ਵੀ ਮੇਰਾ ਇਹ ਚੱਲ ਰਿਹਾ ਕੰਮ ਧੰਦਾ। ਅੱਛਾ, ਲਿਖਦੇ ਹੋ? ਬਿਲਕੁਲ ਲਿਖ ਰਿਹਾ ਜੀ, ਔਰ ਰਿਕਾਰਡਿੰਗਾਂ ਵੀ ਚੱਲ ਰਹੀਆਂ ਮੇਰੀਆਂ। ਹੁਣ ਦੇ ਫਿਰ ਕਿਹੜਾ ਹਾਣੀ ਹੈ ਜਿਹੜਾ ਹੁਣ ਦਾ? ਗੱਲ ਫਿਰ ਉੱਥੇ ਫਿਰ ਆ ਗਿਆ। ਹਾਂ। ਪਿੱਛੇ ਜੇ ਕੋਈ ਮਾਹੌਲ ਚੱਲਿਆ ਇੱਦਾਂ ਦਾ, ਮਤਲਬ ਸਾਰੇ ਜਿਹੜੇ ਆਪਣੇ ਤਰ੍ਹਾਂ ਦੇ ਲੋਕ ਜਿਹੜੇ ਫੋਕ ਨੂੰ ਪਸੰਦ ਕਰਦੇ ਆ, ਜੰਗ ਜਨਰੇਸ਼ਨ ਨੂੰ ਛੱਡ ਕੇ, ਤਾਂ ਅਸੀਂ ਇੱਕ ਸਾਈਡ 'ਤੇ ਬੈਠੇ ਸੀ। ਵਿਆਹ ਸ਼ਾਦੀਆਂ 'ਚ ਵੀ ਅਸੀਂ ਇੱਕ ਮਜਬੂਰੀ 'ਚ ਗੀਤ ਸੁਣਦੇ ਸੀ ਕਿ ਜੇ ਤੁਸੀਂ ਕਿਤੇ ਮਾਨਕ ਸਾਹਿਬ ਦੀ ਕਲੀ ਜਾਂ ਕਿਸੇ ਆਪਣੇ ਹੋਰ ਦੀ ਗੀਤ ਵੀ ਲਵਾ ਦੇਣਾ ਤਾਂ ਬੱਚੇ ਨੇ ਕਹਿ ਦੇਣਾ ਇਹ ਨਹੀਂ ਜੀ, ਅਸੀਂ ਤਾਂ ਦੂਜਾ ਲਵਾਓ। ਸਮਾਂ ਦੂਜਾ ਹੋ ਗਿਆ, ਪਰ ਆਪਣਾ ਟੇਸਟ ਉਹੀ ਹੈ। ਆਪਾਂ ਉਹੀ ਮਿੱਠਾ ਖਾਣ ਵਾਲੇ ਆ। ਬਿਲਕੁਲ। ਸਾਨੂੰ ਆਹ ਬਰਗਰ ਵਗੈਰਾ ਦੀ ਤਾਂ ਗੱਚ ਕਾਲੇ ਹੀ ਆ। ਫਿਰ ਹੀ ਆਪਣੇ ਪਰਮਿੰਦਰ ਸਿੱਧੂ ਇੱਕ ਬਹੁਤ ਵਧੀਆ ਫੋਕ ਆਰਟਿਸਟ ਹੈ ਮੇਰੇ ਬਠਿੰਡਾ ਸਾਈਡ ਦਾ। ਅੱਛਾ ਜੀ। ਤੇ ਉਹਦੀ ਆਵਾਜ਼ 'ਚ ਮੇਰੇ ਹੁਣ ਗੀਤ ਮਿਰਜ਼ਾ ਵੈਰੀ ਗੁੱਡ ਰਿਲੀਜ਼ ਹੋਇਆ। ਹੁਣ ਇੱਕ ਮਾੜਾ ਲੀਡਰ, ਦੇਸ਼ ਨੂੰ ਮਾੜਾ ਲੀਡਰ ਮਿਲ ਜੇ, ਵਸਦਾ ਮੁਲਕ ਉਜਾੜੀ, ਇੱਦਾਂ ਦੇ ਕਾਫੀ ਗੀਤ ਮੇਰੇ ਉਹੀ ਨੂੰਵਾਂ, ਕਿਉਂਕਿ ਮਾਨਕ ਸਾਹਿਬ ਟੈਪ ਮੇਰੇ ਕੋਲ ਕਾਫੀ ਲਿਖਿਆ ਪਿਆ ਗਿੱਲ ਸਾਹਿਬ। ਹਲੇ ਹੈਗਾ ਉਹ ਪੂਰਾ, ਉਹਨੂੰ ਮੈਂ ਥੋੜ੍ਹੀ ਜਿਹੀ ਮਤਲਬ ਪਾਲਿਸ਼ ਕਰਕੇ ਰਿਕਾਰਡ ਕਰ ਰਿਹਾ। ਕੁਲਵੀਰ ਗੋਗੀ ਇੱਕ ਬਿਲਕੁਲ ਜਿਸ ਤਰ੍ਹਾਂ ਲਰਿੰਦਰ ਵੀ ਬਾਈ ਜੀ ਨੇ, ਉਹਨਾਂ ਦੀ ਆਵਾਜ਼ 5 ਗੀਤ ਮੇਰੇ ਰਿਕਾਰਡ ਹੋਏ ਪਏ ਨੇ। ਅੱਛਾ। ਰਿਲੀਜ਼ਿੰਗ ਦੀ ਕਗਾਰ ਤੇ ਨੇ। ਤੇ ਬਲਕਾਰ ਨੇ ਵੀ ਗਾਇਆ, ਸਿੱਧੂ ਨੇ। ਬਲਕਾਰ ਨੇ ਮੁੰਡਾ ਆਪਣੇ ਵਿਆਹ ਦੇ ਵਿੱਚ ਨੱਚਦਾ ਫਿਰ, ਵਾਹ ਵਾਹ ਵਾਹ, ਹੱਸਦਾ ਫਿਰੇ ਤੇ ਕੋਈ ਨੱਚਦਾ, ਬਹੁਤ ਕਾਇਮ ਗੀਤ ਹੈ ਜੀ। ਮੈਂ ਕਿਹਾ ਜੀ ਨਾ ਤਾਂ ਮੇਰਾ ਗੀਤ ਅੱਜ ਕੱਲ੍ਹ, ਵਾਹ, ਨਾ ਹੀ ਉਹ ਬਲਕਾਰ ਦਾ, ਲੋਕ ਗੀਤ ਹੈ ਜੀ।
ਹਰ ਰੋਜ਼ ਹਰ ਇਕੱਠ 'ਚ ਚੱਲਦਾ ਵਿਆਹ ਸ਼ਾਦੀ 'ਚ। ਮੈਂ ਕਿਹਾ ਜੀ ਮੈਨੂੰ ਕੋਈ ਵਿਆਹ 'ਚ ਕਾਰਡ ਦੇਵੇ ਨਾ ਦੇਵੇ, ਪਰ ਮੇਰੀ ਉਹ ਗੀਤ ਰਾਹੀਂ ਜ਼ਰੂਰ ਹਾਜ਼ਰੀ ਲੱਗ ਜਾਂਦੀ। ਅੱਛਾ ਬਾਈ ਜੀ, ਜਿਹੜੇ ਨਾ ਆਪਾਂ ਖੁੱਲੀ ਗੱਲ ਕਰ ਰਹੇ ਹਾਂ ਬਈ, ਖੇਤਾਂ ਵਾਲੇ ਖੂਹਾਂ ਵਾਲਿਆਂ ਵਾਲੀ ਗੱਲ ਹੈ ਨਾ, ਜਿਹੜੇ ਹੋਰ ਵੀ ਆਉਂਦੇ ਨੇ ਮੇਰੇ ਕੋਲ, ਜੇ ਅਸੀਂ ਗੱਲ ਕਰਦੇ ਹਾਂ ਜਿਹੜੇ ਬਹੁਤ ਸੰਜੀਦਾ ਹੋ ਕੇ ਉਹ ਆਮਦ ਦੀ ਗੱਲ ਕਰਦੇ ਨੇ, ਸਮਾਂ ਹੁੰਦਾ ਜੀ, ਫਿਰ ਚੀਜ਼ਾਂ ਆਉਂਦੀਆਂ ਨੇ, ਗੀਤ ਫਿਰ ਐ ਲਿਖਦੇ ਕਾਹਦੋਂ 24 ਘੰਟੇ 'ਚ ਕੋਈ ਸਮਾਂ ਬੰਨਿਆ ਹੋਇਆ, ਜਾਂ ਫਿਰ ਤੁਰਦੇ ਫਿਰਦੇ ਜਦ ਆ ਗਿਆ ਤੇ ਲਿਖਣਾ ਸ਼ੁਰੂ? ਜੇ ਸਾਡੇ ਗੁਰੂਆਂ ਦੀ ਗੱਲ ਕਰੀ ਨਾ ਗੱਲ ਸਾਹਿਬ, ਧੁਰ ਕੀ ਬਾਣੀ ਆਈ। ਬਿਲਕੁਲ, ਬਾਣੀ ਦਾ ਰੂਪ ਕੋਈ ਹੋ ਸਕਦਾ, ਬਿਲਕੁਲ, ਬਾਣੀ ਚੰਗੀ ਵੀ ਹੋ ਸਕਦੀ ਹੈ। ਬਿਲਕੁਲ, ਉੱਥੇ ਗੱਲ ਕੀਤੀ ਗੁਰੂਆਂ ਨੇ ਰੂਹਾਨੀਅਤ ਦੀ ਬਾਣੀ। ਬਿਲਕੁਲ, ਬਿਲਕੁਲ। ਹੁਣ ਤੁਸੀਂ ਬੈਠੇ ਹੋ ਇੱਥੇ, ਮੈਂ ਦਾਅਵੇ ਨਾਲ ਕਹਿਣਾ, ਇੱਕ ਇਹ ਵੀ ਮੰਨਿਆ ਗਿਆ ਵੀ ਸਾਡਾ ਦਿਮਾਗ ਕਦੀ ਵੀ ਸੁਸਤ ਨਹੀਂ ਹੁੰਦਾ, ਨਾ, ਚੱਲਦਾ ਹੀ ਹੈ ਜੀ, ਸੁਸਤ ਹੋ ਜਾਂਦਾ ਪਰ ਸਟਾਪ ਨਹੀਂ ਹੁੰਦਾ। ਹਾਂ, ਚੱਲੀ ਜਾ ਰਿਹਾ। ਮੈਂ ਕਿਹਾ ਸੌਂ ਵੀ ਬੰਦਾ ਜਾਵੇ, ਸੁਪਨੇ ਵੀ ਆਉਂਦੇ ਰਹਿੰਦੇ ਆ। ਬਿਲਕੁਲ। ਇਸ ਤਰ੍ਹਾਂ ਹੀ ਮੇਰੇ ਅੰਦਰ ਤਾਂ ਹਰ ਵੇਲੇ ਪ੍ਰਵਾਹ ਚੱਲਦਾ ਹੀ ਰਹਿੰਦਾ ਜੀ। ਵਾਹ। ਮੇਰੇ ਤਾਂ ਹੁਣ ਵੀ ਚੱਲ ਰਿਹਾ, ਤੇ ਗੱਲ ਚੱਲੀ ਜਾਣੀ ਆ ਦਿਮਾਗ 'ਚ। ਬਿਲਕੁਲ। ਮੇਰੇ ਦਿਮਾਗ 'ਚ ਬਹੁਤ ਗੀਤ ਆ ਰਹੇ ਆ ਵੀ ਮੈਂ ਕੈਨੇਡਾ ਕਿੱਦਾਂ ਆਇਆ, ਕਦੇ ਸੋਚਿਆ ਨਹੀਂ ਸੀ ਇੱਦਾਂ ਗੀਤ ਦੇ ਵਿੱਚ ਮੈਂ ਗੱਲ ਵੀ ਕਰ ਸਕਦਾ। ਤਾਂ ਮੇਰੇ ਹਰ ਵੇਲੇ ਪ੍ਰਵਾਹ ਚੱਲਦਾ ਹੀ ਰਹਿੰਦਾ। ਤਾਂ ਮੈਂ ਦਿਨ ਦੇ ਵਿੱਚ ਯਕੀਨ ਮੰਨੂਗੇ 10 15 ਗੀਤ ਵੀ ਮੈਂ ਲਿਖੇ ਆ। ਕਮਾਲ ਹੋ ਗਈ ਬਾਈ ਬਿਲਕੁਲ ਜੀ। ਜੀ, ਪਰਮਾਤਮਾ ਦੀ ਮਿਹਰ ਮੰਨਦਾ ਹੈ, ਇਹ 'ਚ ਮੇਰਾ ਕੁਝ ਨਹੀਂ, ਮੇਰਾ ਮੁਝ ਵੀ ਕੁਝ ਨਹੀਂ। ਸੱਚਾਈ ਇਹ ਹੈ, ਕਿਉਂਕਿ ਜਿਹੜੀ ਲੇਖਣੀ ਹੈ ਨਾ ਜੀ, ਇੱਕ ਇਦਾਂ ਦੀ ਗੱਲ ਹੈ ਗਿੱਲ ਸਾਹਿਬ, ਇਹ ਸਿੱਖੀ ਨਹੀਂ ਜਾ ਸਕਦੀ। ਪਾਲਿਸ਼ ਤਾਂ ਕੁਛ ਹੋ ਸਕਦੀ ਹੈ, ਹਰ ਗੱਲ ਸਿੱਖ ਸਕਦੇ ਹੋ ਤੁਸੀਂ। ਡਰਾਈਵਿੰਗ ਸਿੱਖ ਲਓ, ਥੋੜਾ ਗਲਾ ਜਿੱਦਾਂ ਦਾ ਹੈਗਾ ਉਹਨੂੰ ਰਿਆਜ਼ ਕਰਕੇ ਗਾਉਣਾ ਸਿੱਖ ਲਓ, ਪਰ ਲੇਖਣੀ ਕਦੇ ਵੀ ਬੰਦਾ ਸਿੱਖ ਨਹੀਂ ਸਕਦਾ। ਭਾਈ ਜੀ, ਸ਼ਬਦ ਇੱਧਰ ਉੱਧਰ ਫਿਰ ਕਰਨੇ ਪੈਂਦੇ ਨੇ ਦੇਖ ਕੇ, ਜਿਹੜੇ ਮੈਂ ਦੱਸਦਾ ਗੱਲ ਕੀ, ਮੇਰਾ ਗੀਤ ਇੱਕ ਵਾਰੀ ਉਤਰਦਾ ਸਾਰਾ। ਕਿੰਨਾ ਉਤਰਦਾ? 5-6 ਅੰਤਰਿਆਂ ਦਾ। ਵਾਹ। ਉਹਨੂੰ ਮੈਂ ਲਿਖ ਲੈਂਦਾ। ਔਰ ਤੁਹਾਨੂੰ ਮੈਂ ਇੱਕ ਗੱਲ ਦੱਸਾਂ, ਮੇਰੇ ਜ਼ਿਆਦਾ ਗੀਤ ਫਰਾਟੇਦਾਰ ਲਿਖਣ ਦਾ ਕਾਰਨ ਵੀ ਬਣੇਗਾ। ਅੱਛਾ ਜੀ। ਕੋਈ ਮੈਂ ਸੀ ਸਟੈਨੋ। ਬਿਲਕੁਲ। ਸ਼ਾਰਟਾਂ ਨੇ ਮੇਰੀ ਕੀਤੀ। ਹਾਂ, ਚੱਲਦਾ। ਮੈਂ ਉਹ ਜਿਵੇਂ ਜਿਹੜੇ ਲੋਕਾਂ ਨੂੰ ਪਤਾ ਸਟੈਨੋ ਨੂੰ ਜਾਣਦੇ ਆ, ਬਿਲਕੁਲ, ਮੈਂ ਫੁੱਲ ਸਪੀਡ ਤੇ ਲਿਖਦਾ। ਲੈਣਾ ਮੇਰੇ 4 ਹੀ ਲਿਖੀਆਂ ਹੁੰਦੀਆਂ ਤੇ ਅੰਤਰੇ ਬਣ ਜਾਂਦੇ 6 ਉਹਦੇ। ਵਾਹ। ਉਦੋਂ ਬਾਅਦ ਮੈਂ ਇਹਨੂੰ ਕਰ ਲੈਂਦਾ ਸੈੱਟ ਕਰਕੇ ਉਹ ਲਿਖ ਲੈਂਦਾ ਸੀ। ਬਾਕੀ ਪਿਛਲੇ 15-18 ਸਾਲਾਂ ਤੋਂ ਜਿਹੜਾ ਮੈਂ ਲਿਖਦਾ ਉਹ ਮੈਂ ਸਿੱਧਾ ਲੈਪਟਾਪ ਤੇ ਟਾਈਪ ਕਰਦਾ। ਹੁਣ ਚੱਕ ਦਿੰਦੇ ਸਿੱਧਾ ਹੀ? ਮੈਂ ਕਿਹਾ ਜੀ ਕੀ ਬਾਤ। ਅੱਛਾ, ਹੁਣ ਰਿਟਾਇਰਮੈਂਟ ਤੋਂ ਬਾਅਦ ਫਿਰ ਇਹ ਚੀਜ਼ ਤੁਹਾਡੀ ਡਰਾਈਵਿੰਗ ਫੋਰਸ ਆ ਬਾਈ ਜੀ, ਮੈਨੂੰ ਲੱਗਦਾ ਤੁਹਾਨੂੰ ਤਰੋ ਤਾਜ਼ਾ ਰੱਖਦੀ ਆ, ਪੂਰੀ ਕਾਇਮ ਬੈਠੇ ਹੋ ਤੁਸੀਂ ਪੂਰੇ ਆ। ਮੈਂ ਕਿਹਾ ਜੀ ਜਿਵੇਂ ਕਿਤੇ ਚਾਹ ਨਹੀਂ ਚੱਕਿਆ ਜਾਂਦਾ। ਵਾਹ। ਕਿਉਂਕਿ ਪ੍ਰਮਾਤਮਾ ਦੀ ਇੱਕ ਜਿਹੜੀ ਤੁਹਾਨੂੰ ਸੁਗਾਤ ਮਿਲ ਗਈ ਨਾ, ਮੇਰਾ ਆਮ ਕਹਿਣਾ ਹੈ ਵੀ ਤੁਸੀਂ ਹਰ ਗੱਲ ਨੂੰ ਇੰਜੋਏ ਕਰ ਸਕਦੇ ਹੋ। ਪਾਣੀ ਵੀ ਪੀਂਦੇ ਹੋ ਨਾ, ਉਹਨੂੰ ਮਜ਼ੇ ਨਾਲ ਪੀਓ, ਇੰਜੋਏ ਕਰ ਲਓਗੇ। ਕਾਰ ਡਰਾਈਵ ਕਰਦੇ ਹੋ ਤੁਸੀਂ, ਉਹਨੂੰ ਇੰਜੋਏ ਕਰ ਲਓਗੇ। ਇਹ ਤਾਂ ਫਿਰ ਪ੍ਰਮਾਤਮਾ ਦੀ ਐਡੀ ਵੱਡੀ ਸੁਗਾਤ ਹੈ, ਬਹੁਤ ਵੱਡੀ ਗੱਲ। ਉਹਦਾ ਕੋਈ ਤੋੜ ਨਹੀਂ, ਉਹਦਾ ਕੋਈ ਮੋਲ ਨਹੀਂ, ਉਹਦਾ ਕੋਈ, ਮੈਂ ਪ੍ਰਮਾਤਮਾ ਨੂੰ ਉਹਦਾ ਇਹ ਵਿੱਚ ਵਾਪਸ ਨਹੀਂ ਮੋੜ ਸਕਦਾ, ਸ਼ੁਕਰਾਨਾ ਨਹੀਂ ਕਰ ਸਕਦਾ। ਬਿਲਕੁਲ। ਇਹਨੂੰ ਮੈਂ ਇੰਜੋਏ ਕਰਦਾ। ਅੱਛਾ, ਹੁਣ ਸੇਵਾ ਮੁਕਤੀ ਤੋਂ ਬਾਅਦ ਫਿਰ ਬਾਈ ਜੀ ਰੁਝੇਵੇਂ ਫਿਰ ਬਾਹਲਾ ਕੁਛ, ਹੁਣ ਫਿਰ ਤਾਂ ਇਹਦੇ ਆਲੇ ਦੁਆਲੇ ਹੀ ਰਹਿੰਦੀ ਕਹਾਣੀ। ਫਿਰ ਕਿੰਨੇ ਕੁ ਫੰਕਸ਼ਨਾਂ ਤੇ ਵੀ ਜਾਂਦੇ ਹੋ, ਜਾਂ ਮੁੰਡੇ ਆਉਂਦੇ ਰਹਿੰਦੇ ਨੇ ਨਵੇਂ ਵੀ ਸਾਨੂੰ ਦਿਓ ਕੁਛ? ਇਹਦੇ 'ਚ ਦਿਨ ਦਾ ਹਰ ਰੋਜ਼ 1-2 ਘੰਟੇ ਇਹਦੇ 'ਚ ਲੱਗਦੇ ਹੋਣੇ ਨੇ ਬੰਦੇ। ਪਹਿਲਾਂ ਜਦੋਂ ਜ਼ਿੰਮੇਵਾਰੀ ਬਹੁਤ ਵੱਡੀ ਸੀ ਐਜ ਸਟੂਡੈਂਟ, ਸਾਰਾ ਬਹੁਤ ਵੱਡਾ ਕਰਨਾ ਸਾਰੇ ਸਟਾਫ ਨੂੰ, ਹਨਾ, ਸਾਰੀ ਇਨਫੋਰਮੇਸ਼ਨ ਭੇਜਣੀਆਂ। ਉਦੋਂ ਕਦੇ ਵਿਆਹ ਸ਼ਾਦੀ ਜਾਣਾ, ਭੱਜੇ ਨੱਸੇ 'ਚ ਆਉਣਾ, ਖੁਸ਼ੀ ਗਮੀ 'ਚ ਆਉਣਾ। ਹੁਣ ਤਾਂ ਸਭ ਤੋਂ ਜ਼ਿਆਦਾ ਟਾਈਮ ਤਾਂ ਮੈਂ ਦਿੰਦਾ ਇਸ ਆਪਦੇ ਸੋਸ਼ਲ ਜਿਹੜੀ ਐਕਟੀਵਿਟੀਜ਼ ਮੇਰੀ ਨਾਲ ਦੀ ਨਾਲ। ਮੇਰਾ ਜਦੋਂ ਸਮਾਂ ਮੈਨੂੰ ਮਿਲਦਾ, ਮੇਰਾ ਪ੍ਰਵਾਹ ਚੱਲਦਾ ਰਹਿੰਦਾ, ਜੋ ਟਾਈਮ ਲੱਗਦਾ ਉਹ ਮੈਂ ਲਿਖ ਲੈਂਦਾ। ਰਾਈਟਰ ਕਲਾਕਾਰ ਮੇਰਾ ਕਾਫੀ ਮਤਲਬ ਸੰਪਰਕ ਦੇ ਵਿੱਚ ਨੇ। ਫਿਰ ਉਹ ਪੁਰਾਣੇ ਗੀਤਾਂ ਨੂੰ ਥੋੜ੍ਹਾ ਜਿਹਾ ਪਾਲਿਸ਼ ਕਰਕੇ ਨਵੇਂ ਮਾਹੌਲ ਦੇ ਵਿੱਚ ਢਾਲ ਕੇ ਦੇ ਦਿੰਦਾ। ਰਿਕਾਰਡਿੰਗਾਂ ਵਿੱਚ ਚੱਲ ਰਹੀਆਂ ਨੇ। ਤੇ ਪਹਿਲਾਂ ਤਾਂ ਮੈਂ ਸਾਲ ਕੁ ਸਾਰਾ ਪੂਰਾ ਇੰਜੋਏ ਕੀਤਾ ਵੀ ਹੁਣ ਨਿੱਕੇ ਮੋਟੇ ਕੰਮ, ਕੋਈ ਰਿਸ਼ਤੇਦਾਰ ਗੁੱਸੇ ਸੀਗਾ ਉਹਦੇ ਕੋਲੇ ਜਾਣਾ, ਜਾਈਏ ਸਾਰਾ ਜਿੱਥੇ ਕਰਨਾ। ਹੁਣ ਇਸ ਕਰਕੇ ਮੈਂ ਕੈਨੇਡਾ ਆ ਗਿਆ। ਉਦੋਂ ਜੇ ਮੈਂ ਆ ਵੀ ਜਾਣਾ ਤਾਂ ਇਹ ਨਹੀਂ ਪਤਾ ਮੈਨੂੰ ਪਿੱਛੇ ਫੋਨ ਹੀ ਆਈ ਜਾਣਾ ਵੀ ਸੁਬਰਡ ਸਾਹਿਬ ਤੁਹਾਡੇ ਬੜਾ ਬੁਰਾ ਹਾਲ ਹੈ, ਵਿਹਲੇ ਹੋ ਕੇ ਆਏ ਹੋ। ਹਾਂ, ਤੇ ਇਸ ਕਰਕੇ ਮੈਂ ਹੁਣ ਬਿਲਕੁਲ ਫ੍ਰੀ ਮਾਈਂਡ ਹੋ ਕੇ ਤਾਂ ਆਇਆ ਜੀ। ਮੇਰੇ ਬਾਕੀ ਮੇਰੇ ਜਿਵੇਂ ਚੱਲਦੇ ਰਹਿੰਦੇ ਆ। ਪਿੰਡ ਦਾ ਗੇੜਾ ਲੱਗਦਾ ਰਹਿੰਦਾ ਜੀ ਫਿਰ? ਹਾਂਜੀ, ਪਿੰਡ ਜ਼ਮੀਨ ਹੈ। ਹਾਂ, ਚਲੇ ਜਾਂਦੇ ਹੋ? ਬਾਕੀ ਆਪ ਦਾ ਓੜਮਾ ਕੋੜਮਾ। ਹਾਂ, ਚਲੋ ਬਜ਼ੁਰਗ ਆਪਣੇ ਵੱਡੇ ਉਹ ਚਲੇ ਗਏ, ਆਪਣੇ ਬ੍ਰਦਰ ਉੱਥੇ ਹੈਗੇ ਨੇ। ਠੀਕ ਹੈ। ਬਾਕੀ ਯਾਰ ਦੋਸਤ ਮੈਂ ਹਰੇਕ ਨਾਲ ਯਾਰਾਨਾ ਰੱਖਦਾ, ਦਿਲੋਂ ਮੁਹੱਬਤ ਰੱਖਦਾ। ਵੈਰੀ ਗੁੱਡ। ਹਰੇਕ ਪਿੰਡ ਦੇ ਵਿੱਚ ਮੈਂ ਜਾਣਦੇ ਨੇ ਲੋਕ ਮੈਨੂੰ, ਵਿਆਹ ਸ਼ਾਦੀ ਖੁਸ਼ੀ ਗਮੀ ਮੈਨੂੰ ਸਾਰੇ ਬੁਲਾਉਂਦੇ, ਮੈਂ ਜਾਣਾ ਜੀ। ਬਿਲਕੁਲ ਜੀ, ਮੇਰਾ ਪੂਰਾ ਰਾਬਤਾ ਜੀ। ਅੱਛਾ ਬਾਈ ਜੀ, ਜਿਹੜੇ ਡਿਊਟ ਗੀਤ ਨੇ ਉਹ ਕਿਹਨੇ ਗਾਏ ਜੀ ਫਿਰ? ਮੁਹੰਮਦ ਸਦੀਕ ਨੇ ਵੀ ਗਾਏ? ਨਹੀਂ, ਮੁਹੰਮਦ ਸਦੀਕ ਜੀ ਨਾਲ ਮੇਰਾ ਵੈਸੇ ਪਿਆਰ ਬਹੁਤ ਹੈ। ਹਾਂ, ਮਰਾੜ ਵਾਲਿਆਂ ਨਾਲ ਉਹਨਾਂ ਦਾ ਬਾਹਲਾ ਚੱਲਿਆ ਕੰਮ, ਬਾਊ ਸਿੰਘ ਮਾਨ। ਹਾਂ, ਪਿਆਰ ਬਹੁਤ ਹੈ। ਵੈਸੇ ਕੋਈ ਸਾਡਾ ਇਦਾਂ ਦਾ ਹੋਇਆ ਨਹੀਂ, ਮੈਂ ਉਹਨੂੰ ਕਹਿੰਦਾ ਵੀ ਸਦੀਕ ਸਾਹਿਬ ਮੇਰਾ ਗਾਣਾ ਗਾਓ, ਤੇ ਉਹਨੂੰ ਗਾ ਦੇਣਾ ਸੀਗਾ। ਪਰ ਉਹ ਮੇਰਾ ਮਾਨਕ ਸਾਹਿਬ ਨੇ ਬਹੁਤ ਮੇਰੇ ਡਿਊਟ ਗਾਇਆ, ਕਰਤਾਰ ਰਾਮਲਾ ਜੀ ਨੇ ਮੇਰੇ ਡਿਊਟ ਗਾਏ ਆ। ਸ਼ਿੰਦੇ ਉਹਨਾਂ ਨੇ ਗਾਇਆ ਕੁਝ? ਨਹੀਂ, ਸ਼ਿੰਦਾ ਸਾਹਿਬ ਨੇ ਮੇਰਾ ਇੱਕੋ ਫਿਲਮ 'ਚ ਗੀਤ ਗਾਇਆ ਸੀ। ਅੱਛਾ। ਮਤਲਬ ਬਗਾਵਤ ਪੰਜਾਬੀ ਫਿਲਮ 'ਚ ਗੁਰਦਾਸ ਮਾਨ ਜੀ ਹੀਰੋ ਸਨ। ਮਾਨਕ ਸਾਹਿਬ ਨੇ ਤੇ ਆਪਣੇ ਸ਼ਿੰਦਾ ਸਾਹਿਬ ਨੇ ਇੱਕ ਮੇਰਾ ਗੀਤ ਗਾਇਆ, ਦਾਰੂ ਬਿਨਾ ਨਹੀਂ ਕਿਤੇ ਵੀ ਗੱਲ ਚੱਲਦੀ।
ਪੀਣ ਦਾ ਰਿਵਾਜ ਹੋ ਗਿਆ ਉਹ ਜਣੇ ਖਣੇ ਦਾ। ਬਸ ਸਿਰਫ ਇੰਨਾ ਕਿ ਸਾਡਾ ਸੁਭਾਗ ਬਣਿਆ। ਬਸ ਗੱਲ ਉੱਥੇ ਆ ਗਈ ਨਾ ਜੀ। ਮਾਣਕ ਸਾਹਿਬ ਵੀ ਮੈਨੂੰ ਵਧੀਆ ਲੱਗਦੇ ਸੀ, ਤੇ ਮਾਣਕ ਸਾਹਿਬ ਤੋਂ ਪਹਿਲਾਂ ਉਹਨਾਂ ਦਾ ਜੋ ਮੈਨੂੰ ਇੱਕ ਤਰ੍ਹਾਂ ਦਾ ਮਿਲ ਗਿਆ ਸੀ। ਕਮਾਲ ਹੋ ਗਈ। ਕਿੰਨੇ ਗੀਤ ਮਾਨਕ ਸਾਹਿਬ ਨੇ ਗਾਏ ਟੋਟਲ ਜੀ? ਫਿਰ ਮਾਣਕ ਸਾਹਿਬ ਨੇ ਮੇਰੇ ਗਾਏ 114। ਬੱਲੇ 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 ਬਿਲਕੁਲ ਜੀ, ਹਾਂ। ਬੱਲੇ ਬੱਲੇ। ਮੈਂ ਇੱਕ ਗੱਲ ਹੈ ਗਿੱਲ ਸਾਹਿਬ, ਮੈਂ ਆਮ ਸਰੋਤਿਆਂ ਨੂੰ ਵੀ ਮੈਂ ਬੇਨਤੀ ਕਰਦਾ, ਤੁਹਾਨੂੰ ਵੀ ਮੈਂ ਸਤਿਕਾਰ ਸਹਿਤ ਹੀ ਬੇਨਤੀ ਕਰਦਾ, ਮੈਂ ਜੋ ਗੱਲ ਕਰਨੀ ਤੁਹਾਨੂੰ ਐਜ ਪਰ ਰਿਕਾਰਡ ਕਰਨੀ। ਹਾਂ ਬਿਲਕੁਲ, ਕੱਚੀ ਗੱਲ ਦਾ ਮਤਲਬ ਹੈ। ਇਸ ਟਾਈਮ ਰਜਿਸਟਰ ਨਹੀਂ ਹੈ, ਗੱਲ ਵੱਖਰੀ ਹੈ। ਹਾਂ ਹਾਂ। ਕੁਛ ਕੁ ਮੇਰੇ YouTube ਤੇ ਤੁਸੀਂ ਦੇਖ ਸਕਦੇ ਹੋ, ਮੇਰੇ ਕੋਲੇ ਮੋਬਾਈਲ 'ਚ ਵੀ ਸਭ ਕੁਝ ਰੱਖਿਆ ਹੋਇਆ। 114 ਗੀਤ ਉਹਨੇ ਮੇਰੇ ਗਾਏ ਆ, ਕਿਉਂਕਿ ਉਦੋਂ ਬਾਅਦ ਮਾਣਕ ਸਾਹਿਬ ਨੇ ਮੇਰੇ ਖੜਾ ਨਹੀਂ ਛੱਡਿਆ। ਤਾਰ ਰਲ ਗਈ ਨਾ ਜੀ। ਹਾਂਜੀ। ਤੁਸੀਂ ਮੈਂ ਇਹ ਹਿਸਾਬ ਆ ਵੀ ਬੰਦਾ ਇੱਕ ਦਿਉਣ ਤੋਂ 20 ਵਰਿਆਂ ਦਾ ਲੁਧਿਆਣੇ ਚਲ ਗਿਆ, ਲੁਧਿਆਣੇ ਪਤਾ ਨਹੀਂ ਮਾਣਕ ਹੁਣੀ ਕਿੱਥੇ ਰਹਿੰਦੇ ਨੇ, ਇਹ ਪਤਾ ਵੀ ਬੱਸ ਦੇ ਸਾਹਮਣੇ ਚੁਬਾਰੇ ਨੇ, ਜੇ ਉਹ ਚੁਬਾਰੇ 'ਚ ਨਾ ਮਿਲਦੇ ਕੀ ਪਤਾ ਮੁੜੇ ਆਉਂਦੇ। ਮੈਂ ਦੱਸਦਾ ਜੀ, ਹਰ ਗੱਲ ਦਾ ਸਬੱਬ ਹੁੰਦਾ ਹੈ। ਹਾਂ, ਤੁਹਾਡੇ ਕੋਲੇ ਆਉਣ ਦਾ ਸਬੱਬ ਹੈ ਸਾਡੇ ਜਗਰੂਪ ਸਿੰਘ। ਹਾਂ ਬਿਲਕੁਲ, ਬੈਠੇ ਗੱਲ ਹੋ ਗਈ। ਹਾਂ ਬਿਲਕੁਲ। ਔਰ ਬਾਈ ਉਹਨਾਂ ਦੇ ਵੱਡੇ ਜਸਵੰਤ। ਹਾਂ ਹਾਂ, ਠੀਕ ਹੈ ਨਾ ਜੀ। ਮੈਨੂੰ ਫੋਨ ਆਇਆ, ਮੈਂ ਤਾਂ ਹੁਣ ਜਾਣਦਾ ਵੀ ਨਹੀਂ ਸੀ। ਉਹ ਕਹਿੰਦੇ ਬਾਈ ਜੀ ਬਹੁਤ ਵਧੀਆ, ਮੈਨੂੰ ਕਹਿੰਦੇ, ਮੈਂ ਕਿਹਾ ਗੱਲੇ ਕੋਈ ਨਹੀਂ, ਲਿਆਓ ਆਪਾਂ ਗੱਲਬਾਤ ਕਰਾਂਗੇ। ਤੇ ਆ ਦੇਖੋ ਆਪਾਂ ਐਂ ਕਰ ਰਹੇ ਹਾਂ ਜਿਵੇਂ ਆਪਾਂ ਬਹੁਤ ਚਿਰਾਂ ਦੇ ਜਾਣਦੇ। ਅੱਛਾ, ਇੱਕ ਗੱਲ ਹੋਰ ਸੁਣੋ ਜੀ। ਜੀ। ਮਨਜੀਤ ਸਿੰਘ ਰਾਏ, ਤਲਵੰਡੀ ਰਾਏ ਤੋਂ ਮਨਜੀਤ ਸਿੰਘ ਹਾਂਸ, ਜਿਨ੍ਹਾਂ ਦੀ ਬਦੌਲਤ ਮੈਂ ਤੁਹਾਡੇ ਕੈਨੇਡਾ ਦੀ ਧਰਤੀ ਤੇ, ਅੱਛਾ ਅੱਛਾ, ਤੁਹਾਡੇ ਸਾਹਮਣੇ ਮੈਂ ਨਤਮਸਤਕ ਹਾਂ। ਠੀਕ ਹੈ। ਤੇ ਉਹਨਾਂ ਦੇ ਪਿਆਰ ਨਾਲ, ਔਰ ਮੇਰੇ ਉਹਨਾਂ ਦੇ ਦੋਸਤ, ਮੇਰੇ ਮਤਲਬ ਰਿਸ਼ਤੇਦਾਰ ਗੁਰਜੰਟ ਸਿੰਘ ਉਮਰਪੁਰਾ, ਇਹਨਾਂ ਨੇ ਮੈਨੂੰ ਮਤਲਬ ਇੱਥੇ ਬੁਲਾਇਆ। ਠੀਕ ਹੈ। ਤੇ ਬਰਾੜ ਸਾਹਿਬ ਜਿਹੜੇ ਆਪਣੇ MLA ਸਾਹਿਬ ਨੇ ਜੀ, ਉਹਨਾਂ ਨੇ ਮੈਨੂੰ ਬੜੇ ਵਾਰੀ ਕਿਹਾ ਸੀ, ਪਰ ਸਬੱਬ ਕਿਹਦੇ ਥਰੂ ਬਣਿਆ? ਮਨਜੀਤ ਸਿੰਘ ਰਾਏ ਹੋਣਾ, ਰਾਏ, ਤਲਵੰਡੀ ਰਾਏ। ਹਾਂ ਹਾਂ। ਸੋ ਜਦੋਂ ਸਬੱਬ ਬਣਿਆ ਉੱਥੇ ਬਸ ਚਲੇ ਗਏ, ਬੱਸ ਚੜ੍ਹ ਕੇ। ਕੁਦਰਤੀ ਆ, ਦੇਖ ਲਓ ਕਿਵੇਂ ਮਾਣਕੋਣੀ ਮਿਲ ਗਏ ਮੌਕੇ ਤੇ। ਗੱਲ ਸਹੀ ਕੀ ਹੈ, ਜਿਵੇਂ ਮੇਰੇ ਹੁਣ ਧਿਆਨ 'ਚ ਨਹੀਂ ਗੱਲ ਆ ਰਹੀ, ਕਹਿੰਦੇ ਵੀ ਜਿਸ ਨੇ ਆਪਣੇ ਸਟੀਫਨਸਨ ਜਿਹਨੇ ਆਪਣੇ ਕੋਈ ਰੇਲ ਗੱਡੀ ਦੇ ਇੰਜਨ ਦੀ ਕੋਈ ਕਾਢ ਕੱਢੀ ਸੀ, ਉਹ ਕਾਢ ਥੋੜੀ ਕੱਢਣ ਵਾਸਤੇ ਲੱਗੇ ਸੀ, ਉਹ ਤਾਂ ਕੋਈ ਪਾਣੀ ਉਬਾਲ ਰਹੇ ਸੀ, ਕੋਈ ਚਾਹ ਬਣਾਇਆ, ਕੁਛ ਕਰਦੇ ਬੋਇਲਿੰਗ ਕਰਦੇ ਹੋਣੇ। ਉਹ ਪਾਣੀ ਦਾ ਢੱਕਣ ਬੁੜਕ ਕੇ ਉਹ ਦੂਰ ਜਾ ਡਿੱਗਿਆ। ਉਹਦੇ ਦਿਮਾਗ ਨੇ ਥਿੰਕ ਕੀਤਾ, ਪਰਮਾਤਮਾ ਨੇ ਥਿੰਕ ਕਰਾਇਆ ਵੀ ਇੰਨੇ ਕੁ ਪਾਣੀ ਦੀ ਸਟੀਮ ਇੰਨੀ ਪ੍ਰੈਸ਼ਰਾਈਜ਼ ਹੋ ਸਕਦੀ ਹੈ। ਢੱਕਣ ਹੋ ਗਿਆ। ਹਾਂ, ਢੱਕਣ ਹੋ ਗਿਆ, ਤੇ ਜ਼ਿਆਦਾ ਹੋਵੇ ਤਾਂ ਕੀ ਨਹੀਂ ਹੋ ਸਕਦਾ। ਫਿਰ ਉਹਨਾਂ ਨੇ ਇਹਦੀ ਇਸੇ ਦਿਮਾਗ ਦੇ ਹਿਸਾਬ ਨਾਲ ਰੇਲ ਗੱਡੀ ਦੇ ਇੰਜਨ ਦੀ ਭਾਵ ਦਾ ਜਿਹੜਾ ਸਿਸਟਮ ਤੇ ਜਾਣ ਉਹ ਕੱਢ ਕੱਢੀ। ਮੇਰਾ ਮੰਨਣਾ ਵੀ ਇਹੀ ਹੈ ਵੀ ਮੇਰਾ ਕੋਈ ਸਬੱਬ ਹੀ ਬਣਾਇਆ ਪਰਮਾਤਮਾ ਨੇ। ਨਹੀਂ, ਜੱਟ ਪਰਿਵਾਰ ਦੇ ਵਿੱਚ ਕੀ ਹੁੰਦਾ ਜੀ? ਨਾ ਜੀ, ਨਾ ਨਾ, ਵਾਹੀ ਕਰ ਲਓ ਬਸ। ਜੇ ਪੜ੍ਹ ਲੈ ਕੇ ਤੇ ਨੌਕਰੀ ਤੇ ਲੱਗ ਗਓ, ਤੇ ਫਿਰ ਮੈਂ ਸ਼ਾਇਦ ਅਲਬੇਲ ਸਿੰਘ ਬਰਾੜ ਹੁੰਦਾ। ਹਾਂ, ਠੀਕ ਹੈ ਨਾ ਜੀ। ਤੇ ਅਲਬੇਲ ਬਰਾੜ ਨਾਂ ਦਾ, ਅਲਬੇਲ ਬਰਾੜ ਦਾ ਮਤਲਬ ਕੀ ਹੈ? ਗੀਤਕਾਰੀ ਦੇ ਵਿੱਚ ਕੁਲਦੀਪ ਮਾਣਕ, ਸੁਰਿੰਦਰ ਸਿੰਧਾ, ਬਿਲਕੁਲ ਦੋ ਨਾਂ ਤਾਂ ਬਸ ਉਹ ਚੇਤਾ ਹੋ ਜਾਂਦੇ। ਸਰ ਅਲਬੇਲ ਸਿੰਘ ਬਰਾੜ ਦਿਉਣ, ਉਹਨਾਂ ਨਾਲ ਗੱਲਬਾਤ ਹੋ ਰਹੀ ਹੈ ਜੀ, ਤੇ ਮਿੰਟ 2-3 ਰਹਿ ਗਏ। ਸਮਾਂ ਬਹੁਤ ਛੇਤੀ ਭੱਜਣ ਦਾ ਬੰਨਿਆ, ਸਮਾਂ ਕਹਿੰਦੇ ਛੇਤੀ ਚਲੇ ਜਾਂਦਾ। ਅੱਛਾ ਬਾਈ ਜੀ, ਸਾਡੇ ਦੇਸ਼ 'ਚ ਇੱਥੇ ਘੁੰਮ ਫਿਰ ਕੇ ਕਿਹੋ ਜਿਹਾ ਲੱਗਿਆ ਤੁਹਾਨੂੰ? ਸੈਸਕਾਟੂਨ ਤੋਂ ਬਹੁਤ ਲੰਮਾ ਸਫ਼ਰ, ਸਾਰੇ ਘੁੰਮ ਫਿਰ ਕੇ ਤੁਸੀਂ ਸਰੀ ਆ ਗਏ, ਤੇ ਇੱਥੇ ਦਾ ਕੁਛ ਤੁਹਾਡੇ ਮਨ ਦੇ ਵਿੱਚ ਹੋਵੇ ਤਾਂ ਆਹ ਤਾਂ ਸਫ਼ਰ ਤੁਹਾਡਾ ਬਹੁਤ ਹੁਣ ਸ਼ੌਕ ਨਾਲ ਇਹ ਗੀਤ ਚਲਾਇਆ ਕਰਾਂਗੇ ਜਾਂ ਪਤਾ ਲੱਗ ਜਾਵੇ। ਪਹਿਲਾਂ ਤਾਂ ਪਤਾ ਨਹੀਂ, ਪਹਿਲਾਂ ਵੀ ਮੈਂ ਹਰ ਰੋਜ਼ ਮਾਣਕੋਣਾ ਨੂੰ ਇੱਕ ਵਾਰ ਜ਼ਰੂਰ ਮੈਂ ਉਹਨਾਂ ਦਾ ਗੀਤ ਸੁਣਾਉਣਾ। ਮੈਨੂੰ ਬਹੁਤ ਪਸੰਦ ਬੰਦੇ ਨੇ। ਜ਼ਿੰਦਗੀ 'ਚ ਸੱਚ, ਰਾਜਨੀਤੀ ਵਾਲੀ ਗਲਤੀ, ਆਖਰੀ ਸਮੇਂ ਦੇ ਵਿੱਚ ਮੁੰਡੇ ਦਾ ਢਿੱਲਾ ਹੋ ਜਾਣਾ, ਦੁੱਖ 'ਚੋਂ ਗਏ ਨੇ, ਪੈਸਾ ਬਚਾਇਆ ਨਹੀਂ ਉਹਨਾਂ ਦੇ। ਮੇਰੇ ਬਹੁਤ ਪਰਮ ਮਿੱਤਰ ਨੇ ਬਾਈ ਸ਼ਿਵਚਰਨ ਜੱਗੀ ਕੁੱਸਾ, ਉਹ ਇਹਨਾਂ ਦੇ ਦੋਸਤ ਨੇ, ਰਾਈਟਰ ਨੇ। ਉਹ ਕਹਿੰਦਾ ਬਹੁਤ ਉਹਨਾਂ ਦੀਆਂ ਗੱਲਾਂ ਸੁਣਾਉਂਦੇ। ਉਹ ਕਹਿੰਦਾ ਪੈਸੇ ਪੂਹਿਆਂ ਵਾਲੀ ਕਹਾਣੀ ਨਹੀਂ ਹੈ, ਨਾ ਸਾਂਭਿਆ ਨਹੀਂ, ਪਰ ਰਹਿੰਦੀ ਦੁਨੀਆ ਤੱਕ ਮਾਣਕ ਦਾ ਨਾਂ ਹੋਊ, ਪੈਸਿਆਂ ਪੂਸਿਆਂ ਵਾਲਿਆਂ ਨੂੰ ਕੋਈ ਨਹੀਂ ਪੁੱਛਦਾ। ਬਿਲਕੁਲ। ਤੇ ਇੱਥੇ ਦੇ ਅਖੀਰ 'ਚ 2-3 ਮਿੰਟ ਨੇ, ਇੱਥੇ ਦਾ ਤੁਹਾਨੂੰ ਕਿਹੋ ਜਿਹਾ ਦੇਸ਼ ਲੱਗਿਆ, ਤੇ ਸੁਣਨ ਵਾਲਿਆਂ ਨੂੰ ਕੋਈ ਹੋਰ ਸੁਨੇਹਾ ਤੁਹਾਡੇ ਦਿਲ ਦਾ ਹੋਵੇ? ਗਿੱਲ ਸਾਹਿਬ, ਸੁਣਿਆ ਬੜਾ ਸੀਗਾ ਅਬਰੋਡ ਬਾਰੇ, ਖਾਸ ਕਰਕੇ ਕੈਨੇਡਾ ਬਾਰੇ। ਮੈਨੂੰ 2.5 ਮਹੀਨੇ ਹੋ ਗਏ ਕੈਨੇਡਾ 'ਚ ਆਏ ਨੂੰ। ਕਾਫੀ ਮੈਂ ਏਰੀਆ ਘੁੰਮਿਆ ਹੈ, ਜਿਸ ਤਰ੍ਹਾਂ ਤੁਸੀਂ ਜ਼ਿਕਰ ਵੀ ਕੀਤਾ ਜੀ। ਮੈਨੂੰ ਸਭ ਤੋਂ ਵਧੀਆ ਲੱਗਿਆ ਇੱਥੇ ਸਿਸਟਮ ਹੈ ਜੋ ਤੁਹਾਡਾ। ਸਿਸਟਮ 'ਚ ਦੁਨੀਆ ਵੱਜੀ ਵੀ ਹੈ। ਕਹਿੰਦੇ ਹੈ ਪਰਮਾਤਮਾ ਵੀ ਰਾਜਾ 'ਚ ਰਾਜੀ ਰੱਖਦਾ ਹੈ, ਜੇ ਕੋਈ ਰਵੇ ਉਹਨੂੰ ਕਮੀ ਨਹੀਂ ਛੱਡਦਾ। ਔਰ ਇੱਥੋਂ ਦਾ ਐਟਮੋਸਫੀਅਰ, ਵਾਤਾਵਰਨ, ਇੱਥੋਂ ਦੀ ਜੋ ਵੀ ਟਰਾਂਸਪੋਰਟੇਸ਼ਨ, ਜੋ ਵੀ ਐਨੀਵੇ, ਮੈਂ ਇਹ ਕਹਿਣਾ ਵੀ ਇੱਥੋਂ ਦਾ ਸਿਸਟਮ ਦੇਖ ਕੇ ਮੈਨੂੰ ਇੱਥੋਂ ਦੇ ਲੋਕ ਇੰਨਾ ਪਿਆਰ ਕਰਦੇ ਆ। ਔਰ ਮੈਂ ਤੁਹਾਨੂੰ ਗੱਲ ਹੋਰ ਦੱਸਾਂ ਜੀ, ਆਪਣੇ ਪੰਜਾਬ ਦੇ ਵਿੱਚ ਜਿਹੜੀਆਂ ਪੁਰਾਣੀਆਂ ਪੁਰਾਤਨ ਸੱਭਿਆਚਾਰਕ ਪਿਰਤਾਂ ਸਨ, ਜਿਸ ਤਰ੍ਹਾਂ ਤੀਆਂ ਲੱਗਣੀਆਂ, ਆ ਮੇਲੇ ਲੱਗਣੇ, ਇਹ ਸਾਡੇ ਪੰਜਾਬੀ ਸ਼ਿੰਗਾਰ ਬਿਲਕੁਲ ਆਪਣੇ ਤੋਂ ਲੁਪਤ ਹੋ ਕੇ ਖਤਮ ਹੋ ਗਏ ਕਿਤੇ, ਇੱਥੇ ਲੱਗ ਰਿਹਾ। ਮੈਂ ਕਿਹਾ ਜੀ ਉਹ ਚੀਜ਼ ਤੁਸੀਂ ਸੰਭਾਲ ਕੇ ਰੱਖੀ ਲੋਕਾਂ ਨੇ। ਪੰਜਾਬੀਅਤ ਨੂੰ ਕਿੰਨਾ ਸੰਭਾਲ ਕੇ ਰੱਖਿਆ। ਗੁਰਦੁਆਰਾ ਸਾਹਿਬ ਜੇ ਜਾਂਦੇ ਅਸੀਂ ਕਦੇ ਜੀ, ਮੈਂ ਕਿਹਾ ਜੀ ਜੋ ਸਾਡੇ ਉਸ ਟਾਈਮ ਹੁਣ ਆਪਣੇ ਪੁਰਾਣੇ ਵੇਲੇ ਹੁੰਦੀਆਂ ਸਨ ਗੱਲਾਂ, ਅੱਜ ਪੰਜਾਬ 'ਚ ਜਾਂ ਹੋਰ ਕਿਤੇ ਹੈ ਨਹੀਂ।
ਉਹ ਕਿੰਨਾ ਸਤਿਕਾਰ ਹੈ ਇੱਥੇ ਜੀ ਬਹੁਤ ਗੁਰੂਆਂ ਵੱਡਾ। ਦਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ। ਬਿਲਕੁਲ ਸੰਗਤਾਂ ਮਿਲ ਕੇ ਕਿੰਨਾ ਮਤਲਬ ਇਹ ਰੂਹਾਨੀਅਤ ਦੇ ਮੁਤਾਬਕ ਵੀ ਇੰਜੋਏ ਕਰਦੀਆਂ, ਉਹ ਦੁਨਿਆਵੀ ਤੌਰ ਤੇ ਵੀ ਕੋਈ ਬਿਲਕੁਲ function ਹੁੰਦਾ। ਬਿਲਕੁਲ ਤੇ ਮੈਨੂੰ ਬਹੁਤ ਅੱਛਾ ਲੱਗਿਆ ਜੀ। ਤੇ ਮੈਂ ਸਲੂਟ ਵੀ ਕਰਦਾ। ਮੈਂ ਕਾਰਤਿਕ ਜਦੋਂ ਆ ਰਹੀ ਤੁਹਾਡੇ ਕੋਲ, ਮੇਰੇ ਦਿਮਾਗ 'ਚ ਇੱਕ ਗੱਲ ਆ ਰਹੀ ਸੀ, ਮੈਂ ਕੋਈ ਗੀਤ ਵੀ ਸ਼ਾਇਦ ਲਿਖਾਂ, ਕਿਉਂਕਿ ਮੈਂ ਕਿਹਾ ਸੀ ਪ੍ਰਵਾਹ ਚੱਲਦਾ ਰਹਿੰਦਾ। ਬਿਲਕੁਲ ਠੀਕ ਹੈ। ਮੈਂ ਕਿਹਾ ਵੀ ਇਹਨਾਂ ਦੇ ਹੌਸਲੇ ਬੁਲੰਦ, ਵਾਹ, ਪੰਜਾਬੀਆਂ ਦੇ ਹੌਸਲੇ ਬੁਲੰਦ ਤੇ ਜਿਗਰੇ ਬੜੇ ਵੱਡੇ ਨੇ। ਸਲੂਟ ਹੈ ਇਹਨਾਂ ਪੰਜਾਬੀਆਂ ਨੂੰ, ਸਲੂਟ ਹੈ ਇਹਨਾਂ ਭਾਰਤੀਆਂ ਨੂੰ ਜਿਨ੍ਹਾਂ ਅਬਰੋਡ 'ਚ ਆ ਕੇ, ਕੈਨੇਡਾ 'ਚ ਆ ਕੇ ਝੰਡੇ ਸਫਲਤਾ ਦੇ ਝੰਡੇ ਗੱਡੇ ਨੇ। ਔਰ ਮੈਂ ਸਲੂਟ ਕਰਦਾ। ਦੇਖੋ ਤੁਸੀਂ ਹੁਣ ਅੱਜ ਰੇਡੀਓ ਚਲਾ ਰਹੇ ਹੋ, ਗੁਰੂ ਕਿਰਪਾ ਜੀ। ਜਿਹੜੀ ਮੈਂ ਰੇਡੀਓ ਮੈਂ ਦੇਖਿਆ ਕਰਕੇ ਅਬਰੋਡ ਦੇ ਵਿੱਚ ਸਰੀ ਤੁਸੀਂ ਲੋਕ ਬੈਠੇ ਹੋ ਨਾ, ਤੁਹਾਡੀ ਵੇਸ਼ਭੂਸ਼ਾ ਦੇਖ ਕੇ ਲੱਗਦਾ ਸਰਦਾਰ ਹੋਈ ਸਰ। ਤੇ ਮੈਂ ਬੜਾ ਖੁਸ਼ ਹਾਂ ਵੀ ਇਹ ਗੱਲਾਂ ਨੂੰ ਤੁਸੀਂ ਨਾ ਜਿਉਂਦਾ ਰੱਖਿਆ ਔਰ ਅੱਗੇ ਵੀ ਰੱਖੋਗੇ। ਤੇ ਮੈਨੂੰ ਵੀ, ਮੈਂ ਤਾਂ ਇਹ ਬੇਨਤੀ ਕਰਦਾ ਇੱਥੇ ਹੀ ਲੈ ਆਓ। ਨਾ ਜੀ, ਤੁਸੀਂ ਸੇਵਾ ਮੁਕਤੀ ਹੋਈ ਆ ਤੁਹਾਡੀ, ਜਿੱਥੇ ਮਰਜ਼ੀ ਰਹੋ। ਇਹ ਦੇਸ਼ ਤਾਂ ਕਹਿੰਦਾ ਹੀ ਨਹੀਂ ਕੁਛ, ਹੁਣੇ ਨਾ ਜਾਓ ਤੁਹਾਨੂੰ ਕੁਛ ਨਹੀਂ ਕਹਿਣਾ ਇਹਨਾਂ ਨੇ, ਜਿੰਨਾ ਚਿਰ ਮਰਜ਼ੀ ਰਹੀ ਚੱਲ। ਬਿਲਕੁਲ, ਜੋ ਬੰਦਾ ਸਹੀ ਹੈ ਉਹਨੂੰ ਸਤਿਕਾਰ ਕਰਦੇ ਆ, ਤੇ ਗਲਤ ਬੰਦੇ ਨੂੰ ਤਾਂ ਫਿਰ ਕਰਨਾ ਹੀ। ਧੰਨਵਾਦ ਬਾਈ ਜੀ, ਤੁਸੀਂ ਆਏ ਹੋ। ਜਦ ਕੋਈ ਮੈਂ ਚਾਹੁੰਦਾ ਮਾਨਕ ਸਾਹਿਬ ਦਾ ਕੋਈ ਦਿਨ ਹੋਇਆ ਕਰੂਗਾ, ਮੈਂ ਯਾਦ ਕਰਿਆ ਕਰੂੰ ਤੁਹਾਨੂੰ। ਉਹਨਾਂ ਦੀ ਜਿਹੜੀ ਬਰਸੀ ਆਉਂਦੀ ਆ, ਉਹਨਾਂ ਦਿਨਾਂ ਦੇ ਵਿੱਚ, ਜਾਂ ਮੇਰਾ ਕਦੇ ਮਨ ਬਣਿਆ, ਤੁਹਾਡਾ ਮੈਂ ਫ਼ੋਨ ਨੰਬਰ ਲੈ ਕੇ ਰੱਖਾਂਗਾ ਤੇ ਤੁਹਾਨੂੰ ਉੱਥੇ ਬਠਿੰਡੇ ਬੈਠਿਆਂ ਨੂੰ ਯਾਦ ਕਰਿਆ ਕਰਾਂਗੇ। ਧੰਨਵਾਦ ਬਹੁਤ ਬਹੁਤ, ਤੁਸੀਂ ਆਏ। ਫਿਰ ਤੋਂ ਸਾਰੇ ਸਰੋਤਿਆਂ ਦਾ ਧੰਨਵਾਦ ਬਾਈ। ਧੰਨਵਾਦ ਬਾਈ ਜੀ। ਔਰ ਆਪ ਜੀ ਧੰਨਵਾਦ ਸਾਡੀ ਟੀਮ ਦਾ। ਤੇ ਸਦਾ ਖੁਸ਼ ਰਹੋ, ਜਿੰਦਾਬਾਦ ਰਹੋ, ਸਿਹਤਯਾਬ ਰਹੋ। ਥੈਂਕ ਯੂ ਸਰ। ਅਲਵੇਲ ਸਿੰਘ ਬਰਾੜ, ਦਿਉਣ ਪਿੰਡ, ਜਿਵੇਂ ਤੁਸੀਂ ਸੁਣ ਕੇ ਹਟੇ ਹੋ, 1981 'ਚ ਪਹਿਲੇ ਗੀਤ ਲਿਖੇ, 85 'ਚ ਜਿਹੜੇ ਉਹ ਰਿਕਾਰਡ ਹੋਏ। ਕਿੱਡਾ ਲੰਮਾ ਸਫ਼ਰ ਹੈ, 2600 ਦੇ ਕਰੀਬ ਗੀਤ ਲਿਖੇ। ਉਸ ਤੋਂ ਬਾਅਦ ਮਾਨਕ ਸਾਹਿਬ ਨੇ 100 ਤੋਂ ਉੱਪਰ ਗੀਤ ਗਾਏ। ਜਿਹੜੇ 2 ਵੱਡੇ ਗੀਤ ਤੁਹਾਨੂੰ ਮੈਂ ਸੁਣਾ ਕੇ ਹਟਿਆ, ਵੀ ਮੈਂ ਸੋਹਣਿਆ ਖੁਦਾ ਤੋਂ ਤੇਰੀ ਖੈਰ ਮੰਗਦੀ, ਤੇ ਇਹ ਬਹੁਤ ਵਧੀਆ ਗੀਤ ਨੇ। ਆਉਣ ਵਾਲੇ ਦਿਨਾਂ 'ਚ ਸੁਣਾਉਂਦੇ ਰਹਾਂਗੇ। ਹੁਣ ਪਤਾ ਲੱਗ ਗਿਆ, ਵਧੀਆ ਲੱਗਦਾ। ਇਹ ਸੀ ਅੱਜ ਦਾ ਪ੍ਰੋਗਰਾਮ। ਕੱਲ੍ਹ ਨੂੰ ਸਵੇਰੇ 10:15 ਵਜੇ ਤੁਹਾਡੀ ਸੇਵਾ 'ਚ ਹਾਜ਼ਰ ਹੁੰਨਾ। ਰੱਬ ਰਾਖਾ।